ਰੰਧਾਵਾ ਆਪਣੇ ਰੂਟੀਨ ਅਨੁਸਾਰ ਜਿਮ ਤੋਂ ਆਇਆ ਤੇ ਬ੍ਰੇਕਫਾਸਟ ਉਸਦੀ ਪਤਨੀ ਨੇ ਮੇਜ਼ ਤੇ ਰੱਖ ਦਿੱਤਾ। 9:30 ਵੱਜ ਚੁੱਕੇ ਸਨ। ਰੰਧਾਵਾ ਬੇਕਨ ਦਾ ਸਵਾਦ ਲੈ ਰਿਹਾ ਸੀ। ਅਚਾਨਕ ਉਸਦੇ ਮੋਬਾਈਲ ਦੀ ਘੰਟੀ ਵੱਜੀ। ਕੋਈ ਅਣਜਾਣ ਨੰਬਰ ਸੀ। ਉਸਨੇ ਦੋ ਚਿੱਤੀ ਜਿਹੀ ਵਿੱਚ ਹੈਲੋ ਕਹੀ ਤੇ ਮੂੰਹ ਵਿੱਚ ਪਾਈ ਬੁਰਕੀ ਨੂੰ ਜਲਦੀ ਨਾਲ ਚਬਾਇਆ। ਮਿਸਟਰ ਰੰਧਾਵਾ, ਡਿਟੈਕਟਿਵ ਰਿਚਰਡ ਬੋਲ ਰਿਹਾ। ਅੱਜ 2 ਵਜੇ ਸਲੋ ਪੁਲਿਸ ਸਟੇਸ਼ਨ ਪਹੁੰਚਣਾ। ਅਸੀਂ ਤੁਹਾਡੇ ਤੇ ਲੱਗੇ ਦੋਸ਼ਾਂ ਦੀ ਜਾਂਚ ਪੜਤਾਲ ਕਰਨੀ ਚਾਹੁੰਦੇ ਹਾਂ। ਰੰਧਾਵੇ ਨੇ ਪਲੇਟ ਪਾਸੇ ਧੱਕ ਦਿੱਤੀ। ਉਸਨੂੰ ਦੋਸ਼ਾਂ ਬਾਰੇ ਕੁਝ ਕੁ ਪਤਾ ਸੀ। ਕਈ ਦਿਨ ਬੀਤ ਗਏ ਸਨ। ਉਸਨੂੰ ਲੱਗਦਾ ਸੀ ਪੁਲਿਸ ਸ਼ਾਇਦ ਕੇਸ ਨੂੰ ਠੱਪ ਕਰ ਦੇਵੇਗੀ, ਪਰ ਮੈਂ ਤਾਂ ਕੋਈ ਗਲਤ ਕੰਮ ਕੀਤਾ ਨਹੀਂ। ਮੈਂ ਬਹੁਤ ਰੁੱਝਿਆ ਹੋਇਆ, ਅੱਜ ਨਹੀਂ ਆ ਸਕਦਾ। ਜੇ ਕੋਈ ਗੰਭੀਰ ਸਿਹਤ ਦੀ ਸਮੱਸਿਆ ਹੈ ਤਾਂ ਮੀਟਿੰਗ 1-2 ਦਿਨ ਅੱਗੇ ਪਾ ਸਕਦੇ ਹਾਂ। ਉਸ ਦਾ ਠੋਸ ਸਬੂਤ ਤੁਹਾਨੂੰ ਪੇਸ਼ ਕਰਨਾ ਪਵੇਗਾ, ਨਹੀਂ ਤਾਂ ਅੱਜ 2 ਵਜੇ ਜੇ ਤੁਸੀਂ ਹਾਜ਼ਰ ਨਹੀਂ ਹੁੰਦੇ ਤਾਂ ਪੁਲਿਸ ਤੁਹਾਨੂੰ ਘਰੋਂ ਆ ਕੇ ਲਿਜਾਣ ਲਈ ਮਜਬੂਰ ਹੋਵੇਗੀ। ਰਿਚਰਡ ਦੇ ਬੋਲਾਂ ਵਿੱਚ ਕਾਨੂੰਨੀ ਸਖਤੀ ਸੀ ਤੇ ਰੰਧਾਵੇ ਨੂੰ ਮਹਿਸੂਸ ਹੋਇਆ ਉਸ ਦਾ ਬਹਾਨਾ ਚੱਲ ਨਹੀਂ ਸਕੇਗਾ। ਠੀਕ ਆ, ਮੈਂ ਪਹੁੰਚ ਜਾਵਾਂਗਾ, ਪਰ ਆਪਣੇ ਵਕੀਲ ਨੂੰ ਨਾਲ ਲੈ ਕੇ ਆਉਂ। ਉਹ ਤੁਹਾਡੀ ਮਰਜ਼ੀ। ਸ਼ੁਭ ਦਿਨ ਮਿਸਟਰ ਰੰਧਾਵਾ, 2 ਵਜੇ ਮਿਲਦੇ ਹਾਂ। ਸਾਲਾ ਸ਼ੁਭ ਦਿਨ ਦਾ। ਰੰਧਾਵੇ ਨੇ ਮਨ ਹੀ ਮਨ ਗਾਲ ਕੱਢੀ। ਉਸਦਾ ਨਾਸ਼ਤਾ ਤੇ ਚਾਹ ਦਾ ਸਵਾਦ ਖਰਾਬ ਹੋ ਗਿਆ ਸੀ। ਉਸਨੇ ਬੌਬ ਨੂੰ ਫੋਨ ਕੀਤਾ, ਉਸ ਤੋਂ ਬਾਅਦ ਵਕੀਲ ਨੂੰ। 2 ਵਜਣ ਤੋਂ ਪਹਿਲਾਂ ਰੰਧਾਵਾ ਆਪਣੇ ਵਕੀਲ ਨਾਲ ਪੁਲਿਸ ਸਟੇਸ਼ਨ ਪਹੁੰਚ ਗਿਆ। ਰਿਸੈਪਸ਼ਨ ਦੀ ਬਾਰੀ ਵਿੱਚ ਇੱਕ ਕੁੜੀ ਖੜੀ ਮੁਸਕਰਾਈ। ਉਸਨੇ ਗੁੱਡ ਆਫਟਰਨੂਨ ਕਿਹਾ। ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ? ਉਸਨੇ ਅੰਗਰੇਜ਼ੀ ਵਿੱਚ ਬੋਲਦਿਆਂ ਰਸਮੀ ਮੁਸਕਰਾਹਟ ਦਿੱਤੀ। ਮੇਰੀ ਡਿਟੈਕਟਿਵ ਰਿਚਰਡ ਨਾਲ ਮੀਟਿੰਗ ਹੈ 2 ਵਜੇ। ਰੰਧਾਵੇ ਨੇ ਅੰਗਰੇਜ਼ੀ ਵਿੱਚ ਜਵਾਬ ਦਿੱਤਾ। ਤੁਹਾਡਾ ਨਾਮ ਪਲੀਜ਼? ਕੁੜੀ ਨੇ ਕੰਪਿਊਟਰ ਦੀ ਸਕਰੀਨ ਨੂੰ ਖੋਲਦਿਆਂ ਪੁੱਛਿਆ। ਮਿਸਟਰ ਰੰਧਾਵਾ। ਠੀਕ ਹੈ, ਤੁਸੀਂ ਬੈਠੋ, ਮੈਂ ਉਸਨੂੰ ਤੁਹਾਡੇ ਆਉਣ ਬਾਰੇ ਦੱਸ ਦਿੰਦੀ ਹਾਂ। ਥੈਂਕ ਯੂ ਕਹਿੰਦਿਆਂ ਉਹ ਆਪਣੇ ਵਕੀਲ ਨਾਲ ਕੁਰਸੀ ਤੇ ਬਹਿ ਗਿਆ, ਜਿੱਥੇ ਪਹਿਲਾਂ ਵੀ 4-5 ਆਦਮੀ ਬੈਠੇ ਉਡੀਕ ਕਰ ਰਹੇ ਸਨ। ਕੁੜੀ ਕੰਪਿਊਟਰ ਤੇ ਕੁਝ ਟਾਈਪ ਕਰਨ ਵਿੱਚ ਮਗਨ ਸੀ। ਕੁਝ ਮਿੰਟਾਂ ਬਾਅਦ ਰਿਚਰਡ ਕੁੜੀ ਕੋਲ ਆਇਆ। ਉਸਨੇ ਰੰਧਾਵੇ ਨੂੰ ਆਵਾਜ਼ ਦਿੱਤੀ। ਰੰਧਾਵਾ ਤੇ ਉਸਦਾ ਵਕੀਲ ਜਲਦੀ ਨਾਲ ਉੱਠੇ ਤੇ ਰਿਸੈਪਸ਼ਨ ਕੋਲ ਚਲੇ ਗਏ। ਕਿਰਪਾ ਕਰਕੇ ਕੋਈ ਸ਼ਨਾਖਤ ਦਿਖਾਓ। ਰੰਧਾਵੇ ਨੇ ਆਪਦਾ ਡਰਾਈਵਿੰਗ ਲਾਇਸੈਂਸ ਬਟੂਏ ਚੋਂ ਕੱਢਿਆ, ਉਸਨੂੰ ਫੜਾ ਦਿੱਤਾ। ਤਸੱਲੀ ਕਰਕੇ ਰਿਚਰਡ ਨੇ ਦਰਵਾਜ਼ਾ ਖੋਲ੍ਹਿਆ। ਉਹ ਉਸਦੇ ਪਿੱਛੇ ਚੱਲ ਪਏ। ਰਿਸੈਪਸ਼ਨ ਬਿਨਾਂ ਸਾਰੇ ਦੇ ਸਾਰੇ ਦਫ਼ਤਰ ਤੇ ਕਮਰੇ ਪਿਛਲੇ ਪਾਸੇ ਸਨ, ਜਿਹੜੇ ਬਾਹਰੋਂ ਦਿਸਦੇ ਨਹੀਂ। ਰੰਧਾਵਾ ਅੰਦਰ ਗਿਆ ਤੇ ਉਸ ਦਾ ਪਹਿਲਾ ਤਜਰਬਾ ਨਹੀਂ ਸੀ। ਪਹਿਲਾਂ ਵੀ ਉਹ ਪੁਲਿਸ ਸਟੇਸ਼ਨ ਦਾ ਚੱਕਰ ਲਗਾ ਚੁੱਕਿਆ ਸੀ। ਪੁਲਿਸ ਸਟੇਸ਼ਨ ਦੇ ਨਾਲ ਹੀ ਮੈਜਿਸਟ੍ਰੇਟ ਕੋਰਟ ਸੀ ਤੇ ਅੰਦਰੋਂ ਅੰਦਰੀ ਹੀ ਪੁਲਿਸ ਦੇ ਸੈੱਲ ਵਿੱਚੋਂ ਦੀ ਅਪਰਾਧੀਆਂ ਨੂੰ ਕੋਰਟ ਵਿੱਚੋਂ ਲਿਜਾਇਆ ਜਾਂਦਾ ਸੀ। ਰਿਚਰਡ ਨੇ ਇੱਕ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਪਹਿਲਾਂ ਰੰਧਾਵੇ ਨੂੰ ਅੰਦਰ ਜਾਣ ਦਿੱਤਾ, ਫਿਰ ਉਸਦੇ ਵਕੀਲ ਨੂੰ। ਬਾਅਦ ਵਿੱਚ ਆਪ ਅੰਦਰ ਚਲਾ ਗਿਆ। ਬੂਹਾ ਆਪੇ ਬੰਦ ਹੋ ਗਿਆ। ਇੱਕ ਮੇਜ਼ ਦੇ ਦੋਵੇਂ ਪਾਸੇ ਆਮੋ ਸਾਹਮਣੇ 2 ਕੁਰਸੀਆਂ ਪਈਆਂ ਸਨ। ਰਿਚਰਡ ਨੇ ਇਸ਼ਾਰਾ ਕੀਤਾ ਤੇ ਰੰਧਾਵਾ ਤੇ ਉਸਦਾ ਵਕੀਲ ਕੁਰਸੀਆਂ ਤੇ ਬਹਿ ਗਏ। ਰਿਚਰਡ ਉਹਨਾਂ ਦੇ ਸਾਹਮਣੇ ਬਹਿ ਗਿਆ। 5 ਮਿੰਟ ਬਾਅਦ ਦਰਵਾਜ਼ਾ ਖੁੱਲਿਆ ਤੇ ਸਕਾਟ ਅੰਦਰ ਆਇਆ। ਉਸਨੇ ਆਪਦੀ ਕੁਰਸੀ ਮੰਨ ਲਈ। ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਰਿਚਰਡ ਨੇ ਕਾਨੂੰਨੀ ਸਟੇਟਮੈਂਟ ਦਿੱਤੀ ਤੇ ਇੰਟਰਵਿਊ ਸ਼ੁਰੂ ਕੀਤੀ। ਮਿਸਟਰ ਰੰਧਾਵਾ, ਤੁਸੀਂ ਕੁਝ ਕਾਉਂਸਲਰਾਂ ਨੂੰ ਪੈਸੇ ਦਾ ਲਾਲਚ ਦੇ ਕੇ ਪਾਰਟੀ ਛੱਡਣ ਲਈ ਉਕਸਾਇਆ। ਤੁਹਾਡੇ ਤੇ ਵੱਡੀ ਦੇਣ ਦੀ ਕੋਸ਼ਿਸ਼ ਕਰਨ ਤੇ ਵੱਡੀ ਲੈਣ ਲਈ ਉਕਸਾਉਣ ਦਾ ਦੋਸ਼ ਹੈ। ਕੀ ਤੁਸੀਂ ਇਸ ਦੋਸ਼ ਨੂੰ ਸਵੀਕਾਰਦੇ ਹੋ? ਰਿਚਰਡ ਨੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਦੋਸ਼ ਪੜ੍ਹ ਕੇ ਸੁਣਾਏ। ਨਹੀਂ ਕਹਿੰਦਿਆਂ ਰੰਧਾਵੇ ਦਾ ਮੂੰਹ ਕੱਸਿਆ ਗਿਆ। ਉਸਦੇ ਦਿਮਾਗ ਵਿੱਚ ਉਹ ਕਾਉਂਸਲਰ ਆਏ ਜਿਨ੍ਹਾਂ ਨੂੰ ਉਸਨੇ ਵੱਡੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਰਿਚਰਡ ਨੇ ਉਸਨੂੰ ਪੁੱਛਿਆ ਕਿ ਇਹਨਾਂ ਕਾਉਂਸਲਰਾਂ ਨੂੰ ਉਹ ਕਦੋਂ ਮਿਲਿਆ ਸੀ, ਕਿੱਥੇ ਮਿਲਿਆ ਸੀ ਤੇ ਕੀ ਗੱਲਾਂ ਹੋਈਆਂ, ਹੋਰ ਉੱਥੇ ਕੌਣ ਸੀ? ਰਿਚਰਡ ਸਵਾਲ ਕਰ ਰਿਹਾ ਸੀ ਤੇ ਸਕਾਟ ਚੁੱਪਚਾਪ ਸੁਣ ਰਿਹਾ ਸੀ। ਇੰਟਰਵਿਊ ਰਿਕਾਰਡ ਹੋ ਰਹੀ ਸੀ। ਵਕੀਲ ਨੇ ਵਿੱਚ-ਵਿੱਚ ਰਿਚਰਡ ਨੂੰ ਟੋਕਣ ਦੀ ਕੋਸ਼ਿਸ਼ ਕੀਤੀ, ਪਰ ਰਿਚਰਡ ਨੇ ਉਸ ਵੱਲ ਘੱਟ ਹੀ ਧਿਆਨ ਦਿੱਤਾ। 2 ਘੰਟੇ ਦੀ ਇੰਟਰਵਿਊ ਵਿੱਚ ਰੰਧਾਵੇ ਨੇ ਪੈਸੇ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਆਖਰ ਰਿਚਰਡ ਤੇ ਉਸਦੀ ਰਿਕਾਰਡਿੰਗ ਹੋਈ ਵੀਡੀਓ ਫਿਲਮ ਦਿਖਾਈ ਤਾਂ ਰੰਧਾਵੇ ਦਾ ਰੰਗ ਉੱਡ ਗਿਆ। ਉਸਦੇ ਵਕੀਲ ਨੇ ਦਖਲ ਦਿੱਤਾ। ਸੋਸ਼ਲ ਮੀਡੀਆ ਤੇ ਬਹੁਤ ਸਾਰੀ ਜਾਣਕਾਰੀ ਗਲਤ ਤੇ ਮਨ ਘੜਤ ਹੁੰਦੀ ਹੈ। ਅੱਜ ਕੱਲ ਕਿਸੇ ਦਾ ਸਿਰ ਲਾ ਕੇ ਕਿਸੇ ਦੂਜੇ ਦੇ ਲਾ ਦਿੰਦੇ ਆ, ਕਿਸੇ ਇੱਕ ਤੇ ਦੂਜੇ ਦੇ ਕੱਪੜੇ ਪਾ ਦਿੰਦੇ ਆ। ਇਹ ਸਬੂਤ ਕੁਝ ਵੀ ਸਾਬਤ ਨਹੀਂ ਕਰ ਸਕਦਾ। ਮਿਸਟਰ ਰੰਧਾਵਾ ਸਤਿਕਾਰਯੋਗ ਵਿਅਕਤੀ ਹੈ। ਉਸ ਤੇ ਲਗਾਏ ਦੋਸ਼ਾਂ ਨਾਲ ਉਸਦੀ ਸਮਾਜ ਵਿੱਚ ਬਹੁਤ ਬਦਨਾਮੀ ਹੋਵੇਗੀ ਤੇ ਇਸ ਲਈ ਪੁਲਿਸ ਨੂੰ ਜ਼ਿੰਮੇਵਾਰ ਮੰਨਾਂਗੇ। ਮੈਂ ਬੇਨਤੀ ਕਰਦਾ ਇਸ ਕੇਸ ਨੂੰ ਇੱਥੇ ਬੰਦ ਕਰ ਦਿੱਤਾ ਜਾਵੇ ਤੇ ਮਿਸਟਰ ਰੰਧਾਵੇ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਰੰਧਾਵੇ ਦੇ ਚਿਹਰੇ ਤੇ ਇੱਕ ਵਾਰੀ ਫੇਰ ਰੰਗਤ ਆ ਗਈ। ਉਸਦੀਆਂ ਮੁੱਛਾਂ ਹਿੱਲੀਆਂ ਤੇ ਉਸਨੂੰ ਯਕੀਨ ਹੋ ਗਿਆ ਕਿ ਉਸ ਖਿਲਾਫ ਕੋਈ ਕੇਸ ਸਾਬਤ ਨਹੀਂ ਹੋ ਸਕੇਗਾ। ਰਿਚਰਡ ਨੇ ਸਕਾਟ ਵੱਲ ਵੇਖਿਆ। ਸਕਾਟ ਨੇ ਵਕੀਲ ਤੇ ਰੰਧਾਵੇ ਵੱਲ ਸਖਤ ਨਜ਼ਰਾਂ ਨਾਲ ਵੇਖਿਆ ਤੇ ਬੋਲਿਆ, ਪੁਲਿਸ ਨੂੰ ਸੋਸ਼ਲ ਮੀਡੀਆ ਬਾਰੇ ਪਤਾ ਹੈ। ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਇਸ ਫਿਲਮ ਦੀ ਭਰੋਸੇਯੋਗਤਾ ਨੂੰ ਲੈਬੋਰੇਟਰੀ ਵਿੱਚ ਚੈੱਕ ਕਰਵਾ ਚੁੱਕੇ ਹਾਂ। ਮਿਸਟਰ ਰੰਧਾਵਾ, ਤੁਹਾਨੂੰ ਪਹਿਲੇ ਦੱਸੇ ਅਪਰਾਧਾਂ ਦੇ ਦੋਸ਼ ਵਿੱਚ ਚਾਰਜ ਕੀਤਾ ਜਾਂਦਾ ਹੈ। ਕੱਲ ਸਵੇਰੇ ਤੁਹਾਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਤੁਸੀਂ ਆਪਣੀ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹੋ। ਅੱਜ ਤੁਹਾਨੂੰ ਪੁਲਿਸ ਸੈੱਲ ਵਿੱਚ ਰਹਿਣਾ ਪਵੇਗਾ। ਮੀਟਿੰਗ 4:27 ਤੇ ਸਮਾਪਤ ਕੀਤੀ ਜਾਂਦੀ ਹੈ। ਰੰਧਾਵੇ ਨੂੰ
ਸਾਰੀ ਰਾਤ ਸੈੱਲ ਵਿੱਚ ਰਹਿਣਾ ਪਿਆ। ਉਹ ਬਹੁਤ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ। ਉਸਨੇ ਕਦੇ ਸੋਚਿਆ ਨਹੀਂ ਸੀ ਕਿ ਅਜਿਹੇ ਸਧਾਰਨ ਜਿਹੇ ਬੰਦੇ ਉਸਨੂੰ ਸੀਖਾਂ ਪਿੱਛੇ ਸੁੱਟ ਸਕਣਗੇ। ਸਾਰੀ ਰਾਤ ਉਹ ਉਹਨਾਂ ਤੋਂ ਬਦਲਾ ਲੈਣ ਦੀਆਂ ਵਿਉਂਤਾਂ ਗੁੰਦਦਾ ਰਿਹਾ। ਸਵੇਰ ਨੂੰ 11 ਵਜੇ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਉਸਨੂੰ ਜ਼ਮਾਨਤ ਦੇ ਦਿੱਤੀ। ਹੁਣ ਅਦਾਲਤ ਨੇ ਉਸਦੇ ਕੇਸ ਦੀ ਤਰੀਕ ਤੈਅ ਕਰਨੀ ਸੀ। ਜਦ ਅਦਾਲਤ ਵਿੱਚ ਕੇਸ ਚੱਲਿਆ ਤੇ ਉਸਦਾ ਫੈਸਲਾ ਹੋ ਜਾਣਾ ਸੀ। ਉਦੋਂ ਤੱਕ ਉਹ ਉਹਨਾਂ ਆਦਮੀਆਂ ਨੂੰ ਕੁਝ ਕਹਿਣ ਤੋਂ ਡਰਦਾ ਸੀ। ਅਜਿਹਾ ਕਰਕੇ ਕੇਸ ਉਸਦੇ ਉਲਟ ਹੋ ਸਕਦਾ ਸੀ। ਰੰਧਾਵਾ ਅੰਦਰੋਂ ਅੰਦਰ ਛਟਪਟਾ ਰਿਹਾ ਸੀ। ਰਾਜੂ ਉਦਾਸ ਰਹਿੰਦਾ ਵੀ ਘਰੇ ਖੁਸ਼ ਰਹਿਣ ਦਾ ਦਿਖਾਵਾ ਕਰਦਾ। ਪ੍ਰੀਤੋ ਤੇ ਨਾਜਰ ਨੂੰ ਮਹਿਸੂਸ ਹੋਇਆ ਉਸਦੀ ਗੱਲ ਕੁੜੀ ਨਾਲ ਕੱਚੀ ਪੱਕੀ ਸੀ। ਨਾਜਰ ਨੇ ਸ਼ੇਰੇ ਨਾਲ ਗੱਲ ਕੀਤੀ। ਉਹ ਵੀ ਬਹੁਤਾ ਖੁਸ਼ ਨਹੀਂ ਸੀ, ਪਰ ਰਾਜੂ ਨੂੰ ਕੁਝ ਕਹਿ ਵੀ ਨਹੀਂ ਸੀ ਸਕਦਾ। ਉਹ ਤੁਸੀਂ ਰੋਕੋ ਉਹਨੂੰ, ਇਹ ਉਮਰ ਇਹੋ ਜਿਹੀ ਹੁੰਦੀ ਆ, ਥੋੜੀ ਗੱਲ ਮੰਨ ਲਓ। ਸ਼ੇਰੇ ਨੂੰ ਪਤਾ ਸੀ ਕਿ ਰਾਜੂ ਪ੍ਰੀਤੋ ਦੀ ਗੱਲ ਨਹੀਂ ਸੀ ਟਾਲਦਾ। ਕੁਝ ਦਿਨਾਂ ਵਿੱਚ ਹੀ ਇੰਡੀਆ ਤੋਂ ਕੁੜੀਆਂ ਦੀਆਂ ਫੋਟੋਆਂ ਆ ਗਈਆਂ ਸਨ। ਰਾਜੂ ਅੱਗੇ ਉਹਨਾਂ ਨੇ ਮੇਜ਼ ਤੇ ਸਾਰੀਆਂ ਫੋਟੋਆਂ ਰੱਖ ਦਿੱਤੀਆਂ ਤੇ ਉਸਨੂੰ ਚੋਣ ਕਰਨ ਲਈ ਕਿਹਾ। ਐਂ ਕੀ ਪਤਾ ਲੱਗਦਾ, ਮਿਲ ਕੇ ਕੋਈ ਫੈਸਲਾ ਹੋ ਸਕਦਾ। ਰਾਜੂ ਨੇ ਨਰਮੀ ਨਾਲ ਕਿਹਾ, ਤੂੰ ਇੱਕ ਦੀ ਥਾਂ 2 ਕੁੜੀਆਂ ਪਸੰਦ ਕਰ, ਭਾਵੇਂ 3। ਜਦੋਂ ਤੂੰ ਕਹੇਗਾ ਇੰਡੀਆ ਚੱਲਾਂਗੇ, ਜਿੱਥੇ ਤੂੰ ਕਹੇਗਾ ਵਿਆਹ ਕਰ ਦਾਂਗੇ। ਪ੍ਰੀਤੋ ਨੇ ਖੁਸ਼ ਹੁੰਦਿਆਂ ਕਿਹਾ। ਰਾਜੂ ਚੁੱਪ ਬੈਠਾ ਰਿਹਾ। ਕੁਝ ਦੇਰ ਬਾਅਦ ਉਹ ਆਪਣੇ ਕਮਰੇ 'ਚ ਚਲਾ ਗਿਆ ਤੇ ਸ਼ੋਭਾ ਬਾਰੇ ਸੋਚਣ ਲੱਗਾ। ਅਗਲੇ ਦਿਨ ਉਸਨੇ ਸ਼ੋਭਾ ਨੂੰ ਲੰਚ ਟਾਈਮ ਤੇ ਫੋਨ ਕੀਤਾ। ਉਹ ਅੱਜ ਦੋਵੇਂ ਅੰਗਰੇਜ਼ੀ ਵਿੱਚ ਗੱਲ ਕਰ ਰਹੇ ਸਨ। ਸ਼ੋਭਾ, ਮੈਂ ਆਪਣੀ ਸਮੱਸਿਆ ਦਾ ਇੱਕੋ ਇੱਕ ਹੱਲ ਸੋਚਿਆ। ਉਹ ਕੀ? ਆਪਾਂ ਦੋਵੇਂ ਮਿਡਲੈਂਡ ਜਾਂ ਕਿਤੇ ਵੀ ਦੂਰ ਕੰਮ ਲੱਭੀਏ ਤੇ ਉੱਥੇ ਚਲੇ ਜਾਈਏ। ਵੀਕਐਂਡ ਤੇ ਆਪਾਂ 2 ਰਾਤਾਂ ਘਰ ਰਹਿ ਕੇ ਸੰਡੇ ਫੇਰ ਵਾਪਸ। ਘਰਦਿਆਂ ਨੂੰ ਮੈਂ ਕੁਝ ਦੱਸਣਾ ਨਹੀਂ ਚਾਹੁੰਦਾ, ਪੈਪ ਤੇ ਰਾਣੀ ਨੂੰ ਵੀ ਨਹੀਂ। ਦੂਜੇ ਪਾਸੇ ਸ਼ੋਭਾ ਕੁਝ ਦੇਰ ਕੁਝ ਨਾ ਬੋਲੀ। ਸ਼ੋਭਾ, ਮੈਂ ਸੋਚ ਰਹੀ ਸੀ ਤੂੰ ਸਪਸ਼ਟ ਕਿਉਂ ਨਹੀਂ ਆਖਦਾ ਕਿ ਮੈਂ ਬੱਚੇ ਦਾ ਪਿਓ ਬਣਨ ਵਾਲਾ ਹਾਂ ਤੇ ਹੋਰ ਕਿਸੇ ਨਾਲ ਵਿਆਹ ਨਹੀਂ ਕਰਾ ਸਕਦਾ। ਕਹਿ ਸਕਦਾ ਬਹੁਤ ਸੌਖਾ ਹੈ, ਪਰ ਉਹਨਾਂ ਦਾ ਮੇਰੇ ਤੇ ਬਹੁਤ ਆਸਾਨ ਹੈ। ਮੈਂ ਉਹਨਾਂ ਨੂੰ ਦੁਖੀ ਨਹੀਂ ਦੇਖ ਸਕਦਾ। ਸਮਾਂ ਪੈ ਕੇ ਉਹਨਾਂ ਨੂੰ ਆਪੇ ਪਤਾ ਲੱਗ ਜੂ। ਉਦੋਂ ਤੱਕ ਉਹਨਾਂ ਦਾ ਵਿਰੋਧ ਠੰਡਾ ਪੈ ਜੂ। ਸ਼ੋਭਾ ਨੂੰ ਉਸਦਾ ਮਾਪਿਆਂ ਲਈ ਸਤਿਕਾਰ ਚੰਗਾ ਲੱਗਦਾ, ਪਰ ਉਸਨੂੰ ਇਹ ਅਣਹੋਣੀ ਜਿਹੀ ਗੱਲ ਲੱਗਦੀ। ਉਸਦੇ ਆਪਣੇ ਮਾਪੇ ਭਾਵੇਂ ਕਾਫੀ ਖੁੱਲੇ ਖਿਆਲਾਂ ਦੇ ਸਨ, ਪਰ ਇੰਨੀ ਵੱਡੀ ਗੱਲ ਸ਼ਾਇਦ ਨਾ ਹੀ ਮੰਨਣ। ਸ਼ਾਦੀ ਦਾ ਕਿਵੇਂ ਕਰਾਂਗੇ? ਡਾਰਲਿੰਗ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਬਸ ਮੇਰੇ ਘਰਦਿਆਂ ਨੂੰ ਪਤਾ ਨਾ ਲੱਗੇ। ਜਿਹੋ ਜਿਹੀ ਵੀ ਜਿੱਥੇ ਵੀ ਚਾਹੇ ਮੈਂ ਖੁਸ਼ ਹਾਂ। ਮੇਰੇ ਵੱਲੋਂ ਤਾਂ ਭਾਵੇਂ ਰਜਿਸਟਰਡ ਮੈਰਿਜ ਹੀ ਕਰਾ ਲਾ ਯਾਰ, ਤਾਂ ਵੀ ਖੁਸ਼ ਆ। ਆਪਾਂ ਸ਼ਨੀਚਰਵਾਰ ਨੂੰ ਲੰਚ ਸਮੇਂ ਮਿਲਦੇ ਹਾਂ, ਕਹਿ ਕੇ ਸ਼ੋਭਾ ਨੇ ਲਾਈਨ ਕੱਟ ਦਿੱਤੀ। ਰਾਜੂ ਤੇ ਸ਼ੋਭਾ ਦੋਵੇਂ ਆਪਣੀ ਆਪਣੀ ਥਾਂ ਇਸ ਅਜੀਬ ਜਿਹੇ ਪ੍ਰਬੰਧ ਬਾਰੇ ਸੋਚਦੇ ਰਹੇ। ਸ਼ੋਭਾ ਨੂੰ ਪਤਾ ਸੀ ਉਸਦੇ ਮਾਪੇ ਬਹੁਤਾ ਖੁਸ਼ ਨਹੀਂ ਹੋਣ ਲੱਗੇ। ਵੈਸੇ ਵੀ ਵਿਆਹ ਨੂੰ ਲੁਕਾਉਣਾ ਬਹੁਤ ਮੁਸ਼ਕਲ ਸੀ, ਪਰ ਉਹ ਕੁਝ ਨਾ ਕੁਝ ਸਮਝੌਤਾ ਕਰਨ ਨੂੰ ਵੀ ਤਿਆਰ ਸੀ। ਸ਼ਨੀਚਰਵਾਰ ਨੂੰ ਨਾਰਥ ਹੈਰੋ ਹਾਈ ਸਟਰੀਟ ਤੇ ਇੱਕ ਇੰਡੀਅਨ ਰੈਸਟੋਰੈਂਟ ਵਿੱਚ ਮਿਲੇ। ਦੋਵਾਂ ਦੇ ਚਿਹਰਿਆਂ ਤੇ ਤਣਾਅ ਸੀ। ਗੱਲ ਸ਼ੋਭਾ ਨੇ ਸ਼ੁਰੂ ਕੀਤੀ। ਮੇਰੇ ਮਾਪਿਓ ਨੇ ਇਸ ਅਰੇਂਜਮੈਂਟ ਨਾਲ ਬਹੁਤੇ ਖੁਸ਼ ਨਹੀਂ ਹੋਣਾ। ਸ਼ੋਭਾ, ਮੈਂ ਤੈਨੂੰ ਯਕੀਨ ਦਿਵਾਉਣਾ ਕਿ ਮੈਂ ਤੇਰੇ ਨਾਲ ਹਾਂ। ਮੈਂ ਤਾਂ ਤੈਨੂੰ ਉਹਨਾਂ ਦੇ ਨਾਲ ਹੀ ਰੱਖਣਾ ਚਾਹੁੰਦਾ ਸੀ। ਉਹਨਾਂ ਨੂੰ ਮੈਂ ਕਿਹਾ ਵੀ ਸੀ, ਪਰ ਉਹਨਾਂ ਦੇ ਦਿਮਾਗ ਵਿੱਚ ਇੰਡੀਆ ਤੋਂ ਪੰਜਾਬੀ ਕੁੜੀ ਲਿਆਉਣ ਦਾ ਭੂਤ ਸਵਾਰ ਹੈ। ਕੁਝ ਫੋਟੋਆਂ ਵੀ ਆਈਆਂ, ਵੈਸੇ ਉਹਨਾਂ ਵਿੱਚ ਫੋਟੋਆਂ ਸੋਹਣੀਆਂ। ਰਾਜੂ ਦੇ ਬੁੱਲਾਂ ਤੇ ਸ਼ਰਾਰਤ ਨੱਚਣ ਲੱਗੀ। ਤਾਂ ਫਿਰ ਉਹਨਾਂ ਚੋਂ ਜਿਹੜੀ ਪਸੰਦ ਆ ਉਹਦੇ ਨਾਲ ਕਰਾ ਲਾ। ਤੇਰਾ ਮਤਲਬ 2 ਜਾਣੀ, ਇੱਕ ਉਹਦੇ ਨਾਲ ਤੇ ਇੱਕ ਤੇਰੇ ਨਾਲ। ਵਿਚਾਰ ਮਾੜਾ ਨਹੀਂ, ਤੈਨੂੰ ਲਤੀਫੇ ਸੁੱਝਦੇ ਆ, ਮੇਰੀ ਜਾਨ ਨੂੰ ਬਣੀ ਆ। ਮੈਂ ਤਾਂ ਬਹੁਤ ਕਸੂਤੀ ਫਸ ਗਈ। ਸ਼ੋਭਾ ਪਲੀਜ਼ ਮੇਰੇ ਤੇ ਇਤਬਾਰ ਕਰ। ਆਪਾਂ ਤੇਰੇ ਘਰੇ ਵਿਆਹ ਕਰ ਲਾਂਗੇ। ਜੇ ਕਿਸੇ ਮੰਦਿਰ 'ਚ ਕਰਾਉਣਾ ਤਾਂ ਵੀ ਠੀਕ ਆ। ਇਹ ਤਾਂ ਇੱਕ ਰਸਮ ਹੀ ਆ। ਆਪਣੇ ਦੋਵਾਂ 'ਚ ਇੱਕ ਨੂੰ ਵੀ ਕੰਮ ਮਿਲ ਜਾਵੇ, ਆਪਣੀ ਰੋਟੀ ਚੱਲੀ ਜਾਣੀ। ਮੈਨੂੰ ਪਤਾ ਇਹ ਔਖਾ ਤਾਂ ਹੈ, ਮੈਂ ਵੀ ਇਹ ਨਹੀਂ ਚਾਹੁੰਦਾ। ਮੇਰੀ ਮਜਬੂਰੀ ਸਮਝ। ਰਾਜੂ ਤੇ ਉਸਨੂੰ ਤਰਸ ਆਇਆ। ਉਸਨੂੰ ਉਹ ਚੰਗਾ ਵੀ ਲੱਗਿਆ ਜਿਹੜਾ ਆਪਣੇ ਪਾਲਕ ਮਾਪਿਆਂ ਦਾ ਖਿਆਲ ਰੱਖਣ ਦਾ ਯਤਨ ਕਰ ਰਿਹਾ ਸੀ, ਭਾਵੇਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ। ਜੇ ਉਹ ਇੰਨੀ ਕੁਰਬਾਨੀ ਕਰ ਰਿਹਾ ਸੀ ਤਾਂ ਉਸਦੀ ਸਾਥਣ ਹੋਣ ਦੇ ਨਾਤੇ ਉਸਦਾ ਵੀ ਸਾਥ ਦੇਣ ਦਾ ਫਰਜ਼ ਬਣਦਾ ਸੀ। ਠੀਕ ਆ ਰਾਜ, ਮੈਂ ਤੇਰੇ ਨਾਲ, ਪਰ ਆਪਾਂ ਕਿੱਥੇ ਮੂਵ ਹੋਈਏ? ਜਿੱਥੇ ਤੂੰ ਕਹੇ, ਬਰਮਿੰਗਮ ਜਾਂ ਲੈਸਟਰ। ਰਾਜੂ ਕੁਝ ਦੇਰ ਸੋਚਣ ਲੱਗਾ। ਉੱਥੇ ਇੰਡੀਅਨ ਲੋਕ ਬਹੁਤ ਸਨ, ਕੰਮ ਤਾਂ ਮਿਲਣ ਦੇ ਮੌਕੇ ਵਧੀਕ ਸਨ, ਪਰ ਕਿਸੇ ਨਾ ਕਿਸੇ ਜਾਣ ਪਛਾਣ ਵਾਲੇ ਨਾਲ ਅਚਾਨਕ ਮੇਲ ਹੋਣ ਦਾ ਖਤਰਾ ਬਹੁਤ ਸੀ। ਵੈਸੇ ਤਾਂ ਤੇਰੀ ਮਰਜ਼ੀ ਆ, ਪਰ ਉੱਥੇ ਕਿਸੇ ਨਾ ਕਿਸੇ ਨੇ ਆਪਾਂ ਨੂੰ ਪਛਾਣ ਲੈਣਾ। ਮੈਂ ਕੈਂਬਰਿਜ ਜਾਣ ਬਾਰੇ ਸੋਚਿਆ ਸੀ। ਤੂੰ ਤਾਂ ਪੂਰੀ ਸਕੀਮ ਤਿਆਰ ਕੀਤੀ ਹੋਈ ਆ। ਵੈਸੇ ਕੈਂਬਰਿਜ ਠੀਕ ਆ, ਕੰਮ ਬਾਰੇ ਪਤਾ ਕਰਨਾ ਪਊ। ਮੈਂ ਪਤਾ ਕੀਤਾ, ਫੈਮਿਲੀ ਲਾ ਜਾਣੀ ਤੇਰੇ ਲਈ ਇੱਕ ਜੌਬ ਹੈਗੀ, ਚੰਗੀ ਫਰਮ ਆ। ਮੇਰੇ ਕੋਲ ਉਹਨਾਂ ਦੀ ਸਾਰੀ ਜਾਣਕਾਰੀ ਹੈਗੀ। ਤੂੰ ਕੱਲ ਹੀ ਉਹਨਾਂ ਨੂੰ ਐਪਲੀਕੇਸ਼ਨ ਭੇਜ ਦੇ। ਵਾਹ, ਜਾਣੀ ਤੂੰ ਚਾਹੁੰਦਾ ਮੈਂ ਕੰਮ ਕਰਾਂ ਤੇ ਤੂੰ ਘਰ ਬੈਠ ਕੇ ਖਾਵੇਂ। ਸ਼ੋਭਾ ਵੀ ਹੁਣ ਖੁਸ਼ ਲੱਗਦੀ ਸੀ। ਜੇ ਤੈਨੂੰ ਜੌਬ ਮਿਲ ਗਈ ਤਾਂ ਮੇਰਾ ਵੀ ਕੋਈ ਨਾ ਕੋਈ ਪ੍ਰਬੰਧ ਹੋ ਜੂ। ਉਹਨਾਂ ਨੇ ਸਵਾਦ ਨਾਲ ਖਾਣਾ ਖਾਧਾ, ਦੋਵੇਂ ਖੁਸ਼ ਸਨ।
ਉਹ 2 ਹਫ਼ਤੇ ਬਾਅਦ ਕੈਂਬਰਿਜ ਚਲੇ ਗਏ। ਸ਼ੋਭਾ ਨੂੰ ਜੌਬ ਮਿਲ ਗਈ ਸੀ। ਉਹਨਾਂ ਨੇ 1 ਹਫ਼ਤੇ ਲਈ ਇੱਕ ਹੋਟਲ ਵਿੱਚ ਕਮਰਾ ਲੈ ਲਿਆ ਸੀ। ਵਿਆਹ ਉਹਨਾਂ ਨੇ ਛੋਟਾ ਜਿਹਾ ਕੀਤਾ ਸੀ। ਸਿਵਲ ਮੈਰਿਜ ਕਰਕੇ ਸ਼ੋਭਾ ਦੇ ਘਰ ਹੀ ਪਾਰਟੀ ਕਰ ਲਈ। ਸਿਰਫ ਬਹੁਤ ਨਜ਼ਦੀਕੀ ਦੋਸਤ ਰਿਸ਼ਤੇਦਾਰ ਹੀ ਸ਼ੋਭਾ ਦੇ ਪਰਿਵਾਰ ਨੇ ਸੱਦੇ ਸਨ। ਕੁਝ ਕੁ ਲੋਕਾਂ ਨੇ ਇੱਕ ਦੂਜੇ ਨਾਲ ਮੁੰਡੇ ਦੇ ਮਾਪਿਆਂ ਬਾਰੇ ਖੁਸਰ-ਫੁਸਰ ਕੀਤੀ, ਪਰ ਖੁੱਲ੍ਹ ਕੇ ਕਿਸੇ ਨੇ ਕੁਝ ਖਾਸ ਨਾ ਪੁੱਛਿਆ। ਸ਼ੋਭਾ ਨੂੰ ਕੰਮ ਤੇ ਛੱਡ ਕੇ ਉਹ ਕੰਮ ਲੱਭਣ ਦੀ ਕੋਸ਼ਿਸ਼ ਕਰਦਾ, ਪਰ ਕੋਈ ਖਾਸ ਮਿਹਨਤ ਪੱਲੇ ਨਾ ਪਈ। 1-2 ਥਾਵੀਂ ਜੌਬ ਮਿਲ ਰਹੀ ਸੀ, ਪਰ ਤਨਖਾਹ ਬਹੁਤ ਘੱਟ ਸੀ। ਵੀਰਵਾਰ ਦਾ ਦਿਨ ਸੀ ਤੇ ਰਾਜੂ ਇੱਕ ਛੋਟੀ ਜਿਹੀ ਸ਼ਾਪਿੰਗ ਪਰੇਡ 'ਚ ਕੁਝ ਖਾਣ ਲਈ ਰੁਕਿਆ ਤਾਂ ਇੱਕ ਦੁਕਾਨ ਬੰਦ ਪਈ ਸੀ ਤੇ ਕਿਰਾਏ ਤੇ ਲੱਗੀ ਸੀ। ਉਹ ਕੌਫੀ ਦੇ ਘੁੱਟ ਭਰਦਾ ਦੁਕਾਨ ਤੇ ਲੱਗੇ ਫੱਟੇ ਵੱਲ ਦੇਖਣ ਲੱਗਿਆ। ਕੌਫੀ ਪੀ ਕੇ ਉਸਨੇ ਮੋਬਾਈਲ ਫੋਨ ਜੇਬ 'ਚੋਂ ਕੱਢਿਆ ਤੇ ਏਜੰਟ ਨਾਲ ਗੱਲ ਕੀਤੀ। ਉਹ ਸਿੱਧਾ ਹੋਟਲ ਵਿੱਚ ਪਹੁੰਚ ਗਿਆ ਤੇ ਇੱਕ ਯੋਜਨਾ ਉਸਦੇ ਦਿਮਾਗ ਵਿੱਚ ਸ਼ਕਲ ਅਖਤਿਆਰ ਕਰਨ ਲੱਗੀ। ਸ਼ੋਭਾ ਦਾ ਦਫ਼ਤਰ ਹੋਟਲ ਤੋਂ 15 ਕੁ ਮਿੰਟ ਪੈਦਲ ਵਾਟ ਸੀ। ਉਹ ਸ਼ੋਭਾ ਦੇ ਕੰਮ ਛੱਡਣ ਤੋਂ ਪਹਿਲਾਂ ਉਸਦੇ ਕੰਮ ਤੇ ਪਹੁੰਚ ਗਿਆ। ਉਹ ਦੋਵੇਂ ਤੁਰ ਕੇ ਆਉਂਦੇ, ਉਹਨਾਂ ਦੀ ਸੈਰ ਵੀ ਹੋ ਜਾਂਦੀ। ਸ਼ੋਭਾ, ਕੱਲ੍ਹ ਨੂੰ 5:15 ਆਪਾਂ ਦੁਕਾਨ ਦੇਖਣ ਜਾਣਾ। ਰਾਜੂ ਨੇ ਸ਼ੋਭਾ ਦਾ ਹੱਥ ਆਪਣੇ ਹੱਥ ਵਿੱਚ ਲੈਂਦਿਆਂ ਦੱਸਿਆ। ਦੁਕਾਨ ਖਾਲੀ ਹੈ। ਏਜੰਟ ਨੇ ਦੱਸਿਆ, ਦੁਕਾਨ ਦੇ ਪਿੱਛੇ ਕਿਚਨ ਤੇ ਸਿਟਿੰਗ ਰੂਮ ਹੈ, ਉੱਪਰ 2 ਬੈੱਡਰੂਮ ਤੇ ਬਾਥਰੂਮ। ਪਰ ਤੂੰ ਕਰਨਾ ਕੀ ਚਾਹੁੰਦਾ? ਮੈਂ ਦੁਕਾਨ ਵਿੱਚ ਦਫ਼ਤਰ ਖੋਲ੍ਹਣ ਬਾਰੇ ਸੋਚ ਰਿਹਾ ਸੀ। ਰਹਿਣ ਵਾਸਤੇ ਆਪਣੇ ਕੋਲੇ ਥਾਂ ਵੀ ਹੈਗੀ। ਪਹਿਲੇ ਸਾਲ ਵਿੱਚ ਤਾਂ ਸੰਘਰਸ਼ ਕਰਨਾ ਹੀ ਪੈਣਾ, ਪਰ ਹੌਲੀ-ਹੌਲੀ ਕਲਾਇੰਟ ਮਿਲ ਜਾਣਗੇ। ਫਿਰ ਤੂੰ ਵੀ ਨਾਲ ਹੀ ਆ ਜੀ। ਤੇਰਾ ਕੀ ਖਿਆਲ ਆ? ਸ਼ੋਭਾ ਕੁਝ ਨਾ ਬੋਲੀ। ਉਹ ਹੋਟਲ ਵਿੱਚ ਪਹੁੰਚ ਗਏ ਸਨ। ਰਾਜੂ ਨੇ ਚਾਹ ਬਣਾਈ ਤੇ ਦੋਵੇਂ ਗੱਲਾਂ ਕਰਦਿਆਂ ਚਾਹ ਪੀਣ ਲੱਗੇ। ਸ਼ੋਭਾ ਨੇ ਅਜੇ ਤੱਕ ਦਫ਼ਤਰ ਖੋਲ੍ਹਣ ਬਾਰੇ ਕੋਈ ਰਾਏ ਨਹੀਂ ਸੀ ਦਿੱਤੀ। ਰਾਜੂ ਨੇ ਵੀ ਉਸਨੂੰ ਕੁਝ ਨਾ ਪੁੱਛਿਆ। ਸ਼ਾਮ ਨੂੰ ਉਹ ਖਾਣਾ ਖਾਣ ਚਲੇ ਗਏ। ਅਚਾਨਕ ਸ਼ੋਭਾ ਬੋਲੀ, ਮੇਰਾ ਖਿਆਲ ਹੈ ਤੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਰਮ ਦਾ ਨਾਮ ਮੈਂ ਸੋਚਿਆ ਕ੍ਰਿਸਟਨੀ ਐਂਡ ਡੀਨ ਰੱਖ ਲਈਏ। ਰਾਜੂ ਨੇ ਆਪਣਾ ਹੱਥ ਅੱਗੇ ਕੀਤਾ ਤੇ ਸ਼ੋਭਾ ਨੇ ਆਪਣਾ ਹੱਥ ਮੁਸਕਰਾਉਂਦਿਆਂ ਉਸਦੇ ਹੱਥ ਦੇ ਉੱਪਰ ਰੱਖ ਦਿੱਤਾ। ਅਗਲੇ ਦਿਨ ਉਹਨਾਂ ਨੇ ਦੁਕਾਨ ਦੇਖੀ। ਕੁਝ ਕੰਮ ਕਰਨਾ ਪੈਣਾ ਸੀ, ਪਰ ਉਹਨਾਂ ਨੇ ਹਾਂ ਕਰ ਦਿੱਤੀ ਤੇ 2 ਹਫ਼ਤਿਆਂ 'ਚ ਕੰਟਰੈਕਟ ਤਿਆਰ ਕਰਾ ਕੇ ਦੁਕਾਨ ਵਿੱਚ ਚਲੇ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਕ੍ਰਿਸਟੀਅਨ ਡੀਨ ਸੋਲੀਸਿਟਰ ਦਾ ਬੋਰਡ ਲਾਇਆ। ਦਫ਼ਤਰ ਨੂੰ ਸਜਾ ਸਵਾਰ ਕੇ ਫਰਨੀਚਰ ਰੱਖ ਕੇ ਰਾਜੂ ਨੇ ਦਫ਼ਤਰ ਖੋਲ੍ਹ ਲਿਆ। ਉਹਨਾਂ ਦੇ ਬੱਚਾ ਜੰਮਿਆ ਤੇ ਉਸਦਾ ਨਾਮ ਉਹਨਾਂ ਨੇ ਜੋਬਨ ਸਿੰਘ ਰੱਖਿਆ। ਰਾਜੂ ਇਹ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ, ਪਰ ਕਰ ਨਹੀਂ ਸੀ ਸਕਦਾ। ਜਦੋਂ ਕੈਂਬਰਿਜ ਜਾਣ ਲੱਗਿਆ ਤੇ ਉਸਦਾ ਬਹਾਨਾ ਸੀ ਕਿ ਉਸਦੀ ਫਰਮ ਨੇ ਉਸਨੂੰ ਸਾਲ ਵਾਸਤੇ ਨਵੇਂ ਦਫ਼ਤਰ ਵਿੱਚ ਭੇਜਿਆ ਸੀ। ਉਸਦੀ ਗੱਲ ਤੇ ਸਭ ਨੇ ਯਕੀਨ ਕਰ ਲਿਆ ਸੀ। ਇੱਕ ਵਾਰ ਜਦੋਂ ਵੀਕਐਂਡ ਤੇ ਆਇਆ ਤੇ ਰਾਣੀ ਪੈਵ ਤੇ ਮਿਸ਼ੈਲ ਨਾਲ ਖਾਣਾ ਖਾਣ ਬਾਹਰ ਗਿਆ ਤੇ ਰਾਣੀ ਨੇ ਸ਼ੋਭਾ ਦੀ ਗੱਲ ਚਲਾ ਲਈ। ਰਾਜੂ, ਜੇ ਤੂੰ ਸ਼ੋਭਾ ਨਾਲ ਵਿਆਹ ਕਰਾਉਣਾ ਤੇ ਸਾਫ਼ ਗੱਲ ਕਰ, ਅਸੀਂ ਤੇਰਾ ਸਾਥ ਦੇਣ ਨੂੰ ਤਿਆਰ ਹਾਂ। ਮੈਂ ਮੰਮੀ ਡੈਡੀ ਨੂੰ ਮਨਾ ਲੂੰ। ਦੇਖੋ, ਅੱਜ ਤੋਂ ਬਾਅਦ ਮੈਂ ਚਾਹੁੰਦਾ ਇਸ ਬਾਰੇ ਕਦੇ ਕੋਈ ਗੱਲ ਨਾ ਕੀਤੀ ਜਾਵੇ। ਜੇ ਤੁਸੀਂ ਮੇਰੇ ਤੇ ਇੰਨੀ ਮਿਹਰਬਾਨੀ ਕਰਦੇ ਹੋ ਤਾਂ ਮੈਂ ਤੁਹਾਡਾ ਬਹੁਤ ਦੇਣਦਾਰ ਹੋਵਾਂਗਾ। ਉਸਦੇ ਕਹਿਣ ਵਿੱਚ ਪਛਤਾਤਾਪ, ਦਰਦ, ਮਜਬੂਰੀ ਤੇ ਸਖਤੀ ਦੀ ਮਿਲਾਵਟ ਸੀ। ਉਸ ਵੱਲ ਹੈਰਾਨੀ ਨਾਲ ਵੇਖਦੇ ਰਹੇ। ਉਹਨਾਂ ਨੇ ਉਸਨੂੰ ਸ਼ੋਭਾ ਬਾਰੇ ਮੁੜ ਕੇ ਕਦੇ ਨਾ ਪੁੱਛਿਆ। ਰਾਣੀ ਨੂੰ ਜਦ ਵੀ ਉਹ ਮਿਲਦਾ ਤਾਂ ਸ਼ੋਭਾ ਦਾ ਦਰਦ ਉਸਦੇ ਮਨ ਵਿੱਚ ਮੱਲੋ ਮੱਲੀ ਮਹਿਸੂਸ ਹੋਣ ਲੱਗਦਾ। ਪ੍ਰੀਤੋ ਤੇ ਨਾਜਰ ਨੇ ਕਿੰਨੀ ਵਾਰ ਉਸਨੂੰ ਵਿਆਹ ਬਾਰੇ ਸਵਾਲ ਪਾਇਆ, ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਇੱਕ ਚੁੱਪ ਜਿਹੜੀ ਉਹਨਾਂ ਨੂੰ ਡਰਾਉਣੀ ਲੱਗਦੀ ਉਸਦੇ ਆਸੇ-ਪਾਸੇ ਖਿਲਰੀ ਹੁੰਦੀ। ਵੀਕਐਂਡ ਤੇ ਆਉਣ ਦਾ ਉਸਦਾ ਉਹ ਰੂਟੀਨ ਬਣਿਆ ਰਿਹਾ। ਤਕਰੀਬਨ 5 ਸਾਲ ਬੀਤ ਗਏ। ਇੱਕ ਵੀਕਐਂਡ ਤੇ ਜਦ ਉਹ ਆਇਆ ਤੇ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਹੋ ਗਿਆ। ਰਾਜੂ ਹੁਣ 32 ਸਾਲਾਂ ਦਾ ਹੋ ਗਿਆ ਸੀ। ਪ੍ਰੀਤੋ ਤੇ ਨਾਜਰ ਨਾਲ ਸ਼ੇਰੇ ਨੇ ਕਈ ਵਾਰ ਗੱਲ ਕੀਤੀ। ਉਹਨਾਂ ਕੋਲ ਵੀ ਰਾਜੂ ਦੇ ਵਿਆਹ ਬਾਰੇ ਕੋਈ ਖਬਰ ਨਹੀਂ ਸੀ। ਨਾ ਰਾਜੂ ਨਾ ਕਰਦਾ ਤੇ ਨਾ ਹਾਂ। ਹੁਣ ਉਹ ਸ਼ੋਭਾ ਨਾਲ ਵਿਆਹ ਕਰਨ ਲਈ ਤਿਆਰ ਸਨ। ਜਦੋਂ ਬੈਠੇ ਗੱਲਾਂ ਕਰ ਰਹੇ ਸਨ ਤਾਂ ਸ਼ੇਰਾ ਵੀ ਹਾਜ਼ਰ ਸੀ। ਤਾਂ ਪ੍ਰੀਤੋ ਨੇ ਗੱਲ ਚਲਾਈ, ਦੇਖ ਰਾਜੂ, ਹੁਣ ਅਸੀਂ ਹੋਰ ਨਹੀਂ ਉਡੀਕ ਸਕਦੇ, ਬਹੁਤ ਹੋ ਗਿਆ। ਜੇ ਭਾਈ ਤੂੰ ਉਸੇ ਗੁਜਰਾਤਨ ਕੁੜੀ ਨਾਲ ਵਿਆਹ ਕਰਾਉਣਾ ਤੇ ਚੱਲ, ਤੂੰ ਜਿੱਤਿਆ ਅਸੀਂ ਹਾਰੇ, ਸਾਨੂੰ ਉਹ ਮਨਜ਼ੂਰ ਆ, ਉਹਨੂੰ ਹੀ ਲੈ ਆ। ਪ੍ਰੀਤੋ ਦੇ ਕਹਿਣ ਵਿੱਚ ਦੇਰ ਸੀ ਕਿ ਸਾਰੀਆਂ ਅੱਖਾਂ ਉਸ ਤੇ ਜੰਮ ਗਈਆਂ। ਸਭ ਦੇ ਚਿਹਰੇ ਜਿਵੇਂ ਗਾਇਬ ਹੋ ਗਏ ਤੇ ਅੱਖਾਂ ਹੀ ਉਸ ਨੂੰ ਵਿੰਨ ਰਹੀਆਂ ਸਨ। ਰਾਜੂ ਫਸਿਆ ਮਹਿਸੂਸ ਕਰ ਰਿਹਾ ਸੀ। ਉਹ ਆਪ ਵੀ ਇਸ ਸੱਚ ਨੂੰ ਲੁਕਾਉਂਦਾ ਦੁਖੀ ਹੋਇਆ ਪਿਆ ਸੀ। ਉਸਦਾ ਦਿਲ ਕਰਦਾ ਸੀ ਉਹ ਸ਼ੋਭਾ ਤੇ ਜੋਬਨ ਨੂੰ ਨਾਲ ਲੈ ਆਵੇ। ਜੋਬਨ ਨਾਜਰ ਤੇ ਪ੍ਰੀਤੋ ਨਾਲ ਖੇਡੇ, ਉਹ ਵੀ ਉਸਨੂੰ ਪਿਆਰ ਕਰਨ। ਘਰ ਵਿੱਚ ਰੁੱਸੇ, ਫਿਰ ਹਾਸੇ, ਫੇਰ ਤੋਂ ਪਰਤ ਆਉਣ। ਉਸਨੇ ਸਭ ਵੱਲ ਵਾਰੀ-ਵਾਰੀ ਵੇਖਿਆ। ਸਭ ਚੁੱਪ ਸਨ। ਸ਼ੋਭਾ ਕੱਲੀ ਨਹੀਂ, ਉਹਦੇ ਨਾਲ 4 ਸਾਲ ਦਾ ਜੋਬਨ ਵੀ ਆਊਗਾ। ਸਾਰੇ ਹੈਰਾਨੀ ਨਾਲ ਉਸਨੂੰ ਦੇਖਣ ਲੱਗੇ। ਪ੍ਰੀਤੋ ਨੂੰ ਤਾਂ ਜਿਵੇਂ ਗੱਲ ਸਮਝ ਨਾ ਆਈ ਹੋਵੇ। ਸਭ ਤੋਂ ਪਹਿਲੀ ਕਿਲਕਾਰੀ ਰਾਣੀ ਨੇ ਮਾਰੀ, ਮੇਰਾ ਭਤੀਜਾ ਕਿੱਥੇ ਆ? ਤੈਨੂੰ ਤਾਂ ਮੈਂ ਕਹਿੰਦਿਆਂ ਉਸਨੇ ਇੱਕ ਮੁੱਕੀ ਰਾਜੂ ਦੇ ਮੋਢਿਆਂ ਵਿਚਕਾਰ ਜੜ ਦਿੱਤੀ। ਪੈਵ ਨੇ ਉੱਠ ਕੇ ਉਸਨੂੰ ਜੱਫੀ ਪਾ ਲਈ ਤੇ ਮਿਸ਼ੈਲ ਨੂੰ ਪੰਜਾਬੀ ਸਮਝ ਨਹੀਂ ਸੀ ਆਈ। ਕੀ ਵੇ, ਤੂੰ ਉਹਦੇ ਨਾਲ ਵਿਆਹ ਵੀ ਕਰਾ ਲਿਆ ਤੇ ਤੇਰੇ ਮੁੰਡਾ ਵੀ ਆ? ਪ੍ਰੀਤੋ ਹੈਰਾਨੀ ਨਾਲ ਬੋਲੀ,
ਮਾਫ ਕਰੀ ਮਾਂ, ਮੇਰੇ ਕੋਲੇ ਕੋਈ ਰਾਹ ਨਹੀਂ ਸੀ। ਜਦੋਂ ਮੈਂ ਉਸ ਨਾਲ ਵਿਆਹ ਕਰਾਉਣਾ ਸੀ ਤਾਂ ਉਦੋਂ ਉਹ ਪ੍ਰੈਗਨੈਂਟ ਸੀ ਤੇ ਮੈਂ ਉਸ ਨੂੰ ਛੱਡ ਨਹੀਂ ਸੀ ਸਕਦਾ। ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਜੋ ਸਜ਼ਾ ਤੁਸੀਂ ਦੇਣੀ ਚਾਹੋ ਮੈਂ ਭੁਗਤਣ ਨੂੰ ਤਿਆਰ ਹਾਂ। ਤੇਰਾ ਫੋਨ ਕਿੱਥੇ ਆ? ਰਾਣੀ ਬੋਲੀ। ਰਾਜੂ ਨੇ ਬਿਨਾਂ ਕੁਝ ਕਹੇ ਉਸ ਨੂੰ ਮੋਬਾਈਲ ਫੋਨ ਫੜਾ ਦਿੱਤਾ। ਰਾਣੀ ਨੇ ਸ਼ੋਭਾ ਦਾ ਨੰਬਰ ਮਿਲਾ ਲਿਆ। ਹੈਲੋ ਡਾਰਲਿੰਗ। ਸ਼ੋਭਾ ਦੀ ਆਵਾਜ਼ ਸੁਣੀ। ਮੈਂ ਤੇਰੀ ਡਾਰਲਿੰਗ ਨਹੀਂ, ਨਨਾਣ ਬੋਲ ਰਹੀ ਹਾਂ। ਹੁਣੇ ਤਿਆਰ ਹੋ, ਮੈਂ ਅੱਧੇ ਘੰਟੇ 'ਚ ਆਈ, ਕਹਿ ਕੇ ਉਹਨੇ ਫੋਨ ਕੱਟ ਦਿੱਤਾ। ਹੁਣ ਹੈਰਾਨ ਹੋਣ ਦੀ ਵਾਰੀ ਸ਼ੋਭਾ ਦੀ ਸੀ। ਪ੍ਰੀਤੋ ਜਾਂ ਨਾਜਰ, ਸ਼ੇਰੇ ਕੋਲੇ ਕੁਝ ਵੀ ਕਹਿਣ ਲਈ ਨਹੀਂ ਸੀ। ਫੈਸਲਾ ਰਾਣੀ ਨੇ ਕਰ ਦਿੱਤਾ ਸੀ। ਉਹਨਾਂ ਵਿੱਚ ਵਿਰੋਧ ਕਰਨ ਦੀ ਸ਼ਕਤੀ ਨਹੀਂ ਸੀ ਰਹੀ, ਪਰ ਅਜੇ ਵੀ ਸਦਮੇ 'ਚ ਬੈਠੇ ਸਨ। ਮੰਮ ਡੈਡ, ਅੰਕਲ ਮੈਂ ਰਾਜੂ ਨਾਲ ਚੱਲੀ ਹਾਂ ਸ਼ੋਭਾ ਨੂੰ ਲੈਣ। ਤੁਸੀਂ ਪਾਣੀ ਵਾਰ ਕੇ ਉਸਦਾ ਪੈਰ ਅੰਦਰ ਪਵਾਉਣਾ, ਤਿਆਰੀ ਕਰ ਲਵੋ। ਚੱਲ ਵੇ ਉੱਠ। ਉਸਨੇ ਰਾਜੂ ਦਾ ਹੱਥ ਫੜ ਲਿਆ। ਟੋਨੀ ਦੀ 5 ਵਜੇ ਜਾਗ ਖੁੱਲ੍ਹ ਗਈ। ਅਜਿਹਾ ਘੱਟ ਹੀ ਹੁੰਦਾ। ਉਹ 8 ਵਜੇ ਉੱਠਣ ਵਾਲਾ ਬੰਦਾ ਸੀ। ਵੀਕਐਂਡ ਤੇ ਜਦੋਂ ਉਹ ਕੈਲੀ ਕੋਲੇ ਲੰਡਨ ਜਾਂਦਾ ਜਾਂ ਉਹ ਉਸਦੇ ਕੋਲ ਆ ਜਾਂਦੀ, ਉਹਨਾਂ ਦੇ ਸੌਣ ਜਾਗਣ ਦਾ ਕੋਈ ਸਮਾਂ ਨਹੀਂ ਸੀ ਹੁੰਦਾ। ਕਦੇ ਕਦੇ ਤਾਂ ਉਹ ਸਵੇਰ ਦੇ 4 ਵਜੇ ਤੱਕ ਨਾ ਸੌਂਦੇ, ਅਗਲੇ ਦਿਨ ਦੁਪਹਿਰ ਤੱਕ ਸੁੱਤੇ ਰਹਿੰਦੇ। ਬਾਹਰ ਜ਼ੋਰ ਦੀ ਬਾਰਿਸ਼ ਹੋ ਰਹੀ ਸੀ। ਟੋਨੀ ਸਦਾ ਹੀ ਤਾਜ਼ਾ ਹਵਾ ਲਈ ਥੋੜ੍ਹੀ ਜਿਹੀ ਖਿੜਕੀ ਖੋਲ੍ਹ ਕੇ ਸੌਂਦਾ। ਤਾਜ਼ਾ ਮੀਂਹ ਖਿੜਕੀਆਂ ਦੇ ਸ਼ੀਸ਼ਿਆਂ 'ਤੇ ਪੈਂਦਾ ਤਾਂ ਕੜਕੜ ਦੀ ਆਵਾਜ਼ ਆ ਰਹੀ ਸੀ। ਟੋਨੀ ਨੂੰ ਜਾਗ ਆਈ। ਉਸਨੇ ਮਾੜੀਆਂ ਹੀ ਅੱਖਾਂ ਖੋਲ੍ਹ ਕੇ ਵੇਖਿਆ ਤੇ ਨਾਲ ਹੀ ਬੰਦ ਕਰ ਲਈਆਂ। ਮੀਂਹ ਕਿਹੜਾ ਕੋਈ ਨਵੀਂ ਗੱਲ ਸੀ। ਜਾਗਦਿਆਂ ਪਹਿਲਾ ਖਿਆਲ ਉਸਨੂੰ ਕੈਲੀ ਦਾ ਆਇਆ। ਉਹ ਉਸਨੂੰ ਦਿਲੋਂ ਪਿਆਰ ਕਰਦਾ ਸੀ ਤੇ ਉਸ ਨਾਲ ਜ਼ਿੰਦਗੀ ਗੁਜ਼ਾਰਨ ਦਾ ਮਨ ਬਣਾ ਰਿਹਾ ਸੀ। ਕੈਲੀ ਵੀ ਉਸਨੂੰ ਹਰ ਰੋਜ਼ ਫੋਨ ਕਰਦੀ ਜਾਂ ਟੋਨੀ ਕਰ ਲੈਂਦਾ। ਵੀਕਐਂਡ ਹੀ ਉਹਨਾਂ ਨੂੰ ਮਿਲਣ ਲਈ ਠੀਕ ਬਹਿੰਦਾ ਸੀ, ਪਰ ਕਦੇ-ਕਦੇ ਉਹ ਚੱਲਦੀ ਵੀਕ ਵਿੱਚ ਵੀ ਇਕੱਠੇ ਹੋ ਜਾਂਦੇ। ਟੋਨੀ ਦੇ ਦਿਮਾਗ ਵਿੱਚ ਰੰਧਾਵੇ ਦਾ ਖਿਆਲ ਆਇਆ। ਹੁਣ ਉਸ ਵੱਲ ਉਹ ਬਹੁਤਾ ਧਿਆਨ ਨਹੀਂ ਸੀ ਦੇ ਰਿਹਾ। ਇੱਕ ਤਾਂ ਸਕਾਟ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਪੁਲਿਸ ਦੇ ਕੰਮ ਵਿੱਚ ਟੰਗ ਅੜਾਉਣੀ ਮਹਿੰਗੀ ਪੈ ਸਕਦੀ ਹੈ, ਭਾਵੇਂ ਉਹ ਪੁਲਿਸ ਦੀ ਮਦਦ ਕਰਨ ਦਾ ਯਤਨ ਕਰ ਰਿਹਾ ਸੀ। ਦੂਜਾ, ਜੈਕੀ ਬਲੈਕ ਦਾ ਕੱਬ ਵਿੱਚ ਹੋਣਾ ਉਸ ਲਈ ਤਸੱਲੀ ਵਾਲੀ ਗੱਲ ਸੀ। ਉਹ ਜ਼ਰੂਰ ਕੁਝ ਨਾ ਕੁਝ ਮੁੱਲਵਾਨ ਜਾਣਕਾਰੀ ਇਕੱਤਰ ਕਰ ਲਵੇਗੀ। ਤੀਜਾ, ਉਹ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਬਰਡ ਨਾਲ ਮਿਲ ਕੇ ਉਸਨੇ ਆਈਟੀ ਵਿੱਚ ਕਾਫੀ ਥਾਂ ਬਣਾ ਲਈ ਸੀ। ਉਸਨੇ ਕਮਾਈ ਵੀ ਚੰਗੀ ਕੀਤੀ, ਪਰ ਹੈਕਿੰਗ ਨਾਲ ਉਸਨੇ ਕਮਾਈ ਕਰਨ ਤੋਂ ਪਾਸਾ ਵੱਟੀ ਰੱਖਿਆ। ਜਿਨ੍ਹਾਂ ਕੰਪਨੀਆਂ ਨੂੰ ਉਸਦੀ ਮਦਦ ਦੀ ਲੋੜ ਹੁੰਦੀ, ਉਹ ਉਹਨਾਂ ਤੋਂ ਆਪਣਾ ਮਿਹਨਤਾਨਾ ਵਸੂਲਦਾ। ਰੰਧਾਵੇ ਨਾਲ ਉਸਦੀ ਨਿੱਜੀ ਦੁਸ਼ਮਣੀ ਸੀ ਤੇ ਉਹ ਉਸਨੂੰ ਕਾਨੂੰਨੀ ਸਜ਼ਾ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ। ਉਸਨੇ ਹਫ਼ਤੇ ਕੁ ਬਾਅਦ ਰੰਧਾਵੇ ਦੀਆਂ ਈਮੇਲਾਂ ਚੈੱਕ ਕੀਤੀਆਂ। ਕੁਝ ਖਾਸ ਨਵਾਂ ਨਹੀਂ ਸੀ। ਰੰਧਾਵੇ ਦੀ ਬਣਾਈ ਓਵਰਸੀਜ਼ ਕੰਪਨੀ ਦੀ ਜਾਣਕਾਰੀ ਉਸ ਕੋਲੇ ਪਹਿਲਾਂ ਮੌਜੂਦ ਸੀ। ਬਾਕੀ ਬਣਾਈਆਂ ਤੇ ਬੰਦ ਕੀਤੀਆਂ ਕੰਪਨੀਆਂ ਦਾ ਰਿਕਾਰਡ ਵੀ ਉਸਨੇ ਇੱਕ ਵੱਖਰੀ ਸੁਰੱਖਿਅਤ ਜਿਹੀ ਈਮੇਲ ਵਿੱਚ ਸਾਂਭਿਆ ਹੋਇਆ ਸੀ। ਆਹ ਦਿਲਚਸਪ, ਕਹਿੰਦਿਆਂ ਉਸਦੇ ਚਿਹਰੇ ਤੇ ਰੌਣਕ ਆ ਗਈ ਸੀ। ਰੰਧਾਵੇ ਨੇ ਸਾਲ ਕੁ ਪਹਿਲਾਂ ਘਰ ਦੀ ਸੁਰੱਖਿਆ ਲਈ CCTV ਕੈਮਰੇ ਲਵਾਏ ਸਨ। ਇਹ ਉਸ ਕੰਪਨੀ ਦੀ ਈਮੇਲ ਸੀ ਤੇ ਉਹਨੇ ਕੈਮਰਿਆਂ ਦੀ ਪਹਿਲੀ ਸਰਵਿਸ ਜੋ ਮੁਫਤ ਸੀ ਲਈ 10 ਕੁ ਦਿਨ ਠਹਿਰ ਕੇ ਆਉਣਾ ਸੀ। ਟੋਨੀ ਨੂੰ ਫੁਰਨਾ ਫੁਰਿਆ ਕਿ ਸ਼ਾਇਦ ਕੋਈ ਸੁਰਾਗ ਉਹਨਾਂ ਕੈਮਰਿਆਂ 'ਚ ਵੀ ਬੰਦ ਹੋ ਸਕਦਾ। ਉਹ ਕੌਫੀ ਦਾ ਕੱਪ ਬਣਾਉਣ ਲਈ ਕਿਚਨ ਵਿੱਚ ਗਿਆ। ਉਸਦਾ ਮਨ ਦੁੱਗਣੀ ਤਿੱਗਣੀ ਗਤੀ ਨਾਲ ਚੱਲ ਰਿਹਾ ਸੀ। ਕੌਫੀ ਦਾ ਕੱਪ ਲੈ ਕੇ ਉਹ ਆਪਣੇ ਬੈੱਡ ਤੇ ਆ ਬੈਠਾ ਤੇ ਕੌਫੀ ਦੀਆਂ ਚੁਸਕੀਆਂ ਲੈਣ ਲੱਗਾ। ਇੱਕ ਖਾਕਾ ਉਸਦੇ ਮਨ ਵਿੱਚ ਉੱਭਰਨ ਲੱਗਾ। ਕੌਫੀ ਉਸਨੂੰ ਹੋਰ ਵੀ ਸਵਾਦ ਲੱਗੀ। ਉਸਨੇ ਕੈਮਰਾ ਕੰਪਨੀ ਨੂੰ ਜਵਾਬ ਵਿੱਚ ਇੱਕ ਈਮੇਲ ਪਾਈ ਕਿ ਉਹ ਜਾਣੀ ਰੰਧਾਵੇ ਦਾ ਪਰਿਵਾਰ ਛੁੱਟੀਆਂ ਲਈ ਬਾਹਰ ਜਾ ਰਿਹਾ ਸੀ ਤੇ ਮਾਰਚ ਦੇ ਅਖੀਰ ਤੱਕ ਵਾਪਸ ਆਉਣਗੇ। ਉਸ ਤੋਂ ਬਾਅਦ ਹੀ ਕੈਮਰਿਆਂ ਦੀ ਸਰਵਿਸ ਲਈ ਆਉਣ। ਇਹ ਵੀ ਲਿਖ ਦਿੱਤਾ ਕਿ ਉਹ ਏਅਰਪੋਰਟ ਤੋਂ ਹੀ ਈਮੇਲ ਕਰ ਰਹੇ ਹਨ। ਜਿੱਥੇ ਉਹ ਜਾ ਰਹੇ ਹਨ ਉੱਥੇ ਵਾਈਫਾਈ ਸਰਵਿਸ ਨਹੀਂ ਹੋਵੇਗੀ। ਉਹ ਈਮੇਲ ਤੱਕ ਪਹੁੰਚ ਨਹੀਂ ਕਰ ਸਕੇਗਾ। ਬਰਡ ਨੂੰ ਈਮੇਲ ਕਰਕੇ ਉਸਨੇ ਦਿੱਤੇ ਸਮੇਂ ਅਨੁਸਾਰ ਇੱਕ ਇੰਜੀਨੀਅਰ ਨੂੰ ਭੇਜਣ ਲਈ ਕਿਹਾ ਤੇ ਮੋਨੀਟਰ ਵਿੱਚੋਂ ਪੁਰਾਣਾ ਸਿਮ ਕਾਰਡ ਕੱਢ ਕੇ ਨਵਾਂ ਪਾ ਦੇਣ ਲਈ ਕਿਹਾ। ਇਹ ਕੰਮ ਕੋਈ ਔਖਾ ਨਹੀਂ ਸੀ। ਦਿੱਤੇ ਸਮੇਂ ਅਨੁਸਾਰ ਗਲੇ ਵਿੱਚ ID ਕਾਰਡ ਲਟਕਾਈ ਤੇ ਵਰਦੀ ਪਾਈ, ਪੌੜੀ ਟੂਲ ਬਾਕਸ ਲੈ ਕੇ ਇੰਜੀਨੀਅਰ ਨੇ ਦਫ਼ਤਰ ਦੀ ਘੰਟੀ ਖੜਕਾਈ। ਮਿਸਿਜ਼ ਰੰਧਾਵੇ ਨੂੰ ID ਕਾਰਡ ਦਿਖਾਉਂਦਿਆਂ ਉਸਨੇ ਕੈਮਰਿਆਂ ਦੇ ਠੀਕ ਠਾਕ ਕੰਮ ਕਰਨ ਬਾਰੇ ਪੁੱਛਿਆ ਤਾਂ ਉਸਨੇ ਕੋਈ ਸ਼ਿਕਾਇਤ ਨਾ ਕੀਤੀ। ਇੰਜੀਨੀਅਰ ਨੇ ਜਾਲੇ ਵਗੈਰਾ ਸਾਫ਼ ਕਰਕੇ ਮੋਨੀਟਰ ਨੂੰ ਚੈੱਕ ਕਰਕੇ ਤਸੱਲੀ ਕਰਨ ਦਾ ਵਿਸ਼ਵਾਸ ਦਿਵਾਇਆ। ਰੰਧਾਵਾ ਸ਼ਾਇਦ ਬਾਹਰ ਗਿਆ ਹੋਇਆ ਸੀ। 10-11 ਵਜੇ ਉਹ ਆਪਣੀ ਕੈਸ਼ ਐਂਡ ਕੈਰੀ ਚਲਾ ਜਾਂਦਾ ਸੀ। ਇੰਜੀਨੀਅਰ ਨੇ 15-20 ਮਿੰਟਾਂ ਵਿੱਚ ਆਪਣਾ ਕੰਮ ਕਰਕੇ ਇੱਕ ਫਾਰਮ ਤੇ ਮਿਸਿਜ਼ ਰੰਧਾਵਾ ਦੇ ਦਸਤਖਤ ਕਰਵਾ ਲਏ ਤੇ ਚਲਿਆ ਗਿਆ। ਟੋਨੀ ਉਸਨੂੰ ਬੇਸਬਰੀ ਨਾਲ ਉਡੀਕ ਰਿਹਾ ਸੀ। ਉਸ ਤੋਂ ਕਾਰਡ ਲੈ ਕੇ ਟੋਨੀ ਬਾਗੋ ਬਾਗ ਹੋ ਗਿਆ। ਕਾਰਡ ਨੂੰ ਉਸਨੇ ਸੰਭਾਲ ਲਿਆ। ਉਸਨੂੰ ਚੈੱਕ ਕਰਨ ਲਈ ਸਮਾਂ ਚਾਹੀਦਾ ਸੀ। ਅਜੇ ਉਹ ਕੰਪਿਊਟਰ ਖੋਲ੍ਹਣ ਬਾਰੇ ਸੋਚ ਹੀ ਰਿਹਾ ਸੀ ਕਿ ਉਸਦੇ ਵਕੀਲ ਦਾ ਫੋਨ ਆ ਗਿਆ। ਮਿਸਟਰ ਸਮਿਥ, ਤੁਹਾਡੇ ਘਰ ਦੀ ਕੰਪਲੀਸ਼ਨ ਹੋ ਗਈ ਹੈ। ਤੁਸੀਂ ਚਾਬੀਆਂ ਲੈਣ ਮੇਰੇ ਦਫ਼ਤਰ ਤੋਂ ਲੈ ਸਕਦੇ ਹੋ। ਟੋਨੀ ਧੰਨਵਾਦ ਕਰਦਿਆਂ ਉਹਨਾਂ ਤੋਂ ਚਾਬੀਆਂ ਲੈਣ ਲਈ ਚਲਾ ਗਿਆ। ਟੋਨੀ ਨੇ ਰਿਚਿੰਗ ਪਾਰਕ ਪਿੰਡ ਵਿੱਚ ਘਰ ਲਿਆ ਸੀ। ਇਹ ਹਰੇਬਾਈ ਵਾਲਾ ਏਰੀਆ, ਸ਼ਾਂਤ ਜਿਹੀਆਂ ਸੜਕਾਂ ਉਸਨੂੰ ਜੱਚ ਗਈਆਂ ਸਨ। ਉਹ ਕੈਲੀ ਨਾਲ ਅਜਿਹੇ ਵਾਤਾਵਰਨ ਵਿੱਚ ਹੀ ਰਹਿਣਾ ਚਾਹੁੰਦਾ ਸੀ। ਘਰ ਦੀ ਸਫਾਈ ਕਰਕੇ ਹੀ ਕੈਲੀ ਨੂੰ ਘਰ ਵਿੱਚ ਅਚਾਨਕ ਲਿਆ ਕੇ ਹੈਰਾਨ ਕਰਨਾ ਸੀ। ਘਰ ਦੀ ਚਾਬੀ ਲੈ ਕੇ ਉਹ ਘਰ ਵੇਖਣ ਚਲਾ ਗਿਆ।
ਤੇ ਉਸਨੇ ਕਰਨ ਵਾਲੇ ਕੰਮਾਂ ਦੀ ਲਿਸਟ ਬਣਾ ਲਈ। ਬਿਲਡਰ ਨਾਲ ਉਸਨੇ ਪਹਿਲਾਂ ਗੱਲ ਕੀਤੀ ਹੋਈ ਸੀ। ਰੰਧਾਵੇ ਦੇ ਘਰੋਂ ਲਿਆਂਦੇ ਸਿਮ ਦੀ ਕਈ ਦਿਨ ਲਗਾ ਕੇ ਉਸਨੇ ਘੋਖ ਪੜਤਾਲ ਕੀਤੀ ਤਾਂ ਉਸਨੂੰ ਸਦਮੇ ਵਰਗੀ ਹੈਰਾਨੀ ਹੋਈ। ਟੋਨੀ ਆਰਾਮ ਕੁਰਸੀ ਤੇ ਬੈਠਾ ਸੀ ਤੇ ਕੁਰਸੀ ਹਲਕਾ ਹਲਕਾ ਝੂਲ ਰਹੀ ਸੀ। ਟੋਨੀ ਦੇ ਦਿਮਾਗ 'ਚ ਬਣੀ ਵਿਉਂਤ ਵੀ ਕੁਰਸੀ ਦੇ ਨਾਲ ਹੀ ਝੂਲ ਰਹੀ ਸੀ। ਉਸਨੂੰ ਪਤਾ ਸੀ ਕਿ ਉਸਨੇ ਕੀ ਕਰਨਾ, ਫਿਰ ਵੀ ਉਸਦੀ ਜ਼ਮੀਰ ਦਵੰਦ ਵਿੱਚ ਫਸੀ ਹੋਈ ਸੀ। ਰੰਧਾਵੇ ਦੇ ਮੋਬਾਈਲ ਬੈਂਕਿੰਗ ਦੀ ਅਕਾਊਂਟ ਡਿਟੇਲ, ਪਾਸਵਰਡ, ਉਸਦੇ ਮੋਬਾਈਲ ਫੋਨ ਖੋਲ੍ਹਣ ਲਈ ਪਾਸਵਰਡ ਸਭ ਉਸਦੇ ਕੋਲ ਸੀ। ਰੰਧਾਵਾ ਅਤੇ ਬੌਬ ਦੀ ਜਾਨ ਉਸਦੇ ਮੁੱਠੀ 'ਚ ਸੀ। ਆਰਥਿਕ ਪੱਖੋਂ ਰੰਧਾਵੇ ਨੂੰ ਕੰਗਾਲ ਤਾਂ ਨਹੀਂ ਸੀ ਕਰ ਸਕਦਾ, ਪਰ ਵੱਡਾ ਨੁਕਸਾਨ ਕਰ ਸਕਦਾ ਸੀ। ਉਸਨੇ ਅੱਖਾਂ ਬੰਦ ਕਰ ਲਈਆਂ। ਉਸਨੂੰ ਰੇਲ ਗੱਡੀ ਦੀ ਕੰਨ ਪਾੜਵੀਂ ਚੀਖ ਸੁਣਾਈ ਦਿੱਤੀ। ਮਾਂ ਉਸਨੂੰ ਛਾਤੀ ਨਾਲ ਘੁੱਟੀ ਡਰੀ ਖੜੀ ਸੀ। ਉਸਨੂੰ ਮਾਂ ਦੇ ਧੜਕਦੇ ਦਿਲ ਦੀ ਧੜਕਣ ਸੁਣਾਈ ਦਿੱਤੀ। ਆਪਣੇ ਬੱਚੇ ਦੀ ਜਾਨ ਦੇ ਖਤਰੇ ਕਾਰਨ ਪੈਦਾ ਹੋਈ ਕੰਬਣੀ ਮਹਿਸੂਸ ਕੀਤੀ। ਟੋਨੀ ਦੀਆਂ ਅੱਖਾਂ ਖੁੱਲ੍ਹ ਗਈਆਂ। ਕੁਰਸੀ ਸਥਿਰ ਹੋ ਗਈ। ਸਾਹਮਣੇ ਦੀਵਾਰ ਤੇ ਟੰਗੀ ਪਿਤਾ ਦੀ ਤਸਵੀਰ ਦੀਆਂ ਅੱਖਾਂ ਵਿੱਚੋਂ ਉਸਨੂੰ ਹਰ ਰੋਜ਼ ਨਿਰਬਲਤਾ ਦਿਸਦੀ, ਪਰ ਅੱਜ ਨਿਰਬਲਤਾ ਦੀ ਥਾਂ ਨਿਰਮਲ ਤੱਕਣੀ ਦੀ ਚਮਕ ਦਿਸ ਰਹੀ ਸੀ। ਫਿਕਰਾਂ ਨਾਲ ਮਾਂ ਦੇ ਚਿਹਰੇ ਦੀ ਉਦਾਸੀ ਦੀ ਥਾਂ ਮਾਂ ਦੀ ਮਮਤਾ ਦਾ ਜਾਦੂ ਦਿਸ ਰਿਹਾ ਸੀ, ਜਿਸ ਨਾਲ ਮਾਂ ਦਾ ਚਿਹਰਾ ਚਮਕ ਰਿਹਾ ਸੀ। ਫੈਸਲਾ ਹੋ ਗਿਆ ਸੀ। ਇਸ ਵੇਲੇ ਹੀ ਕੈਲੀ ਦਾ ਫੋਨ ਆ ਗਿਆ। ਕੀ ਕਰ ਰਿਹਾ ਟੋਨੀ? ਧਰਮ ਸੰਕਟ ਵਿੱਚੋਂ ਨਿਕਲਣ ਦਾ ਯਤਨ। ਤੂੰ ਕਦੋਂ ਧਾਰਮਿਕ ਬਣ ਗਿਆ? ਕਦੇ ਮੈਂ ਤੇਰੇ ਮੂੰਹੋਂ ਬਾਈਬਲ ਜਾਂ ਜੀਸਸ ਦਾ ਨਾਂ ਨਹੀਂ ਸੁਣਿਆ ਅੱਜ ਤੱਕ। ਅਸਲ ਧਰਮ ਤਾਂ ਮਨੁੱਖ ਦੇ ਦਿਲ 'ਚ ਹੁੰਦਾ। ਕ੍ਰਿਸਚਨ, ਹਿੰਦੂ, ਸਿੱਖ, ਮੁਸਲਮਾਨ ਧਰਮਾਂ ਨੂੰ ਮੰਨਣ ਵਾਲੇ ਬਹੁਤ ਲੋਕ ਤਾਂ ਮਨੁੱਖ ਵੀ ਨਹੀਂ ਹੁੰਦੇ। ਕਦੋਂ ਤੋਂ ਰੌਲਾ ਪੈ ਰਿਹਾ ਕਿ ਚਰਚ ਦੇ ਪਾਦਰੀਆਂ ਨੇ ਬੱਚਿਆਂ ਨਾਲ ਬਦਫੈਲੀਆਂ ਕੀਤੀਆਂ। ਦੂਜੇ ਧਰਮਾਂ ਦੇ ਪਾਦਰੀ ਜਾਂ ਜੋ ਵੀ ਕਰਦੇ ਆ ਜਾਂ ਜੋ ਵੀ ਉਹ ਕਹੇ ਜਾਂਦੇ ਆ, ਉਹਨਾਂ 'ਚ ਵੀ ਬਥੇਰੇ ਇਹੋ ਜਿਹਾ ਕੁਝ ਹੀ ਕਰਦੇ ਆ। ਅਸਲ ਧਰਮ ਤਾਂ ਉਹੀ ਹੈ ਜੋ ਮਨੁੱਖ ਦੇ ਦਰਦ ਵਿੱਚ ਪਿਘਲਦਾ, ਜੋ ਮਨੁੱਖਤਾ ਦੀ ਸੇਵਾ ਕਰਦਾ ਹੈ। ਇਹ ਧਰਮ ਬੰਦੇ ਦੇ ਦਿਲ ਵਿੱਚ ਹੀ ਹੋ ਸਕਦਾ, ਕਿਤਾਬਾਂ ਵਿੱਚ ਨਹੀਂ। ਟੋਨੀ, ਬੜਾ ਤੂੰ ਫਿਲਾਸਫਰ ਬਣਿਆ ਅੱਜ। ਮੈਂ ਅੱਜ ਤੇਰੇ ਕੋਲੇ ਆਉਣ ਬਾਰੇ ਸੋਚ ਰਹੀ ਸੀ। ਨਹੀਂ, ਅੱਜ ਨਹੀਂ, ਅੱਜ ਮੈਂ ਰੁੱਝਿਆ ਹੋਇਆ। ਮੈਂ ਤੈਨੂੰ ਫੋਨ ਕਰਾਂਗਾ, ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਟੋਨੀ ਨੇ ਕੰਪਿਊਟਰ ਔਨ ਕੀਤਾ। ਰੰਧਾਵੇ ਦੇ ਓਵਰਸੀਜ਼ ਅਕਾਊਂਟ ਵਿੱਚੋਂ 97,000 ਪਾਉਂਡ ਉਸਨੇ ਗ੍ਰੇਟ ਔਰਮੰਡ ਸਟਰੀਟ ਤੇ ਸਥਿਤ ਬੱਚਿਆਂ ਦੇ ਹਸਪਤਾਲ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤਾ। ਰੈਫਰੈਂਸ ਉਸਨੇ ਗੁਪਤ ਦਾਨ ਦਾ ਲਿਖ ਦਿੱਤਾ। ਉਸਨੂੰ ਖੁਸ਼ੀ ਹੋਈ। ਅਗਲੇ 5 ਦਿਨਾਂ ਵਿੱਚ ਉਸਨੇ 10 ਹੋਰ ਚੈਰਿਟੀਆਂ ਨੂੰ ਵੱਡੀਆਂ ਰਕਮਾਂ ਭੇਜ ਦਿੱਤੀਆਂ। ਰੰਧਾਵੇ ਦੇ ਅਕਾਊਂਟ ਵਿੱਚ ਪਿਆ ਚੋਰੀ ਦਾ ਪੈਸਾ ਅਰਥ ਲੱਗ ਗਿਆ ਸੀ। ਹੁਣ ਉਹ ਰੰਧਾਵੇ ਵੱਲੋਂ ਪ੍ਰਤੀਕਰਮ ਦਾ ਅੰਦਾਜ਼ਾ ਲਾ ਰਿਹਾ ਸੀ। ਬੌਬ ਕਦੇ-ਕਦੇ ਇਸ ਅਕਾਊਂਟ ਨੂੰ ਚੈੱਕ ਕਰਦਾ। ਇਹ ਅਕਾਊਂਟ ਬਹੁਤ ਘੱਟ ਵਰਤਿਆ ਜਾਂਦਾ ਸੀ। ਇਸ ਵਿੱਚੋਂ ਕਿਸੇ ਨੂੰ ਨਾ ਤਾਂ ਕਦੇ ਚੈੱਕ ਦਿੱਤਾ ਗਿਆ ਤੇ ਨਾ ਹੀ ਕਿਸੇ ਦੇ ਅਕਾਊਂਟ ਵਿੱਚ ਪੈਸੇ ਭੇਜੇ ਗਏ ਸਨ। ਸਿਰਫ ਜਮ੍ਹਾਂ ਹੀ ਕਰਾਏ ਜਾਂਦੇ, ਸੋ ਬਹੁਤਾ ਚੈੱਕ ਕਰਨ ਦੀ ਲੋੜ ਨਹੀਂ ਸੀ। ਅਚਾਨਕ ਜਦੋਂ ਉਸਨੇ ਅਕਾਊਂਟ ਵੇਖਿਆ ਤਾਂ ਉਸਨੂੰ ਧੱਕਾ ਲੱਗਿਆ ਤੇ ਅੱਖਾਂ ਤੇ ਵਿਸ਼ਵਾਸ ਨਾ ਹੋਇਆ। ਉਸਨੇ ਰੰਧਾਵੇ ਨੂੰ ਪੁੱਛਿਆ। ਉਸਨੇ ਵੀ ਫੋਨ ਖੋਲ੍ਹ ਕੇ ਸਟੇਟਮੈਂਟ ਚੈੱਕ ਕੀਤੀ ਤਾਂ ਉਸਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਬੌਬ ਮਿੰਟਾਂ 'ਚ ਉਸ ਕੋਲ ਪਹੁੰਚ ਗਿਆ। ਪਰ ਇਹ ਕਿਵੇਂ ਹੋਇਆ? ਰੰਧਾਵੇ ਦੀ ਆਵਾਜ਼ ਮਸਾਂ ਨਿਕਲੀ। ਬੌਬ ਨੇ ਬੈਂਕ ਨੂੰ ਫੋਨ ਕੀਤਾ ਕਿ ਉਹਨਾਂ ਦਾ ਅਕਾਊਂਟ ਹੈਕ ਹੋ ਗਿਆ ਹੈ। ਮੈਨੇਜਰ ਨੇ ਉਸਨੂੰ ਟੈਲੀਫੋਨ ਹੋਲਡ ਕਰਨ ਲਈ ਕਿਹਾ। ਕੁਝ ਦੇਰ ਕੰਪਿਊਟਰ ਦੇ ਕੀਪੈਡ ਤੇ ਵੱਜਦੀਆਂ ਉਂਗਲਾਂ ਦੀ ਆਵਾਜ਼ ਬੌਬ ਨੂੰ ਸੁਣਦੀ ਰਹੀ। ਬੇਆਰਾਮੀ ਵਿੱਚ ਬੌਬ ਦੀ ਸੱਜੀ ਲੱਤ ਹਿੱਲ ਰਹੀ ਸੀ। ਰੰਧਾਵਾ ਕਮਰੇ ਵਿੱਚ ਘੁੰਮ ਰਿਹਾ ਸੀ। ਉਸਨੂੰ ਲੱਗਦਾ ਸੀ ਮੈਨੇਜਰ ਪਤਾ ਨਹੀਂ ਕਿਉਂ ਇੰਨਾ ਸਮਾਂ ਲਾ ਰਿਹਾ। ਸਰ, ਕਿਸੇ ਕਿਸਮ ਦੀ ਹੈਕਿੰਗ ਦਾ ਤਾਂ ਇਸ਼ਾਰਾ ਮਾਤਰ ਵੀ ਨਹੀਂ। ਪਾਸਵਰਡ ਦਾ ਸਿਰਫ ਤੁਹਾਨੂੰ ਪਤਾ ਹੈ ਤੇ ਪੈਸੇ ਚੈਰਿਟੀ ਅਕਾਊਂਟ ਵਿੱਚ ਹੀ ਗਏ ਹਨ। ਚੈਰਿਟੀਆਂ ਤੋਂ ਤਾਂ ਅਜਿਹੀ ਉਮੀਦ ਹੋ ਹੀ ਨਹੀਂ ਸਕਦੀ। ਫਿਰ ਵੀ ਮੈਂ ਸਾਡੇ IT ਡਿਪਾਰਟਮੈਂਟ ਨੂੰ ਹੋਰ ਘੋਖ ਕਰਨ ਲਈ ਕਹਿ ਰਿਹਾ ਹਾਂ ਤੇ ਤੁਹਾਡਾ ਅਕਾਊਂਟ ਫਰੀਜ਼ ਕਰ ਰਿਹਾ ਹਾਂ। ਅਕਾਊਂਟ ਉਦੋਂ ਤੱਕ ਫਰੀਜ਼ ਰਹੇਗਾ ਜਦੋਂ ਤੱਕ ਤੁਸੀਂ ਆਪਣੀ ID ਦੇ ਕੇ ਫਿਰ ਤੋਂ ਐਕਟੀਵੇਟ ਨਹੀਂ ਕਰ ਲੈਂਦੇ। ਜਿਉਂ ਹੀ IT ਡਿਪਾਰਟਮੈਂਟ ਵੱਲੋਂ ਰਿਪੋਰਟ ਮਿਲਦੀ ਹੈ ਮੈਂ ਤੁਹਾਨੂੰ ਫੋਨ ਕਰਾਂਗਾ। ਮੈਨੂੰ ਅਫਸੋਸ ਹੈ। ਮੈਨੇਜਰ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੌਬ ਨੇ ਲਾਈਨ ਕੱਟ ਦਿੱਤੀ। ਉਹ ਦੋਵੇਂ ਸਿਰ ਫੜੀ ਬੈਠੇ ਸਨ। ਅਚਾਨਕ ਬਿਜਲੀ ਦੀ ਲਿਸ਼ਕ ਵਾਂਗ ਬੌਬ ਦੇ ਮਨ ਵਿੱਚ ਖਿਆਲ ਆਇਆ, ਜਿਹੜਾ ਬੰਦਾ ਤੁਹਾਡਾ ਕੰਪਿਊਟਰ ਠੀਕ ਕਰਨ ਵਾਲਾ, ਕਿਤੇ ਉਹਨੇ ਹੀ ਨਾ ਕੋਈ ਚੱਕਰ ਚਲਾਇਆ ਹੋਵੇ। ਉਹ ਕਿਵੇਂ? ਪਤਾ ਨਹੀਂ, ਮੇਰਾ ਦਿਲ ਕਹਿੰਦਾ ਹੋਰ ਕੋਈ ਬੰਦਾ ਤੁਹਾਡੇ ਕੰਪਿਊਟਰ ਦੇ ਨੇੜੇ ਵੀ ਨਹੀਂ ਲੱਗਿਆ। ਕਿਸੇ ਗਰੋਹ ਨੇ ਕੰਪਿਊਟਰ ਹੈਕ ਨਹੀਂ ਕੀਤਾ। ਇੱਕੋ ਇੱਕ ਬੰਦਾ ਉਹੀ ਹੈ ਜਿਹਨੇ ਤੁਹਾਡੇ ਕੰਪਿਊਟਰ ਤੱਕ ਪਹੁੰਚ ਕੀਤੀ ਹੈ। ਰੰਧਾਵੇ ਨੂੰ ਅਜਿਹੀਆਂ ਗੱਲਾਂ ਦੀ ਸਮਝ ਨਹੀਂ ਸੀ। ਉਹ ਚੁੱਪ ਸੀ। ਬੌਬ ਨੇ ਇੱਕ ਹੋਰ ਇੰਜੀਨੀਅਰ ਨੂੰ ਫੋਨ ਕਰਕੇ ਸਮੱਸਿਆ ਦੱਸੀ ਤੇ ਪੁੱਛਿਆ ਕਿ ਅਜਿਹਾ ਹੋ ਸਕਦਾ ਹੈ। ਸਰ, ਜੇ ਕੋਈ ਚੰਗਾ ਜਾਣਕਾਰ ਹੈ ਤਾਂ ਉਹ ਬਹੁਤ ਕੁਝ ਕਰ ਸਕਦਾ। ਨਿਰਭਰ ਕਰਦਾ ਉਸ ਕੋਲੇ ਤੁਹਾਡੇ ਬਾਰੇ ਕਿੰਨੀ ਜਾਣਕਾਰੀ ਹੈ। ਤੁਸੀਂ ਆਪਣੇ ਸਾਰੇ ਪਾਸਵਰਡ ਹੁਣੇ ਬਦਲੋ। ਬੌਬ ਨੇ ਆਪਣੀਆਂ ਤੇ ਰੰਧਾਵੇ ਦੇ ਫੋਨ ਤੇ ਈਮੇਲਾਂ ਦੇ ਪਾਸਵਰਡ ਬਦਲ ਦਿੱਤੇ। ਉਹਨਾਂ ਕੋਲ ਜਾਣਕਾਰ ਸੀ। ਹੁਣ ਉਸ ਦਾ ਗੁੱਸਾ ਟੋਨੀ ਵੱਲ ਮੁੜਿਆ। ਕਿੱਥੇ ਰਹਿੰਦਾ ਉਹ? ਰੰਧਾਵੇ ਨੇ ਅਜੇ ਉਸ ਦਾ ਐਡਰੈਸ ਤੇ ਉਸਦੀ ਕਾਰ ਦੀ ਨਿਸ਼ਾਨੀ ਮਸਾਂ ਦੱਸੀ ਸੀ ਕਿ ਬੌਬ ਆਪਣੀ ਕਾਰ ਵੱਲ ਭੱਜਿਆ ਜਾਂਦਾ ਗਾਲਾਂ ਕੱਢ ਰਿਹਾ ਸੀ। ਮੈਂ ਫਕਨ ਬਾਸਟਰਡ ਨੂੰ ਜਿਉਂਦਾ ਨਹੀਂ ਛੱਡਣਾ। ਉਹ ਤੇਜ਼ੀ ਨਾਲ ਕਾਰ ਟੋਨੀ ਦੇ ਘਰ ਵੱਲ ਹੀ ਭਜਾਉਣ ਲੱਗਾ। ਡਾਇਮੰਡ ਰੋਡ ਵਿੱਚ ਬੌਬ ਨੇ ਕਾਰ ਮੋੜੀ ਤਾਂ ਉਸ ਵੇਲੇ ਰੰਧਾਵੇ ਦੀਆਂ ਦੱਸੀਆਂ ਨਿਸ਼ਾਨੀਆਂ ਵਰਗੀਆਂ ਕਾਰ
ਡਾਇਮੰਡ ਰੋਡ ਵਿੱਚੋਂ ਬਾਹਰ ਨਿਕਲ ਕੇ ਖੱਬੇ ਨੂੰ ਮੁੜਨ ਲਈ ਉਡੀਕ ਕਰ ਰਹੀ ਸੀ। ਬੌਬ ਨੇ ਕਾਰ ਵਿੱਚ ਵੇਖਿਆ ਟੋਨੀ ਨੂੰ ਉਸਨੇ ਪਛਾਣ ਲਿਆ। ਕਾਰ ਮੋੜ ਕੇ ਉਹ ਟੋਨੀ ਦਾ ਪਿੱਛਾ ਕਰਨ ਲੱਗਾ। ਟੋਨੀ ਨੇ ਰਿਚਰਡ ਪਾਰਕ ਵਾਲੇ ਆਪਣੇ ਨਵੇਂ ਘਰ ਅੱਗੇ ਕਾਰ ਰੋਕ ਦਿੱਤੀ। ਥੋੜ੍ਹਾ ਚਿਰ ਉਹ ਕਾਰ ਵਿੱਚ ਬੈਠਾ ਘਰ ਨੂੰ ਅਣਮਿਆਉਂਦੀ ਖੁਸ਼ੀ ਨਾਲ ਵੇਖਦਾ ਰਿਹਾ। ਬੌਬ ਨੇ ਆਪਣੀ ਕਾਰ ਥੋੜ੍ਹੀ ਪਿੱਛੇ ਖੜੀ ਕਰ ਲਈ। ਟੋਨੀ ਕਾਰ ਵਿੱਚੋਂ ਨਿਕਲਿਆ ਤਾਂ ਬੌਬ ਨੇ ਲਲਕਾਰਾ ਮਾਰਿਆ, ਯੂ ਫਕਨ ਬਾਸਟਰਡ, ਮੈਂ ਤੇਰੀ ਧੌਣ ਮਰੋੜ ਦਿਆਂਗਾ। ਕਹਿੰਦਿਆਂ ਉਹ ਟੋਨੀ ਵੱਲ ਭੱਜਿਆ। ਟੋਨੀ ਤੋਂ 8 ਇੰਚ ਉੱਚਾ ਤੇ ਦੁੱਗਣੀ ਤਾਕਤ ਵਾਲਾ ਦਿਸਦਾ ਬੌਬ ਜਦੋਂ ਨੂੰ ਉਸਦੇ ਕੋਲ ਪਹੁੰਚਿਆ, ਟੋਨੀ ਦਾ ਤਨ ਮਨ ਹੋਰ ਸਭ ਕੁਝ ਭੁੱਲ ਕੇ ਸਿਰਫ ਆਪਣੇ ਪਿਓ ਦੀ ਆਤਮ ਹੱਤਿਆ ਨੂੰ ਦੇਖ ਰਿਹਾ ਸੀ। ਰੇਲ ਗੱਡੀ ਦੀ ਚੀਖ ਇੱਕ ਵਾਰੀ ਫੇਰ ਉਸਦੇ ਕੰਨਾਂ 'ਚ ਗੂੰਜਣ ਲੱਗੀ। ਬੌਬ ਨੇੜੇ ਆਇਆ ਤਾਂ ਟੋਨੀ ਪਿੱਛੇ ਭੱਜਣ ਦੀ ਥਾਂ, ਜਿਸ ਦੀ ਬੌਬ ਨੂੰ ਉਮੀਦ ਸੀ, ਸਿਰ ਨਿਵਾ ਕੇ ਸਿੱਧਾ ਉਸਦੇ ਢਿੱਡ ਨਾਲ ਟਕਰਾ ਗਿਆ। ਬੌਬ ਦੇ ਪੈਰ ਉਖੜ ਗਏ ਤੇ ਇਸ ਅਚਾਨਕ ਹਮਲੇ ਨੇ ਉਸਨੂੰ ਲੜਖੜਾ ਦਿੱਤਾ। ਬੌਬ ਸੰਭਲਣ ਦਾ ਯਤਨ ਕਰ ਰਿਹਾ ਸੀ ਤਾਂ ਟੋਨੀ ਨੇ ਉਸਦੇ ਨੱਕ ਤੇ ਮੁੱਕਾ ਜੜ ਦਿੱਤਾ। ਬੌਬ ਹੋਰ ਗੁੱਸੇ ਨਾਲ ਭੜਕਿਆ। ਸੰਭਲ ਕੇ ਟੋਨੀ ਤੇ ਹਮਲਾ ਕਰਨ ਲੱਗਾ ਤਾਂ ਟੋਨੀ ਨੇ ਝੁੱਕ ਕੇ ਮਿੱਟੀ ਦੀ ਮੁੱਠੀ ਭਰ ਲਈ ਤੇ ਬੌਬ ਦੀਆਂ ਅੱਖਾਂ 'ਚ ਝੋਕ ਦਿੱਤੀ। ਬੌਬ ਅੱਖਾਂ ਮਲਣ ਲੱਗਿਆ। ਟੋਨੀ ਆਪਣੀ ਕਾਰ 'ਚ ਬਹਿ ਗਿਆ ਤੇ ਕਾਰ ਭਜਾ ਲਈ। ਟੋਨੀ ਦਾ ਦਿਮਾਗ ਤੇਜ਼ੀ ਨਾਲ ਚੱਲ ਰਿਹਾ ਸੀ। ਉਸਨੇ ਟੈਕਸੀ ਨੂੰ ਫੋਨ ਕਰ ਦਿੱਤਾ ਤੇ ਸੈਂਟ ਪੈਲ ਐਵਨਿਊ 'ਤੇ ਸਥਿਤ ਟਾਇਰ ਰਿਪੇਅਰ ਦੀ ਦੁਕਾਨ ਅੱਗੇ ਉਡੀਕਣ ਲਈ ਕਿਹਾ। ਸੈਂਟ ਪੈਲ ਦੀ ਪਿਛਲੀ ਰੋਡ 'ਤੇ ਰੰਧਾਵੇ ਦਾ ਵੇਅਰ ਹਾਊਸ ਸੀ। ਉਸ ਤੋਂ ਥੋੜ੍ਹਾ ਅੱਗੇ ਆ ਕੇ ਇੱਕ ਐਲੀ ਸੈਂਟ ਪੈਲ ਐਵਨਿਊ ਵਿੱਚ ਜਾ ਮਿਲਦੀ ਸੀ। ਟੋਨੀ ਨੇ ਆਪਣੀ ਕਾਰ ਰੰਧਾਵੇ ਦੇ ਵੇਅਰ ਹਾਊਸ ਦੇ ਨੇੜੇ ਖੜੀ ਕਰ ਦਿੱਤੀ ਤੇ ਆਪ ਐਲੀ ਵਿੱਚੋਂ ਦੀ ਲੰਘ ਕੇ ਟੈਕਸੀ ਵਿੱਚ ਜਾ ਬੈਠਾ। ਡਾਇਮੰਡ ਰੋਡ ਪਲੀਜ਼। ਟੋਨੀ ਨੂੰ ਪਤਾ ਸੀ ਬੌਬ ਖੁਦ ਤਾਂ ਸ਼ਾਇਦ ਉਸ 'ਤੇ ਹਮਲਾ ਕਰਨ ਇਕੱਲਾ ਨਾ ਆਵੇ, ਪਰ ਉਹ ਆਪਣੀ ਕਿਸੇ ਨਾ ਕਿਸੇ ਗੁਰਗੇ ਨੂੰ ਜ਼ਰੂਰ ਭੇਜੇਗਾ। ਕੁਝ ਮਿੰਟਾਂ 'ਚ ਉਹ ਘਰ ਪਹੁੰਚ ਗਿਆ। 2 ਮਿੰਟ ਵਿੱਚ ਮੈਂ ਆਇਆ ਕਹਿ ਕੇ ਉਹ ਦੌੜ ਕੇ ਆਪਣੇ ਫਲੈਟ ਵਿੱਚ ਚਲਾ ਗਿਆ। ਜਲਦੀ ਜ਼ਰੂਰੀ ਸਮਾਨ ਚੱਕਿਆ ਤੇ ਇੱਕ ਬੈਗ ਵਿੱਚ ਬੰਨ੍ਹ ਲਿਆ। ਆਪਣੇ ਕੰਪਿਊਟਰ ਬੈਗ ਗਲੇ ਵਿੱਚ ਲਟਕਾ ਕੇ ਟੈਕਸੀ ਵਿੱਚ ਆ ਬੈਠਾ। ਏਅਰਪੋਰਟ ਟਰਮੀਨਲ 3 ਟੈਕਸੀ ਚੱਲੀ ਤੇ ਟੋਨੀ ਦੀਆਂ ਨਜ਼ਰਾਂ ਬੌਬ ਦੀ ਕਾਰ ਨੂੰ ਲੱਭ ਰਹੀਆਂ ਸਨ। ਬੌਬ ਜਦ ਵੇਅਰ ਹਾਊਸ ਪਹੁੰਚਿਆ ਤਾਂ ਰੰਧਾਵਾ ਪਹਿਲਾਂ ਹੀ ਉਸਦੀ ਬੇਚੈਨੀ ਨਾਲ ਉਡੀਕ ਕਰ ਰਿਹਾ ਸੀ। ਉਸਦੇ ਸੱਜੇ ਨੱਕ ਤੇ ਲਾਲ ਅੱਖਾਂ ਨੂੰ ਦੇਖ ਕੇ ਉਸਨੂੰ ਫਿਕਰ ਹੋਇਆ ਤੇ ਸਵਾਲੀਆਂ ਨਜ਼ਰਾਂ ਨਾਲ ਬੌਬ ਵੱਲ ਦੇਖਣ ਲੱਗਾ। ਉਹ ਕੁੱਤੇ ਦੀ ਕਾਰ ਤਾਂ ਇੱਥੇ ਖੜੀ ਹੈ, ਆਪ ਉਹ ਕਿੱਥੇ ਗਿਆ ਹੋਇਆ ਤੇ ਕਾਰ ਇੱਥੇ ਕਿਉਂ ਖੜੀ ਕਰ ਗਿਆ? ਬੌਬ ਉਲਝਣ 'ਚ ਫਸ ਗਿਆ। ਰੰਧਾਵਾ ਹੈਰਾਨੀ ਨਾਲ ਬਾਹਰ ਨਿਕਲ ਕੇ ਕਾਰ ਨੂੰ ਵੇਖਣ ਲੱਗਾ। ਉਹ ਇੱਥੇ ਨੇੜੇ ਕਿਸੇ ਨੂੰ ਜਾਣਦਾ ਹੋਊ। ਅਜੇ ਰੰਧਾਵੇ ਨੇ ਕਿਹਾ ਹੀ ਸੀ ਕਿ ਉਸਦੇ ਟੈਲੀਫੋਨ ਤੇ ਮੈਸੇਜ ਆਇਆ, ਹੈਲੋ ਰੰਧਾਵਾ, ਟੋਨੀ ਸਮਿਥ। ਫਕਿੰਗ ਹੈਲ, ਕਾਂਟ ਬਲੀਵ ਇਟ। ਸਮਿਥ ਤਾਂ ਆਪਣਾ ਅਕਾਊਂਟੈਂਟ ਸੀ ਜਿਹੜਾ ਜੇਲ੍ਹ 'ਚ ਮਰ ਗਿਆ। ਰੰਧਾਵੇ ਦਾ ਰੰਗ ਉੱਡ ਗਿਆ। ਬੌਬ ਨੇ ਉਸ ਤੋਂ ਫੋਨ ਫੜਿਆ ਤੇ ਟੋਨੀ ਦੇ ਨੰਬਰ ਤੇ ਰਿੰਗ ਕੀਤੀ। ਟੈਲੀਫੋਨ ਬੰਦ ਆ ਰਿਹਾ ਸੀ। ਬੌਬ ਤੇ ਰੰਧਾਵੇ ਲਈ ਇਸ ਪਹੇਲੀ ਨੂੰ ਸਮਝਣਾ ਮੁਸ਼ਕਲ ਸੀ। ਬੌਬ ਨੇ ਟੌਮ ਨੂੰ ਫੋਨ ਕੀਤਾ। ਉਸਦਾ ਵੀ ਫੋਨ ਬੰਦ ਆ ਰਿਹਾ ਸੀ। ਟੌਮ ਤਾਂ ਰਾਤ ਪਹੁੰਚ ਗਿਆ ਸੀ, ਫੋਨ ਕਿਉਂ ਨਹੀਂ ਚੱਕਦਾ? ਅਜਿਹਾ ਵੀ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਬੌਬ ਟੋਨੀ ਨੂੰ ਲੱਭਣ ਲਈ ਆਪਣੇ ਹੋਰ ਬੰਦਿਆਂ ਨੂੰ ਫੋਨ ਕਰਨ ਲੱਗਾ। ਟੌਮ ਤੋਂ ਜਵਾਬ ਨਾ ਮਿਲਣਾ ਉਸ ਲਈ ਫਿਕਰ ਦਾ ਕਾਰਨ ਸੀ। ਫੈਰੀ ਡੋਵਰ ਪਹੁੰਚੀ ਤੇ ਟੌਮ ਅੱਗੇ ਲੱਗ ਕੇ ਕਾਰ ਵੱਲ ਚੱਲ ਪਿਆ। ਜੈਕੀ ਕੁੜੀਆਂ ਨਾਲ ਚੱਲ ਰਹੀ ਸੀ। ਸਕਾਟ ਨੂੰ ਉਸਨੇ ਜਾਣਕਾਰੀ ਪਹਿਲਾਂ ਹੀ ਭੇਜ ਦਿੱਤੀ ਸੀ। ਟੌਮ ਦੀ ਗੱਡੀ ਵਿੱਚ ਡਰੱਗ ਹੋਣ ਦਾ ਉਸਨੂੰ ਪਤਾ ਸੀ, ਪਰ ਉਹ ਚਾਹੁੰਦੀ ਸੀ ਕਿ ਕਸਟਮ ਵਿੱਚੋਂ ਬਾਹਰ ਨਿਕਲ ਜਾਣ ਤੇ ਲੰਡਨ ਦੇ ਡਰੱਗ ਡੀਲਰਾਂ ਨੂੰ ਪਕੜਿਆ ਜਾ ਸਕੇ। ਉਸਨੂੰ ਉਮੀਦ ਸੀ ਸਕਾਟ ਨੇ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਵੇਗਾ। ਉਹ ਕੁੜੀਆਂ ਨਾਲ ਨਿੱਕੀਆਂ ਗੱਲਾਂ ਕਰਦੀ ਕਾਰ ਵਿੱਚ ਆ ਬੈਠੀ। ਟੌਮ ਉਸਨੂੰ ਬੜਾ ਘਬਰਾਇਆ ਲੱਗਦਾ ਸੀ। ਇਹ ਕੋਈ ਚੰਗੀ ਨਿਸ਼ਾਨੀ ਨਹੀਂ ਸੀ। ਉਹ ਟੌਮ ਵੱਲ ਵੇਖ ਕੇ ਮੁਸਕਰਾਈ ਤੇ ਉਸਦੇ ਹੱਥ ਤੇ ਹੱਥ ਰੱਖ ਕੇ ਉਸਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਗੱਲਾਂ ਕਰ ਜਿਵੇਂ ਗਰਲਫ੍ਰੈਂਡ ਨਾਲ ਕਰੀਦੀਆਂ, ਘਬਰਾਉਣ ਦੀ ਲੋੜ ਨਹੀਂ, ਇੰਝ ਤਾਂ ਸ਼ੱਕ ਪੈਦਾ ਹੋ ਜਾਵੇਗੀ, ਉਸਨੇ ਮੁਸਕਰਾਉਂਦਿਆਂ ਕਿਹਾ। ਟੌਮ ਉਸ ਵੱਲ ਵੇਖ ਕੇ ਮੁਸਕਰਾਇਆ ਤੇ ਉਹ ਆਮ ਜਿਹੀਆਂ ਗੱਲਾਂ ਕਰਨ ਲੱਗੇ। ਕਸਟਮ ਅਫਸਰ ਨੇ ਉਸਨੂੰ ਰੋਕ ਲਿਆ। ਕਿੱਥੋਂ ਆਏ ਹੋ ਤੇ ਕਦੋਂ ਗਏ ਸੀ ਤੇ ਕੀ ਰਿਸ਼ਤਾ ਹੈ ਵਰਗੇ ਸਵਾਲ ਪੁੱਛਣ ਲੱਗੇ ਤਾਂ ਜਵਾਬ ਜੈਕੀ ਨੇ ਦਿੱਤੇ। ਉਹ ਪੂਰੇ ਸਵੈ ਵਿਸ਼ਵਾਸ ਨਾਲ ਗੱਲ ਕਰ ਰਹੀ ਸੀ। ਤੁਸੀਂ ਕੋਈ ਸ਼ਾਪਿੰਗ ਕੀਤੀ ਹੈ? ਨਹੀਂ। ਬੂਟ ਖੋਲੋ, ਕਹਿੰਦਿਆਂ ਕਸਟਮ ਅਫਸਰ ਆਪਣੇ ਕੈਬਨ ਚੋਂ ਬਾਹਰ ਆ ਗਿਆ। ਟੌਮ ਦੇ ਮੂੰਹ ਤੋਂ ਹਵਾਈਆਂ ਉੱਡਣ ਲੱਗੀਆਂ। ਜੈਕੀ ਨੇ ਅੱਖਾਂ ਨਾਲ ਹੀ ਉਸਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਤੇ ਆਪ ਕਾਰ ਵਿੱਚੋਂ ਬਾਹਰ ਆ ਗਈ। ਉਸਨੇ ਬੂਟ ਖੋਲ੍ਹਿਆ। ਆ ਕੁੜੀਆਂ ਦੇ ਬੈਗ ਹੈ ਤੇ ਆ ਸਾਡੇ ਹੈ, ਤੁਸੀਂ ਖੋਲ ਕੇ ਵੇਖਣਾ ਚਾਹੁੰਦੇ ਹੋ? ਜੈਕੀ ਨੇ ਮੁਸਕਰਾਹਟ ਨਾਲ ਕਿਹਾ। ਨਹੀਂ ਮੈਮ, ਇਸ ਦੀ ਕੋਈ ਜ਼ਰੂਰਤ ਨਹੀਂ। ਕਹਿੰਦਿਆਂ ਕਸਟਮ ਅਫਸਰ ਆਪਦੇ ਕੈਬਨ ਵੱਲ ਨੂੰ ਚੱਲ ਪਿਆ। ਜੈਕੀ ਹੱਸਦੀ ਕਾਰ ਵਿੱਚ ਆ ਬੈਠੀ ਤੇ ਟੌਮ ਦੇ ਚਿਹਰੇ ਤੇ ਲਾਲੀ ਚਮਕਣ ਲੱਗੀ। ਉਸਨੇ ਗੱਡੀ ਤੋਰ ਲਈ। ਉਹਨਾਂ ਨੇ ਗੱਡੀ ਮੁੱਖ ਸੜਕ ਤੇ ਪਾ ਲਈ। ਹੁਣ ਟੌਮ ਆਪਣੇ ਆਪ ਨੂੰ ਖਤਰੇ ਤੋਂ ਬਾਹਰ ਸਮਝਣ ਲੱਗਿਆ ਸੀ। ਥੈਂਕ ਯੂ ਲਿੰਡਾ। ਜੈਕੀ ਨੇ ਮੁਸਕਰਾ ਕੇ ਉਸ ਵੱਲ ਵੇਖਿਆ। ਪਹਿਲਾਂ ਤਾਂ ਮੈਂ ਆਪਦੇ ਬॉयਫ੍ਰੈਂਡ ਨੂੰ ਮੈਸੇਜ ਪਾਵਾਂ। ਉਸਨੇ ਫੋਨ ਬੈਗ 'ਚੋਂ ਕੱਢਿਆ ਤੇ ਸਕਾਟ ਨੂੰ ਸਭ ਠੀਕ ਹੈ ਲਿਖ ਦਿੱਤਾ। ਨਾਲ ਹੀ ਘੰਟੇ 1.5 ਘੰਟੇ 'ਚ ਲੰਡਨ ਪਹੁੰਚਣ ਬਾਰੇ ਵੀ ਦੱਸ ਦਿੱਤਾ। ਉਹ ਵੀ ਹੁਣ ਖੁਸ਼ ਸੀ। ਜਦ ਉਹ ਜੈਕੀ ਦੇ ਘਰ ਨੇੜੇ ਪਹੁੰਚੇ ਤਾਂ ਟੌਮ ਨੇ ਉਹਨਾਂ ਨੂੰ ਪੁੱਛਿਆ, ਇਹਨਾਂ ਕੁੜੀਆਂ ਦਾ ਕਿਵੇਂ ਕਰਨਾ? ਤੈਨੂੰ ਘਰੇ ਛੱਡ ਕੇ ਇਹਨਾਂ ਨੂੰ ਮੈਂ ਲੈ ਜਾਊਂ।
मैं रिचमंड जाना, एक अद्धा दिन उत्थे रहना, इन्हां नाल मेरा भी दिल लग्या रहू। ਉਹ शरारती ਜਿਹੀ ਹਾਸੀ ਹੱਸਿਆ। तेरी मर्जी, पर मेरे ख्याल 'ਚ ਇਹ ठीक नहीं। ਪਹਿਲਾਂ ਇਹਨਾਂ ਨੂੰ ਥੋੜਾ ਤਿਆਰ ਕਰਨਾ ਚਾਹੀਦਾ। ਦੂਜੇ ਰਾਤ ਦੇ ਸਮੇਂ ਦੋ ਕੁੜੀਆਂ ਦੇ ਨਾਲ ਹੁੰਦਿਆਂ ਪੁਲਿਸ ਨੂੰ ਸ਼ੱਕ ਪੈ ਸਕਦਾ ਤੇ ਤੈਨੂੰ ਰਸਮੀ ਪੁੱਛਗਿੱਛ ਲਈ ਰੋਕ ਸਕਦੇ ਆ, ਤਲਾਸ਼ੀ ਵੀ ਲੈ ਸਕਦੇ ਆ। ਅੱਜ ਇਹਨਾਂ ਨੂੰ ਮੇਰੇ ਕੋਲੇ ਛੱਡ ਦੇ, ਕੱਲ ਨੂੰ ਇੱਕ ਨੂੰ ਨਾਲ ਲੈ ਕੇ ਆ ਜੀ। ਅੱਗੇ ਤੇਰੀ ਮਰਜ਼ੀ, ਜੈਕੀ ਨੇ ਬੇਪਰਵਾਹੀ ਨਾਲ ਕਿਹਾ। ਜੈਕੀ ਦਾ ਟੌਮ ਤੇ ਪ੍ਰਭਾਵ ਇੱਕ ਲੀਡਰ ਵਰਗਾ ਬਣ ਗਿਆ ਸੀ। ਹੁਣ ਉਹ ਉਸ ਨੂੰ ਪਿੱਛ ਲੱਗ ਨਹੀਂ ਸੀ ਲੱਗਦੀ। ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਬਹੁਤ ਕੁਝ ਬਦਲ ਦਿੱਤਾ ਸੀ। ਠੀਕ ਹੈ, ਮੈਂ ਕੱਲ ਨੂੰ ਫੋਨ ਕਰੂੰ। ਜੈਕੀ ਸਿਰਫ ਮੁਸਕਰਾਈ। ਜੈਕੀ ਦੇ ਘਰ ਅੱਗੇ ਟੌਮ ਨੇ ਗੱਡੀ ਰੋਕ ਦਿੱਤੀ ਤੇ ਉਹ ਕੁੜੀਆਂ ਨੂੰ ਨਾਲ ਲੈ ਕੇ ਘਰ ਵਿੱਚ ਦਾਖਲ ਹੋ ਗਈ। ਜੈਕੀ ਨੇ ਸਕਾਟ ਨੂੰ ਮੈਸੇਜ ਪਾ ਦਿੱਤਾ। ਕੁੜੀਆਂ ਨੂੰ ਉਸਨੇ ਇੱਕ ਕਮਰਾ ਖਾਲੀ ਦੇ ਦਿੱਤਾ ਤੇ ਉਹ ਦੋਵੇਂ ਇੱਕ ਬੈੱਡ ਤੇ ਪੈ ਗਈਆਂ। ਪੁਲਿਸ ਟੌਮ ਦਾ ਪਿੱਛਾ ਕਰ ਰਹੀ ਸੀ। ਟੌਮ ਸਵੇਰ ਦੇ ਕੋਈ 2 ਵਜੇ ਰਿਚਮੰਡ ਪਹੁੰਚਿਆ। ਉਸਦਾ ਘਰ ਸੜਕ ਦੇ ਵਿਚਕਾਰ ਜਿਹੇ ਕਰਕੇ ਸੀ ਤੇ ਇਹ ਇੱਕ ਟੈਰਸ ਪ੍ਰਾਪਰਟੀ ਸੀ। ਉਸਦੇ ਘਰ ਦੇ ਨਾਲ ਲੱਗਦੀ ਗੈਰਾਜ ਵੀ ਸੀ। ਉਸਨੇ ਗੈਰਾਜ ਵਿੱਚ ਗੱਡੀ ਖੜੀ ਕਰ ਦਿੱਤੀ ਤੇ ਸੁੱਖ ਦਾ ਸਾਹ ਲਿਆ। ਆਪਣੇ ਗਾਹਕਾਂ ਨੂੰ ਉਸਨੇ ਮੈਸੇਜ ਪਾ ਦਿੱਤੇ ਤੇ ਪੈਕੇਜ ਲੈਣ ਆਉਣ ਲਈ ਸਮਾਂ ਨਿਸ਼ਚਿਤ ਕਰਨ ਲਈ ਕਿਹਾ। ਆਪ ਉਸਨੇ ਵਿਸਕੀ ਦਾ ਪੈਗ ਪਾਇਆ ਤੇ ਚੁਸਕੀਆਂ ਲੈਣ ਲੱਗਾ। ਪੁਲਿਸ ਨੇ ਉਸਦੇ ਘਰ ਤੋਂ ਕੁਝ ਕੁ ਹਟਵੀਂ ਇੱਕ ਵੈਨ ਖੜੀ ਕਰ ਦਿੱਤੀ। ਇਸ ਵਿੱਚ ਕੈਮਰਾ ਫਿੱਟ ਕੀਤਾ ਹੋਇਆ ਸੀ। ਸੜਕ ਦੇ ਦੋਵਾਂ ਸਿਰਿਆਂ ਤੇ ਪੁਲਿਸ ਪਾਰਟੀਆਂ ਸਾਦੇ ਕੱਪੜਿਆਂ ਵਿੱਚ ਮੌਜੂਦ ਸਨ। ਵਰਦੀਧਾਰੀ ਪੁਲਿਸ ਪਾਰਟੀ ਵੀ ਅਲਰਟ ਸੀ। ਟੌਮ ਦੇ ਘਰ ਦੀ ਪਿਛਲੀ ਸੜਕ ਤੇ ਸਥਿਤ ਘਰਾਂ ਦੇ ਬਗੀਚਿਆਂ ਦੀ ਪਿੱਠ ਇਹਨਾਂ ਘਰਾਂ ਦੇ ਬਗੀਚਿਆਂ ਦੇ ਨਾਲ ਲੱਗਦੀ ਸੀ। ਪੁਲਿਸ ਨੇ ਸਾਰੇ ਆਲੇ ਦੁਆਲੇ ਦਾ ਨਿਰੀਖਣ ਕਰਕੇ ਲੋੜ ਅਨੁਸਾਰ ਟੌਮ ਦੇ ਘਰ ਨੂੰ ਘੇਰ ਲਿਆ। ਸਵੇਰ ਦੇ 4 ਵਜੇ ਇੱਕ ਕਾਰ ਟੌਮ ਦੇ ਘਰ ਦੇ ਬਾਹਰ ਰੁਕੀ। ਇੱਕ ਆਦਮੀ ਜਿਸਨੇ ਸੂਟ ਬੂਟ ਪਹਿਨਿਆ ਹੋਇਆ ਸੀ ਟੌਮ ਦੇ ਘਰ ਵਿੱਚ ਦਾਖਲ ਹੋਇਆ। ਟੌਮ ਨੇ ਸਿਰ ਦਰਵਾਜ਼ੇ ਵਿੱਚੋਂ ਦੀ ਬਾਹਰ ਕੱਢ ਕੇ ਸੜਕ ਦੇ ਦੋਵੇਂ ਪਾਸੇ ਨਜ਼ਰ ਮਾਰੀ। ਸੁੰਨਸਰਾਂ ਰਾਤ ਵਿੱਚ ਕੋਈ ਸੜਕ ਤੇ ਨਹੀਂ ਸੀ। ਅੱਧੇ ਕੁ ਘੰਟੇ ਬਾਅਦ ਆਦਮੀ ਬਾਹਰ ਨਿਕਲਿਆ ਤੇ ਆਪਦੀ ਕਾਰ ਵਿੱਚ ਬਹਿ ਗਿਆ। ਵੈਨ ਵਿੱਚ ਬੈਠੇ ਕੈਮਰਾਮੈਨ ਨੇ ਗੱਡੀ ਦੀ ਜਾਣਕਾਰੀ ਪੁਲਿਸ ਪਾਰਟੀ ਨੂੰ ਦਿੱਤੀ। ਜਦ ਕਾਰ ਸੜਕ ਦੇ ਸਿਰੇ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਘੇਰ ਲਿਆ। ਸਭ ਇੰਨਾ ਅਚਾਨਕ ਵਾਪਰਿਆ ਕਿ ਕਾਰ ਦੇ ਡਰਾਈਵਰ ਤੇ ਨਾਲ ਬੈਠੀ ਸਵਾਰੀ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ। ਉਹਨਾਂ ਨੂੰ ਕਾਰ ਵਿੱਚੋਂ ਕੱਢ ਕੇ ਨੇੜੇ ਹੀ ਖੜੀ ਇੱਕ ਵੈਨ ਵਿੱਚ ਲਿਜਾਇਆ ਗਿਆ ਤੇ ਤਲਾਸ਼ੀ ਲਈ ਗਈ। ਸਵਾਰ ਕੋਲੋਂ 2 ਪੈਕਟ ਮਿਲੇ ਤੇ ਦੋਵਾਂ ਦੇ ਟੈਲੀਫੋਨ ਜ਼ਬਤ ਕੀਤੇ ਗਏ। ਪੁਲਿਸ ਨੇ ਦੋਵਾਂ ਨੂੰ ਪੁਲਿਸ ਸਟੇਸ਼ਨ ਦੇ ਸੈੱਲਾਂ ਵਿੱਚ ਬੰਦ ਕਰ ਦਿੱਤਾ ਤੇ ਨਵੀਂ ਪਾਰਟੀ ਆ ਹਾਜ਼ਰ ਹੋਈ। ਸਵੇਰ ਦੇ 8 ਵਜੇ ਤੱਕ 3 ਆਦਮੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਪਹੁੰਚਾ ਦਿੱਤਾ ਗਿਆ ਤੇ 9 ਵਜੇ ਪੁਲਿਸ ਨੇ ਟੌਮ ਦੇ ਘਰ ਨੂੰ ਘੇਰ ਕੇ ਦਰਵਾਜ਼ਾ ਖੜਕਾਇਆ। ਟੌਮ ਨੇ ਬੈੱਡਰੂਮ ਦੀ ਖਿੜਕੀ ਵਿੱਚੋਂ ਦੀ ਬਾਹਰ ਵੇਖਿਆ ਤਾਂ ਉਸ ਨੂੰ ਸਭ ਕੁਝ ਸਪਸ਼ਟ ਹੋ ਗਿਆ। ਉਹ ਪੌੜੀਆਂ ਉਤਰਿਆ ਤੇ ਕਿਚਨ ਦਾ ਦਰਵਾਜ਼ਾ ਖੋਲ੍ਹ ਕੇ ਬਗੀਚੇ ਵਿੱਚੋਂ ਦੀ ਭੱਜਣ ਲਈ ਬਾਹਰ ਨਿਕਲਿਆ ਤਾਂ ਅੱਗੋਂ 3 ਪੁਲਿਸ ਅਫਸਰਾਂ ਨੇ ਉਸ ਨੂੰ ਦਬੋਚ ਲਿਆ। ਉਸਦਾ ਫੋਨ ਚੈੱਕ ਕੀਤਾ ਤਾਂ 2 ਹੋਰ ਆਦਮੀਆਂ ਦੇ ਆਉਣ ਦੇ ਸੁਨੇਹੇ ਸਨ। ਟੌਮ ਦੇ ਘਰ ਦੀ ਤਲਾਸ਼ੀ ਲਈ ਗਈ। ਗਰਾਜ ਵਿੱਚ ਕਾਰ ਦੇ ਸਪੇਅਰ ਵੀਲ ਵਿੱਚੋਂ ਹਵਾ ਕੱਢੀ ਹੋਈ ਸੀ ਪਰ ਉਸ ਵਿੱਚ ਕੋਈ ਡਰੱਗ ਨਹੀਂ ਸੀ। ਪੁਲਿਸ ਦੀ ਜਾਣਕਾਰੀ ਅਨੁਸਾਰ ਉਸ ਕੋਲ ਹੋਰ ਡਰੱਗ ਵੀ ਸਨ। ਉਹਨਾਂ ਨੇ ਕਾਰ ਦੀ ਤਲਾਸ਼ੀ ਲਈ। ਕਾਰ ਦੇ ਬੂਟ ਦੀ ਦਰੀ ਚੱਕੀ ਤਾਂ ਫਲੋਰ ਤੇ ਟੀਨ ਦੀ ਨਕਲੀ ਪਰਤ ਜੜੀ ਹੋਈ ਸੀ। ਉਸ ਨੂੰ ਖੋਲ੍ਹਿਆ ਤੇ ਕਈ ਪੈਕਟ ਉਹਨਾਂ ਦੇ ਹੱਥ ਲੱਗ ਗਏ। ਕਾਫੀ ਸਾਰਾ ਕੈਸ਼, ਡਰੱਗ ਤੇ ਟੌਮ ਨੂੰ ਲੈ ਕੇ ਪੁਲਿਸ ਚਲੀ ਗਈ। 4 ਅਫਸਰ ਉਸਦੇ ਘਰ ਵਿੱਚ ਆਉਣ ਵਾਲਿਆਂ ਦੀ ਉਡੀਕ ਕਰਨ ਲੱਗੇ। ਉਹਨਾਂ ਵਿੱਚੋਂ ਇੱਕ ਦਬੋਚਿਆ ਗਿਆ ਪਰ ਦੂਜਾ ਕਿਸੇ ਕਾਰਨ ਨਾ ਪਹੁੰਚਿਆ ਤੇ ਬਚ ਗਿਆ। ਇਸ ਦਿਨ ਦੁਪਹਿਰ ਬਾਅਦ ਪੁਲਿਸ ਨੇ ਕਲੱਬ ਵਿੱਚ ਛਾਪਾ ਮਾਰਿਆ ਤੇ ਕਲੱਬ ਨੂੰ ਸੀਲ ਕਰ ਦਿੱਤਾ। ਕਈ ਕੁੜੀਆਂ ਬਰਾਮਦ ਕੀਤੀਆਂ ਗਈਆਂ ਤੇ ਕਲੱਬ ਦੀ ਪਿਛਲੀ ਸੜਕ ਦੇ ਫਲੈਟ ਵਿੱਚੋਂ ਵੀ ਕੁੜੀਆਂ ਬਰਾਮਦ ਹੋਈਆਂ। ਰੰਧਾਵਿਆਂ ਦੇ ਘਰ ਤੇ ਛਾਪੇ ਮਾਰੇ ਤਾਂ ਬੌਬ ਦੌੜ ਗਿਆ ਪਰ ਰੰਧਾਵੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਗਲੇ ਦਿਨਾਂ ਵਿੱਚ ਪੁਲਿਸ ਨੇ ਲੰਡਨ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਤੇ ਇੱਕ ਵੱਡੇ ਖਤਰਨਾਕ ਗਰੋਹ ਨੂੰ ਕਾਬੂ ਕਰ ਲਿਆ। ਪੋਲੈਂਡ ਅਤੇ ਰੋਮਾਨੀਆ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ। ਕੁੜੀਆਂ ਨੂੰ ਪੁਲਿਸ ਨੇ ਡਾਕਟਰੀ ਤੇ ਮਾਨਸਿਕ ਸਹਾਇਤਾ ਲਈ ਸੋਸ਼ਲ ਸਰਵਿਸਿਜ਼ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਭੇਜ ਦਿੱਤਾ। ਬੌਬ ਦਾ ਦੌੜਨਾ ਟੋਨੀ ਨੂੰ ਮਾੜੀ ਖਬਰ ਲੱਗਦੀ ਸੀ। ਟੋਨੀ ਨੇ ਟਰਮੀਨਲ 3 ਤੋਂ ਲੰਡਨ ਲਈ ਅੰਡਰਗਰਾਊਂਡ ਟ੍ਰੇਨ ਲਈ ਉਸਨੇ ਆਪਦੇ ਦੋਨੇ ਟੈਲੀਫੋਨ ਬੰਦ ਕਰ ਦਿੱਤੇ ਸਨ। ਸਭ ਤੋਂ ਪਹਿਲਾਂ ਉਸਨੇ ਫੋਨ ਵਿੱਚ 에ਅਰਪੋਰਟ ਤੋਂ ਨਵਾਂ ਖਰੀਦਿਆ ਸਿਮ ਪਾਇਆ। ਕੈਲੀ ਨੂੰ ਫੋਨ ਕਰਨ ਦੀ ਥਾਂ ਉਸਨੇ ਈਮੇਲ ਪਾ ਕੇ ਆਪਣਾ ਫੋਨ ਬੰਦ ਕਰਨ ਤੇ ਕੁਝ ਕੁ ਜ਼ਰੂਰੀ ਕੱਪੜੇ ਲੈ ਕੇ 4 ਵਜੇ ਤੱਕ ਆਕਸਬ੍ਰਿਜ ਸ਼ਹਿਰ ਦੇ ਅੰਡਰਗਰਾਊਂਡ ਸਟੇਸ਼ਨ ਦੇ ਨੇੜੇ ਬਣੇ ਈਟਿੰਗ ਆਊਟ ਰੈਸਟੋਰੈਂਟ ਵਿੱਚ ਮਿਲਣ ਲਈ ਕਿਹਾ। ਟੋਨੀ ਨੂੰ ਡਰ ਸੀ ਕਿਤੇ ਕੈਲੀ ਨੂੰ ਬੌਬ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਵੈਸੇ ਬੌਬ ਜਾਂ ਰੰਧਾਵੇ ਨੂੰ ਕੈਲੀ ਦੇ ਪਤੇ ਦਾ ਗਿਆਨ ਨਹੀਂ ਸੀ, ਫਿਰ ਵੀ ਸੰਭਵ ਹੋ ਸਕਦਾ ਸੀ ਕਿ ਉਹ ਉਸਦਾ ਪਤਾ ਲੱਭ ਲੈਣ। ਕੁਝ ਮਿੰਟਾਂ ਵਿੱਚ ਟ੍ਰੇਨ ਹੈਮਰਸਮਿਥ ਸਟੇਸ਼ਨ ਤੇ ਜਾ ਕੇ ਰੁਕੀ। ਦੂਜੇ ਸਟੇਸ਼ਨ ਤੇ ਆਕਸਬ੍ਰਿਜ ਜਾਣ ਲਈ ਟ੍ਰੇਨ ਖੜੀ ਸੀ। ਟੋਨੀ ਟ੍ਰੇਨ 'ਚ ਚੜ੍ਹ ਗਿਆ। ਉਸਨੇ ਕੰਪਿਊਟਰ ਤੇ ਹੀ ਹੋਟਲ ਵਿੱਚ ਕਮਰਾ ਬੁਕਿੰਗ ਕਰਾ ਦਿੱਤਾ। ਇਹ ਸਟੇਸ਼ਨ ਤੋਂ 5 ਮਿੰਟ ਦੀ ਪੈਦਲ ਦੂਰੀ ਤੇ ਸੀ। ਅਜੇ ਉਸਨੇ ਬੁਕਿੰਗ ਕੀਤੀ ਹੀ ਸੀ ਕਿ ਕੈਲੀ ਦੀ ਈਮੇਲ ਆ ਗਈ। ਉਹ ਚਿੰਤਾਗ੍ਰਸਤ ਸੀ ਪਰ ਜਲਦੀ ਹੀ ਘਰੋਂ ਨਿਕਲ ਰਹੀ ਸੀ। ਟੋਨੀ ਨੂੰ ਬੇਫਿਕਰੀ ਹੋ ਗਈ। ਸਟੇਸ਼ਨ ਤੇ ਪਹੁੰਚ ਕੇ ਉਹ ਬਿਨਾਂ ਦੇਰੀ ਹੋਟਲ ਪਹੁੰਚ ਗਿਆ ਤੇ ਕਮਰੇ ਦੀ ਚਾਬੀ ਲੈ ਕੇ ਆਪਣਾ ਸਮਾਨ ਟਿਕਾ ਦਿੱਤਾ।
ਆਦਤ ਅਨੁਸਾਰ ਕਮਰੇ ਨੂੰ ਵੇਖਿਆ ਤੇ ਖਿੜਕੀ ਵਿੱਚੋਂ ਦੀ ਬਾਹਰ ਦੇਖਣ ਲੱਗਿਆ। ਘੜੀ ਤੇ 3:30 ਵਜੇ ਸਨ। ਅੱਜ ਦੀਆਂ ਘਟਨਾਵਾਂ ਉਸ ਦੀਆਂ ਅੱਖਾਂ ਸਾਹਮਣੇ ਫੇਰ ਤੋਂ ਘੁੰਮਣ ਲੱਗੀਆਂ। ਟੋਨੀ ਨੂੰ ਭੁੱਖ ਵੀ ਮਹਿਸੂਸ ਹੋ ਰਹੀ ਸੀ। 3:45 ਵਜੇ ਉਹ ਰੈਸਟੋਰੈਂਟ ਵੱਲ ਤੁਰ ਪਿਆ। ਉਸਨੇ 버ਗਰ ਦਾ ਆਰਡਰ ਕੀਤਾ ਤੇ 버ਗਰ ਦੇ ਨਾਲ ਹੀ ਕੈਲੀ ਨੂੰ ਉਡੀਕਣ ਲੱਗਾ। 버ਗਰ ਤੇ ਕੋਕ ਪੀ ਕੇ ਉਸਨੇ ਫੇਰ ਤੋਂ ਘੜੀ ਵੇਖੀ। 4:15 ਹੋ ਗਏ ਸਨ, ਪਰ ਕੈਲੀ ਅਜੇ ਪਹੁੰਚੀ ਨਹੀਂ ਸੀ। ਉਸਨੂੰ ਬੇਚੈਨੀ ਮਹਿਸੂਸ ਹੋਣ ਲੱਗੀ। ਦੂਜੇ ਪਾਸੇ ਉਹ ਸਕਾਟ ਨਾਲ ਵੀ ਗੱਲ ਕਰਨੀ ਚਾਹੁੰਦਾ ਸੀ। ਉਸਨੇ ਬੇਚੈਨੀ ਵਿੱਚ ਹੀ ਬਾਹਰ ਜਾਣ ਬਾਰੇ ਸੋਚਿਆ। ਕੁਝ ਸੋਚ ਕੇ ਉਹ ਬੈਠਾ ਰਿਹਾ। ਰੈਸਟੋਰੈਂਟ ਵਿੱਚ ਕੁਝ ਕੁ ਲੋਕ ਸਨ। ਇੰਨੀ ਜਲਦੀ ਬੌਬ ਦੇ ਬੰਦੇ ਇੱਥੇ ਨਹੀਂ ਪਹੁੰਚ ਸਕਦੇ ਸਨ, ਇਸ ਦਾ ਉਸਨੂੰ ਯਕੀਨ ਸੀ। ਫਿਰ ਵੀ ਉਹ ਚਤੰਨ ਰਹਿਣਾ ਚਾਹੁੰਦਾ ਸੀ। ਕੈਲੀ ਦੀ ਸ਼ਕਲ ਦਿਸੀ ਤਾਂ ਉਸਦਾ ਚਿਹਰਾ ਚਮਕ ਪਿਆ। ਕੁਝ ਖਾਣਾ? ਨਹੀਂ। ਪਰ ਟੋਨੀ ਨੇ ਉਸਦਾ ਬੈਗ ਫੜ ਲਿਆ ਤੇ ਬਾਹਰ ਨਿਕਲ ਆਇਆ। ਹੋਟਲ ਦੇ ਕਮਰੇ ਵਿੱਚ ਉਸਨੇ ਸਾਰੀ ਕਥਾ ਕਹਿ ਸੁਣਾਈ। ਕੁੜੀ ਦਾ ਫਿਕਰ ਹੋਰ ਵੱਧ ਗਿਆ। ਉਸਨੇ ਟੀਵੀ ਔਨ ਕਰ ਦਿੱਤਾ ਤੇ ਉਹਨਾਂ ਦੀ ਗੱਲਬਾਤ ਬਾਹਰ ਨਾ ਸੁਣ ਸਕੇ। ਟੋਨੀ ਨੇ ਸਕਾਟ ਨੂੰ ਈਮੇਲ ਪਾਈ ਤੇ ਆਪਦਾ ਨਵਾਂ ਨੰਬਰ ਲਿਖ ਦਿੱਤਾ। ਜਲਦੀ ਤੋਂ ਜਲਦੀ ਫੋਨ ਕਰਨ ਦੀ ਉਸਨੂੰ ਤਾਕੀਦ ਕੀਤੀ ਤੇ ਉਸਦਾ ਫੋਨ ਉਡੀਕਣ ਬਿਨਾਂ ਉਹ ਕੁਝ ਹੋਰ ਨਹੀਂ ਸੀ ਕਰ ਸਕਦਾ ਤੇ ਉਹ ਕੈਲੀ ਲਈ ਚਾਹ ਬਣਾਉਣ ਲੱਗਿਆ। ਅੱਧੇ ਘੰਟੇ ਬਾਅਦ ਉਸਦੇ ਫੋਨ ਦੀ ਘੰਟੀ ਵੱਜੀ। ਸਕਾਟ ਦੀ ਕਾਲ ਸੀ। ਮੇਰੇ ਕੋਲ ਬਹੁਤ ਜ਼ਰੂਰੀ ਜਾਣਕਾਰੀ ਹੈ ਜੋ ਮੈਂ ਤੈਨੂੰ ਦੇਣੀ ਚਾਹੁੰਦਾ। ਗੈਰੀ ਦੇ ਕਾਤਲ ਦਾ ਪਤਾ ਲੱਗ ਗਿਆ। ਕੀ ਮਤਲਬ? ਤੂੰ ਕਿੱਥੇ ਆ? ਮੇਰੇ ਤੇ ਅੱਜ ਬੌਬ ਨੇ ਹਮਲਾ ਕੀਤਾ ਸੀ ਤੇ ਮੈਂ ਬਚ ਗਿਆ। ਮੈਂ ਆਪਣਾ ਫਲੈਟ ਛੱਡ ਕੇ ਕਿਤੇ ਹੋਰ ਪਹੁੰਚ ਗਿਆ ਤੇ ਸੁਰੱਖਿਅਤ ਹਾਂ। ਤੈਨੂੰ ਸ਼ਾਇਦ ਪਤਾ ਨਾ ਹੋਵੇ, ਟੌਮ ਤੇ ਰੰਧਾਵਾ ਸਾਡੀ ਹਿਰਾਸਤ ਵਿੱਚ ਨੇ ਤੇ ਅਜੇ ਬੌਬ ਭਗੌੜਾ ਏ। ਇਸ ਵੇਲੇ ਕਲੱਬ ਵਿੱਚ ਵੀ ਰੇਡ ਹੋ ਚੁੱਕੀ ਹੈ। ਮੈਂ ਤੈਨੂੰ 8 ਵਜੇ ਮਿਲ ਸਕਦਾ। ਤੂੰ ਆਪਦਾ ਐਡਰੈਸ ਭੇਜ। ਠੀਕ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਚੰਗੀ ਖਬਰ ਹੈ ਡਾਰਲਿੰਗ। ਲੱਗਦਾ ਰੰਧਾਵਿਆਂ ਦਾ ਖੇਲ ਖਤਮ ਹੋ ਚੁੱਕਿਆ। ਬੌਬ ਦਾ ਦੌੜ ਜਾਣਾ ਮਾੜੀ ਗੱਲ ਹੈ, ਪਰ ਕਿੱਥੇ ਭੱਜੇਗਾ। ਟੋਨੀ ਨੇ ਖੁਸ਼ੀ ਵਿੱਚ ਕੈਲੀ ਨੂੰ ਚੁੰਮ ਲਿਆ। ਉਸਦੇ ਸਿਰ ਤੋਂ ਕਾਫੀ ਭਾਰ ਲੈ ਗਿਆ ਸੀ। ਹੁਣ ਉਹ ਸਕਾਟ ਦੀ ਹੋਰ ਵੀ ਉਤਸੁਕਤਾ ਨਾਲ ਉਡੀਕਣ ਲੱਗਾ। 8 ਵਜੇ ਸਕਾਟ ਦਾ ਫੋਨ ਆਇਆ। ਉਸਨੇ ਦੱਸਿਆ ਉਹ 15 ਮਿੰਟਾਂ ਵਿੱਚ ਉਸ ਕੋਲੇ ਪਹੁੰਚ ਰਿਹਾ ਸੀ ਤੇ ਉਸ ਨਾਲ ਐਨਾ ਵੀ ਹੈ। ਟੋਨੀ ਨੂੰ ਹੁਣ ਬਹੁਤਾ ਖਤਰਾ ਨਹੀਂ ਸੀ ਲੱਗਦਾ। ਬੌਬ ਆਪਦੀ ਜਾਨ ਬਚਾਉਣ 'ਚ ਭੱਜਿਆ ਫਿਰਦਾ ਹੋਵੇਗਾ। ਉਸਨੂੰ ਲੱਭਣ ਲਈ ਉਸ ਕੋਲ ਹੁਣ ਫੁਰਸਤ ਨਹੀਂ ਸੀ। ਉਸਨੇ ਕਮਰੇ ਦਾ 318 ਨੰਬਰ ਸਕਾਟ ਨੂੰ ਦੱਸ ਦਿੱਤਾ। ਸਕਾਟ ਨੇ ਹੋਟਲ ਵਿੱਚ ਪਹੁੰਚ ਕੇ ਉਸਨੂੰ ਫੇਰ ਫੋਨ ਕੀਤਾ। ਟੋਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਸਕਾਟ ਤੇ ਐਨਾ ਨੂੰ ਲਿਫਟ ਵਿੱਚੋਂ ਬਾਹਰ ਨਿਕਲਦਿਆਂ ਵੇਖਿਆ। ਉਹਨਾਂ ਨੇ ਹੱਥ ਮਿਲਾਏ ਤੇ ਕਮਰੇ ਵਿੱਚ ਚਲੇ ਗਏ। ਕੁਰਸੀ ਤੇ ਬੈਠਦਿਆਂ ਸਕਾਟ ਨੇ ਸਾਰੀ ਕਹਾਣੀ ਬਿਆਨ ਕੀਤੀ। ਜੈਕੀ ਬਾਰੇ ਉਸਨੇ ਕੁਝ ਨਾ ਕਿਹਾ। ਜੈਕੀ ਠੀਕ ਹੈ? ਟੋਨੀ ਨੇ ਸਵਾਲ ਕੀਤਾ ਤੇ ਸਕਾਟ ਹੈਰਾਨ ਹੋ ਗਿਆ। ਹਾਂ, ਤੂੰ ਦੱਸ ਕੀ ਜਾਣਕਾਰੀ ਹੈ? ਟੋਨੀ ਨੇ ਰੰਧਾਵੇ ਦੇ ਕੈਮਰੇ ਦੀ ਚਿੱਪ ਨੂੰ ਕੰਪਿਊਟਰ ਤੋਂ ਡਾਊਨਲੋਡ ਕਰ ਲਿਆ ਹੋਇਆ ਸੀ। ਉਸਨੇ ਮੇਜ਼ ਤੇ ਕੰਪਿਊਟਰ ਰੱਖਿਆ ਤੇ ਉਹਨਾਂ ਨੂੰ ਦਿਖਾਉਣ ਲੱਗਿਆ। ਇੱਕ ਕਾਲੇ ਰੰਗ ਦੀ ਕਾਰ 8:22 ਤੇ ਰੰਧਾਵੇ ਦੀ ਡਰਾਈਵ ਵਿੱਚ ਦਾਖਲ ਹੁੰਦੀ ਹੈ। ਟੌਮ ਕਾਰ 'ਚੋਂ ਬਾਹਰ ਨਿਕਲਦਾ ਹੈ ਤੇ ਰੰਧਾਵਾ ਉਸ ਤੋਂ ਪਹਿਲਾਂ ਹੀ ਘਰੋਂ ਬਾਹਰ ਨਿਕਲ ਕੇ ਉਸ ਕੋਲ ਪਹੁੰਚ ਜਾਂਦਾ ਹੈ। ਬੌਬ ਜੌਗਿੰਗ ਸੂਟ ਪਹਿਨੀ ਆਉਂਦਾ ਹੈ। ਉਹ ਟੌਮ ਨੂੰ ਕੋਈ ਚੀਜ਼ ਉਸਦੇ ਹੱਥ 'ਚ ਫੜਾਉਂਦਾ ਹੈ ਤੇ 1.5 ਫੁੱਟ ਲੋਹੇ ਦੀ ਬਾਰ ਉਸਨੂੰ ਆਪਣੀ ਕੱਛ ਹੇਠੋਂ ਕੱਢ ਕੇ ਫੜਾ ਦਿੰਦਾ ਹੈ। ਟੌਮ ਉਸ ਡੰਡੇ ਨੂੰ ਆਪਦੇ ਕੋਟ ਅੰਦਰ ਲੁਕਾ ਲੈਂਦਾ ਹੈ। ਉਹ ਆਪਣੀ ਮੁੱਠੀ ਖੋਲ੍ਹਦਾ ਤਾਂ ਇੱਕ ਡਿਜੀਟਲ ਕੁੰਜੀ ਉਸਦੇ ਹੱਥ ਵਿੱਚ ਦਿਸਦੀ ਹੈ। ਉਹ ਕੋਈ ਗੱਲਾਂ ਵੀ ਕਰਦੇ ਹਨ ਪਰ ਸੁਣਦੀਆਂ ਨਹੀਂ। ਰੰਧਾਵਾ ਆਪਦੀ ਕਾਰ 'ਚ ਬਹਿ ਜਾਂਦਾ, ਟੌਮ ਆਪਦੀ ਕਾਰ 'ਚ। ਇਸ ਵੇਲੇ 8:27 ਦਾ ਸਮਾਂ ਹੈ। ਟੌਮ ਆਪਣੀ ਕਾਰ ਗੈਰੀ ਦੇ ਘਰ ਵੱਲ ਮੋੜਦਾ ਹੈ। ਉਸ ਕਾਰ ਦੀ ਰਜਿਸਟ੍ਰੇਸ਼ਨ ਪਲੇਟ ਤੇ ਲਿਖਿਆ ਨੰਬਰ ਸਾਫ਼ ਦਿਸਦਾ ਹੈ। ਗੈਰੀ ਜੌਗਿੰਗ ਕਰਦਾ ਘਰ ਵਿੱਚੋਂ ਨਿਕਲ ਕੇ ਦੂਜੇ ਪਾਸੇ ਨੂੰ ਮੁੜ ਜਾਂਦਾ। ਰੰਧਾਵਾ ਸ਼ਾਇਦ ਜਿਮ ਨੂੰ ਚਲਿਆ ਗਿਆ ਹੈ। ਟੋਨੀ ਨੇ ਪਹਿਲਾਂ ਉਸਨੂੰ ਭੇਜੀ ਗੁਆਂਢੀ ਦੀ CCTV ਫਿਲਮ ਵੀ ਦਿਖਾਈ, ਜਿਸ ਵਿੱਚ ਕਾਰ ਦੀ ਪੂਰੀ ਫੋਟੋ ਨਹੀਂ ਹੈ ਪਰ ਕਾਰ ਦੀ ਨਿਸ਼ਾਨੀ ਸਾਫ਼ ਦਿਸਦੀ ਹੈ। ਟੌਮ ਗੈਰੀ ਦੇ ਘਰ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਉਸਦੇ ਕੱਪੜੇ ਦੋਵਾਂ ਫਿਲਮਾਂ ਵਿੱਚ ਉਹੀ ਹਨ, ਸਿਰਫ ਉਸਨੇ ਹੁੱਡ ਲਿਆ ਹੋਇਆ ਹੈ। ਸਮਾਂ 8:39 ਹੈ। ਪਰ ਤੇਰੇ ਕੋਲੇ ਰੰਧਾਵੇ ਦੇ ਘਰ ਦਾ CCTV ਦਾ ਚਿੱਪ ਆਇਆ ਕਿਵੇਂ? ਸਕਾਟ ਨੇ ਟੋਨੀ ਵੱਲ ਹੈਰਾਨੀ ਨਾਲ ਵੇਖਦਿਆਂ ਪੁੱਛਿਆ। ਟੋਨੀ ਨੇ ਸਾਰੀ ਕਹਾਣੀ ਸੁਣਾ ਦਿੱਤੀ। ਰੰਧਾਵਿਆਂ ਦੇ ਅਕਾਊਂਟ ਵਾਲੀ ਜਾਣਕਾਰੀ ਉਸਨੇ ਆਪਣੇ ਕੋਲ ਹੀ ਰੱਖੀ। ਟੋਨੀ, ਕੰਮ ਤਾਂ ਤੂੰ ਵੀ ਗੈਰ ਕਾਨੂੰਨੀ ਕੀਤਾ। ਮੈਂ ਆਪਣਾ ਗੁਨਾਹ ਮੰਨਣ ਨੂੰ ਤਿਆਰ ਹਾਂ। ਰੰਧਾਵੇ ਨੂੰ ਜੇਲ੍ਹ ਭੇਜਣ ਲਈ ਮੈਂ ਸਜ਼ਾ ਭੁਗਤਣ ਨੂੰ ਸਸਤਾ ਸੌਦਾ ਮੰਨਦਾ। ਸਕਾਟ ਨੇ ਉਸਦੇ ਮੋਢੇ ਨੂੰ ਥਪਥਪਾਇਆ ਤੇ ਮੁਸਕਰਾ ਕੇ ਆਪਦਾ ਕੋਟ ਚੱਕ ਲਿਆ। ਟੋਨੀ, ਥੈਂਕਸ। ਇੱਕੋ ਗੱਲ ਹੈ, ਗੈਰੀ ਨੂੰ ਕਤਲ ਕਰਨ ਦਾ ਕੁਝ ਸਮਝ ਨਹੀਂ ਆ ਰਿਹਾ। ਤੂੰ ਫਿਕਰ ਨਾ ਕਰੀ। ਟੌਮ ਤੋਂ ਸਖਤੀ ਨਾਲ ਪੁੱਛ-ਗਿੱਛ ਕਰਕੇ ਪਤਾ ਲੱਗ ਸਕਦਾ। ਮੈਨੂੰ ਲੱਗਦਾ ਟੌਮ ਦਾ ਹਾਲ ਵੀ ਮੇਰੇ ਡੈਡ ਵਾਲਾ ਹੋਣਾ। ਸਕਾਟ ਨੇ ਫੇਰ ਟੋਨੀ ਵੱਲ ਨੀਝ ਲਾ ਕੇ ਵੇਖਿਆ। ਤੇਰੇ ਡੈਡ ਵਾਲਾ? ਮੇਰਾ ਡੈਡ ਰੰਧਾਵੇ ਦਾ ਅਕਾਊਂਟੈਂਟ ਸੀ, ਹੈਰੀ ਸਮਿਥ। ਮੈਨੂੰ ਤੇਰੇ ਨਾਲ ਹਮਦਰਦੀ ਹੈ ਟੋਨੀ। ਇਸ ਵਾਰ ਰੰਧਾਵੇ ਦਾ ਬਚਾਅ ਬਹੁਤ ਮੁਸ਼ਕਿਲ ਹੈ। ਸਕਾਟ ਤੇ ਐਨ ਦੋਵੇਂ ਹੀ ਨਰਮੀ ਨਾਲ ਟੋਨੀ ਨੂੰ ਵੇਖਣ ਲੱਗੇ ਤੇ ਕੁਝ ਦੇਰ ਬਾਅਦ ਚਲੇ ਗਏ। ਰੰਧਾਵੇ ਦੇ ਕੈਮਰੇ ਦੀ ਚਿੱਪ ਸਕਾਟ ਨੇ ਲੈ ਲਈ ਸੀ। ਦੂਜੇ ਦਿਨ ਸਕਾਟ ਨੇ ਪੁਲਿਸ ਟੀਮ ਰੰਧਾਵੇ ਦੇ ਘਰ ਭੇਜੀ, ਜਿਨ੍ਹਾਂ ਨੇ ਤਲਾਸ਼ੀ ਲਈ ਤੇ ਰੰਧਾਵੇ ਦੇ ਕੈਮਰੇ ਵਿੱਚੋਂ ਚਿੱਪ ਵੀ ਕੱਢ ਲਿਆਂਦੀ। ਇਹ ਸਭ ਕਾਨੂੰਨੀ ਕਾਰਵਾਈ ਸੀ। ਟੋਨੀ ਵਾਲੀ ਚਿੱਪ ਹੁਣ ਪੁਲਿਸ ਨੇ ਆਪਦੇ ਰਿਕਾਰਡ ਵਿੱਚ ਨੋਟ ਕਰ ਲਈ ਸੀ। ਟੋਨੀ ਦਾ ਉਸ ਵਿੱਚ ਕੋਈ ਹੱਥ ਨਹੀਂ ਸੀ। ਸਕਾਟ ਰੰਧਾਵੇ ਤੇ ਟੋਨੀ ਦੀ ਪੁੱਛਗਿੱਛ ਬਾਰੇ ਸੋਚ ਰਿਹਾ ਸੀ। ਬੌਬ ਦਾ ਦੌੜ ਜਾਣਾ ਸਕਾਟ ਨੂੰ ਪਰੇਸ਼ਾਨ ਕਰ ਰਿਹਾ ਸੀ। ਉਹ ਅਪਰਾਧੀ ਸੋਚ ਦਾ ਬੰਦਾ ਸੀ ਤੇ ਅਪਰਾਧੀ ਸੋਚ ਦਾ ਬੰਦਾ ਜਿੱਥੇ ਵੀ ਜਾਵੇ ਅਪਰਾਧ ਨੂੰ ਹੀ ਆਪਦੀ ਦੁਨੀਆ ਬਣਾਵੇਗਾ।
ਪਹਿਲਾਂ ਪੁਲਿਸ ਨੇ ਬੌਬ ਦੇ ਘਰ ਤੇ ਛਾਪਾ ਮਾਰਿਆ ਪਰ ਉਹ ਘਰ ਨਾ ਮਿਲਿਆ। ਕੈਸ਼ ਐਂਡ ਕੈਰੀ ਸੀਲ ਕਰ ਦਿੱਤੀ ਗਈ ਸੀ ਤੇ VAT ਤੇ ਟੈਕਸ ਆਫਿਸ ਨੂੰ ਪ੍ਰਾਪਤ ਡਾਕੂਮੈਂਟ ਭੇਜ ਦਿੱਤੇ ਗਏ ਸਨ। VAT ਦਾ ਫਰਾਡ ਉਹਨਾਂ ਨੇ ਹੀ ਚੈੱਕ ਕਰਨਾ ਸੀ। ਬੌਬ ਨੂੰ ਫੜਨ ਲਈ ਉਹਨਾਂ ਨੇ ਕਈ ਥਾਵਾਂ ਤੇ ਕੈਮਰੇ ਚੈੱਕ ਕੀਤੇ ਪਰ ਉਸ ਦਾ ਕੋਈ ਸੁਰਾਗ ਨਹੀਂ ਸੀ ਮਿਲਿਆ। ਉਸ ਦੀ ਪਤਨੀ ਤੇ ਘਰ ਦੇ ਟੈਲੀਫੋਨ ਵੀ ਉਹਨਾਂ ਨੇ ਟੈਪ ਕੀਤੇ। ਬੌਬ ਦਾ ਕੋਈ ਫੋਨ ਨਹੀਂ ਸੀ ਆਇਆ, ਨਾ ਹੀ ਉਸ ਦਾ ਪਾਸਪੋਰਟ ਪੁਲਿਸ ਦੇ ਹੱਥ ਲੱਗਿਆ ਸੀ। ਉਸ ਦੀ ਪਤਨੀ ਨੇ ਵੀ ਪਾਸਪੋਰਟ ਬਾਰੇ ਅਣਜਾਣਤਾ ਪ੍ਰਗਟ ਕੀਤੀ। ਪੁਲਿਸ ਨੇ ਏਅਰਪੋਰਟਾਂ, ਬੰਦਰਗਾਹਾਂ ਤੇ ਬੌਬ ਦੀ ਜਾਣਕਾਰੀ ਭੇਜ ਦਿੱਤੀ ਸੀ। ਜੇ ਉਹ ਦੇਸ਼ ਛੱਡ ਕੇ ਕਿਧਰੇ ਜਾਣ ਦਾ ਯਤਨ ਕਰੇਗਾ ਤੇ ਪਕੜਿਆ ਜਾਵੇਗਾ, ਅਜਿਹਾ ਪੁਲਿਸ ਦਾ ਵਿਸ਼ਵਾਸ ਸੀ। ਪਰ 3 ਦਿਨ ਬੀਤ ਗਏ ਸਨ, ਕੋਈ ਜਾਣਕਾਰੀ ਉਹਨਾਂ ਦੇ ਹੱਥ ਨਹੀਂ ਸੀ ਲੱਗੀ। ਸਕਾਟ ਦਾ ਖਿਆਲ ਬਹੁਤਾ ਆਇਰਲੈਂਡ ਵੱਲ ਸੀ। ਉੱਤਰੀ ਤੇ ਦੱਖਣੀ ਆਇਰਲੈਂਡ ਦੀ ਸਰਹੱਦ ਤੇ ਕੋਈ ਚੈਕਿੰਗ ਨਹੀਂ ਸੀ। ਸੈਂਕੜੇ ਲੋਕ ਹਰ ਰੋਜ਼ ਇੱਕ ਤੋਂ ਦੂਜੇ ਪਾਸੇ ਜਾਂਦੇ ਸਨ, ਕੰਮ ਵੀ ਕਰਦੇ ਤੇ ਵਪਾਰ ਵੀ। ਰਿਸ਼ਤੇਦਾਰ ਵੀ ਦੋਵੇਂ ਪਾਸੇ ਰਹਿੰਦੇ। ਦੱਖਣੀ ਆਇਰਲੈਂਡ ਯੂਰਪ ਵਿੱਚ ਸੀ ਤੇ ਉੱਤਰੀ UK ਵਿੱਚ। ਬਹੁਤ ਸੰਭਵ ਸੀ ਬੌਬ ਦੱਖਣੀ ਆਇਰਲੈਂਡ ਪਹੁੰਚ ਕੇ ਉੱਥੋਂ ਜਹਾਜ਼ ਜਾਂ ਫੈਰੀ ਲੈ ਸਕਦਾ ਸੀ ਜਾਂ ਭਾਰਤ, ਕੈਨੇਡਾ ਵਗੈਰਾ ਲਈ ਫਲੈਟ ਲੈ ਸਕਦਾ ਸੀ। ਉਸਦੇ ਫੜੇ ਜਾਣ ਦੇ ਮੌਕੇ ਅੱਧੋ ਅੱਧ ਸਨ। ਜੇ ਉਸਨੇ ਕਿਸੇ ਤਰ੍ਹਾਂ ਪਾਸਪੋਰਟ ਬਦਲ ਲਿਆ ਹੋਇਆ ਜਾਂ ਯੂਰਪ ਤੋਂ ਚੋਰੀ ਆਉਂਦੇ ਹਜ਼ਾਰਾਂ ਲੋਕਾਂ ਵਾਂਗ ਯੂਰਪ ਵਿੱਚ ਜਾਂ ਮਿਡਲ ਈਸਟ ਵਗੈਰਾ ਜਾਣ ਦਾ ਯਤਨ ਕੀਤਾ ਤਾਂ ਉਸਦੀ ਸਫਲਤਾ ਦੇ ਬਹੁਤ ਮੌਕੇ ਸਨ। ਇੱਕ ਗੱਲ ਸੀ ਕਿ ਉਸਦਾ ਪਰਿਵਾਰ ਇੱਥੇ ਸੀ। ਬੱਚਿਆਂ ਨੂੰ ਪਿੱਛੇ ਛੱਡ ਕੇ ਜਾਣਾ ਬਹੁਤ ਮੁਸ਼ਕਲ ਸੀ। ਵੈਸੇ ਉਹ ਆਮ ਆਦਮੀ ਨਹੀਂ ਸੀ। ਰਾਜੂ ਤੇ ਸ਼ੋਭਾ ਦੇ ਘਰ ਆਉਣ ਨਾਲ ਪ੍ਰੀਤੋ ਤੇ ਨਾਜਰ ਦੀ ਜ਼ਿੰਦਗੀ ਬਦਲ ਗਈ ਸੀ। ਉਹ ਜੋਬਨ, ਜਿਸ ਨੂੰ ਸਾਰੇ ਜੋ ਕਹਿੰਦੇ ਸਨ, ਨੂੰ ਸਕੂਲ ਛੱਡ ਕੇ ਆਉਂਦੇ, ਲੈ ਆਉਂਦੇ ਤੇ ਉਸ ਨਾਲ ਉਹਨਾਂ ਦਾ ਸਾਰਾ ਦਿਨ ਦਿਲ ਪਰਚਿਆ ਰਹਿੰਦਾ। ਜੋ ਉਹਨਾਂ ਨਾਲ ਰਹਿੰਦਾ ਹੋਣ ਕਰਕੇ ਸੋਹਣੀ ਪੰਜਾਬੀ ਬੋਲ ਲੈਂਦਾ। ਉਸਦੀ ਮਜਬੂਰੀ ਵੀ ਸੀ। ਦਾਦਾ ਦਾਦੀ ਨੂੰ ਅੰਗਰੇਜ਼ੀ ਨਾ ਆਉਣ ਕਰਕੇ ਉਸ ਨੂੰ ਉਹਨਾਂ ਨਾਲ ਪੰਜਾਬੀ ਬੋਲਣੀ ਪੈਂਦੀ। ਲੈ ਦੱਸ, ਇੱਕ ਗੈਰੀ ਹੈ, ਉਹਨੂੰ ਤਾਂ ਪੰਜਾਬੀ ਦਾ ਨਾਂ ਵੀ ਨਹੀਂ ਲੈਣਾ ਆਉਂਦਾ। ਚਲੋ ਉਹ ਜਾਣੇ, ਜੋ ਤਾਂ ਪੰਜਾਬੀ ਬੋਲਦਾ ਹੀ ਹੈ। ਹੁਣ ਤਾਂ ਸ਼ੋਭਾ ਵੀ ਕੋਈ ਰਾਤਣ ਨਹੀਂ ਲੱਗਦੀ। ਪ੍ਰੀਤੋ ਤੇ ਨਾਜਰ ਗੱਲਾਂ ਕਰਦੇ। ਉਹਨਾਂ ਨੂੰ ਗੈਰੀ ਦੇ ਪੰਜਾਬੀ ਨਾ ਬੋਲ ਸਕਣ ਦਾ ਝੋਰਾ ਲੱਗਿਆ ਰਹਿੰਦਾ, ਪਰ ਉਹ ਕੁਝ ਕਰ ਨਹੀਂ ਸਨ ਸਕਦੇ। ਇਹ ਕੰਟਰੀ ਤਾਂ ਮਿੱਠੀ ਜੇਲ੍ਹ ਹੈ। ਕਿਸੇ ਨੇ ਬੰਨ੍ਹ ਕੇ ਆਪਾਂ ਨੂੰ ਤਾਂ ਰੱਖਿਆ ਨਹੀਂ। 4 ਪੈਸੇ ਕਮਾ ਕੇ ਪਿੱਛੇ ਵੀ ਤਾਂ ਜਾ ਹੀ ਸਕਦੇ ਸੀ। ਚਲੇ ਜਾਂਦੇ ਤਾਂ ਨਿਆਣੇ ਬਚਾ ਲੈਂਦੇ। ਨਾਜਰ ਇਹੋ ਗੱਲਾਂ ਯਾਰਾਂ ਮਿੱਤਰਾਂ ਵਿੱਚ ਵੀ ਕਰਦਾ ਤਾਂ ਮਾਸਟਰ ਦੀ ਉਹਦੇ ਨਾਲ ਸਹਿਮਤੀ ਹੁੰਦੀ। ਨਾਜਰ ਸਿਆਂ, ਜੇ ਪਿੱਛੇ ਚਲੇ ਵੀ ਜਾਂਦੇ ਤਾਂ ਤੁਸੀਂ ਉੱਥੇ ਰਹਿ ਨਹੀਂ ਸਕਣਾ। ਗੱਲ ਸਿਰਫ ਪੈਸਿਆਂ ਦੀ ਨਹੀਂ, ਸਮੁੱਚੀ ਜੀਵਨ ਜਾਂਚ ਦੀ ਹੈ। ਇੱਥੇ ਸਿਹਤ ਸਿੱਖਿਆ, ਚੰਗਾ ਵਾਤਾਵਰਨ, ਸਾਫ਼ ਭੋਜਨ, ਲਾਅ ਐਂਡ ਆਰਡਰ, ਜਾਇਜ਼ ਕੰਮ ਟੈਲੀਫੋਨ ਤੇ ਹੀ ਹੋ ਜਾਂਦਾ। ਤੂੰ ਦੱਸ, ਪੰਜਾਬ ਵਿੱਚ ਇਹ ਸਭ ਮਿਲ ਸਕਦਾ? ਕਦੇ ਵੀ ਨਹੀਂ। ਤੁਸੀਂ ਪੈਸਿਆਂ ਨਾਲ ਪਦਾਰਥ ਤਾਂ ਖਰੀਦ ਸਕਦੇ ਆ, ਪਰ ਸਾਫ਼ ਹਵਾ ਪਾਣੀ ਨਹੀਂ ਖਰੀਦ ਸਕਦੇ। ਕਰਪਸ਼ਨ ਨੂੰ ਬੰਦ ਨਹੀਂ ਕਰਾ ਸਕਦੇ। ਸਾਲ 'ਚ ਤੁਸੀਂ ਵਾਪਸ ਭੱਜ ਆਉਣਾ ਸੀ। ਮਾਸਟਰ ਜੀ, ਆਪਣੀਆਂ ਤਾਂ ਜੜ੍ਹਾਂ ਹੀ ਉੱਥੋਂ ਪੱਟੀਆਂ ਗਈਆਂ। ਪੈਬ ਨੇ ਤਾਂ ਹੁਣ ਉੱਥੇ ਜਾਣਾ ਹੀ ਨਹੀਂ। ਉਹਨਾਂ ਨੇ ਉੱਥੇ ਛੁੱਟੀਆਂ ਕੱਟਣ ਵੀ ਨਹੀਂ ਜਾਣਾ। ਨਿਆਣੇ ਤਾਂ ਗਵਾਚ ਹੀ ਗਏ ਨਾ। ਤਸਵੀਰ ਦਾ ਦੂਜਾ ਪਾਸਾ ਵੀ ਹੈ। ਉਹਨਾਂ ਦੀਆਂ ਜੜ੍ਹਾਂ ਇੱਥੇ ਲੱਗ ਗਈਆਂ। ਬਥੇਰੇ ਪੰਜਾਬੀ ਕਲਕੱਤੇ, ਦਿੱਲੀ ਵਗੈਰਾ ਕੰਮਾਂ ਖਾਤਰ ਗਏ। ਉਹਨਾਂ ਦੇ ਬੱਚੇ ਵੀ ਉੱਥੇ ਜੱਗੇ ਰਹਿ ਗਏ। ਫਰਕ ਕੀ ਆ? ਮਨੁੱਖ ਨੂੰ ਜ਼ਿੰਦਗੀ ਦੀਆਂ ਚੰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ, ਜਿੱਥੇ ਵੀ ਹੋਣ। ਠੀਕ ਹੈ, ਇਹ ਗੱਲਾਂ ਨਾਜਰ ਦੇ ਮਨ ਨਾਲ ਲੱਗਦੀਆਂ। ਉਹਨਾਂ ਨੂੰ ਇਹ ਠੀਕ ਤਾਂ ਲੱਗਦੀਆਂ, ਪਰ ਮਨ ਨੂੰ ਪਾਉਂਦੀਆਂ ਨਾ। ਉਸ ਨੂੰ ਅਫਸੋਸ ਹੁੰਦਾ। ਪਰ ਜਦੋਂ ਉਹ ਪੰਜਾਬ ਵਿੱਚ ਹੋਰ ਤਾਂ ਹੋਰ ਡਾਕਟਰਾਂ ਵੱਲੋਂ ਵੀ ਲੋਕਾਂ ਦੀ ਕੀਤੀ ਜਾਂਦੀ ਅੰਨੀ ਲੁੱਟ ਦੀਆਂ ਕਹਾਣੀਆਂ ਸੁਣਦਾ ਤਾਂ ਲੱਗਦਾ ਜਿਵੇਂ ਉਹ ਸਵਰਗ ਵਿੱਚ ਹੋਵੇ। ਉਹ ਸ਼ੇਰੇ ਬਾਰੇ ਸੋਚਦਾ। ਸ਼ੇਰਾ ਪਿੰਡ ਚਲਿਆ ਗਿਆ ਸੀ। ਉਸਨੇ ਵਾਪਸ ਨਾ ਆਉਣ ਦਾ ਪ੍ਰਣ ਕੀਤਾ ਸੀ। ਟੈਲੀਫੋਨ ਤੇ ਗੱਲ ਹੁੰਦੀ ਤਾਂ ਸ਼ੇਰਾ ਉਸ ਨੂੰ ਬਹੁਤਾ ਖੁਸ਼ ਨਹੀਂ ਸੀ ਲੱਗਦਾ। ਪਿੰਡ ਵਿੱਚ ਇੱਕ ਸਾਂਝਾ ਟਰਸਟ ਸੀ, ਉਸਨੇ ਸ਼ਿੰਦਰਜੀਤਾਂ ਦੇ ਨਾਂ ਤੇ ਬਣਾ ਦਿੱਤਾ ਸੀ ਤੇ ਅਜੇ ਤੱਕ ਉਹ ਬੱਚਿਆਂ ਦੀ ਮਦਦ ਕਰ ਰਿਹਾ ਸੀ। ਸ਼ੋਭਾ ਉਹਨਾਂ ਨੂੰ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ ਗੁਜਰਾਤੀ ਭੋਜਨ ਬਣਾ ਕੇ ਖਿਡਾਉਂਦੀ। ਨਾਜਰ ਤਾਂ ਉਸਦੀ ਤਾਰੀਫ ਦੇ ਪੁਲ ਬੰਨ੍ਹ ਦਿੰਦਾ। ਪ੍ਰੀਤੋ ਵੀ ਉਸ ਨਾਲ ਖੁਸ਼ ਸੀ। ਉਹ ਪ੍ਰੀਤੋ ਨੂੰ ਵਾਹ ਲੱਗਦੀ, ਕੋਈ ਕੰਮ ਨਾ ਕਰਨ ਦਿੰਦੀ। ਗੈਰੀ ਤੋਂ 3 ਸਾਲ ਬਾਅਦ ਮਿਸ਼ੈਲ ਨੇ ਇੱਕ ਮੁੰਡੇ ਤੇ ਕੁੜੀ ਜੋੜਿਆਂ ਨੂੰ ਜਨਮ ਦਿੱਤਾ। ਪ੍ਰੀਤੋ ਨੂੰ ਖੁਸ਼ੀ ਹੋਈ, ਪਰ ਉਹ ਬੋਲੀ ਵਾਲਾ ਝੋਰਾ ਉਸਦਾ ਹੋਰ ਵੱਧ ਗਿਆ। ਇਹਨਾਂ ਨਿਆਣਿਆਂ ਨੇ ਵੱਡੇ ਹੋ ਕੇ ਉਹੋ ਜਿਹੇ ਰੰਗ ਢੰਗ ਦਿਖਾਉਣੇ ਆ ਜਿਹੋ ਜਿਹੇ ਇਹਨਾਂ ਦੇ ਮਾਂ-ਪਿਓ ਨੇ ਦਿਖਾਏ ਆ। ਪਤਾ ਨਹੀਂ ਕਿਹੜੇ ਕਾਲੇ ਪੀਲਿਆਂ ਨਾਲ ਇਹਨਾਂ ਨੇ ਵਿਆਹ ਕਰਾਉਣੇ ਆ। ਆਹ ਦਿਨ ਵੀ ਦੇਖਣੇ ਪੈਣੇ ਸੀ। ਆਪਾਂ ਉਹ ਦਿਨ ਕਿੱਥੇ ਦੇਖਣੇ ਆ। ਹੁਣ ਤਾਂ ਨਦੀ ਕਿਨਾਰੇ ਰੁਖੜੇ ਵਾਲੀ ਗੱਲ ਐ। ਰੱਬ ਦਾ ਨਾਂ ਲਿਆ ਕਰ। ਬਹੁਤਾ ਕਲਪਨਾ ਨਾਲ ਕਿਹੜਾ ਕੁਝ ਬਦਲ ਜਾਣਾ। ਨਾਜਰ ਉਦਾਸ ਸੁਰ ਵਿੱਚ ਕਹਿੰਦਾ ਤੇ ਉਹ ਚੁੱਪ ਕਰ ਜਾਂਦੀ। ਬੱਚੇ ਵੱਡੇ ਹੁੰਦੇ ਗਏ ਤੇ ਪ੍ਰੀਤੋ ਤੇ ਨਾਜਰ ਬੁੱਢੇ। ਗੈਰੀ ਨਾਲ ਉਹਨਾਂ ਦੀਆਂ ਗੱਲਾਂ ਕਰਨ ਦੀ ਇੱਛਾ ਕਦੇ ਵੀ ਪੂਰੀ ਸੰਤੁਸ਼ਟ ਨਹੀਂ ਸੀ ਹੋਈ। ਆਪਣੀ ਗੱਲ ਨੂੰ ਤਸੱਲੀ ਨਾਲ ਕਹਿ ਸਕਣਾ, ਉਸਦੇ ਜਵਾਬ ਨੂੰ ਪੂਰੀ ਤਰ੍ਹਾਂ ਸਮਝ ਸਕਣਾ ਉਹਨਾਂ ਦੇ ਵੱਸ ਦਾ ਰੋਗ ਨਹੀਂ ਸੀ। ਉਹ ਪੜ੍ਹਾਈ ਨਾ ਕਰ ਸਕਣ ਦੇ ਹੇਰਵਾ ਪਾਲਦੇ ਰਹਿੰਦੇ ਤੇ ਪੈਬ ਦੇ ਕਿਸੇ ਪੰਜਾਬੀ ਕੁੜੀ ਨਾਲ ਵਿਆਹ ਨਾ ਕਰਾਉਣ ਨੂੰ ਵੀ ਅੰਦਰੋਂ ਅੰਦਰੀ ਕੋਸਦੇ ਰਹਿੰਦੇ। ਪਰ ਕੁਝ ਵੀ ਬਦਲ ਨਹੀਂ ਸੀ ਸਕਦਾ। ਪੈਬ ਜਦੋਂ ਮਾਸਟਰ ਨੂੰ ਮਿਲਣ ਜਾਂਦਾ ਤਾਂ ਜੇ ਸੰਭਵ ਹੁੰਦਾ ਤਾਂ ਗੈਰੀ ਨੂੰ ਨਾਲ ਲੈ ਜਾਂਦਾ। ਮਾਸਟਰ ਗੈਰੀ ਦੀ ਹਾਜ਼ਰੀ ਵਿੱਚ ਅੰਗਰੇਜ਼ੀ ਬੋਲਦਾ। ਕਦੇ ਕਦੇ ਮਾਸਟਰ ਨਾਜਰ ਵੱਲ ਵੀ ਆ ਜਾਂਦਾ ਤਾਂ ਬੱਚਿਆਂ ਨਾਲ ਗੱਲਾਂ ਕਰਦਾ। 13 ਸਾਲ ਦਾ ਗੈਰੀ
ਮਾਸਟਰ ਦੀਆਂ ਗੱਲਾਂ ਵਿੱਚ ਦਿਲਚਸਪੀ ਲੈਂਦਾ। ਉਸਨੂੰ ਮਾਸਟਰ ਨੇ ਪੁੱਛਿਆ, ਗੈਰੀ ਵੱਡਾ ਹੋ ਕੇ ਕੀ ਬਣਨਾ? ਮੈਂ ਤਾਂ ਬਿਜ਼ਨਸ ਕਰਨਾ, ਗੈਰੀ ਨੇ ਪਟੱਕ ਜਵਾਬ ਦਿੱਤਾ। ਫਿਰ ਤਾਂ ਬਾਈ ਦਾਦੇ ਦੀਆਂ ਪੈੜਾਂ ਵਿੱਚ ਪੈੜ ਧਰੇਗਾ। ਮਾਸਟਰ ਨੇ ਨਾਜਰ ਵੱਲ ਵੇਖਦਿਆਂ ਕਿਹਾ ਤਾਂ ਗੈਰੀ ਵੀ ਨਾਜਰ ਵੱਲ ਵੇਖ ਕੇ ਮੁਸਕਰਾਉਣ ਲੱਗਾ। ਪਰ ਗੈਰੀ ਬਿਜ਼ਨਸ ਵੀ ਕਈ ਤਰ੍ਹਾਂ ਦਾ ਹੁੰਦਾ। ਜਿਵੇਂ ਬਹੁਤੇ ਬਿਜ਼ਨਸ ਕਰਨ ਵਾਲੇ ਪੈਸਿਆਂ ਦੇ ਫਲਾਹ ਨੂੰ ਹੀ ਧਿਆਨ ਵਿੱਚ ਰੱਖਦੇ ਆ। ਪੈਸਾ ਜਿਵੇਂ ਮਰਜ਼ੀ ਬਣੇ, ਬਸ ਬਣੇ। ਮਾਸਟਰ ਨੇ ਗੈਰੀ ਵੱਲ ਧਿਆਨ ਨਾਲ ਦੇਖਿਆ। ਪਰ ਅੰਕਲ ਬਿਜ਼ਨਸ ਤਾਂ ਪੈਸੇ ਕਮਾਉਣ ਲਈ ਹੀ ਹੁੰਦਾ, ਗੈਰੀ ਨੇ ਮੋੜਵਾਂ ਜਵਾਬ ਕੀਤਾ। ਗੱਲ ਤਾਂ ਤੇਰੀ ਠੀਕ ਆ ਗੈਰੀ, ਮੇਰਾ ਮਤਲਬ ਸੀ ਜੇ ਪੈਸੇ ਖਾਤਰ ਬੰਦਾ ਸਮਾਜ ਵਿੱਚ ਰਹਿੰਦੇ ਗਰੀਬ, ਮਜਬੂਰ, ਅਪਾਹਜ ਤੇ ਹੋਰ ਲੋੜਵੰਦਾਂ ਦਾ ਖਿਆਲ ਨਾ ਕਰੇ ਤੇ ਬਸ ਆਪਣੇ ਬੈਂਕ ਬੈਲੈਂਸ ਵਿੱਚ ਹੀ ਮਸਤ ਰਵੇ ਤਾਂ ਮੈਨੂੰ ਲੱਗਦਾ ਇਹ ਇਨਸਾਨੀਅਤ ਵਾਲੀ ਗੱਲ ਨਹੀਂ। ਮਾਸਟਰ ਚੁੱਪ-ਚਾਪ ਗੈਰੀ ਵੱਲ ਵੇਖਣ ਲੱਗਿਆ, ਜਿਹੜਾ ਧਿਆਨ ਨਾਲ ਸੋਚਣ ਸਮਝਣ ਦਾ ਯਤਨ ਕਰ ਰਿਹਾ ਸੀ। ਪੈਵ ਕੋਲ ਹੀ ਬੈਠਾ ਸੀ, ਪਰ ਉਹ ਆਪ ਦਖਲ ਦੇਣ ਦੀ ਥਾਂ ਗੈਰੀ ਦੇ ਜਵਾਬ ਸੁਣਨ ਵਿੱਚ ਜ਼ਿਆਦਾ ਉਤਸੁਕ ਸੀ। ਇਹ ਤਾਂ ਗਲਤ ਗੱਲ ਹੈ, ਪਰ ਫਿਰ ਤੁਹਾਡਾ ਮਤਲਬ ਬਿਜ਼ਨਸ ਚੈਰਿਟੀ ਕਰਨ, ਗਰੀਬਾਂ ਨੂੰ ਪੈਸੇ ਵੰਡਣ? ਗੈਰੀ ਦੀਆਂ ਉਤਸਕ ਨਜ਼ਰਾਂ ਮਾਸਟਰ ਦੇ ਚਿਹਰੇ ਤੇ ਟਿਕੀਆਂ ਹੋਈਆਂ ਸਨ। ਕੰਮ ਕਰਕੇ ਕਮਾ ਕੇ ਹੀ ਖਾਣ ਨਾਲ ਕਾਇਮ ਰਹਿੰਦਾ, ਉਸਨੂੰ ਤਾਂ ਕੰਮ ਚਾਹੀਦਾ ਤੇ ਸਹੀ ਤਨਖਾਹ। ਬਿਜ਼ਨਸ ਦਾ ਢੰਗ ਤਰੀਕਾ ਹੀ ਅਜਿਹਾ ਹੋਵੇ ਜੋ ਕੰਮ ਕਰਨ ਵਾਲੇ ਬੰਦੇ ਨੂੰ ਕੰਮ ਦਾ ਸਹੀ ਮੁੱਲ ਦੇ ਸਕੇ, ਜਿਸ ਨਾਲ ਉਹ ਸਵੈ ਮਾਣ ਦੀ ਜ਼ਿੰਦਗੀ ਜਿਉ ਸਕੇ। ਮਾਸਟਰ ਦੀਆਂ ਗੱਲਾਂ ਨਾਲ ਗੈਰੀ ਦੇ ਮਨ ਵਿੱਚ ਬਹੁਤ ਸਵਾਲ ਪੈਦਾ ਹੋ ਗਏ। ਉਸਦੀ ਜਾਣਨ ਵਿੱਚ ਦਿਲਚਸਪੀ ਵੀ ਵੱਧ ਗਈ, ਪਰ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਮਾਸਟਰ ਅਸਲ ਵਿੱਚ ਕਹਿਣਾ ਕੀ ਚਾਹੁੰਦਾ ਸੀ। ਪੈਵ ਨੇ ਗੈਰੀ ਦੀ ਭਾਵਨਾ ਨੂੰ ਸਮਝ ਲਿਆ ਸੀ ਤੇ ਉਹ ਆਪ ਵੀ ਇਸ ਵਿਸ਼ੇ ਵਿੱਚ ਦਿਲਚਸਪੀ ਮਹਿਸੂਸ ਕਰ ਰਿਹਾ ਸੀ। ਪਰ ਅੰਕਲ ਲੋਕ ਅਜਿਹਾ ਚਾਹੁੰਦੇ ਵੀ ਆ, ਫਿਰ ਕੋਈ ਕੁਝ ਕਰ ਕਿਉਂ ਨਹੀਂ ਰਿਹਾ? ਪੈਵ, ਸਾਰਾ ਸਿਸਟਮ ਹੀ ਸਰਮਾਏਦਾਰੀ ਦੇ ਹੱਥ 'ਚ ਆ। ਪਹਿਲਾਂ ਤਾਂ ਸਰਕਾਰ ਤੇ ਉਸਦੇ ਸਦੀਆਂ ਤੋਂ ਬਣਾਏ ਜਾ ਰਹੇ ਕਾਨੂੰਨ ਇਸ ਸਿਸਟਮ ਨੂੰ ਕਾਇਮ ਰੱਖਣ ਲਈ ਬਣਾਏ ਆ। ਕਿੰਨੇ ਮਿਨਿਸਟਰ ਤੇ MP ਵਗੈਰਾ ਜਿਨ੍ਹਾਂ ਨੂੰ ਖੁਦ ਨੂੰ ਨਹੀਂ ਪਤਾ ਉਹਨਾਂ ਕੋਲੇ ਕਿੰਨੀ ਕੁ ਜਾਇਦਾਦ ਆ ਤੇ ਕਿੰਨੇ ਕੁ ਪੈਸੇ ਆ। ਉਸਨੂੰ ਕਾਇਮ ਰੱਖਣ ਲਈ ਪੁਲਿਸ ਤੇ ਫੌਜ ਤੋਂ ਬਿਨਾਂ ਸਾਰਾ ਮੀਡੀਆ ਆ। ਅਖਬਾਰ, TV, ਰੇਡੀਓ, ਸੋਸ਼ਲ ਮੀਡੀਆ ਸਭ ਉਹਨਾਂ ਦੇ ਹੱਥ ਵਿੱਚ ਹੈ। ਕੋਈ ਗਰੀਬ ਬੰਦਾ TV ਸਟੇਸ਼ਨ ਚਲਾ ਤੱਕ ਨਹੀਂ ਸਕਦਾ। ਜੇ ਕੁਝ ਮੀਡੀਆ ਵਿੱਚ ਪਰੋਸਿਆ ਜਾਂਦਾ ਉਹੀ ਉਹਨਾਂ ਦੇ ਹੱਕ ਵਿੱਚ ਹੁੰਦਾ। ਕਿਸੇ ਚੀਜ਼ ਨੂੰ ਵੇਚਣ ਲਈ ਇੰਨੀ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਮਹਿਸੂਸ ਹੋਣ ਲੱਗਦਾ ਵੀ ਇਹ ਚੀਜ਼ ਬਿਨਾਂ ਤਾਂ ਸਾਰ ਹੀ ਨਹੀਂ ਸਕਦਾ। ਮਾਸਟਰ ਨੇ TV ਵੱਲ ਵੇਖਿਆ। ਸਕਰੀਨ ਤੇ ਕੋਈ ਬੰਦਾ ਇੱਕ ਡਰਿੰਕ ਪੀ ਕੇ ਬਾਕੀ ਦੇ ਸਾਰਿਆਂ ਤੋਂ ਦੌੜ ਵਿੱਚ ਅੱਗੇ ਲੰਘ ਰਿਹਾ ਸੀ। ਉਸ ਡਰਿੰਕ ਦੇ ਨਾਲ ਹੀ ਇੱਕ ਹੋਰ ਕੁੜੀ ਬੜੇ ਨਖਰੇ ਨਾਲ ਕਹਿ ਰਹੀ ਸੀ, ਤੁਸੀਂ ਵੀ ਕੋਸ਼ਿਸ਼ ਕਰੋ। ਗੈਰੀ, ਤੂੰ ਆਹ ਡਰਿੰਕ ਕਿੰਨੀ ਕੁ ਵਾਰ ਪੀਤੀ ਹੈ? ਬਹੁਤ ਵਾਰ, ਪਰ ਮੈਂ ਤਾਂ ਕਿਸੇ ਤੋਂ ਜਿੱਤਿਆ ਨਹੀਂ। ਬਿਲਕੁਲ ਠੀਕ, ਉਹਨਾਂ ਨੇ ਤੇਰੀ ਗੱਲ TV ਤੇ ਨਹੀਂ ਕਹਿਣੀ। ਹੌਲੀ ਹੌਲੀ ਉਹਨਾਂ ਦੀ ਸੇਲ ਵਧੀ ਜਾਣੀ ਹੈ। ਪੈਵ, ਬੱਚੇ ਦੇ ਜੰਮਣ ਤੋਂ ਹੀ ਉਸਦੇ ਮਨ ਵਿੱਚ ਆ ਮੇਰਾ ਏ ਦੇ ਬਿੰਬ ਬਣਨੇ ਸ਼ੁਰੂ ਹੋ ਜਾਂਦੇ ਹੈ ਤੇ ਉਹ ਇਸ ਮੈਂ ਤੇ ਮੇਰੇ ਦਾ ਕੈਦੀ ਬਣ ਜਾਂਦਾ। ਗੱਲਾਂ ਚੱਲਦੀਆਂ ਰਹੀਆਂ ਤੇ ਚੱਲਦੀਆਂ ਰਹਿੰਦੀਆਂ ਸਨ। ਕੋਈ ਨਾ ਕੋਈ ਗੱਲ ਗੈਰੀ ਦੇ ਮਨ ਵਿੱਚ ਘਰ ਕਰ ਜਾਂਦੀ। ਉਸਨੂੰ ਮਾਸਟਰ ਦੀਆਂ ਗੱਲਾਂ ਵਿੱਚ ਦਿਲਚਸਪੀ ਵੱਧਦੀ ਜਾਂਦੀ। ਉਹ ਜੋ ਦੇ ਨਾਲ ਵੀ ਉਹਨਾਂ ਗੱਲਾਂ ਦਾ ਵਿਚਾਰ ਵਟਾਂਦਰਾ ਕਰਦਾ ਸੀ, ਉਹਨਾਂ ਦੀ ਚੰਗੀ ਬਣਦੀ ਸੀ। ਇੱਕ ਦਿਨ ਸਵੇਰੇ ਹੀ ਨਾਜਰ ਦੇ ਫੋਨ ਦੀ ਘੰਟੀ ਵੱਜੀ। ਅਜੇ ਸਵੇਰ ਦੇ 5 ਵਜੇ ਸਨ। ਨਾਜਰ ਨੇ ਫੋਨ ਦੀ ਸਕਰੀਨ ਵੇਖੀ ਤਾਂ ਸ਼ੇਰੇ ਦਾ ਫੋਨ ਸੀ। ਉਸਨੇ ਹੈਲੋ ਕਹੀ ਤਾਂ ਉਧਰੋਂ ਸ਼ੇਰੇ ਦੇ ਭਰਾ ਦੀ ਆਵਾਜ਼ ਆਈ, ਬਾਈ ਜੀ ਗੱਲ ਤਾਂ ਮਾੜੀ ਹੋ ਗਈ। ਸ਼ੇਰਾ ਰਾਤ ਚੰਗਾ ਭਲਾ ਸੁੱਤਾ ਸੀ। ਸਵੇਰੇ ਮੈਂ ਉਹਦੇ ਕਮਰੇ 'ਚ ਗਿਆ ਤਾਂ ਉਹ ਹਿੱਲਿਆ ਹੀ ਨਹੀਂ। ਅੱਗੇ ਤਾਂ ਉਹ ਮੇਰੀ ਉਡੀਕ ਕਰਦਾ ਹੁੰਦਾ ਸੀ। ਮੈਂ ਆਵਾਜ਼ ਮਾਰੀ, ਕੋਈ ਜਵਾਬ ਨਹੀਂ। ਮੈਂ ਹਿਲਾ ਕੇ ਵੇਖਿਆ ਤਾਂ ਉਹ ਰੋਣ ਲੱਗਿਆ। ਨਾਜਰ ਨੂੰ ਧੱਕਾ ਲੱਗਿਆ। ਉਸਨੂੰ ਤਾਂ ਅਜਿਹਾ ਚਿੱਤ ਚੇਤਾ ਵੀ ਨਹੀਂ ਸੀ। ਉਸਨੇ ਹੌਸਲਾ ਦੇਣ ਲਈ ਸ਼ਬਦ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਗੱਲ ਨਾ ਹੋਈ। ਪ੍ਰੀਤੋ ਵੀ ਜਾਗ ਪਈ ਸੀ ਤੇ ਉਸਨੂੰ ਵੀ ਖਬਰ ਹੋ ਗਈ ਸੀ। ਕੁਝ ਦੇਰ ਉਹ ਚੁੱਪ-ਚਾਪ ਇੱਕ ਦੂਜੇ ਵੱਲ ਵੇਖਦੇ ਰਹੇ। ਮੈਂ ਰਾਜੂ ਨੂੰ ਜਗਾਵਾਂ? ਨਾਜਰ ਦੀ ਕੰਬਦੀ ਆਵਾਜ਼ ਨਿਕਲੀ। ਵੇਟ ਕਰ ਲਓ, ਉਹਨੇ ਵੀ ਕੀ ਕਰ ਲੈਣਾ, ਕਾਹਨੂੰ ਨਿਆਣਿਆਂ ਦੀ ਨੀਂਦ ਖਰਾਬ ਕਰਨੀ ਆ। ਉੱਠੀ ਖੜਨਾ ਹੋਰ ਬਿੰਦ ਝੱਟ ਨੂੰ। ਉਹ ਚੁੱਪ-ਚਾਪ ਬੈਠੇ ਰਹੇ। ਹੁਣ ਚਾਹ ਕਦੇ ਸ਼ੋਭਾ ਬਣਾ ਦਿੰਦੀ ਤੇ ਕਦੇ ਰਾਜੂ। 7 ਵਜੇ ਉਹ ਚਾਹ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਹੀ ਫੜਾ ਜਾਂਦੇ। ਚਾਹ ਪੀ ਕੇ ਉਹ ਕੁਝ ਦੇਰ ਬਾਅਦ ਨਹਾ ਧੋ ਕੇ ਹੇਠਾਂ ਚਲੇ ਜਾਂਦੇ। 6:30 ਵਜੇ ਰਾਜੂ ਕਮਰੇ 'ਚੋਂ ਬਾਹਰ ਆ ਗਿਆ। ਨਾਜਰ ਹੋਰਾਂ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਉਹਨਾਂ ਨੂੰ ਚੁੱਪ ਜਿਹੇ ਬੈਠੇ ਦੇਖ ਕੇ ਰਾਜੂ ਉਹਨਾਂ ਦੇ ਕੋਲ ਆ ਗਿਆ। ਮਾਰਨਿੰਗ ਮਮ ਡੈਡ, ਤੁਸੀਂ ਠੀਕ ਆ? ਉਸਨੇ ਵਾਰ-ਵਾਰ ਉਹਨਾਂ ਦੇ ਉਦਾਸ ਮੂੰਹਾਂ ਵੱਲ ਵੇਖਿਆ। ਆ ਜਾ ਪੁੱਤ ਬੈਠ, ਗੱਲ ਤਾਂ ਮਾੜੀ ਹੋ ਗਈ, ਪ੍ਰੀਤੋ ਬੋਲੀ। ਕੀ ਹੋਇਆ? ਉਸਨੇ ਪ੍ਰੀਤੋ ਕੋਲੇ ਬੈਠਦਿਆਂ ਪੁੱਛਿਆ। ਪੁੱਤ, ਤੇਰੇ ਚਾਚੇ ਦਾ ਫੋਨ ਆਇਆ ਸੀ ਇੰਡੀਆ ਤੋਂ। ਤੇਰਾ ਡੈਡੀ? ਉਸਨੇ ਸਿਰ ਮਾਰਦਿਆਂ ਅੱਖਾਂ ਪੂੰਝੀਆਂ। ਸੁੱਤਾ ਹੀ ਪਿਆ ਰਹਿ ਗਿਆ। ਨਾਜਰ ਨੇ ਡੂੰਘੀ ਜਿਹੀ ਆਵਾਜ਼ 'ਚ ਕਿਹਾ। ਰਾਜੂ ਉਹਨਾਂ ਨੂੰ ਵਾਰ-ਵਾਰ ਵੇਖਦਾ ਰਹਿ ਗਿਆ। ਉਹ ਉਦਾਸ ਹੋ ਗਿਆ ਸੀ ਪਰ ਚੁੱਪ ਰਿਹਾ। ਹੁਣ ਤੱਕ ਸ਼ੋਭਾ ਵੀ ਉਹਨਾਂ ਦੀਆਂ ਗੱਲਾਂ ਨੂੰ ਕਰਦਿਆਂ ਸੁਣ ਕੇ ਪਹੁੰਚ ਗਈ ਤੇ ਉਸਨੂੰ ਵੀ ਪਤਾ ਲੱਗ ਗਿਆ ਸੀ। ਉਹਨਾਂ ਦੇ ਮਨਾਂ ਵਿੱਚ ਸ਼ੇਰੇ ਦੀ ਤਸਵੀਰ ਵੱਖ-ਵੱਖ ਰੂਪਾਂ ਰੰਗਾਂ 'ਚ ਘੁੰਮ ਰਹੀ ਸੀ। ਉਹ ਕੋਈ ਖਾਸ ਗੱਲਾਂ ਨਹੀਂ ਸਨ ਕਰ ਰਹੇ। ਸ਼ੋਭਾ ਚਾਹ ਬਣਾਉਣ ਚਲੀ ਗਈ ਤੇ ਮਾਹੌਲ ਸੋਗੀ ਬਣ ਗਿਆ। ਫਿਰ ਰਾਜੂ, ਤੂੰ ਜਾਏਂਗਾ? ਨਾਜਰ ਨੇ ਪੁੱਛਿਆ। ਮੈਂ ਜਾ ਕੇ ਕੀ ਕਰੂੰ? ਰਾਜੂ ਨੇ ਕੁਝ ਸੋਚ ਕੇ ਕਿਹਾ। ਨਹੀਂ ਪੁੱਤ, ਤੂੰ ਜਾ, ਤੇਰਾ ਜਾਣਾ ਬਣਦਾ। ਭੋਗ ਤੇ ਪਹੁੰਚ ਜਾਈਂ। ਹੁਣ ਤੂੰ ਚਾਚੇ ਨੂੰ ਫੋਨ ਕਰਕੇ ਦੱਸ ਦੇ, ਉਹ ਉਹਦਾ ਸੰਸਕਾਰ ਤਾਂ ਕਰ ਦੇਣ। ਰਾਜੂ ਦਚਿੱਤੀ ਵਿੱਚ ਸੀ। ਸ਼ੋਭਾ ਨੇ ਵੀ ਉਸਨੂੰ ਜਾਣ ਲਈ ਕਿਹਾ ਤਾਂ ਉਸਨੂੰ ਜਾਣਾ ਪਿਆ। ਸ਼ੇਰੇ ਦੇ ਭੋਗ ਤੱਕ ਉਹ ਰੁਕਿਆ
ਤੇ ਉਸ ਤੋਂ ਅਗਲੇ ਦਿਨ ਹੀ ਉਹ ਵਾਪਸ ਆ ਗਿਆ। ਰੰਧਾਵੇ ਦੀ ਗ੍ਰਿਫਤਾਰੀ ਬਾਅਦ ਕਾਉਂਸਲ ਦਫ਼ਤਰ ਵਿੱਚ ਅਜੀਬ ਜਿਹਾ ਮਾਹੌਲ ਸੀ। ਕੁਝ ਲੋਕ ਉਸ ਦੇ ਚਮਚੇ ਚਾਟੜੇ ਸਨ। ਉਹਨਾਂ ਨੂੰ ਆਪਣਾ ਖਤਰਾ ਪੈਦਾ ਹੋ ਗਿਆ ਸੀ, ਕਿਤੇ ਉਹ ਵੀ ਰੰਧਾਵੇ ਨਾਲ ਹੀ ਨਾ ਉਲਝ ਜਾਣ। ਉਹਨਾਂ ਨੇ ਲੋਹੇ ਨਾਲ ਲੱਕੜ ਡੁੱਬਣ ਵਾਲੀ ਕਹਾਵਤ ਸੁਣੀ ਹੋਈ ਸੀ। ਕੁਝ ਦਿਨਾਂ ਬਾਅਦ ਰੰਧਾਵੇ ਦੀ ਜ਼ਮਾਨਤ ਨਾਮਨਜ਼ੂਰ ਹੋ ਗਈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਦੇ ਦੋਸਤਾਂ ਦਾ ਦਿਲ ਟਿਕਾਣੇ ਆ ਗਿਆ। ਕਾਉਂਸਲਰਾਂ ਨੂੰ ਵੱਡੀ ਦੇਣ ਵਾਲੇ ਕੇਸ ਵਿੱਚ ਤਾਂ ਉਸ ਦੀ ਜ਼ਮਾਨਤ ਦੀ ਕੋਈ ਸਮੱਸਿਆ ਨਹੀਂ ਸੀ। ਉਹ ਤਾਂ ਹੁਣ ਕਤਲ ਵਿੱਚ ਭਾਈਵਾਲ ਸੀ। ਉਸ ਦੀ ਕਿੰਨੀ ਕੁ ਭੂਮਿਕਾ ਸੀ ਇਸ ਦਾ ਪੁਲਿਸ ਨੂੰ ਪਤਾ ਸੀ। ਉਹਨਾਂ ਨੇ ਅਜੇ ਕੋਰਟ ਵਿੱਚ ਕੇਸ ਦਾਖਲ ਕਰਨਾ ਸੀ। ਬੌਬ ਦੇ ਦੌੜ ਜਾਣ ਕਾਰਨ ਉਸ ਦੀ ਜ਼ਮਾਨਤ ਵਿੱਚ ਕੁਝ ਦੇਰੀ ਸੀ। ਇਹ ਉਸ ਦੀ ਵਕੀਲਾਂ ਦੀ ਟੀਮ ਨੇ ਦੱਸ ਦਿੱਤਾ ਸੀ। ਕੁਝ ਦਿਨਾਂ ਬਾਅਦ ਹਾਲਾਤ ਆਮ ਵਰਗੇ ਹੋਣ ਲੱਗੇ। ਰੰਧਾਵੇ ਬਾਰੇ ਗੱਲਾਂ ਘੱਟ ਹੋਣ ਲੱਗੀਆਂ ਤੇ ਕੰਮ ਦੀਆਂ ਵੱਧ। ਫਿਊਚਰ ਲਿਵਿੰਗ ਪਾਰਟੀ ਦੇ ਕਾਉਂਸਲਰਾਂ ਦੀ ਮੀਟਿੰਗ ਸੀ। ਮੀਟਿੰਗ ਹਾਲ ਵਿੱਚ ਕੁਰਸੀਆਂ ਦੇ ਕਾਉਂਸਲਰ ਬੈਠੇ ਸਨ ਤੇ ਸਾਹਮਣੇ ਸਟੇਜ ਤੇ ਉਹਨਾਂ ਦੀ ਪਾਰਟੀ ਦਾ ਲੀਡਰ ਤੇ ਡਿਪਟੀ ਲੀਡਰ ਬੈਠਾ ਸੀ। ਮੀਟਿੰਗ ਵਿੱਚ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਬਾਰੇ ਗੱਲ ਹੋ ਰਹੀ ਸੀ। ਪਹਿਲੇ ਹਫ਼ਤਿਆਂ ਦੇ ਉਤਰਾਅ ਚੜ੍ਹਾਅ ਤਾਂ ਹੁਣ ਬੀਤੇ ਦੀ ਗੱਲ ਬਣ ਕੇ ਰਹਿ ਗਏ ਸਨ। ਅਸੀਂ ਅੱਜ 2 ਮੁੱਦਿਆਂ ਦੇ ਵਿਚਾਰ ਵਟਾਂਦਰਾ ਕਰਨਾ ਹੈ। ਇੱਕ ਤਾਂ ਫਿਊਚਰ ਲਿਵਿੰਗ ਨੇ ਜੋ ਮਾਡਲ ਪੇਸ਼ ਕੀਤਾ ਹੈ ਤੇ ਦੂਜਾ ਵਾਤਾਵਰਨ। ਲੀਡਰ ਨੇ ਗੱਲ ਸ਼ੁਰੂ ਕੀਤੀ ਕਿ ਪਲਕ ਕੁਰਸੀਆਂ ਤੇ ਬੈਠੇ ਕਾਉਂਸਲਰਾਂ ਵੱਲ ਵੇਖਿਆ, ਜਿਹੜੇ ਬਹੁਤ ਧਿਆਨ ਨਾਲ ਉਸ ਨੂੰ ਸੁਣ ਰਹੇ ਸਨ। ਬਿਜ਼ਨਸ ਮਾਡਲ ਬਾਰੇ ਪਹਿਲਾਂ ਵੀ ਗੱਲ ਹੋਈ ਸੀ। ਮੈਂ ਉਸ ਵਿੱਚ ਕੁਝ ਹੋਰ ਜੋੜਨਾ ਚਾਹੁੰਦਾ ਹਾਂ। ਅਮੀਰੀ ਅਤੇ ਗਰੀਬੀ ਵਿੱਚ ਵਾਧੇ ਪਾੜੇ ਨੂੰ ਰੋਕਣਾ ਹੀ ਨਹੀਂ, ਸਗੋਂ ਘਟਾਉਣਾ ਸਰਕਾਰ ਦਾ ਫਰਜ਼ ਬਣਦਾ ਹੈ। ਪਰ ਸਰਕਾਰ ਦੇ ਇਸ ਪਾਸੇ ਧਿਆਨ ਨਹੀਂ ਹੈ। ਅਸੀਂ ਆਪਣੇ ਸ਼ਹਿਰ ਵਿੱਚ ਜੋ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ। ਮੈਂ ਤੁਹਾਨੂੰ ਇੱਕ ਉਦਾਹਰਨ ਪੇਸ਼ ਕਰਨੀ ਚਾਹੁੰਦਾ ਹਾਂ। ਉਸਨੇ ਆਪਣੇ ਪਾਣੀ ਦੇ ਗਲਾਸ ਵਿੱਚੋਂ ਘੁੱਟ ਭਰੀ ਤੇ ਆਪਣੀ ਗੱਲ ਜਾਰੀ ਰੱਖੀ। ਕੁਝ ਕੁ ਸਾਲ ਪਹਿਲਾਂ ਡੇਅਰੀ ਫਾਰਮ ਆਪਣਾ ਦੁੱਧ ਡੇਅਰੀਆਂ ਨੂੰ ਵੇਚਦੇ ਸਨ। ਡੇਅਰੀਆਂ ਦੁੱਧ ਨੂੰ ਬੋਤਲਾਂ ਵਿੱਚ ਭਰ ਕੇ ਮਿਲਕਮੈਨ ਨੂੰ ਦਿੰਦੀਆਂ ਤੇ ਉਹ ਲੋਕਾਂ ਦੇ ਘਰਾਂ ਵਿੱਚ ਪਹੁੰਚਾ ਦਿੰਦੇ। ਇਸ ਤਰ੍ਹਾਂ ਤਕਰੀਬਨ ਡੇਅਰੀ ਫਾਰਮ ਨੂੰ 60 ਤੇ ਡੇਅਰੀ ਤੇ ਮਿਲਕਮੈਨ ਨੂੰ 40% ਮੁਨਾਫੇ ਦੀ ਰਾਸ਼ੀ ਮਿਲ ਜਾਂਦੀ ਸੀ। ਵੱਡੇ ਸਟੋਰ ਜਾਂ ਕਾਰਪੋਰੇਟ ਹਾਊਸ ਮਾਰਕੀਟ ਵਿੱਚ ਆਏ ਤਾਂ ਉਹਨਾਂ ਨੇ ਆਪਣੀਆਂ ਡੇਅਰੀਆਂ ਵੱਡੇ ਪੱਧਰ ਤੇ ਬਣਾ ਲਈਆਂ। ਫਾਰਮਰਾਂ ਤੋਂ ਸਾਰੇ ਦਾ ਸਾਰਾ ਦੁੱਧ ਇਕੱਠਾ ਕਰਕੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰ ਕੇ ਸਟੋਰਾਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ, ਜਿਹੜਾ ਖਪਤਕਾਰ ਲਈ ਕੁਝ ਸਸਤਾ ਵੀ ਸੀ। ਮਿਲਕਮੈਨ ਤੇ ਛੋਟੀਆਂ ਡੇਅਰੀਆਂ ਬੰਦ ਹੋ ਗਈਆਂ। ਹੁਣ ਵੱਡੇ ਸਟੋਰ ਫਾਰਮਰ ਨੂੰ ਆਪਣੀ ਮਰਜ਼ੀ ਦਾ ਮੁੱਲ ਦੇਣਗੇ। ਫਾਰਮਰ ਕੋਲੇ ਕੋਈ ਬਦਲ ਨਹੀਂ ਸੀ। ਉਸ ਦੀ ਆਮਦਨ ਬਹੁਤ ਘਟ ਗਈ। ਇਹੋ ਕੁਝ ਹੋਰ ਚੀਜ਼ਾਂ ਵਸਤਾਂ ਨਾਲ ਉਹਨਾਂ ਨੇ ਕੀਤਾ। ਅਸੀਂ ਚਾਹੁੰਦੇ ਹਾਂ ਅਪੋਜ ਦਾ ਸਹੀ ਮੁੱਲ ਉਤਪਾਦਕ ਨੂੰ ਵੀ ਮਿਲੇ ਤੇ ਖਪਤਕਾਰ ਨੂੰ ਵੀ। ਉਸ ਲਈ ਹੀ ਜੋ ਮਾਡਲ ਅਸੀਂ ਪੇਸ਼ ਕੀਤਾ ਹੈ ਉਹ ਸਫਲ ਕਰਨ ਲਈ ਸਾਨੂੰ ਆਪਣਾ ਤਾਣ ਲਾਉਣਾ ਚਾਹੀਦਾ ਹੈ। ਇਸ ਵੇਲੇ ਇੱਕ ਕਾਉਂਸਲਰ ਨੇ ਹੱਥ ਖੜਾ ਕੀਤਾ। ਇਹ ਮੇਰਾ ਮਹਿਕਮਾ ਹੈ। ਮੇਰੇ ਖਿਆਲ ਵਿੱਚ ਅਸੀਂ ਕੁਝ ਕੁ ਕਾਮਯਾਬੀ ਹਾਸਲ ਕੀਤੀ ਹੈ। ਕਿਸੇ ਵੀ ਨਵੇਂ ਮਾਡਲ ਨੂੰ ਹਰਮਨ ਪਿਆਰਾ ਹੋਣ ਲਈ ਸਮਾਂ ਲੱਗਦਾ ਹੈ ਤੇ ਸ਼ੁਰੂ ਵਿੱਚ ਲੋਕ ਸ਼ੱਕ ਤੇ ਬੇਵਸਾਹੀ ਨਾਲ ਵੇਖਦੇ ਹਨ। ਆਪਾਂ ਇਸ ਦੌਰ ਵਿੱਚੋਂ ਲੰਘ ਰਹੇ ਹਾਂ। ਵੱਡੇ ਸਟੋਰਾਂ ਨੂੰ ਸਾਡੇ ਪਲੈਨਿੰਗ ਵਾਲੇ ਮਹਿਕਮੇ ਨੇ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹ ਵਾਤਾਵਰਨ ਅਤੇ ਸੇਫਟੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ। 2 ਹੋਰ ਨਵੇਂ ਸਟੋਰ ਸਾਡੇ ਵਾਲੇ ਮਾਡਲ ਨੂੰ ਮੰਨ ਕੇ ਅਗਲੇ ਕੁਝ ਹਫ਼ਤਿਆਂ ਵਿੱਚ ਖੁੱਲ੍ਹ ਰਹੇ ਹਨ। ਕਈ ਕਾਉਂਸਲਰਾਂ ਨੇ ਆਪਣੇ ਵਿਚਾਰ ਦਿੱਤੇ। ਭਰਮੀ ਬਹਿਸਵਾਦ ਵਾਤਾਵਰਨ ਦੇ ਵਿਸ਼ੇ ਤੇ ਗੱਲ ਕਰਨ ਲਈ ਸਬੰਧਤ ਮਹਿਕਮੇ ਦੇ ਜ਼ਿੰਮੇਵਾਰ ਕਾਉਂਸਲਰ ਨੂੰ ਬੋਲਣ ਲਈ ਕਿਹਾ ਗਿਆ। ਇੱਕ ਹਰੀ ਪਗੜੀ ਤੇ ਦਾੜੀ ਨਾਲ ਫਿਕਸੋ ਨੂੰ ਜਮਾਈ ਸਰਦਾਰ ਜੀ ਖੜੇ ਹੋਏ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਨ ਹੈ। ਸ਼ਹਿਰ ਵਿੱਚ ਲੋਕਾਂ ਦੀ ਮਦਦ ਨਾਲ ਸਾਲ ਵਿੱਚ 550 ਦਰਖਤ ਲਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਹਰ ਹਫ਼ਤੇ 10 ਰੁੱਖ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ ਤੇ ਪਿਛਲੇ 3 ਹਫ਼ਤਿਆਂ ਵਿੱਚ 33 ਰੁੱਖ ਲਾਏ ਜਾ ਚੁੱਕੇ ਹਨ। ਅਸੀਂ ਗੁਰੂ ਜੀ ਦੀ ਸਿੱਖਿਆ ਅਨੁਸਾਰ ਵਾਤਾਵਰਨ ਨੂੰ ਸਵੱਛ ਬਣਾਉਣ ਦਾ ਉਪਰਾਲਾ ਕੀਤਾ ਹੈ। ਦੂਜੀ ਗੱਲ, ਅੱਜ ਕੱਲ੍ਹ ਇੱਕ ਵਾਰ ਵਰਤੋਂ ਕਰਕੇ ਸੁੱਟ ਦੇਣ ਵਾਲੇ ਪਲਾਸਟਿਕ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਦਾਹਰਨ ਵਜੋਂ ਬਹੁਤ ਸਾਰੇ ਲੋਕ ਕਿਚਨ ਦੀ ਟੂਟੀ ਦਾ ਤਾਜ਼ਾ ਤੇ ਸਾਫ਼ ਪਾਣੀ ਪੀਣ ਦੀ ਥਾਂ ਬੋਤਲ ਵਾਲਾ ਪਾਣੀ ਪੀਣ ਲੱਗੇ ਹਨ। ਮਹਿੰਗਾ ਤਾਂ ਉਹ ਹੁੰਦਾ ਹੀ ਹੈ, ਪਰ ਸੋਚੋ ਜੇ ਇੱਕ 4 ਮੈਂਬਰਾਂ ਦਾ ਪਰਿਵਾਰ ਇੱਕ ਦਿਨ ਵਿੱਚ 1 ਲੀਟਰ ਪਾਣੀ ਪੀਵੇ ਤਾਂ ਹਫ਼ਤੇ ਵਿੱਚ ਉਹ 1 ਲੀਟਰ ਵਾਲੀਆਂ 28-30 ਬੋਤਲਾਂ ਖਾਲੀ ਕਰ ਸੁੱਟਦਾ ਹੈ। ਸਾਲ ਵਿੱਚ ਤਕਰੀਬਨ 1500 ਇੰਨੀਆਂ ਬੋਤਲਾਂ ਨਾਲ ਤਾਂ ਕਮਰਾ ਭਰ ਜਾਂਦਾ ਹੈ। ਤੁਸੀਂ ਦੇਖੋ ਸਿਰਫ ਸਾਡੀ ਕਾਉਂਸਲ ਵਿੱਚ ਹੀ ਕਿੰਨਾ ਪਲਾਸਟਿਕ ਸਿਰਫ ਪਾਣੀ ਦੀਆਂ ਬੋਤਲਾਂ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ। ਅਸੀਂ ਮੁਹਿੰਮ ਚਲਾ ਰਹੇ ਹਾਂ ਕਿ ਬੋਤਲਾਂ ਦਾ ਪਾਣੀ ਪੀਣ ਦੀ ਥਾਂ ਟੂਟੀ ਦਾ ਪਾਣੀ ਪੀਤਾ ਜਾਵੇ। ਮੀਟਿੰਗ ਵਿੱਚ ਬਹੁਤ ਸਾਰੇ ਵਿਚਾਰ ਆਏ। ਇੱਕ ਵਿਚਾਰ ਇਹ ਵੀ ਸੀ ਕਿ ਲੋਕਾਂ ਨੂੰ ਨਾਲ ਲਏ ਬਿਨਾਂ ਕੋਈ ਮੁਹਿੰਮ ਚੰਗੇ ਸਿੱਟੇ ਨਹੀਂ ਦੇ ਸਕਦੀ। ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ ਵਿਸ਼ੇ ਤੇ ਸਾਰੇ ਸਹਿਮਤ ਸਨ। ਬਹੁਤੀ ਬਹਿਸ ਲੋਕਾਂ ਨੂੰ ਨਾਲ ਕਿਵੇਂ ਜੋੜਨਾ ਹੈ ਦੇ ਢੰਗ ਤਰੀਕਿਆਂ ਤੇ ਹੋਈ। ਗੱਲ ਕਿਸੇ ਸਿਰੇ ਨਾ ਲੱਗੀ। ਇੱਕ 3 ਮੈਂਬਰਾਂ ਕਮੇਟੀ ਬਣੀ ਜਿਸ ਨੇ ਲੋਕਾਂ ਦੇ ਵਿਚਾਰ ਲੈ ਕੇ 12 ਹਫ਼ਤਿਆਂ ਵਿੱਚ ਰਿਪੋਰਟ ਪੇਸ਼ ਕਰਨੀ ਸੀ ਤੇ ਫਿਰ ਆਖਰੀ ਫੈਸਲਾ ਲਿਆ ਜਾਣਾ ਸੀ। ਉਪਰੋਕਤ ਵਿਸ਼ਿਆਂ ਤੋਂ ਬਿਨਾਂ ਹੋਰ ਵੀ ਕਈ ਵਿਸ਼ੇ ਵਿਚਾਰੇ ਗਏ ਤੇ ਸਮੇਂ ਸਿਰ ਮੀਟਿੰਗ ਖਤਮ ਹੋ ਗਈ। ਗੈਰੀ ਨੇ ਇਕਨੋਮਿਕਸ ਤੇ ਬਿਜ਼ਨਸ ਮੈਨੇਜਮੈਂਟ ਵਿੱਚ ਡਿਗਰੀ ਪੂਰੀ ਕਰ ਲਈ ਸੀ। ਹੁਣ ਉਸ ਦਾ ਖਿਆਲ ਬਿਜ਼ਨਸ ਕਰਨ ਦਾ ਸੀ। ਵੈਸੇ ਬਿਜ਼ਨਸ ਤਾਂ ਉਹ ਆਪਣੇ ਸਕੂਲ ਦੇ ਦਿਨਾਂ ਤੋਂ ਕਰ ਰਿਹਾ ਸੀ। ਉਹ ਕੋਈ ਨਾ ਕੋਈ ਚੀਜ਼ ਆਨਲਾਈਨ ਲੱਭ ਲੈਂਦਾ ਤੇ ਥੋੜ੍ਹੀ ਮਾਤਰਾ 'ਚ ਮੰਗਵਾ ਲੈਂਦਾ, ਫਿਰ ਸਾਥੀ ਵਿਦਿਆਰਥੀਆਂ 'ਚ ਵੇਚ ਦਿੰਦਾ।
ਉਸਨੇ ਆਪਣੇ ਨਾਲ ਜੌ ਤੇ ਜਾਰਜ ਨੂੰ ਵੀ ਜੋੜ ਲਿਆ ਸੀ। ਵੈਸੇ ਉਹ ਤਿੰਨਾਂ ਦੀ ਘੋਲ ਘੜਾਈ ਵੀ ਹੁੰਦੀ ਰਹਿੰਦੀ। ਗੈਰੀ ਫੁੱਟਬਾਲ ਦਾ ਸ਼ੌਕੀਨ ਸੀ ਤੇ ਜੌ ਫੁੱਟਬਾਲ ਦੇ ਨਾਲ ਨਾਲ ਕ੍ਰਿਕਟ ਵੀ ਖੇਡ ਲੈਂਦਾ। ਵੈਸੇ ਉਹ ਥੋੜ੍ਹੀ ਬਹੁਤੀ ਬਾਕਸਿੰਗ ਵੀ ਕਰ ਲੈਂਦਾ। ਜਾਰਜ ਰਗਬੀ ਵਿੱਚ ਦਿਲਚਸਪੀ ਰੱਖਦਾ ਸੀ ਤੇ ਸਕੂਲ ਦੀ ਟੀਮ ਵਿੱਚ ਚੰਗਾ ਖਿਡਾਰੀ ਸੀ। ਜਦੋਂ ਇਕੱਠੇ ਹੁੰਦੇ ਤਾਂ ਘਰ ਦੇ ਗਾਰਡਨ ਜਾਂ ਨੇੜੇ ਦੀ ਪਾਰਕ ਵਿੱਚ ਕੁਝ ਨਾ ਕੁਝ ਖੇਡਣ ਦਾ ਜੁਗਾੜ ਕਰ ਲੈਂਦੇ। ਜੌ ਦਾ ਕਾਲਜ ਵਿੱਚ ਆ ਕੇ 1 ਸਾਲ ਹੋਰ ਰਹਿੰਦਾ ਸੀ। ਜਾਰਜ ਅਜੇ ਪਹਿਲੇ ਸਾਲ ਹੀ ਯੂਨੀਵਰਸਿਟੀ ਗਿਆ ਸੀ। ਉਸਦੀ ਭੈਣ ਦੀ ਦਿਲਚਸਪੀ ਪ੍ਰੋਫੈਸਰ ਬਣਨ ਦੀ ਸੀ ਤੇ ਉਹ ਅੰਗਰੇਜ਼ੀ ਦੀ ਮਾਸਟਰਜ਼ ਕਰਨਾ ਚਾਹੁੰਦੀ ਸੀ। ਟੈਲੀਫੋਨ ਤੇ ਸੋਸ਼ਲ ਮੀਡੀਆ ਕਾਰਨ ਉਹ ਦੂਰ ਹੋਣ ਦੇ ਬਾਵਜੂਦ ਵੀ ਦੂਰ ਨਹੀਂ ਸਨ। ਉਹ ਤਿੰਨੇ ਹੀ ਕਾਲਜ ਦੇ ਦਿਨਾਂ ਵਿੱਚ ਕੋਈ ਨਾ ਕੋਈ ਚੀਜ਼ ਵੇਚਦੇ ਰਹਿੰਦੇ। ਗੈਰੀ ਦੇ ਦੋਸਤ ਪਾਰਟ ਟਾਈਮ ਕੰਮ ਕਰਕੇ ਕੁਝ ਪੈਸੇ ਕਮਾਉਂਦੇ। ਬਹੁਤੇ ਅੰਗਰੇਜ਼ ਪਰਿਵਾਰਾਂ ਦੇ ਬੱਚੇ ਤਾਂ ਸਟੂਡੈਂਟ ਗ੍ਰਾਂਟ ਲੈਂਦੇ ਤੇ ਕੁਝ ਛੁੱਟੀ ਵਾਲੇ ਦਿਨ ਜਾਂ ਸ਼ਾਮ ਨੂੰ ਕੰਮ ਕਰਕੇ ਖਰਚਾ ਚਲਾਉਂਦੇ। ਪਹਿਲੀ ਪੀੜ੍ਹੀ ਦੇ ਭਾਰਤੀ ਮਾਪਿਆਂ ਵਿੱਚ ਆਪਣੇ ਬੱਚਿਆਂ ਪ੍ਰਤੀ ਅਜੇ ਵੀ ਭਾਰਤੀ ਭਾਵਨਾ ਮੌਜੂਦ ਸੀ। ਉਹ ਉਹਨਾਂ ਦੀ ਪੜ੍ਹਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਸਨ। ਇਸ ਲਈ ਬਹੁਤ ਸਾਰੇ ਮਾਪੇ ਬੱਚਿਆਂ ਦਾ ਖਰਚਾ ਕੋਲੋਂ ਕਰਦੇ। ਜਿਹੜੇ ਨਹੀਂ ਕਰ ਸਕਦੇ ਸਨ ਉਹ ਬੱਚੇ ਮਜਬੂਰਨ ਗ੍ਰਾਂਟ ਲੈ ਲੈਂਦੇ। ਪਰ ਗੈਰੀ ਆਪਦਾ ਖਰਚਾ ਕੰਮ ਕਰਨ ਦੀ ਥਾਂ ਬਿਜ਼ਨਸ ਕਰਕੇ ਚਲਾਉਂਦਾ। ਹੁਣ ਉਹ ਡਿਗਰੀ ਤੋਂ ਵਿਹਲਾ ਹੋ ਕੇ ਪਹਿਲਾਂ ਤਾਂ ਦੋਸਤਾਂ ਨਾਲ ਯੂਰਪ ਟੂਰ 'ਤੇ ਗਿਆ। ਪ੍ਰੀਤੋ ਨੇ ਉਸਨੂੰ ਆਪਣੇ ਕੋਲੋਂ ਕੁਝ ਪੈਸੇ ਚੁੱਪਚਾਪ ਫੜਾ ਦਿੱਤੇ। ਗੈਰੀ ਨੇ ਉਸਨੂੰ ਜੱਫੀ ਪਾ ਕੇ ਉਸਦੀ ਗੱਲ ਨੂੰ ਚੁੰਮਿਆ ਤਾਂ ਪ੍ਰੀਤੋ ਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ। ਪਹਿਲੀ ਵਾਰੀ ਪੈਵ ਦੇ ਸਹੁਰੇ ਉਹਨਾਂ ਨੂੰ ਮਿਲਣ ਆਏ ਤਾਂ ਉਹਨਾਂ ਨੇ ਆਉਂਦਿਆਂ ਨੇ ਹੱਥ ਮਿਲਾਏ। ਗੈਰੀ ਦੀ ਸੱਸ ਨੇ ਨਾਜਰ ਨੂੰ ਜੱਫੀ ਪਾ ਕੇ ਉਹਦੀ ਗੱਲ 'ਤੇ ਚੁੰਮਣ ਦਿੱਤਾ। ਇਹ ਉਹਨਾਂ ਦਾ ਰਿਵਾਜ ਸੀ ਤੇ ਨਾਜਰ ਹੁਣ ਤੱਕ ਇਸ ਰਸਮ ਨੂੰ ਜਾਣ ਚੁੱਕਿਆ ਸੀ। ਖਾਣਾ ਖਾਣ ਬਾਅਦ ਜਦੋਂ ਉਹ ਜਾਣ ਲੱਗੇ ਤਾਂ ਪੈਵ ਦੇ ਸਹੁਰੇ ਨੇ ਪ੍ਰੀਤੋ ਨੂੰ ਜੱਫੀ ਪਾ ਲਈ ਤੇ ਗੱਲ 'ਤੇ ਚੁੰਮਣ ਦਿੱਤਾ। ਪ੍ਰੀਤੋ ਦਾ ਮੂੰਹ ਤਾਂ ਸ਼ਰਮ ਨਾਲ ਲਾਲ ਹੋ ਗਿਆ। ਉਹ ਘਰੋਂ ਅਜੇ ਨਿਕਲੇ ਹੀ ਸਨ ਤੇ ਪ੍ਰੀਤੋ ਆਪਣੀ ਗੱਲ ਨੂੰ ਹੱਥ ਨਾਲ ਮਲ ਰਹੀ ਸੀ ਜਿਵੇਂ ਜੂਠ ਸਾਫ਼ ਕਰ ਰਹੀ ਹੋ। ਨਾਜਰ ਨੇ ਸੁਭਾਵਕ ਉਸ ਵੱਲ ਵੇਖਿਆ। ਜੈ ਖਾਣੇ ਦਾ ਧੱਕੇ ਨਾਲ ਹੀ ਮੇਰੀ ਚੁੰਮੀ ਲੈ ਗਿਆ। ਦਫਾ ਹੋਣਿਆਂ ਦੇ ਕਿਹੋ ਜਿਹੇ ਬੇਸ਼ਰਮ ਰਿਵਾਜ। ਪ੍ਰੀਤੋ ਨੇ ਗੱਲ ਮਲਦੀ ਨੇ ਕਿਹਾ ਤੇ ਪੈਵ ਹੋਰੀ ਖਿੜਖੜਾ ਕੇ ਹੱਸ ਪਈ ਤੇ ਮਸ਼ੈਲ ਨੂੰ ਇਸ ਹਾਸੇ ਬਾਰੇ ਕੁਝ ਪਤਾ ਨਹੀਂ ਸੀ ਲੱਗਿਆ। ਉਹ ਹੈਰਾਨੀ ਜਿਹੀ ਉਹਨਾਂ ਵੱਲ ਵੇਖਦੀ ਰਹੀ। ਪੈਵ ਨੇ ਜਦ ਉਸਨੂੰ ਦੱਸਿਆ ਤੇ ਉਹ ਵੀ ਹੈਰਾਨ ਹੋਈ ਤੇ ਫਿਰ ਹੱਸਣ ਲੱਗੀ। ਅੱਜ ਗੈਰੀ ਨੇ ਵੀ ਉਹ ਗੱਲ ਕੀਤੀ ਸੀ। ਪ੍ਰੀਤੋ ਅੰਦਰੋਂ ਅੰਦਰ ਮੁਸਕਰਾ ਰਹੀ ਸੀ। ਉਸਨੂੰ ਇਸ ਚੁੰਮਣ ਵਿੱਚੋਂ ਪੋਤੇ ਦਾ ਪਿਆਰ ਛਲਕਦਾ ਮਹਿਸੂਸ ਹੋਇਆ ਸੀ। ਛੁੱਟੀਆਂ ਦੀ ਵਾਪਸੀ ਤੋਂ ਬਾਅਦ ਗੈਰੀ ਨੇ ਪੈਵ ਨਾਲ ਗੱਲ ਕੀਤੀ। ਉਸਨੇ ਰਾਜੂ ਨਾਲ ਵਿਚਾਰ ਕੀਤੀ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਫੈਮਿਲੀ ਬਿਜ਼ਨਸ ਕੀਤਾ ਜਾਵੇ। ਉਹਨਾਂ ਨੇ ਇਹੋ ਗੱਲ ਮੁੰਡਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਇਹ ਫੈਸਲਾ ਕਰ ਚੁੱਕੇ ਹਨ। ਗੱਲ ਨਾਜਰ ਕੋਲੇ ਪਹੁੰਚ ਗਈ। ਪੁੱਤ ਚੰਗੀ ਗੱਲ ਆ। ਮੇਰੇ ਖਿਆਲ 'ਚ ਥੋੜ੍ਹਾ ਬਹੁਤਾ ਚਿਰ ਪਹਿਲਾਂ ਕਿਸੇ ਸਟੋਰ 'ਚ ਕੰਮ ਕਰ। ਪੜ੍ਹਾਈ ਆਪਦੀ ਥਾਂ 'ਤੇ ਆ, ਤਜਰਬਾ ਆਪਦੀ ਥਾਂ 'ਤੇ। ਦੂਜੀ ਗੱਲ, ਸਾਡੇ ਕੋਲੇ ਕੁਝ ਪੈਸੇ ਪਏ ਆ ਬੈਂਕ 'ਚ, ਤੁਸੀਂ ਉਹ ਵਰਤ ਲਓ। ਅਸੀਂ ਤਾਂ ਹੁਣ ਕਿੱਥੇ ਲੈ ਕੇ ਜਾਣੇ ਆ। ਸੁਣ ਕੇ ਗੈਰੀ ਨੇ ਉਸਦਾ ਧੰਨਵਾਦ ਕੀਤਾ ਤੇ ਉਸਦੇ ਗਲ ਲੱਗ ਕੇ ਮਿਲਿਆ। ਗੈਰੀ ਨੂੰ ਦਾਦੇ ਦੀ ਰਾਏ ਪਸੰਦ ਆਈ ਤੇ ਉਹ ਕੰਮ ਲੱਭਣ ਦੀ ਕੋਸ਼ਿਸ਼ ਕਰਨ ਲੱਗਾ। ਕਈ ਦਿਨਾਂ ਦੀ ਕੋਸ਼ਿਸ਼ ਬਾਅਦ ਉਸਨੂੰ ਹੰਸਲੋ ਵੈਸਟ ਦੇ ਇੱਕ ਪੰਜਾਬੀ ਬੰਦੇ ਦੇ ਸਟੋਰ ਵਿੱਚ ਕੰਮ ਦੀ ਦੱਸ ਪਾਈ ਤਾਂ ਗੈਰੀ ਉੱਥੇ ਪਹੁੰਚ ਗਿਆ। ਮਿਸਟਰ ਗਿੱਲ ਨੇ ਉਸ ਤੋਂ ਜਾਣਕਾਰੀ ਲਈ। ਇੱਕ ਤਾਂ ਤੇਰੇ ਕੋਲੇ ਤਜਰਬਾ ਨਹੀਂ। ਨਵੇਂ ਬੰਦੇ ਲਈ ਗ੍ਰਾਸਰੀ ਦੇ ਸਟੋਰ 'ਚ ਸਿੱਖਣ ਵਾਲਾ ਬਹੁਤ ਕੁਝ ਹੁੰਦਾ ਤੇ ਸਮਾਂ ਲੱਗਦਾ, ਖਾਸ ਕਰਕੇ ਜਦੋਂ ਜੌਬ ਮੈਨੇਜਰ ਦੀ ਹੋਵੇ। ਮਿਸਟਰ ਗਿੱਲ ਦੋ ਚਿੱਤੀ ਵਿੱਚ ਸੀ। ਸਰ, ਤੁਸੀਂ ਮੈਨੂੰ ਬਿਨਾਂ ਤਨਖਾਹ ਤੋਂ ਕੰਮ ਤੇ ਰੱਖ ਲਓ। ਜਦੋਂ ਤੁਹਾਨੂੰ ਯਕੀਨ ਹੋਵੇ ਕਿ ਮੈਂ ਸਟੋਰ ਸਾਂਭਣ ਦੇ ਯੋਗ ਹਾਂ ਤੇ ਮੈਨੂੰ ਤਨਖਾਹ ਦੇਣੀ ਸ਼ੁਰੂ ਕਰ ਦਿਓ। ਮਿਸਟਰ ਗਿੱਲ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ। ਕੀ ਨਾਂ ਦੱਸਿਆ ਸੀ ਤੂੰ? ਗੈਰੀ ਸਹੋਟਾ ਸਰ। ਸਹੋਟਾ? ਸਰ, ਮੇਰਾ ਡੈਡ ਇੰਡੀਅਨ ਹੈ ਤੇ ਮੇਰੀ ਮਾਂ ਇੰਗਲਿਸ਼। ਮੇਰੇ ਗ੍ਰੈਂਡਫਾਦਰ ਦਾ ਸਾਊਥ ਵੱਲ ਬਰਾਡਵੇ ਤੇ ਗਰੋਸਰੀ ਸਟੋਰ ਹੁੰਦਾ ਸੀ। ਗੈਰੀ ਨੇ ਉਸਦੀ ਹੈਰਾਨੀ ਦੂਰ ਕਰਨ ਲਈ ਜਾਣਕਾਰੀ ਦਿੱਤੀ। ਮਿਸਟਰ ਨਾਜਰ ਸਿੰਘ ਸਹੋਤਾ ਤੇਰੇ ਗ੍ਰੈਂਡਫਾਦਰ ਆ? ਕੀ ਹਾਲ ਹੈ ਉਹਨਾਂ ਦਾ? ਮੈਂ ਉਹਨਾਂ ਨਾਲ 4 ਸਾਲ ਕੰਮ ਕੀਤਾ ਸੀ। ਜਦੋਂ ਮੈਂ ਆਪਣੀ ਦੁਕਾਨ ਖਰੀਦਣ ਬਾਰੇ ਉਹਨਾਂ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ ਤੇ ਮੇਰੀ ਹਰ ਕਿਸਮ ਦੀ ਮਦਦ ਕਰਨ ਲਈ ਤਿਆਰ ਵੀ ਸਨ ਤੇ ਉਹਨਾਂ ਨੇ ਮੈਨੂੰ ਸਦਾ ਬਹੁਤ ਚੰਗੀ ਰਾਏ ਵੀ ਦਿੱਤੀ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਬਹੁਤੇ ਬੰਦੇ ਤਾਂ ਈਰਖਾ ਕਰਨ ਲੱਗ ਜਾਂਦੇ ਆ ਵੀ ਉਹਨਾਂ ਦਾ ਨੌਕਰ ਉਹਨਾਂ ਦੇ ਬਰਾਬਰ ਹੋ ਰਿਹਾ। ਕੀ ਹਾਲ ਹੈ ਉਹਨਾਂ ਦਾ? ਵੈਸੇ ਤਾਂ ਠੀਕ ਹੈ ਜੀ, ਪਰ ਉਮਰ ਨਾਲ ਕਮਜ਼ੋਰੀ ਤਾਂ ਆ ਹੀ ਜਾਂਦੀ ਹੈ। ਇੱਕ ਉਹਨਾਂ ਦਾ ਦੋਸਤ ਹੁੰਦਾ ਸੀ ਮਾਸਟਰ ਅਤਰ ਸਿੰਘ ਤੇ ਸ਼ੇਰਾ ਅੰਕਲ ਤਾਂ ਇੰਡੀਆ ਚਲੇ ਗਏ ਸੀ ਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ। ਮਾਸਟਰ ਅੰਕਲ ਹੁਣ ਤਕਰੀਬਨ ਬੈੱਡ ਜੋਗੇ ਹੀ ਆ। ਮੇਰਾ ਅੰਕਲ ਰਾਜੂ ਜਾਂ ਮੇਰੇ ਡੈਡ ਉਹਨਾਂ ਨੂੰ ਇੱਕ ਦਿਨ ਵਿੱਚ ਇੱਕ ਅੱਧ ਵਾਰ ਜ਼ਰੂਰ ਮਿਲ ਜਾਂਦੇ ਆ ਤੇ ਕਦੇ ਕਦੇ ਮੇਰੇ ਗ੍ਰੈਂਡਫਾਦਰ ਵੀ ਉਹਨਾਂ ਨਾਲ ਚਲੇ ਜਾਂਦੇ ਆ। ਸਰਕਾਰ ਵੱਲੋਂ ਮੀਲ ਔਨ ਦਾ ਵੀਲ ਨਾਮ ਦੀ ਸੰਸਥਾ 3 ਵੇਲੇ ਭੋਜਨ ਵੀ ਦੇ ਜਾਂਦੀ ਹੈ ਤੇ ਦੇਖਭਾਲ ਵੀ ਕਰੀ ਜਾਂਦੀ। ਉਹਨਾਂ ਦੀ ਪਤਨੀ ਤਾਂ ਕੁਝ ਸਾਲ ਪਹਿਲਾਂ ਮਰ ਗਈ ਸੀ ਤੇ ਬੱਚਾ ਉਹਨਾਂ ਦੇ ਹੈ ਨਹੀਂ। ਗਿੱਲ ਨੇ ਕਿਸੇ ਨੂੰ ਫੋਨ ਕੀਤਾ ਤੇ ਕੌਫੀ ਦੇ ਕੱਪ ਲਿਆਉਣ ਲਈ ਕਿਹਾ। ਗੈਰੀ ਦੇ ਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗਿੱਲ ਨੇ ਉਸਨੂੰ ਅਣਸੁਣਿਆ ਕਰ ਦਿੱਤਾ। ਗੈਰੀ, ਕਦੋਂ ਤੋਂ ਕੰਮ ਸ਼ੁਰੂ ਕਰ ਸਕਦਾ? ਕੱਲ ਤੋਂ, ਜੇ ਤੁਸੀਂ ਚਾਹੋ ਤਾਂ ਸੋਮਵਾਰ ਤੋਂ ਸ਼ੁਰੂ ਕਰ ਲਈ। ਆਪਣਾ ਬੈਂਕ ਅਕਾਊਂਟ ਮੈਨੂੰ ਭੇਜ ਦੀ ਤੇ ਪੈਸੇ ਹਰ ਮਹੀਨੇ ਦੀ 1 ਤਰੀਕ ਨੂੰ ਤੇਰੇ ਅਕਾਊਂਟ 'ਚ ਪਹੁੰਚ ਜਾ ਕਰਨਗੇ। ਕੌਫੀ ਪੀਂਦਿਆਂ ਤੇ ਗੱਲਾਂ ਕਰਦਿਆਂ ਗੈਰੀ ਆਪਣੇ ਆਪ ਨਾਲ ਬਹਿਸ ਕਰ ਰਿਹਾ ਸੀ। ਗਿੱਲ ਨੇ ਉਸਨੂੰ ਜੌਬ ਗ੍ਰੈਂਡ ਡੈਡ ਦੇ ਕਰਨ ਦਿੱਤੀ ਸੀ। ਉਹ ਹੁਣ ਗ੍ਰੈਂਡ ਡੈਡ ਦੇ ਨਾਂ ਨੂੰ ਦਾਗ ਨਹੀਂ ਸੀ ਲੱਗਣ ਦੇਣਾ ਚਾਹੁੰਦਾ। ਕੌਫੀ ਪੀ ਕੇ ਉੱਠਿਆ ਤੇ ਹੱਥ ਮਿਲਾ ਕੇ ਜਾਣ ਲੱਗਿਆ ਪਰ ਫਿਰ ਬੈਠ ਗਿਆ।
ਤੇ ਮਿਸਟਰ ਗਿੱਲ ਨੇ ਉਸ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ। ਸਰ, ਮੈਂ ਤੁਹਾਨੂੰ ਧੋਖੇ ਵਿੱਚ ਨਹੀਂ ਰੱਖ ਸਕਦਾ। ਮੇਰੇ ਖਿਆਲ 'ਚ ਤੁਸੀਂ ਕਿਸੇ ਹੋਰ ਨੂੰ ਕੰਮ ਤੋਂ ਰੱਖ ਲਓ। ਮੈਂ ਤਾਂ ਕੁਝ ਮਹੀਨੇ ਕੰਮ ਕਰਕੇ ਤਜਰਬਾ ਹਾਸਲ ਕਰਨਾ ਚਾਹੁੰਦਾ ਤੇ ਇਸ ਸਮੇਂ ਵਿੱਚ ਆਪਣੇ ਲਈ ਕੋਈ ਸਟੋਰ ਲੱਭਣਾ ਹੈ। ਜਦੋਂ ਹੀ ਕੋਈ ਸਟੋਰ ਮਿਲ ਗਿਆ ਤੇ ਮੈਂ ਕੰਮ ਛੱਡ ਦੇਣਾ। ਤੁਸੀਂ ਮੇਰੇ ਗ੍ਰੈਂਡਫਾਦਰ ਨੂੰ ਜਾਣਦੇ ਆ ਤੇ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਣਾ ਆਪਣਾ ਫਰਜ਼ ਸਮਝਦਾ। ਗਿੱਲ ਨੇ ਕੁਰਸੀ ਦੀ ਢੋ ਨਾਲ ਪਿੱਠ ਜੋੜ ਲਈ ਤੇ ਆਰਾਮ ਨਾਲ ਬੈਠ ਕੇ ਗੈਰੀ ਨੂੰ ਵੇਖਣ ਲੱਗਿਆ। ਗੈਰੀ ਨੂੰ ਮਹਿਸੂਸ ਹੋਇਆ ਜਿਵੇਂ ਗਿੱਲ ਉਸ ਬਾਰੇ ਨਾ ਖੁਸ਼ ਹੋਵੇ। ਉਸਨੂੰ ਆਪਣਾ ਹੀਣਾ ਮਹਿਸੂਸ ਹੋਣ ਲੱਗਿਆ। ਇੰਨਾ ਸਪਸ਼ਟ ਨਾਜਰ ਸਿੰਘ ਸਹੌਤੇ ਦਾ ਪੋਤਾ ਹੀ ਹੋ ਸਕਦਾ ਹੈ। ਮੇਰੇ ਮਨ ਵਿੱਚ ਤੇਰੀ ਇਸ ਸਪਸ਼ਟਤਾ ਨਾਲ ਹੋਰ ਵੀ ਇੱਜ਼ਤ ਵੱਧ ਗਈ। ਤੂੰ ਕੰਮ ਸ਼ੁਰੂ ਕਰ। ਵੈਸੇ ਮੈਂ ਵੀ ਸਟੋਰ ਲੀਜ਼ ਤੇ ਦੇ ਕੇ ਰਿਟਾਇਰ ਹੋਣਾ ਚਾਹੁੰਦਾ, ਪਰ ਇਹ ਗੱਲ ਆਪਾਂ ਫੇਰ ਕਰਾਂਗੇ। ਉਹਨਾਂ ਨੇ ਇੱਕ ਵਾਰੀ ਫੇਰ ਹੱਥ ਮਿਲਾਇਆ ਤੇ ਦੋਵੇਂ ਆਪਣੀ ਆਪਣੀ ਥਾਂ ਖੁਸ਼ ਸਨ। ਗੈਰੀ ਘਰ ਜਾਣ ਦੀ ਥਾਂ ਪਹਿਲਾਂ ਨਾਜਰ ਕੋਲ ਚਲਾ ਗਿਆ। 6 ਮਹੀਨੇ ਵਿੱਚ ਫਿਊਚਰ ਲਿਵਿੰਗ ਲਿਮਟਿਡ ਕੰਪਨੀ ਦੇ ਨਾਂ ਤੇ ਉਹਨਾਂ ਨੇ ਗਿੱਲ ਤੋਂ ਸਟੋਰ ਖਰੀਦ ਲਿਆ। ਇੰਨੇ ਸਮੇਂ ਵਿੱਚ ਗੈਰੀ ਨੂੰ ਸਟੋਰ ਦੀ ਸੇਲ ਤੇ ਆਮਦਨ ਬਾਰੇ ਪਤਾ ਲੱਗ ਗਿਆ ਸੀ। ਵੈਸੇ ਵੀ ਹੰਸਲੋ ਵੈਸਟ ਕਾਫੀ ਬਿਜ਼ੀ ਏਰੀਆ ਸੀ। ਪਹਿਲਾਂ ਗੈਰੀ ਇਕੱਲਾ ਡਾਇਰੈਕਟਰ ਸੀ ਤੇ ਫਿਰ ਸਮੇਂ ਨਾਲ ਜੈਓ ਤੇ ਜਾਰਜ ਵੀ ਡਾਇਰੈਕਟਰ ਬਣ ਗਏ। ਕੁਝ ਸਾਲਾਂ ਵਿੱਚ ਹੀ ਇਸ ਕੰਪਨੀ ਨੇ ਚੰਗੀ ਤਰੱਕੀ ਕੀਤੀ ਤੇ ਡਾਇਰੈਕਟਰਾਂ ਨੇ ਮਾਸਟਰ ਅਤਰ ਸਿੰਘ ਦੇ ਵਿਚਾਰਾਂ ਦੇ ਪ੍ਰਭਾਵ ਹੇਠ ਤਨਖਾਹਾਂ ਦਾ ਪੈਟਰਨ ਵੀ ਬਦਲਿਆ ਤੇ ਵਰਕਰਾਂ ਨੂੰ ਕੰਪਨੀ ਦੇ ਹਿੱਸੇ ਵੀ ਦਿੱਤੇ। ਹੁਣ ਸਕਾਟ ਨੂੰ ਪਤਾ ਲੱਗਿਆ ਸੀ ਕਿ ਕੰਪਨੀ ਆਮ ਕੰਪਨੀਆਂ ਨਾਲੋਂ ਕਿਵੇਂ ਵੱਖਰੀ ਸੀ। ਬੌਬ ਨੂੰ ਪਤਾ ਚੱਲ ਗਿਆ ਸੀ ਕਿ ਰੰਧਾਵੇ ਨੂੰ ਪੁਲਿਸ ਨੇ ਫੜ ਲਿਆ ਹੈ। ਉਸਦੀ ਆਤਮਾ ਗੁਨਾਹਾਂ ਦੇ ਭਾਰ ਹੇਠ ਤਾਂ ਪਹਿਲਾਂ ਹੀ ਦੱਬੀ ਹੋਈ ਸੀ। ਹੁਣ ਉਹਨਾਂ ਗੁਨਾਹਾਂ ਦੇ ਫਲ ਨੂੰ ਭੁਗਤਣ ਦਾ ਵੇਲਾ ਆ ਪਹੁੰਚਿਆ ਸੀ। ਉਸਨੂੰ ਸਪਸ਼ਟ ਸੀ ਕਿ ਉਹ ਘੱਟੋ ਘੱਟ 10 ਕੁ ਸਾਲ ਤਾਂ ਜੇਲ੍ਹ 'ਚ ਜ਼ਰੂਰ ਕੱਟੇਗਾ। ਸੋਚ ਕੇ ਉਸਦਾ ਅੰਦਰਲਾ ਕੰਬ ਗਿਆ। ਉਸਨੇ ਕੈਨੇਡਾ ਜਾਂ ਅਮਰੀਕਾ ਭੱਜ ਕੇ ਜਾਣ ਬਾਰੇ ਸੋਚਿਆ। ਕੈਨੇਡਾ ਜਾਂ ਅਮਰੀਕਾ ਤੋਂ ਇੰਗਲੈਂਡ ਕਿਸੇ ਵੀ ਅਪਰਾਧੀ ਨੂੰ ਵਾਪਸ ਲਿਆਉਣਾ ਸੌਖਾ ਸੀ। ਉਸਨੇ ਆਪਣਾ ਧਿਆਨ ਇੰਡੀਆ ਵੱਲ ਕੀਤਾ। ਉਸਨੂੰ ਇਹ ਖਿਆਲ ਜੱਚ ਗਿਆ ਉਸ ਲਈ ਜਲਦੀ ਤੋਂ ਜਲਦੀ ਇੰਗਲੈਂਡ ਵਿੱਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਸੀ। ਉਸਨੇ ਆਪਣੀ ਪਤਨੀ ਨੂੰ ਪਾਸਪੋਰਟ ਤੇ ਕੁਝ ਕੱਪੜੇ ਲੈ ਕੇ ਲੂਟਨ 에ਅਰਪੋਰਟ ਤੇ ਪਹੁੰਚਣ ਲਈ ਕਿਹਾ। ਆਪ ਉਸਨੇ ਆਨਲਾਈਨ ਸੀਟ ਬੁੱਕ ਕਰ ਲਈ। ਉਸਦੀ ਪਤਨੀ ਨੇ 40 ਮਿੰਟ 'ਚ ਲੂਟਨ ਪਹੁੰਚ ਜਾਣਾ ਸੀ। ਉਹ ਵੀ ਟੈਕਸੀ ਵਿੱਚ ਲੂਟਨ ਨੂੰ ਚੱਲ ਪਿਆ। ਏਥਨਜ਼ ਦੀ ਫਲਾਈਟ ਚੱਲਣ ਵਿੱਚ ਅਜੇ 1.5 ਘੰਟਾ ਰਹਿੰਦਾ ਸੀ। ਜੇ ਸਭ ਕੁਝ ਸਹੀ ਚੱਲਦਾ ਗਿਆ ਤਾਂ ਉਹ 1.5 ਘੰਟੇ 'ਚ ਦੇਸ਼ 'ਚੋਂ ਫਰਾਰ ਹੋ ਜਾਵੇਗਾ। ਟੈਕਸੀ ਵਾਲਾ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ, ਪਰ ਉਹ ਉਸਨੂੰ ਕੋਈ ਜਵਾਬ ਦੇਣ ਲਈ ਤਿਆਰ ਨਹੀਂ ਸੀ ਤੇ ਟੈਕਸੀ ਵਾਲਾ ਵੀ ਚੁੱਪ ਕਰ ਗਿਆ। ਜਦ ਵੀ ਕੋਈ ਆਮ ਜਿਹੀ ਪੁਲਿਸ ਕਾਰ ਕੋਲ ਦੀ ਲੰਘਦੀ ਤਾਂ ਬੌਬ ਦੇ ਦਿਲ ਦੀ ਧੜਕਣ ਹੋਰ ਤੇਜ਼ ਹੋ ਜਾਂਦੀ। ਕਦੇ ਉਸਨੂੰ ਲੱਗਦਾ ਉਹ ਆਪਣੇ ਪਿਓ ਨੂੰ ਪਿੱਠ ਦਿਖਾ ਰਿਹਾ ਸੀ। ਉਸਨੂੰ ਵੀ ਅਹਿਸਾਸ ਸੀ ਕਿ ਉਹ ਇੱਕ ਵਾਰ ਇੰਡੀਆ ਚਲਿਆ ਗਿਆ ਤਾਂ ਉਸ ਲਈ ਵਾਪਸ ਆਉਣਾ ਤਕਰੀਬਨ ਅਸੰਭਵ ਸੀ। ਉਹ ਆਪਣੀ ਪਤਨੀ, ਬੱਚਿਆਂ ਤੇ ਮਾਂ-ਪਿਓ ਨੂੰ ਇੰਡੀਆ ਵਿੱਚ ਹੀ ਮਿਲ ਸਕੇਗਾ। ਉਸਦਾ ਦਿਲ ਬੈਠ ਜਾਂਦਾ। ਫਿਰ ਉਹ ਦੂਸਰੇ ਪੱਖ ਤੋਂ ਸੋਚਦਾ 10 ਸਾਲ ਜੇਲ੍ਹ ਵਿੱਚ ਬੰਦ ਰਹਿ ਕੇ ਤਾਂ ਉਹ ਬੱਚਿਆਂ ਨਾਲ ਸਿਰਫ ਜੇਲ੍ਹ ਦੀ ਚਾਰਦੀਵਾਰੀ 'ਚ ਬੰਦ ਰਹਿ ਕੇ ਮਾੜੀ ਮੋਟੀ ਮੁਲਾਕਾਤ ਕਰ ਸਕੇਗਾ। ਇਸ ਲਿਹਾਜ਼ ਨਾਲ ਉਸਨੂੰ ਇੰਡੀਆ ਬਹੁਤ ਚੰਗਾ ਲੱਗਿਆ। ਉਸਦੀ ਪਤਨੀ ਹਰ 2-3 ਮਹੀਨੇ ਬਾਅਦ ਇੰਡੀਆ ਜਾ ਸਕਦੀ ਸੀ। ਕਦੇ ਬੱਚੇ ਵੀ ਆ ਸਕਦੇ ਸਨ। ਇੱਕ ਵਾਰੀ ਬੱਚੇ ਵਿਆਹੇ ਗਏ ਤਾਂ ਉਸਦੀ ਪਤਨੀ ਇੰਡੀਆ ਪੱਕੀ ਉਸ ਕੋਲੇ ਰਹਿ ਸਕਦੀ ਸੀ। ਪਰ ਕੀ ਉਹ ਅਜਿਹਾ ਕਰ ਸਕੇਗੀ? ਇਹਨਾਂ ਸੋਚਾਂ ਵਿੱਚ ਡੁੱਬਿਆ ਉਹ ਲੂਟਨ 에ਅਰਪੋਰਟ ਤੇ ਪਹੁੰਚ ਗਿਆ। ਉਹ ਪਤਨੀ ਨੂੰ ਉਸਦੇ ਮੋਬਾਈਲ ਫੋਨ ਤੇ ਫੋਨ ਨਹੀਂ ਸੀ ਕਰਨਾ ਚਾਹੁੰਦਾ। ਆਪਣਾ ਫੋਨ ਉਸਨੇ ਬੰਦ ਕੀਤਾ ਹੋਇਆ ਸੀ। ਉਹ ਸੋਚਦਾ 에ਅਰਪੋਰਟ ਦੀ ਬਿਲਡਿੰਗ ਵਿੱਚ ਚਲਾ ਗਿਆ। ਉਸਦੀ ਨਜ਼ਰ ਗੇਟ ਤੇ ਲੱਗੀ ਸੀ। ਫਲਾਈਟ ਜਾਣ ਵਿੱਚ 50 ਮਿੰਟ ਬਾਕੀ ਸਨ। ਉਹ ਬੇਸਬਰੀ ਨਾਲ ਉਸਦੀ ਉਡੀਕ ਕਰ ਰਿਹਾ ਸੀ। 에ਅਰਪੋਰਟ ਬਿਲਡਿੰਗ ਵਿੱਚ 3 ਪੁਲਿਸ ਅਫਸਰ ਦਾਖਲ ਹੋਏ। ਉਸਦਾ ਚਿਹਰਾ ਬੱਗਾ ਹੋ ਗਿਆ, ਜਿਵੇਂ ਸਾਰਾ ਖੂਨ ਉਸ ਚੋਂ ਨਿਚੋੜਿਆ ਗਿਆ ਹੋਵੇ। ਉਹਨਾਂ ਨੇ ਗੇਟ ਤੇ ਖੜ ਕੇ ਸੱਜੇ ਖੱਬੇ ਵੇਖਿਆ ਤੇ ਉਸਦੀ ਦਿਸ਼ਾ ਵੱਲ ਚੱਲ ਪਏ। ਉਹ ਸੋਚਣ ਲੱਗਿਆ ਉਸਦੀ ਪਤਨੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੋਵੇਗਾ ਜਾਂ ਉਸਦਾ ਪਿੱਛਾ ਕੀਤਾ ਹੋਵੇਗਾ। ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ। ਪੁਲਿਸ ਵਾਲੇ ਉਸਦੇ ਨੇੜੇ ਆ ਕੇ ਰੁਕ ਗਏ। ਉਸਨੇ ਪਾਣੀ ਦੀ ਬੋਤਲ ਖਰੀਦਣ ਲਈ ਆਪਣੀ ਪਿੱਠ ਉਹਨਾਂ ਵੱਲ ਕਰ ਲਈ। ਉਹ ਐਵੇਂ 1-2 ਹੋਰ ਚੀਜ਼ਾਂ ਤੇ ਉਂਗਲ ਰੱਖਣ ਲੱਗਾ। ਉਸਦੇ ਸਰੀਰ ਦਾ ਇੱਕ ਇੱਕ ਕਣ ਪੁਲਿਸ ਦੀ ਹਰਕਤ ਨੂੰ ਮਹਿਸੂਸ ਕਰ ਰਿਹਾ ਸੀ। ਪਾਣੀ ਦੇ ਪੈਸੇ ਦੇ ਕੇ ਉਹ ਪੁਲਿਸ ਤੋਂ ਉਲਟਾ ਦਿਸ਼ਾ ਵੱਲ ਨੂੰ ਚੱਲ ਪਿਆ। ਉਹ 에ਅਰਪੋਰਟ ਤੋਂ ਦੌੜਨ ਬਾਰੇ ਸੋਚਣ ਲੱਗਿਆ। ਦੂਜੇ ਪਾਸੇ ਉਹ ਪੁਲਿਸ ਨੂੰ ਕਿਸੇ ਕਿਸਮ ਦੀ ਸ਼ੰਕਾ ਪੈਦਾ ਨਹੀਂ ਸੀ ਕਰਨੀ ਚਾਹੁੰਦਾ। ਜਦ ਉਹ ਗੇਟ ਕੋਲੇ ਗਿਆ ਤੇ ਉਸਦੀ ਪਤਨੀ ਵੀ ਪਹੁੰਚ ਗਈ। ਉਹ ਬਾਹਰ ਚਲਾ ਗਿਆ ਤੇ ਦੋਵੇਂ ਗੇਟ ਤੋਂ ਹਟਵੇਂ ਬਾਹਰਲੀ ਫੁੱਟਪਾਥ ਤੇ ਰੁਕ ਗਏ। ਬੈਗ ਤੇ ਪਾਸਪੋਰਟ ਉਸਨੇ ਫੜ ਲਿਆ। ਇੱਕ ਨੋਟਾਂ ਦੀ ਗੁੱਟੀ ਉਸਨੇ ਫੜ ਕੇ ਜੇਬ 'ਚ ਪਾ ਲਈ। ਆਈ ਐਮ ਸੌਰੀ ਕਹਿ ਕੇ ਜਲਦੀ ਨਾਲ ਉਹ ਡਿਪਾਰਚਰ ਗੇਟ ਵੱਲ ਚੱਲ ਪਿਆ। ਉਸਨੇ ਆਟੋ ਚੈੱਕ ਇਨ ਕੀਤਾ ਤੇ ਬੋਰਡਿੰਗ ਪਾਸ ਲੈ ਕੇ ਅੰਦਰ ਚਲਾ ਗਿਆ। ਹੁਣ ਉਸਦਾ ਡਰ ਘਟ ਗਿਆ ਸੀ। ਜਹਾਜ਼ ਵਿੱਚ ਬੈਠਾ ਉਹ ਜਲਦੀ ਜਹਾਜ਼ ਦੇ ਚੱਲਣ ਲਈ ਅਰਦਾਸਾਂ ਕਰ ਰਿਹਾ ਸੀ। ਉਸਦੀ ਨਜ਼ਰ ਜਹਾਜ਼ ਦੇ ਗੇਟ ਤੇ ਲੱਗੀ ਸੀ, ਕਿਤੇ ਪੁਲਿਸ ਵਾਲੇ ਹੀ ਨਾ ਆ ਜਾਣ। ਕੁਝ ਦੇਰ ਬਾਅਦ ਗੇਟ ਬੰਦ ਹੋਇਆ ਤੇ ਜਹਾਜ਼ ਚੱਲਣ ਦੀ ਅਨਾਉਂਸਮੈਂਟ ਹੋਈ। ਉਸਦਾ ਸਾਹ ਸੁਖਾਲਾ ਹੋ ਗਿਆ ਸੀ। ਜਹਾਜ਼ ਨੇ ਇੱਕ ਝਟਕਾ ਜਿਹਾ ਲਿਆ ਤੇ ਰਨਵੇ ਵੱਲ ਨੂੰ ਚੱਲ ਪਿਆ। ਬੌਬ ਏਥਨਜ਼ ਤੋਂ ਅੱਗੇ ਜਾਣ ਦੀ ਸੋਚ ਵਿਚਾਰ ਕਰਨ ਲੱਗਾ। ਏਥਨਜ਼ ਪਹੁੰਚ ਕੇ ਉਸਨੂੰ ਸਭ ਤੋਂ ਪਹਿਲੀ ਫਲਾਈਟ ਅਮਾਨ ਦੀ ਮਿਲੀ। ਬਹੁਤ ਸੋਚਣ ਦੀ ਥਾਂ ਉਸਨੇ 에ਅਰਪੋਰਟ ਤੋਂ ਹੀ ਟਿਕਟ ਖਰੀਦੀ ਤੇ ਅਮਾਨ ਨੂੰ ਜਹਾਜ਼ ਚੜ੍ਹ ਗਿਆ। ਇੱਕ ਵਾਰੀ ਜਦੋਂ ਏਥਨਜ਼ ਦੀ ਫਲਾਈਟ ਉੱਡੀ ਤਾਂ ਬੌਬ ਨੂੰ ਯਕੀਨ ਹੋ ਗਿਆ
ਕਿ ਉਹ ਬ੍ਰਿਟਿਸ਼ ਪੁਲਿਸ ਦੇ ਹੱਥਾਂ ਵਿੱਚੋਂ ਖਿਸਕਣ ਲਈ ਕਾਮਯਾਬ ਹੋ ਗਿਆ ਸੀ। ਅਗਲੇ ਦਿਨ ਉਹ ਲੁਧਿਆਣੇ ਆਪਦੀ ਕੋਠੀ 'ਚ ਪਹੁੰਚ ਗਿਆ। ਉਸ ਦੇ ਬਿਨਾਂ ਕਿਸੇ ਖਬਰ ਪਹੁੰਚਣ 'ਤੇ ਉਸ ਦੀ ਕੋਠੀ ਵਿੱਚ ਰਹਿੰਦਾ ਬਹਾਦਰ ਖੁਸ਼ ਵੀ ਹੋਇਆ ਤੇ ਹੈਰਾਨ ਵੀ। ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ। ਉਹ ਉਸ ਨੂੰ ਸਾਫ਼ ਸਫਾਈ ਕਰਨ ਅਤੇ ਲੋੜੀਂਦੀ ਤਿਆਰੀ ਕਰਨ ਦੀ ਹਫ਼ਤਾ ਪਹਿਲਾਂ ਦੱਸ ਦਿੰਦੇ ਸਨ। ਬੌਬ ਨੂੰ ਜਦੋਂ ਬਹਾਦਰ ਨੇ ਚਾਹ ਦਾ ਕੱਪ ਪੇਸ਼ ਕੀਤਾ ਤਾਂ ਉਹ ਸੋਚਾਂ ਵਿੱਚ ਬੈਠਾ ਸੀ। ਉਸ ਅੱਗੇ ਰੰਧਾਵੇ ਦੀ ਜ਼ਮਾਨਤ ਕਰਾਉਣੀ, ਕਲੱਬ ਨੂੰ ਵੇਚਣ, ਕੈਸ਼ ਐਂਡ ਕੈਰੀ ਵਰਗੇ ਮਸਲੇ ਸਨ ਜਿਨ੍ਹਾਂ ਨੂੰ ਵਕੀਲ ਦੀ ਮਦਦ ਬਿਨਾਂ ਸੁਲਝਾਇਆ ਨਹੀਂ ਸੀ ਜਾ ਸਕਦਾ। ਉਸਨੇ ਆਪਣਾ ਟੈਲੀਫੋਨ ਔਨ ਕੀਤਾ। ਬ੍ਰਿਟਿਸ਼ 3 ਨੈਟਵਰਕ ਦੀ ਥਾਂ ਇੰਡੀਆ ਦੇ ਏਅਰਟੈਲ ਨੈਟਵਰਕ ਨੇ ਲੈ ਲਈ ਸੀ। ਫੋਨ ਤੇ ਹੀ ਉਸਨੇ ਕਲੱਬ ਦਾ ਅਕਾਊਂਟ ਖੋਲ੍ਹਿਆ। ਬੈਂਕ ਦੀ ਨਿਸ਼ਚਿਤ ਸੀਮਾ ਅਨੁਸਾਰ ਉਸਨੇ ਪੈਸੇ ਆਪਣੇ ਪਤਨੀ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ। ਇੰਜ ਕਰਕੇ ਉਸਨੇ 3 ਦਿਨਾਂ 'ਚ ਅਕਾਊਂਟ ਖਾਲੀ ਕਰ ਦਿੱਤਾ। ਇਸ ਤਰ੍ਹਾਂ ਹੀ ਉਸਨੇ ਕੈਸ਼ ਐਂਡ ਕੈਰੀ ਦੇ ਅਕਾਊਂਟ ਵੀ ਖਾਲੀ ਕਰ ਦਿੱਤਾ। ਕੁਝ ਪੈਸੇ ਉਸਨੇ ਆਪਣੇ ਇੰਡੀਆ ਦੇ ਖਾਤੇ ਭੇਜ ਦਿੱਤੇ। ਲੁਧਿਆਣੇ ਤੋਂ ਉਸਨੇ ਨਵਾਂ ਸਿਮ ਕਾਰਡ ਲਿਆ ਤੇ ਉਸਨੇ ਸਭ ਤੋਂ ਪਹਿਲਾਂ ਵਕੀਲ ਨੂੰ ਈਮੇਲ ਪਾਈ। ਕੇਸ ਬਾਰੇ ਤਾਂ ਵਕੀਲ ਨੂੰ ਪਤਾ ਹੀ ਸੀ। ਉਸਦੀ ਪਤਨੀ ਨੇ ਪਹਿਲਾਂ ਵਕੀਲ ਨੂੰ ਹੀ ਜਾਣਕਾਰੀ ਦਿੱਤੀ ਸੀ। ਪੁਲਿਸ ਤੋਂ ਵੀ ਜਾਣਕਾਰੀ ਉਸਨੂੰ ਮਿਲ ਗਈ ਹੋਵੇਗੀ ਤੇ ਰੰਧਾਵੇ ਨਾਲ ਵੀ ਉਸਨੇ ਇੰਟਰਵਿਊ ਕਰ ਲਈ ਹੋਵੇਗੀ। ਆਪਣੀ ਇਸ ਨਵੀਂ ਈਮੇਲ ਆਈਡੀ ਨੂੰ ਉਸਨੇ ਸਿਰਫ ਕੇਸ ਲਈ ਹੀ ਵਰਤਣਾ ਸੀ। ਉਸਦੀ ਪਤਨੀ ਦਾ ਬਹਾਦਰ ਦੇ ਨੰਬਰ ਤੇ ਫੋਨ ਆਇਆ ਤਾਂ ਬੌਬ ਨੇ ਉਸਨੂੰ ਸਹੀ ਸਲਾਮਤ ਪਹੁੰਚਣ ਦਾ ਦੱਸ ਕੇ ਇੱਕ ਨਵੀਂ ਪੇ ਐਜ਼ ਯੂ ਗੋ ਚਿੱਪ ਲੈਣ ਲਈ ਕਿਹਾ ਤੇ ਇਸ ਨੰਬਰ ਦਾ ਉਸ ਤੋਂ ਬਿਨਾਂ ਕਿਸੇ ਵੀ ਹੋਰ ਨਾਲ ਸਾਂਝਾ ਨਾ ਕਰਨ ਲਈ ਕਹਿ ਦਿੱਤਾ। ਹੁਣ ਉਹ ਪੰਜਾਬ ਵਿੱਚ ਰਹਿ ਕੇ ਕੰਮ ਧੰਦੇ ਬਾਰੇ ਵੀ ਸੋਚ ਰਿਹਾ ਸੀ ਤੇ ਲੰਡਨ ਵਿੱਚ ਚੱਲ ਰਹੇ ਕੇਸ ਦੀ ਪੈਰਵਾਈ ਵੀ ਕਰ ਰਿਹਾ ਸੀ। ਰਾਜੂ ਉਦਾਸ ਜਿਹਾ ਖਿੜਕੀ ਦੇ ਸ਼ੀਸ਼ੇ ਵਿੱਚੋਂ ਦੀ ਘਰ ਦੀ ਡਰਾਈਵ ਵਿੱਚ ਖੜੀ ਨਾਜਰ ਦੀ ਪੁਰਾਣੀ ਮਰਸੀਡੀਜ਼ ਕਾਰ ਵੱਲ ਵੇਖ ਰਿਹਾ ਸੀ। ਰਾਜੂ ਦੇ ਪੈਪ ਨੇ ਬਹੁਤ ਵਾਰੀ ਨਾਜਰ ਨੂੰ ਇਸ ਪੁਰਾਣੀ ਨੂੰ ਵੇਚ ਕੇ ਨਵੀਂ ਕਾਰ ਲੈਣ ਲਈ ਕਿਹਾ, ਪਰ ਉਹ ਮੰਨਿਆ ਨਹੀਂ ਸੀ। ਰਾਜੂ ਨੂੰ ਉਸਦਾ ਜਵਾਬ ਯਾਦ ਆਇਆ, ਜਿੱਥੇ ਅਸੀਂ ਜਾਣਾ ਹੁੰਦਾ ਉਹ ਤਾਂ ਤੁਸੀਂ ਲੈ ਕੇ ਜਾਂਦੇ ਆ। ਇਸ ਕਾਰ ਨਾਲ ਤਾਂ ਮੋਹ ਜਿਹਾ ਹੀ ਹੈ। ਊਂ ਵੀ ਇਹਦਾ ਲੋਹਾ ਬਹੁਤ ਬਰਕਤ ਵਾਲਾ। ਇਸ ਕਾਰ ਨਾਲ ਆਪਾਂ ਬਹੁਤ ਤਰੱਕੀ ਕੀਤੀ ਆ। ਆਪਦੇ ਜਿਉਂਦੇ ਜੀ ਤਾਂ ਨਹੀਂ ਇਹ ਕਾਰ ਮੈਂ ਵੇਚਣੀ, ਤੁਸੀਂ ਜਿਵੇਂ ਮਰਜ਼ੀ ਕਰਿਓ। ਰਾਜੂ ਨੂੰ ਲੱਗਿਆ ਜਿਵੇਂ ਨਾਜਰ ਕਾਰ ਸਟਾਰਟ ਕਰਕੇ ਉਸਦੇ ਆਸੇ-ਪਾਸੇ ਚੱਕਰ ਮਾਰ ਰਿਹਾ ਹੋਵੇ। ਕੁਝ ਦੇਰ ਕਾਰ ਵਿੱਚ ਬੈਠ ਕੇ ਉਹ ਵੀ ਪਤਾ ਨਹੀਂ ਕੀ ਸੋਚਦਾ ਰਹਿੰਦਾ। ਅੱਧੇ ਘੰਟੇ ਬਾਅਦ ਕਾਰ ਬੰਦ ਕਰਕੇ ਅੰਦਰ ਆ ਬੈਠਦਾ। ਅਗਲੇ ਹਫ਼ਤੇ ਫਿਰ ਇਹੋ ਜ਼ਿੰਮੇਵਾਰੀ ਨਿਭਾਉਂਦਾ। ਹੁਣ ਨਾਜਰ ਰਿਹਾ ਨਹੀਂ ਸੀ। 7-8 ਮਹੀਨੇ ਪਹਿਲਾਂ ਪ੍ਰੀਤੋ ਵਿਛੋੜਾ ਦੇ ਗਈ ਤੇ ਫਿਰ ਨਾਜਰ ਦੇ ਗੁਰਦਿਆਂ ਵਿੱਚ ਕੈਂਸਰ ਦਾ ਪਤਾ ਲੱਗ ਗਿਆ। ਡਾਕਟਰ ਨੇ ਹੱਥ ਖੜੇ ਕਰ ਦਿੱਤੇ। ਉਹ ਕੁਝ ਸਮਾਂ ਦੁੱਖ ਦਰਦ ਭਰਦਾ 2 ਹਫ਼ਤੇ ਪਹਿਲਾਂ ਵਿਛੜ ਗਿਆ ਸੀ। ਉਸਦੀਆਂ ਅੰਤਮ ਰਾਸਮਾਂ ਪੂਰੀਆਂ ਹੋ ਚੁੱਕੀਆਂ ਸਨ। ਪੈਪ ਤੇ ਰਾਜੂ ਉਸਨੂੰ ਬਹੁਤ ਢੁਕਵੀਂ ਸ਼ਰਧਾਂਜਲੀ ਦਿੱਤੀ ਸੀ। ਘੋੜਿਆਂ ਵਾਲੇ ਰੱਥ ਵਿੱਚ ਉਸਦੀ ਦੇਹ ਨੂੰ ਸੰਸਕਾਰ ਲਈ ਲੈ ਕੇ ਗਏ। ਫੁੱਲਾਂ ਨਾਲ ਲੱਦੀ ਗੱਡੀ ਇੰਝ ਲੱਗਦੀ ਸੀ ਜਿਵੇਂ ਕਿਸੇ ਰਾਜੇ ਮਹਾਰਾਜੇ ਦਾ ਜਨਾਜ਼ਾ ਜਾ ਰਿਹਾ ਹੋਵੇ। ਉਹਨਾਂ ਲਈ ਤਾਂ ਉਹ ਮਹਾਰਾਜਾ ਹੀ ਸੀ। ਰਾਜੂ ਖਿੜਕੀ ਵਿੱਚ ਦੀ ਦੇਖਦਾ ਤਾਂ ਪਤਾ ਨਹੀਂ ਕੀ ਕੁਝ ਸੋਚ ਰਿਹਾ ਸੀ। ਸ਼ੋਭਾ ਉਸਨੂੰ ਕੁਝ ਦੇਰ ਦੇਖਿਆ ਤੇ ਆ ਕੇ ਉਸਦੇ ਲੱਕ ਦੁਆਲੇ ਬਾਹਾਂ ਵੜ ਦਿੱਤੀਆਂ। ਰਾਜੂ ਨੇ ਉਦਾਸ ਜਿਹੀ ਮੁਸਕਰਾਹਟ ਨਾਲ ਉਸਦੀ ਅੱਖਾਂ ਨਾਲ ਹੀ ਧੰਨਵਾਦ ਕੀਤਾ ਤੇ ਉਸਨੂੰ ਆਪਣੇ ਨਾਲ ਘੁੱਟ ਲਿਆ। ਰਾਜ, ਮੈਂ ਵੇਖ ਰਹੀ ਹਾਂ ਤੂੰ ਬੜਾ ਉਦਾਸ ਹੈ। ਮੈਂ ਸਮਝ ਸਕਦੀ ਹਾਂ, ਪਰ ਜ਼ਿੰਦਗੀ ਦਾ ਇਹੋ ਚੱਲਣ ਹੈ। ਕੋਈ ਵੀ ਸਦਾ ਲਈ ਬੈਠਾ ਨਹੀਂ ਰਹਿ ਸਕਦਾ। ਵੈਸੇ ਵੀ ਬਹੁਤੀ ਲੰਮੀ ਉਮਰ ਤਾਂ ਨੀਰਸ ਜਿਹੀ ਬਣ ਜਾਊ। ਤੂੰ ਬਿਲਕੁਲ ਠੀਕ ਕਿਹਾ, ਮੈਂ ਵੀ ਸਮਝਦਾ, ਪਰ ਘਰ ਜਿਵੇਂ ਖਾਲੀ ਹੋ ਗਿਆ ਮੇਰੇ ਲਈ ਜੋ ਉਹਨਾਂ ਨੇ ਕੀਤਾ ਮੈਂ ਉਹਦਾ ਦੇਣ ਨਹੀਂ ਦੇ ਸਕਦਾ। ਰਾਜ, ਤੂੰ ਵੀ ਤਾਂ ਆਪਦਾ ਫਰਜ਼ ਪੂਰਾ ਕੀਤਾ ਹੀ ਹੈ। ਉਹਨਾਂ ਦੀ ਇੰਨੀ ਦੇਖਭਾਲ ਕੀਤੀ ਹੈ ਕਿ ਲੋਕ ਵੀ ਹੈਰਾਨ ਹੁੰਦੇ ਆ। ਅੱਜ ਕੱਲ੍ਹ ਬਹੁਤੇ ਮਾਪੇ ਇੰਨੀ ਕਿਸਮਤ ਵਾਲੇ ਨਹੀਂ ਹੁੰਦੇ। ਫਰਜ਼ ਪੂਰਾ ਕਰਨ ਦੀ ਆਪਣੀ ਤਸੱਲੀ ਤੇ ਖੁਸ਼ੀ ਵੀ ਹੁੰਦੀ ਹੈ, ਜਿਸ ਦਾ ਬਹੁਤੇ ਲੋਕਾਂ ਨੂੰ ਅਹਿਸਾਸ ਨਹੀਂ ਹੁੰਦਾ। ਉਹ ਦੋਵੇਂ ਕਿਚਨ ਵਿੱਚ ਪਹੁੰਚ ਗਏ ਤੇ ਸ਼ੋਭਾ ਨੇ ਕੌਫੀ ਮਸ਼ੀਨ ਔਨ ਕਰ ਦਿੱਤੀ। ਕੌਫੀ ਦੇ ਕੱਪ ਲੈ ਕੇ ਉਹ ਟੀਵੀ ਅੱਗੇ ਸੋਫੇ ਤੇ ਆ ਬੈਠੇ। ਰਾਜੂ ਕੁਝ ਸੋਚ ਰਿਹਾ ਸੀ ਤੇ ਸ਼ੋਭਾ ਉਸ ਨੂੰ ਧਿਆਨ ਨਾਲ ਵੇਖ ਰਹੀ ਸੀ। ਰਾਜ, ਮੇਰੇ ਖਿਆਲ ਵਿੱਚ ਤੇਰੇ ਮਨ ਵਿੱਚ ਕੁਝ ਕਸ਼ਮਕਸ਼ ਚੱਲ ਰਹੀ ਹੈ। ਹਾਂ, ਤੂੰ ਠੀਕ ਬੁੱਝਿਆ। ਮੈਂ ਤੇਰੇ ਨਾਲ ਗੱਲ ਕਰਨ ਬਾਰੇ ਸੋਚ ਰਿਹਾ ਸੀ। ਰਾਜੂ ਨੇ ਘੁੱਟ ਭਰ ਕੇ ਕੱਪ ਮੇਜ਼ ਤੇ ਰੱਖ ਦਿੱਤਾ ਤੇ ਸ਼ੋਭਾ ਵੱਲ ਵੇਖਿਆ। ਮੈਂ ਆਪਣੇ ਨੌਰਵੁੱਡ ਗ੍ਰੀਨ ਵਾਲੇ ਘਰ ਵਿੱਚ ਜਾਣ ਬਾਰੇ ਸੋਚ ਰਿਹਾ ਸੀ। ਰਾਜੂ ਨੇ ਉਸ ਵੱਲ ਧਿਆਨ ਨਾਲ ਵੇਖਦਿਆਂ ਕਿਹਾ, ਪਰ ਕਿਉਂ? ਇਸ ਘਰ ਨਾਲ ਮੌਮ ਡੈਡ ਦੀਆਂ ਬਹੁਤ ਯਾਦਾਂ ਜੁੜੀਆਂ। ਘਰ ਦਾ ਹਰ ਕੋਨਾ ਉਹਨਾਂ ਦੀ ਯਾਦ ਦਿਵਾਉਂਦਾ। ਰਾਜ, ਠੀਕ ਹੈ, ਪਰ ਅਸਲ ਗੱਲ ਇਹ ਨਹੀਂ ਹੋ ਸਕਦੀ। ਰਾਜੂ ਕੱਚਾ ਜਿਹਾ ਮੁਸਕਰਾਇਆ। ਦੇਖ ਸ਼ੋਭਾ, ਇਸ ਘਰ ਤੇ ਮੇਰਾ ਕੋਈ ਹੱਕ ਨਹੀਂ। ਇਹ ਘਰ ਪੈਪ ਤੇ ਰਾਣੀ ਦਾ ਹੈ। ਮੇਰੀ ਜ਼ਮੀਰ ਨਹੀਂ ਮੰਨਦੀ ਕਿ ਮੈਂ ਉਹਨਾਂ ਦੇ ਹੱਕ ਤੇ ਆਪਦਾ ਹੱਕ ਜਤਾਵਾਂ। ਸ਼ੋਭਾ ਕੁਝ ਦੇਰ ਤੱਕ ਸੋਚਦੀ ਰਹੀ। ਰਾਜ, ਮੇਰੇ ਖਿਆਲ ਵਿੱਚ ਰਾਣੀ ਤੈਨੂੰ ਪੈਪ ਤੋਂ ਘੱਟ ਪਿਆਰ ਨਹੀਂ ਕਰਦੀ ਤੇ ਨਾ ਹੀ ਪੈਪ ਤੈਨੂੰ ਬੇਗਾਨਾ ਸਮਝਦਾ। ਜੇ ਤੂੰ ਕੋਈ ਇਹੋ ਜਿਹੀ ਗੱਲ ਕਰੇਂਗਾ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਣਾ। ਮੇਰੇ ਖਿਆਲ 'ਚ ਕੁਝ ਦੇਰ ਹੋਰ ਉਡੀਕ ਤੇ ਸੋਚ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਛੋਟੇ ਘਰ 'ਚ ਵੀ ਰਹਿ ਸਕਦੀ ਹਾਂ ਤੇਰੇ ਨਾਲ। ਮੈਨੂੰ ਪਤਾ। ਮਿਹਰਬਾਨੀ। ਘਰ ਨੂੰ ਖਾਲੀ ਕਰਾਉਣ ਤੇ ਫਿਰ ਉਸਦੇ ਰੰਗ ਢੰਗ ਕਰਨ 'ਚ 3-4 ਮਹੀਨੇ ਤਾਂ ਲੰਘ ਜਾਣੇ ਆ। ਆਪਾਂ ਕੁਝ ਦੇਰ ਅਜੇ ਚੁੱਪ ਰਹਿੰਦੇ ਹਾਂ, ਪਰ ਜਦੋਂ ਘਰ ਖਾਲੀ ਹੋ ਗਿਆ ਆਪਾਂ ਉਹਨਾਂ ਨੂੰ ਦੱਸ ਦੇਵਾਂਗੇ ਕਿ ਹੁਣ ਇਸ ਘਰ ਵਿੱਚ ਦਿਲ ਨਹੀਂ ਲੱਗਦਾ। ਠੀਕ ਹੈ ਰਾਜ, ਜਿਵੇਂ ਤੂੰ ਠੀਕ ਸਮਝੇ। ਰਾਜੂ ਨੇ ਕੰਮ ਤੇ ਜਾ ਕੇ ਈਮੇਲ ਚੈੱਕ ਕੀਤੀਆਂ ਤਾਂ ਡੇਵਿਡ ਕਪੂਰ ਐਂਡ ਕੋ ਦੀ ਈਮੇਲ ਪੜ੍ਹੀ,
ਜੋ ਉਸਨੂੰ ਵਿਅਕਤੀਗਤ ਸੰਬੋਧਨ ਨਾਲ ਲਿਖੀ ਗਈ ਸੀ। ਉਸਨੇ ਈਮੇਲ ਪੜ੍ਹੀ। ਉਸਨੂੰ ਪੈਵ ਤੇ ਰਾਣੀ ਦੇ ਨਾਲ ਹੀ ਦਫ਼ਤਰ ਵਿੱਚ ਆਉਣ ਲਈ ਕਿਹਾ ਗਿਆ ਸੀ। ਨਾਜਰ ਦੀ ਵਸੀਅਤ ਉਹਨਾਂ ਤਿੰਨਾਂ ਦੀ ਹਾਜ਼ਰੀ ਵਿੱਚ ਪੜ੍ਹੀ ਜਾਣੀ ਸੀ। ਈਮੇਲ ਪੜ੍ਹ ਕੇ ਰਾਜੂ ਅਜੇ ਇਸ ਬਾਰੇ ਸੋਚ ਹੀ ਰਿਹਾ ਸੀ ਕਿ ਰਾਣੀ ਦਾ ਫੋਨ ਆ ਗਿਆ। ਡੇਵਿਡ ਕਪੂਰ ਤੇ ਕੋ ਦਾ ਦਫ਼ਤਰ ਐਕਟਨ ਟਾਊਨ ਵਿੱਚ ਸੀ। ਰਾਣੀ ਨੇ ਉਸਨੂੰ ਆਪਣੇ ਨਾਲ ਲੈ ਕੇ ਜਾਣ ਲਈ ਕਿਹਾ ਤਾਂ ਕਿ 2 ਕਾਰਾਂ ਦੀ ਥਾਂ ਇੱਕ ਕਾਰ ਵਿੱਚ ਹੀ ਜਾਇਆ ਜਾਵੇ ਤੇ ਪਾਰਕਿੰਗ ਦੀ ਸਮੱਸਿਆ ਤੋਂ ਬਚਿਆ ਜਾਵੇ। ਉਸਨੇ ਰਾਣੀ ਨੂੰ ਘਰ ਆਉਣ ਲਈ ਕਹਿ ਦਿੱਤਾ, ਜਿੱਥੇ ਉਹ ਆਪਣੀ ਕਾਰ ਪਾਰਕ ਕਰ ਦੇਵੇਗੀ ਤੇ ਉਹ ਇੱਕ ਕਾਰ ਵਿੱਚ ਚਲੇ ਜਾਣਗੇ। ਪੈਵ ਨੇ ਆਪਣੀ ਆਪ ਕਾਰ ਵਿੱਚ ਆ ਜਾਣਾ ਸੀ। ਮਿੱਥੇ ਸਮੇਂ ਉਹ ਵਕੀਲ ਦੇ ਦਫ਼ਤਰ ਵਿੱਚ ਪਹੁੰਚ ਗਏ। ਉਸਨੇ ਉਹਨਾਂ ਦੀ ਆਈਡੀ ਚੈੱਕ ਕੀਤੀ ਤੇ ਫਾਈਲ ਖੋਲ੍ਹੀ। ਕੁਝ ਗੱਲਾਂ ਉਸਨੇ ਕਾਨੂੰਨੀ ਜ਼ਿੰਮੇਵਾਰੀ ਪੂਰੀ ਕਰਨ ਲਈ ਕੀਤੀਆਂ ਤੇ ਫਿਰ ਵਸੀਅਤ ਪੜ੍ਹਨ ਲੱਗਿਆ। ਉਹ ਧਿਆਨ ਨਾਲ ਸੁਣ ਰਹੇ ਸਨ। ਪੈਵ ਜਾਂ ਰਾਣੀ ਨੂੰ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਲੱਗਦੀ। ਰਾਜੂ ਚੁੱਪ ਬੈਠਾ ਸੀ। ਉਸਦੇ ਚਿਹਰੇ ਤੇ ਕਈ ਉਤਰਾਅ ਚੜ੍ਹਾਅ ਆ ਰਹੇ ਸਨ, ਪਰ ਉਹਨਾਂ ਦਾ ਧਿਆਨ ਵਕੀਲ ਦੀਆਂ ਗੱਲਾਂ ਵੱਲ ਸੀ। ਤੁਸੀਂ ਤਿੰਨੇ ਹੀ ਬਰਾਬਰ ਦੇ ਹਿੱਸੇਦਾਰ ਹੋਣ ਕਰਕੇ ਪ੍ਰਾਪਰਟੀ ਇੱਕ ਕੰਪਨੀ ਵਿੱਚ ਵੀ ਰੱਖ ਸਕਦੇ ਹੋ ਤੇ ਜੇ ਚਾਹੋ ਤਾਂ ਤਿੰਨੇ ਵੰਡ ਸਕਦੇ ਹੋ। ਅਜੇ ਕੋਈ ਜਲਦੀ ਨਹੀਂ, ਪਰ ਤੁਸੀਂ ਫੈਸਲਾ ਕਰਕੇ ਮੈਨੂੰ ਦੱਸ ਦਿਓ। ਮੈਂ ਕਾਗਜ਼ ਪੱਤਰ ਤਿਆਰ ਕਰ ਦੂੰ। ਉਹ ਜਿਵੇਂ ਗਏ ਸੀ ਉਸੇ ਤਰ੍ਹਾਂ ਵਾਪਸ ਆ ਗਏ। ਰਾਣੀ ਮਾਂ ਪਿਓ ਦੀਆਂ ਗੱਲਾਂ ਵੀ ਕਰਦੀ ਰਹੀ ਤੇ ਇੱਕ ਦਿਨ ਬੈਠ ਕੇ ਭਵਿੱਖ ਬਾਰੇ ਸੋਚਣ ਵਿਚਾਰਨ ਲਈ ਵੀ ਕਹਿਣ ਲੱਗੀ। ਰਾਜੂ ਹਾਂ ਹੂੰ ਕਰਦਾ ਰਿਹਾ। ਜਦੋਂ ਘਰ ਆਏ ਤਾਂ ਸ਼ੋਭਾ ਵੀ ਘਰ ਪਹੁੰਚ ਚੁੱਕੀ ਸੀ। ਉਸਨੇ ਉਹਨਾਂ ਲਈ ਚਾਹ ਤਿਆਰ ਕਰ ਲਈ ਤੇ ਉਹ ਗੱਲਾਂ ਕਰਨ ਲੱਗੇ। ਰਾਣੀ ਤੂੰ ਪੈਵ ਨਾਲ ਵਿਚਾਰ ਕਰ ਲੈ, ਮੈਨੂੰ ਕੋਈ ਇਤਰਾਜ਼ ਨਹੀਂ। ਅਸਲ ਪੁੱਛੇ ਤਾਂ ਮੇਰੀ ਪ੍ਰਾਪਰਟੀ 'ਚ ਕੋਈ ਦਿਲਚਸਪੀ ਨਹੀਂ। ਰਾਣੀ ਨੇ ਉਸ ਵੱਲ ਨੀਝ ਨਾਲ ਵੇਖਿਆ। ਫਿਰ ਉਸਨੇ ਸ਼ੋਭਾ ਵੱਲ ਵੇਖਿਆ। ਸ਼ੋਭਾ ਨੇ ਨੀਵੀਂ ਪਾ ਲਈ। ਜੇ ਤੂੰ ਜੋ ਨੂੰ ਕੋਈ ਤੋਹਫਾ ਦੇਵੇਂ ਉਹ ਕਹੇ ਮੈਂ ਨਹੀਂ ਲੈਣਾ ਤਾਂ ਕਿਵੇਂ ਦਾ ਲੱਗੂ? ਮਮ ਡੈਡ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦਾ ਮੋਹ ਪਿਆਰ ਤਾਂ ਅਜੇ ਵੀ ਸਾਡੇ ਨਾਲ ਹੈ। ਮੈਂ ਚੱਲਦੀ ਹਾਂ, ਜਿਵੇਂ ਮਰਜ਼ੀ ਕਰ। ਰਾਣੀ ਨੇ ਹੈਂਡਬੈਗ ਚੱਕਿਆ ਤੇ ਕਾਰ ਦੀਆਂ ਚਾਬੀਆਂ ਕੱਢ ਕੇ ਦਰਵਾਜ਼ੇ ਵੱਲ ਚੱਲ ਪਈ। ਰਾਣੀ ਥੋੜਾ ਤਾਂ ਠਹਿਰ ਜਾ, ਰਾਜੂ ਬੋਲਿਆ, ਪਰ ਰਾਣੀ ਨੇ ਅਣਸੁਣਿਆ ਕਰ ਦਿੱਤਾ। ਬਾਹਰ ਨਿਕਲ ਕੇ ਉਹ ਨਾਜਰ ਦੀ ਕਾਰ ਨੂੰ ਪਲਕ ਪਲੋਸਦੀ ਰਹੀ। ਫਿਰ ਜਾ ਕੇ ਗੱਡੀ ਸਟਾਰਟ ਕਰਕੇ ਬਿਨਾਂ ਉਹਨਾਂ ਵੱਲ ਵੇਖਿਆਂ ਚਲੀ ਗਈ। ਰਾਜੂ ਤੇ ਸ਼ੋਭਾ ਕੁਝ ਦੇਰ ਉਸਦੀ ਜਾਂਦੀ ਕਾਰ ਨੂੰ ਵੇਖਦੇ ਰਹੇ। ਕਾਰ ਮੁੜ ਗਈ ਤਾਂ ਉਹ ਵੀ ਅੰਦਰ ਆ ਬੈਠੇ। ਰਾਜੂ ਤੇਰੀ ਸੋਚ ਕਿੰਨੀ ਗਲਤ ਹੈ। ਉਹਨਾਂ ਨੇ ਤੈਨੂੰ ਪੁੱਤ ਬਣਾਇਆ ਤੇ ਤੂੰ ਉਹਨਾਂ ਨੂੰ ਮਾਪੇ। ਹੁਣ ਭਲਾ ਕਿਵੇਂ ਤੂੰ ਉਹਨਾਂ ਨਾਲ ਬਣੇ ਇੰਨੇ ਲੰਬੇ ਸਮੇਂ ਦੇ ਰਿਸ਼ਤੇ ਨੂੰ ਤੋੜ ਸਕਦਾ? ਰਿਸ਼ਤੇ ਦੀ ਸਮੁੱਚਤਾ ਵਿੱਚ ਪੈਸੇ ਦੇ ਲਾਲਚ ਦੀ ਗੰਦਗੀ ਬਿਲਕੁਲ ਨਹੀਂ ਘੋਲਣੀ ਚਾਹੀਦੀ। ਮੈਂ ਇਸ ਨਾਲ ਸਹਿਮਤ ਹਾਂ, ਪਰ ਪਿਆਰ ਨਾਲ ਦਿੱਤੇ ਗਿਫਟ ਤੋਂ ਇਨਕਾਰ ਕਰਨਾ ਵੀ ਠੀਕ ਨਹੀਂ। ਮਿਸ਼ੈਲ ਦੇ ਮਾਪਿਆਂ ਨੇ ਵੱਖਰੀ ਨਸਲ ਤੇ ਰੰਗ ਦਾ ਮੁੰਡਾ ਗੋਦ ਲਿਆ ਹੈ। ਉਹ ਵੱਡਾ ਹੋ ਕੇ ਭਲਾ ਉਹਨਾਂ ਨੂੰ ਛੱਡ ਦੇਵੇ ਜਿਸ ਨੂੰ ਉਹਨਾਂ ਨੇ ਛੋਟੀ ਉਮਰ ਤੋਂ ਪਾਲਿਆ, ਤੇ ਜੇ ਉਹ ਛੱਡ ਜਾਵੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੂ? ਸੋਚ। ਰਾਜੂ ਸ਼ੋਭਾ ਨੂੰ ਸੁਣ ਰਿਹਾ ਸੀ। ਉਸ ਕੋਲੇ ਕੋਈ ਜਵਾਬ ਨਹੀਂ ਸੀ। ਅਗਲੀ ਸ਼ਾਮ ਕੰਮ ਤੋਂ ਬਾਅਦ ਉਹ ਰਾਣੀ ਨਾਲ ਬੈਠਾ ਚਾਹ ਪੀ ਰਿਹਾ ਸੀ। ਸਕਾਟ ਨੇ ਆਪਣੇ ਸਾਥੀ ਅਫਸਰਾਂ ਦੀ ਮਦਦ ਨਾਲ ਟੌਮ ਤੇ ਰੰਧਾਵੇ ਦੀ ਵਾਰ-ਵਾਰ ਇੰਟਰਵਿਊ ਕੀਤੀ। ਰੰਧਾਵਾ ਤਾਂ ਕਹਿ ਰਿਹਾ ਸੀ ਉਸ ਨੂੰ ਕਿਸੇ ਗੱਲ ਦਾ ਪਤਾ ਨਹੀਂ। ਇਹ ਤਾਂ ਸਵਾਬੀ ਸੀ ਕਿ ਜਦੋਂ ਜਿੰਮ ਜਾਣ ਲਈ ਬਾਹਰ ਨਿਕਲਿਆ ਤੇ ਟੌਮ ਆ ਗਿਆ ਤੇ ਬੌਬ ਵੀ ਪਹੁੰਚ ਗਿਆ। ਮੈਂ ਉਹਨਾਂ ਦੇ ਕੰਮ ਵਿੱਚ ਕਦੇ ਦਖਲ ਨਹੀਂ ਦਿੱਤਾ, ਪਰ ਤੂੰ ਕਲੱਬ ਵਿੱਚ ਜਾਂਦਾ ਰਹਿਣਾ ਤੇ ਆਪਣੇ ਦਫ਼ਤਰ ਵਿੱਚ ਬੈਠਦਾ, ਸਟਾਫ ਨਾਲ ਵੀ ਗੱਲਾਂ ਬਾਤਾਂ ਕਰਦਾ। ਟੌਮ ਵੀ ਤੇਰੀ ਗੱਲ ਸੁਣਦਾ। ਫਿਰ ਕਿਵੇਂ ਕਹਿ ਸਕਦਾ ਕਿ ਤੂੰ ਉਹਨਾਂ ਦੇ ਕੰਮ 'ਚ ਦਖਲ ਨਹੀਂ ਦਿੰਦਾ? ਰੰਧਾਵੇ ਨੂੰ ਹੈਰਾਨੀ ਹੋਈ, ਭਲਾ ਪੁਲਿਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਸਟਾਫ ਨੂੰ ਮਿਲਦਾ ਤੇ ਦਫ਼ਤਰ ਵਿੱਚ ਬਹਿੰਦਾ? ਕਦੇ ਮੈਂ ਚੱਕਰ ਮਾਰ ਆਉਣਾ, ਕਲੱਬ ਦੀ ਥਾਂ ਮੈਂ ਦਫ਼ਤਰ ਵਿੱਚ ਬਹਿਣਾ, ਸਟਾਫ ਤੋਂ ਖਾਣ ਪੀਣ ਮੰਗਾਉਣਾ, ਬਿਨਾਂ ਹੋਰ ਕੋਈ ਗੱਲ ਨਹੀਂ ਕਰਦਾ। ਸਕਾਟ ਕੋਲੇ ਵੀ ਕੋਈ ਹੋਰ ਠੋਸ ਸਬੂਤ ਨਹੀਂ ਸੀ। ਟੌਮ ਨੇ ਕਤਲ ਤਾਂ ਮੰਨ ਲਿਆ ਸੀ, ਪਰ ਉਸ ਕੋਲੇ ਕੋਈ ਹੋਰ ਰਾਹ ਨਹੀਂ ਸੀ। ਪਰ ਤੁਸੀਂ ਲੋਕਾਂ ਨੇ ਕਤਲ ਕੀਤਾ ਕਿਉਂ? ਗੈਰੀ ਨਾਲ ਤੁਹਾਡੀ ਦੁਸ਼ਮਣੀ ਕੀ ਸੀ? ਮੈਂ ਤਾਂ ਉਸ ਨੂੰ ਖਾਸ ਜਾਣਦਾ ਨਹੀਂ ਸੀ। ਮੈਂ ਤਾਂ ਬੌਬ ਦੇ ਕਹਿਣ ਤੇ ਹੀ ਉਸ ਨੂੰ ਮਾਰਿਆ। ਬੌਬ ਨਾਲ ਉਸ ਦਾ ਕੀ ਗੁੱਸਾ ਗਿੱਲਾ ਮੈਨੂੰ ਨਹੀਂ ਪਤਾ। ਬੌਬ ਇੰਡੀਆ ਦੌੜ ਗਿਆ। ਸਕਾਟ ਨੂੰ ਇਸ ਦੀ ਜਾਣਕਾਰੀ ਮਿਲ ਗਈ ਸੀ। ਬੌਬ ਨੂੰ ਇੰਡੀਆ ਤੋਂ ਵਾਪਸ ਮੰਗਵਾਉਣਾ ਔਖਾ ਕਾਰਜ ਸੀ। ਇੰਡੀਆ ਦੇ ਸਿਆਸਤਦਾਨ ਤੇ ਪੁਲਿਸ ਸਭ ਕਰਪਟ ਸਨ। ਇਹੋ ਜਿਹਾ ਸਿਸਟਮ ਬੌਬ ਵਰਗੇ ਬੰਦਿਆਂ ਨੂੰ ਬਹੁਤ ਲਾਭਕਾਰੀ ਸਾਬਤ ਹੁੰਦਾ। ਇੱਕ ਪਾਸੇ ਉਹ ਵਾਰ-ਵਾਰ ਟੌਮ ਤੇ ਰੰਧਾਵੇ ਦੀ ਇੰਟਰਵਿਊ ਕਰ ਰਹੇ ਸਨ। ਇਹਨਾਂ ਨੂੰ ਸਕਾਟ ਨੇ ਯੰਗ ਨਾਈਟ ਕਲੱਬ ਦੀ ਪ੍ਰਾਪਰਟੀ ਦੇ ਮਾਲਕ ਨੂੰ ਲੱਭਣ ਲਈ ਕਿਹਾ। ਇਹਨਾਂ ਆਪਦੇ ਕੰਮ ਤੇ ਲੱਗ ਗਈ। ਰਿਚਰਡ ਤੇ ਸਕਾਟ ਨੇ ਟੌਮ ਨੂੰ ਫਿਰ ਤੋਂ ਇੰਟਰਵਿਊ ਰੂਮ 'ਚ ਸੱਦ ਲਿਆ। ਟੌਮ, ਤੈਨੂੰ ਪਤਾ ਹੈ ਕੁਝ ਸਾਲ ਪਹਿਲਾਂ ਰੰਧਾਵੇ ਨੇ ਆਪਣਾ ਸਾਰਾ ਦੋਸ਼ ਆਪਣੇ ਅਕਾਊਂਟੈਂਟ ਹੈਰੀ ਸਮਿਥ ਤੇ ਸਿਰ ਮੜ ਦਿੱਤਾ ਸੀ ਤੇ ਉਸ ਨੂੰ ਕੈਦ ਹੋ ਗਈ। ਕੈਦ ਵਿੱਚ ਉਹ ਆਤਮ ਹੱਤਿਆ ਕਰ ਗਿਆ ਸੀ। ਮੈਨੂੰ ਡਰ ਹੈ ਰੰਧਾਵਾ ਫਿਰ ਤੋਂ ਉਹੀ ਗੇਮ ਤੇਰੇ ਨਾਲ ਖੇਡ ਸਕਦਾ ਹੈ। ਹੁਣ ਬੌਬ ਦੌੜ ਗਿਆ ਤੇ ਹੋਰ ਵੀ ਸੰਭਵ ਹੈ। ਮੇਰੇ ਖਿਆਲ 'ਚ ਤੂੰ ਕਾਨੂੰਨ ਦੀ ਮਦਦ ਕਰੇ ਤਾਂ ਕਾਨੂੰਨ ਵੀ ਤੇਰੇ ਨਾਲ ਨਰਮੀ ਪੇਸ਼ ਆਵੇਗਾ। ਰਿਚਰਡ ਨੇ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਟੌਮ ਨੂੰ ਕਿਹਾ। ਸਕਾਟ ਬਾਹਰ ਨਿਕਲ ਗਿਆ ਤੇ 3 ਕੱਪ ਚਾਹ ਦੇ ਲੈ ਆਇਆ। 1 ਕੱਪ ਉਸਨੇ ਟੌਮ ਦੇ ਅੱਗੇ ਰੱਖ ਦਿੱਤਾ ਤੇ ਇੱਕ ਰਿਚਰਡ ਅੱਗੇ। ਉਹ ਚਾਹ ਪੀਣ ਲੱਗੇ। ਟੌਮ ਡੂੰਘੀ ਸੋਚ ਵਿੱਚ ਬੈਠਾ ਸੀ। ਤੁਸੀਂ ਆ ਸੱਚ ਕਹਿ ਰਹੇ ਆ? ਉਸਨੇ ਰਿਚਰਡ ਵੱਲ ਵੇਖਦਿਆਂ ਪੁੱਛਿਆ। ਜਿਸ ਮੁੰਡੇ ਟੋਨੀ ਨੂੰ ਤੂੰ ਰੰਧਾਵੇ ਦੇ ਦਫ਼ਤਰ ਵਿੱਚ ਲੈ ਕੇ ਗਿਆ ਸੀ ਤੇ ਉਸਨੂੰ ਤੇ ਉਸਦੀ ਗਰਲਫ੍ਰੈਂਡ ਨੂੰ ਵਾਈਨ ਪਿਲਾਈ ਸੀ, ਹੈਰੀ ਸਮਿਥ ਉਸੇ ਟੋਨੀ ਦਾ ਪਿਓ ਸੀ। ਰਿਚਰਡ ਦੀ ਗੱਲ ਸੁਣ ਕੇ ਟੌਮ ਦਾ ਰੰਗ ਪੀਲਾ ਪੈ ਗਿਆ। ਪਰ ਉਹ ਤਾਂ ਰੰਧਾਵੇ ਨਾਲ ਬਹੁਤ ਚੰਗਾ ਵਰਤਾਅ ਕਰ ਰਿਹਾ ਸੀ। ਟੌਮ, ਮੈਂ ਤੇਰੇ ਨਾਲ ਇਸ ਬਾਰੇ ਬਹੁਤ ਵਿਸਤਾਰ ਵਿੱਚ ਗੱਲ ਨਹੀਂ ਕਰ ਸਕਦਾ।
ਪਰ ਇਹ ਸੱਚ ਹੈ ਤੇ ਫੈਸਲਾ ਤੇਰਾ ਹੈ। ਚਾਹ ਪੀ ਲਾ, 5 ਮਿੰਟ ਬਾਅਦ ਤੇਰੀ ਇੰਟਰਵਿਊ ਸ਼ੁਰੂ ਕਰਦੇ ਹਾਂ, ਰਿਚਰਡ ਨੇ ਕਿਹਾ ਤੇ ਰਿਕਾਰਡਿੰਗ ਦੀ ਤਿਆਰੀ ਕਰਨ ਲੱਗਾ। ਟੌਮ, ਗੈਰੀ ਦਾ ਲੈਪਟਾਪ ਤੇ ਟੈਲੀਫੋਨ ਤੂੰ ਲੈ ਕੇ ਗਿਆ ਸੀ, ਉਹ ਕਿੱਥੇ ਹੈ? ਮੈਂ ਦੋਵੇਂ ਚੀਜ਼ਾਂ ਤੇ ਨਾਲ ਹੀ ਸਟੀਲ ਬਾਰ ਜਿਸ ਦਾ ਗੈਰੀ ਨਾਲ ਕਤਲ ਕੀਤਾ ਸੀ ਗੈਰੀ ਦੀ ਸਾਹਮਣੇ ਵਾਲੀ ਐਲੀ ਵਿੱਚ ਰੱਖ ਦਿੱਤੀਆਂ ਤੇ ਬੌਬ ਨੇ ਉੱਥੋਂ ਚੁੱਕ ਲਈਆਂ ਸਨ। ਉਸਨੇ ਹੀ ਟੈਲੀਫੋਨ ਤੇ ਲੈਪਟਾਪ ਨੂੰ ਖਿਲਾਉਣਾ ਸੀ। ਟੌਮ ਦੀ ਆਵਾਜ਼ ਵਿੱਚ ਥੋੜ੍ਹੀ ਡਰ ਦੀ ਭਾਵਨਾ ਮਹਿਸੂਸ ਹੋ ਰਹੀ ਸੀ। ਟੈਲੀਫੋਨ ਤੇ ਲੈਪਟਾਪ ਵਿੱਚੋਂ ਤੁਸੀਂ ਕੀ ਲੱਭ ਰਹੇ ਸੀ? ਕੁਝ ਦੇਰ ਲਈ ਟੌਮ ਚੁੱਪ ਖੜਾ ਰਿਹਾ ਤੇ ਖਾਲੀ ਚਾਹ ਦੇ ਕੱਪ ਨੂੰ ਹੱਥ ਵਿੱਚ ਫੜੀ ਘੁਮਾਉਂਦਾ ਰਿਹਾ। ਫਿਰ ਉਹ ਬੋਲਣ ਲੱਗਿਆ। ਬੌਬ ਇੱਕ ਪ੍ਰਾਪਰਟੀ ਖਰੀਦਣੀ ਚਾਹੁੰਦਾ ਸੀ, ਪਰ ਬੋਲੀ ਵਿੱਚ ਉਹ ਪ੍ਰਾਪਰਟੀ ਗੈਰੀ ਨੇ ਖਰੀਦ ਲਈ ਸੀ। ਬੌਬ ਨੇ ਉਸ ਨਾਲ ਦੋਸਤੀ ਗੰਢਣ ਦਾ ਯਤਨ ਕੀਤਾ। ਦੋਸਤੀਆਂ ਬਣਾਉਣ ਵਿੱਚ ਉਹ ਬਹੁਤ ਤੇਜ਼ ਹੈ। ਉਸ ਨੂੰ ਪਤਾ ਕਿਵੇਂ ਕਿਸੇ ਬੰਦੇ ਦੇ ਅੰਦਰ ਵੜਨਾ। ਗੈਰੀ ਨਾਲ ਵੀ ਉਸਦੀ ਦੋਸਤੀ ਹੋ ਗਈ ਸੀ। ਉਸਨੇ ਗੈਰੀ ਨੂੰ ਕਲੱਬ ਵਿੱਚ ਸੱਦਣਾ ਸ਼ੁਰੂ ਕਰ ਦਿੱਤਾ। ਗੈਰੀ ਆਪਣੇ ਸਮਾਜ ਵਿੱਚ ਬਣੇ ਪ੍ਰਤੀਬਿੰਬ ਪ੍ਰਤੀ ਬਹੁਤ ਚੇਤੰਨ ਸੀ। ਬੌਬ ਨੇ ਇਸ ਦਾ ਫਾਇਦਾ ਉਠਾਉਣ ਲਈ ਇੱਕ ਦਿਨ ਉਸਨੂੰ ਥੋੜ੍ਹਾ ਜਿਹਾ ਡਰੱਗ ਸ਼ਰਾਬ ਵਿੱਚ ਘੋਲ ਕੇ ਪਿਲਾ ਦਿੱਤਾ ਅਤੇ ਫਿਰ ਉਸਨੂੰ ਇੱਕ ਕੁੜੀ ਨਾਲ ਕਮਰੇ ਵਿੱਚ ਛੱਡ ਦਿੱਤਾ। ਉਹ ਖਾਸ ਕਿਸਮ ਦੇ ਨਸ਼ੇ ਨਾਲ ਉਸਦੀ ਕਾਮ ਪੂਰਤੀ ਦੀ ਲੋੜ ਸਿਖਰ 'ਤੇ ਪਹੁੰਚ ਗਈ ਅਤੇ ਬੌਬ ਨੇ ਪਹਿਲਾਂ ਹੀ ਕੈਮਰੇ ਫਿੱਟ ਕੀਤੇ ਹੋਏ ਸਨ। ਦੂਜੀ ਵਾਰ ਗੈਰੀ ਆਪ ਬੌਬ ਕੋਲ ਆਇਆ, ਫਿਰ ਉਸ ਕਿਸਮ ਦੇ ਸ਼ੁਗਲ ਦੀ ਮੰਗ ਕੀਤੀ। ਅਜਿਹਾ ਵਾਰ-ਵਾਰ ਹੋਇਆ। ਬੌਬ ਨੇ ਸਾਰੀਆਂ ਫਿਲਮਾਂ ਬਣਾਈਆਂ ਸਨ। ਉਸਨੇ ਗੈਰੀ ਨੂੰ ਬਲੈਕਮੇਲ ਕਰਨ ਲਈ ਫਿਲਮ ਦਿਖਾਈ ਅਤੇ ਪ੍ਰਾਪਰਟੀ ਖਰੀਦਣ ਦੀ ਗੱਲ ਰੱਖੀ। ਗੈਰੀ ਨੇ ਕੁਝ ਸਮਾਂ ਮੰਗਿਆ ਅਤੇ ਘਰ ਚਲਿਆ ਗਿਆ। ਦੂਜੇ ਦਿਨ ਗੈਰੀ ਨੇ ਸਾਡੇ ਕੁਝ ਖਾਸ ਬੰਦਿਆਂ ਦੇ ਨਾਮ ਬੌਬ ਨੂੰ ਭੇਜ ਦਿੱਤੇ। ਸਾਨੂੰ ਸਮਝ ਨਹੀਂ ਆ ਰਹੀ ਉਸਨੂੰ ਇਹ ਜਾਣਕਾਰੀ ਕਿੱਥੋਂ ਮਿਲੀ। ਬੌਬ ਨੇ ਉਸਦੀਆਂ ਬਣਾਈਆਂ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਜਵਾਬ ਵਿੱਚ ਉਸਨੇ ਸਾਡੀ 3 ਜਾਣਿਆਂ ਦੀ, ਬੌਬ, ਮਿਸਟਰ ਰੰਧਾਵੇ ਦੀ ਮੀਟਿੰਗ, ਜਿਸ ਵਿੱਚ ਅਸੀਂ ਗੈਰੀ ਦੇ ਨਾ ਮੰਨਣ ਦੀ ਹਾਲਤ ਵਿੱਚ ਕੀ ਢੰਗ ਤਰੀਕੇ ਵਰਤੇ ਹੋਣਗੇ ਬਾਰੇ ਗੱਲ ਕਰ ਰਹੇ ਸੀ, ਉਸ ਦਾ ਕੁਝ ਅੰਸ਼ ਪੋਸਟ ਕਰ ਦਿੱਤਾ। ਸਾਨੂੰ ਲੱਗਦਾ ਗੈਰੀ ਨੂੰ ਜਦੋਂ ਕੁੜੀ ਨਾਲ ਕਮਰੇ ਵਿੱਚ ਭੇਜਿਆ ਗਿਆ ਤਾਂ ਉਸਨੇ ਆਪਣੀ ਜੈਕਟ ਸਾਡੇ ਦਫ਼ਤਰ ਵਿੱਚ ਰਹਿਣ ਦਿੱਤੀ ਸੀ। ਉਸ ਵਿੱਚ ਸ਼ਾਇਦ ਆਪਦਾ ਫੋਨ ਰਿਕਾਰਡਿੰਗ ਲਈ ਰਹਿਣ ਦਿੱਤਾ ਅਤੇ ਸਾਡੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ। ਅਸੀਂ ਇਸ ਬਾਰੇ ਖਿਆਲ ਨਹੀਂ ਕੀਤਾ, ਸਾਡੀ ਬੇਵਕੂਫੀ ਸੀ। ਹੁਣ ਉਹ ਸਾਡੇ ਲਈ ਬਹੁਤ ਖਤਰਨਾਕ ਸੀ। ਬੌਬ ਨਾਲੋਂ ਵੱਧ ਉਹ ਸਾਨੂੰ ਬਲੈਕਮੇਲ ਕਰ ਸਕਦਾ ਸੀ ਅਤੇ ਸਾਡੇ ਕੋਲ ਉਸ ਨੂੰ ਖਤਮ ਕਰਨ ਬਿਨਾਂ ਕੋਈ ਹੋਰ ਰਾਹ ਨਹੀਂ ਸੀ। ਉਸਦੇ ਆਈਫੋਨ ਤੋਂ ਹੋਰ ਜਾਣਕਾਰੀ ਉਸਦੇ ਐਪਲ ਲੈਪਟਾਪ ਆਪਣੇ ਆਪ ਪਹੁੰਚ ਜਾਂਦੀ ਸੀ। ਸੋ ਸਾਨੂੰ ਦੋਵੇਂ ਚਾਹੀਦੇ ਸਨ। ਬੌਬ ਨੇ ਕਿਸੇ ਤੋਂ ਉਸਦੇ ਗਰਾਜ ਦੀ ਡਿਜੀਟਲ ਚਾਬੀ ਕਲੋਨ ਕਰਾਈ ਅਤੇ ਕੰਮ ਸੌਖਾ ਹੋ ਗਿਆ। ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਸਕਾਟ ਅਤੇ ਰਿਚਰਡ ਖੁਦ ਸਨ। ਉਹਨਾਂ ਨੂੰ ਉਮੀਦ ਤੋਂ ਵੱਧ ਸਫਲਤਾ ਪ੍ਰਾਪਤ ਹੋਈ। ਹੁਣ ਰੰਧਾਵਾ ਵੀ ਕੇਸ ਵਿੱਚ ਉਲਝ ਗਿਆ ਸੀ। ਉਹਨਾਂ ਨੂੰ ਆਪਦੀ ਸਾਰੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨੀ ਪੈਣੀ ਸੀ, ਨਹੀਂ ਤਾਂ ਸ਼ਾਇਦ ਅਪਰਾਧੀਆਂ ਨੂੰ ਅਦਾਲਤ ਜ਼ਮਾਨਤ ਦੇ ਹੀ ਦੇਵੇ। ਇਹਨਾਂ ਨੇ ਫਰੀ ਹੋਲਡਰ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕੋਈ ਬਹੁਤਾ ਵੱਡਾ ਕੰਮ ਨਹੀਂ ਸੀ। ਪ੍ਰਾਪਰਟੀ ਦੀ ਰਜਿਸਟਰੀ ਜਿਸ ਕੰਪਨੀ ਦੇ ਨਾਂ 'ਤੇ ਹੋਈ ਉਸ ਦੀ ਡਾਇਰੈਕਟਰ ਬੌਬ ਦੀ ਪਤਨੀ ਸੀ। ਇਹਨਾਂ ਨੇ ਜਾਣਕਾਰੀ ਸਕਾਟ ਨਾਲ ਸਾਂਝੀ ਕੀਤੀ ਤਾਂ ਸਕਾਟ ਨੇ ਉਸ ਵੱਲ ਹੈਰਾਨੀ ਨਾਲ ਵੇਖਿਆ, ਜਾਣੀ ਘਰ ਦੀ ਕੰਪਨੀ ਤੋਂ ਹੀ ਬੌਬ ਨੇ ਲੀਜ਼ ਲਈ ਹੋਈ ਸੀ ਅਤੇ ਕੰਪਨੀ ਦਾ ਐਡਰੈਸ ਕੋਈ ਹੋਰ ਦਿੱਤਾ ਹੋਇਆ ਸੀ। ਇਹ ਐਡਰੈਸ ਕਿਸ ਦਾ ਹੈ? ਕੰਪਨੀ ਦੇ ਅਕਾਊਂਟੈਂਟ ਦੇ ਨਾਂ। ਇਹਨਾਂ ਨੇ ਝੱਟ ਜਵਾਬ ਦਿੱਤਾ, ਇਸ ਵਿੱਚ ਕੁਝ ਗੈਰ ਕਾਨੂੰਨੀ ਤਾਂ ਨਹੀਂ ਹੈ, ਪਰ ਫਿਰ ਵੀ ਉਸਦੀ ਪਤਨੀ ਨਾਲ ਇੰਟਰਵਿਊ ਦਾ ਸਮਾਂ ਨਿਯਤ ਕਰ। ਇਹਨਾਂ ਨੇ ਜਦ ਬੌਬ ਦੀ ਡੋਰਬੈਲ ਕੀਤੀ ਤਾਂ ਕੁਝ ਦੇਰ ਬਾਅਦ ਕਿਸੇ ਨੇ ਦਰਵਾਜ਼ਾ ਖੋਲ੍ਹਿਆ। ਇਹ ਕੋਈ 12-13 ਸਾਲ ਦਾ ਮੁੰਡਾ ਸੀ। ਅਜੇ ਇਹਨਾਂ ਉਸ ਨੂੰ ਆਪਣੀ ਜਾਣ ਪਛਾਣ ਕਰਾਉਣੀ ਸ਼ੁਰੂ ਕੀਤੀ ਕਿ ਬੌਬ ਦੀ ਪਤਨੀ ਆ ਪਹੁੰਚੀ। ਇਹਨਾਂ ਨੇ ਆਪਣਾ ID ਕਾਰਡ ਦਿਖਾਇਆ ਤਾਂ ਉਹ ਆਪਣੇ ਆਉਣ ਦਾ ਕਾਰਨ ਦੱਸਿਆ। ਪਰ ਮੇਰੇ ਨਾਲ ਕਾਹਦੇ ਬਾਰੇ ਇੰਟਰਵਿਊ ਕਰਨੀ ਹੈ? ਮੈਂ ਕੀ ਕੀਤਾ? ਮੈਡਮ ਮੁਆਫ਼ ਕਰਨਾ, ਮੈਂ ਕੋਈ ਵਿਸਥਾਰ ਨਹੀਂ ਦੇ ਸਕਦੀ। ਮੈਨੂੰ ਤੁਸੀਂ ਆਪਦਾ ਟੈਲੀਫੋਨ ਨੰਬਰ ਦਿਓ ਅਤੇ ਨਾਲੇ ਕੱਲ੍ਹ 10 ਵਜੇ ਦਾ ਸਮਾਂ ਨਿਯਤ ਕਰਨਾ ਚਾਹੁੰਦੇ ਹਾਂ। ਜੇ ਤੁਹਾਨੂੰ ਕੋਈ ਖਾਸ ਰੁਝੇਵਾਂ ਨਾ ਹੋਵੇ ਤਾਂ ਤੁਸੀਂ ਆਪਣਾ ਨੰਬਰ ਦੇ ਜਾਵੋ ਅਤੇ ਈਮੇਲ ਵੀ। ਮੇਰਾ ਵਕੀਲ ਤੁਹਾਡੇ ਨਾਲ ਸਮਾਂ ਨਿਯਤ ਕਰ ਲਵੇਗਾ। ਇਹਨਾਂ ਨੂੰ ਸਮਝ ਲੱਗ ਗਈ ਸੀ ਕਿ ਬੌਬ ਦੀ ਪਤਨੀ ਵੀ ਕਿਸੇ ਹੱਦ ਤੱਕ ਬੌਬ ਨੇ ਟ੍ਰੇਨ ਕੀਤੀ ਹੋਈ ਹੈ। ਇਹਨਾਂ ਨੇ ਆਪਦਾ ਕਾਰਡ ਦਿੱਤਾ ਅਤੇ ਇੱਕ ਵਾਰੀ ਫਿਰ ਉਸ ਨੂੰ ਜਲਦੀ ਤੋਂ ਜਲਦੀ ਮੀਟਿੰਗ ਨਿਯਤ ਕਰਨ ਲਈ ਕਿਹਾ ਅਤੇ ਚਲੀ ਗਈ। ਉਸਦੇ ਵਕੀਲ ਨੇ ਮੀਟਿੰਗ ਤੀਜੇ ਦਿਨ ਦੀ ਨਿਯਤ ਕਰੀ। ਉਹ ਸਮੇਂ ਸਿਰ ਪਹੁੰਚ ਗਏ ਅਤੇ ਮੀਟਿੰਗ ਰੂਮ ਵਿੱਚ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵਕੀਲ ਨੇ ਆਪਣੀ ਕਲਾਇੰਟ ਦਾ ਨਾਮ ਸਿਮਰਨ ਦੱਸਿਆ ਅਤੇ ਮੀਟਿੰਗ ਦੇ ਵਿਸ਼ੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਉਸ ਦਾ ਜਵਾਬ ਦੇਣ ਦੀ ਥਾਂ ਸਕਾਟ ਨੇ ਸਿਮਰਨ ਨੂੰ ਸਵਾਲ ਕੀਤਾ, ਤੁਹਾਡਾ ਪਤੀ ਬੌਬ ਕਿੱਥੇ ਹੈ? ਉਸ ਨਾਲ ਤੁਹਾਡੀ ਕਦੋਂ ਗੱਲ ਹੋ ਗਈ? ਕਈ ਦਿਨ ਹੋ ਗਏ, ਸਹੀ ਦਿਨ ਤਾਂ ਮੈਨੂੰ ਯਾਦ ਨਹੀਂ। ਉਸਦੇ ਬੋਲਾਂ ਵਿੱਚ ਨਿੱਕੀ ਜਿਹੀ ਥਰਥਰਾਹਟ ਮਹਿਸੂਸ ਕੀਤੀ ਜਾ ਸਕਦੀ ਸੀ। ਸਕਾਟ ਮੁਸਕਰਾਇਆ। ਉਸ ਨੂੰ ਪਤਾ ਸੀ ਉਹ ਝੂਠ ਬੋਲ ਰਹੀ ਸੀ। ਜੇ ਤੁਹਾਡੇ ਕੋਲੇ ਕੋਈ ਪ੍ਰਾਪਰਟੀ ਹੈ ਤਾਂ ਸਾਨੂੰ ਉਸ ਦਾ ਵੇਰਵਾ ਦੇਣ ਦੀ ਮਿਹਰਬਾਨੀ ਕਰੋ। ਬੌਬ ਦੇ ਕੇਸ ਨਾਲ ਜਾਂ ਕਿਸੇ ਹੋਰ ਕੇਸ ਨਾਲ ਇਸ ਦਾ ਕੋਈ ਸਬੰਧ ਨਹੀਂ। ਮੇਰੇ ਕਲਾਇੰਟ ਨੂੰ ਨਜਾਇਜ਼ ਤੰਗ ਨਾ ਕਰੋ। ਵਕੀਲ ਨੇ ਦਖਲ ਦਿੱਤਾ। ਸਕਾਟ ਨੇ ਇੱਕ ਪੇਪਰ ਉਸ ਦੇ ਅੱਗੇ ਕਰ ਦਿੱਤਾ। ਉਸ ਵਿੱਚ ਲੋੜੀਂਦੀ ਜਾਣਕਾਰੀ ਭਰਨ ਨੂੰ ਕਿਹਾ। ਸਿਮਰਨ ਵਕੀਲ ਵੱਲ ਵੇਖਣ ਲੱਗੀ। ਉਸ ਫਾਰਮ ਵਿੱਚ ਵੀ ਸਿਮਰਨ ਦੀ ਪ੍ਰਾਪਰਟੀ ਦੀ ਜਾਣਕਾਰੀ ਮੰਗੀ ਗਈ ਸੀ। ਪਰ ਆਫੀਸਰ, ਤੁਹਾਨੂੰ ਇਹ ਜਾਣਕਾਰੀ ਕਿਉਂ ਚਾਹੀਦੀ ਹੈ? ਵਕੀਲ ਫਿਰ ਬੋਲਿਆ, ਮੇਰਾ ਪ੍ਰਾਪਰਟੀ ਖਰੀਦਣ ਦਾ ਕੋਈ ਇਰਾਦਾ ਨਹੀਂ। ਇਹ ਜਾਣਕਾਰੀ ਜੇ ਤੁਸੀਂ ਦੇਵੋ ਤਾਂ ਚੰਗਾ ਹੈ, ਨਹੀਂ ਤਾਂ ਸਾਨੂੰ ਅਦਾਲਤ ਵਿੱਚ ਜਾਣਾ ਪਵੇਗਾ। ਸਕਾਟ ਦੇ ਬੋਲਾਂ ਵਿੱਚ ਦ੍ਰਿੜਤਾ ਸੀ।
ਵਕੀਲ ਨੂੰ ਚੁੱਪ ਕਰਨਾ ਪਿਆ ਤੇ ਸਿਮਰਨ ਨੇ ਆਪਦੀ ਨਿੱਜੀ ਪ੍ਰਾਪਰਟੀ ਜਾਣੀ ਜਿਸ ਘਰ ਵਿੱਚ ਉਹ ਰਹਿ ਰਹੀ ਸੀ ਉਸ ਦੀ ਅੱਧੀ ਮਾਲਕੀ ਤੇ ਇੱਕ ਹੋਰ ਘਰ ਕਿਰਾਏ ਤੇ ਦਿੱਤਾ ਸੀ ਜਾਣਕਾਰੀ ਲਿਖ ਦਿੱਤੀ। ਸਕਾਟ ਨੇ ਫਾਰਮ ਦੇਖਿਆ। ਮੈਡਮ, ਤੁਸੀਂ ਕਿਸੇ ਕੰਪਨੀ ਨਾਲ ਸੰਬੰਧਿਤ ਹੋ ਜਾਂ ਹਿੱਸੇਦਾਰ ਹੋ? ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। ਉਸਨੇ ਫਾਰਮ ਫੇਰ ਤੋਂ ਸਿਮਰਨ ਅੱਗੇ ਧੱਕ ਦਿੱਤਾ। ਹਿਚਕਚਾਉਂਦਿਆਂ ਸਿਮਰਨ ਨੇ ਆਪਣੇ ਡਾਇਰੈਕਟਰ ਹੋਣ ਦੀ ਗੱਲ ਕਬੂਲ ਲਈ। ਯੰਗ ਨਾਈਟ ਕਲੱਬ ਤੋਂ ਕਿਰਾਇਆ ਵਸੂਲੀ ਦੇ ਅਕਾਊਂਟ ਸਾਨੂੰ ਪੇਸ਼ ਕਰੋ। ਉਸ ਵਾਸਤੇ ਸਮਾਂ ਚਾਹੀਦਾ, 2 ਹਫ਼ਤੇ ਦਾ ਸਮਾਂ ਦਿੱਤਾ ਜਾਵੇ। ਵਕੀਲ ਨੇ ਟੁੱਚਰ ਅੜਾਈ। ਤੁਹਾਡੇ ਅਕਾਊਂਟ ਤਾਂ ਬਣੇ ਹੀ ਹੋਣੇ ਚਾਹੀਦੇ ਹਨ। ਅਕਾਊਂਟੈਂਟ ਨੂੰ ਫੋਨ ਕਰੋ, ਉਹ ਸਾਨੂੰ ਈਮੇਲ ਕਰ ਦੇਵੇਗਾ। 2 ਹਫ਼ਤੇ ਅਸੀਂ ਉਡੀਕ ਨਹੀਂ ਕਰ ਸਕਦੇ। ਅਸੀਂ ਇਹ ਵੀ ਜਾਣਨਾ ਕਿ ਆਪਣੇ ਪਤੀ ਦੀ ਕੰਪਨੀ ਤੋਂ ਕਿਰਾਇਆ ਮਾਰਕੀਟ ਦੇ ਕਿਰਾਏ ਅਨੁਸਾਰ ਵਸੂਲ ਕੀਤਾ ਜਾਂਦਾ ਜਾਂ? ਆਫਿਸਰ, ਮੇਰੀ ਕਲਾਇੰਟ ਦਾ ਬੌਬ ਨਾਲ ਕੁਝ ਦੇਰ ਪਹਿਲਾਂ ਡਿਵੋਰਸ ਹੋ ਚੁੱਕਾ ਹੈ। ਆਹ ਲਓ ਸਰਟੀਫਿਕੇਟ। ਵਕੀਲ ਨੇ ਪੇਪਰ ਸਕਾਟ ਅੱਗੇ ਸਰਕਾਉਂਦਿਆਂ ਕਿਹਾ। ਸਕਾਟ ਹੈਰਾਨ ਸੀ। ਤੁਸੀਂ ਇੱਕ ਘਰ ਵਿੱਚ ਰਹਿੰਦੇ ਸੀ, ਇਕੱਠੇ ਰਹਿੰਦੇ ਸੀ, ਡਿਵੋਰਸ ਦੀ ਗੱਲ ਸਮਝ ਨਹੀਂ ਆਉਂਦੀ। ਆਫਿਸਰ, ਕਾਨੂੰਨ ਵਿੱਚ ਕਿੱਥੇ ਲਿਖਿਆ ਕਿ ਡਿਵੋਰਸ ਬਾਅਦ ਵੱਖੋ ਵੱਖ ਰਹਿਣਾ ਜ਼ਰੂਰੀ ਹੈ ਜਾਂ ਲੜਾਈ ਝਗੜਾ ਜ਼ਰੂਰ ਹੋਣਾ ਚਾਹੀਦਾ? ਬੱਚਿਆਂ ਦੀ ਖਾਤਰ ਇਹਨਾਂ ਨੇ ਇੱਕ ਘਰ ਵਿੱਚ ਰਹਿਣ ਦਾ ਤੇ ਰਲ ਮਿਲ ਕੇ ਬੱਚੇ ਪਾਲਣ ਦਾ ਸੁਘੜ ਸਿਆਣਾ ਫੈਸਲਾ ਕੀਤਾ। ਵੈਸੇ ਆਪਣੀਆਂ ਜ਼ਿੰਦਗੀਆਂ ਆਪਣੀਆਂ ਮਰਜ਼ੀ ਨਾਲ ਬਤੀਤ ਕਰ ਰਹੇ ਹਨ। ਵਕੀਲ ਦੇ ਬੋਲਾਂ 'ਚ ਹੁਣ ਆਤਮ ਵਿਸ਼ਵਾਸ ਸਾਫ਼ ਝਲਕਦਾ ਸੀ। ਸਕਾਟ ਨੇ ਮੀਟਿੰਗ ਖਤਮ ਕਰਨਾ ਹੀ ਠੀਕ ਸਮਝਿਆ। ਸਕਾਟ ਤੇ ਐਨਾ ਅਦਾਲਤ ਵਿੱਚ ਪੇਸ਼ ਕਰਨ ਦੀ ਰਿਪੋਰਟ ਨੂੰ ਅੰਤਮ ਸ਼ੋਹਾਂ ਦੇ ਰਹੇ ਸਨ। ਅਚਾਨਕ ਜੈਕੀ ਬਲੈਕ ਆ ਪਹੁੰਚੀ। ਉਸ ਨੂੰ ਵੇਖ ਕੇ ਸਕਾਟ ਬਹੁਤ ਖੁਸ਼ ਹੋਇਆ ਤੇ ਕੁਰਸੀ ਤੋਂ ਉੱਠ ਕੇ ਉਸ ਦੀ ਗੱਲ 'ਤੇ ਚੁੰਮਣ ਦੇ ਕੇ ਜੀ ਆਇਆਂ ਕਿਹਾ। ਜੈਕੀ, ਤੇਰੀ ਬਹੁਤ ਮਿਹਰਬਾਨੀ। ਤੇਰੀ ਮਿਹਨਤ ਨਾਲ ਇਹ ਕੇਸ ਸੁਲਝਿਆ, ਨਹੀਂ ਤਾਂ ਮੈਨੂੰ ਲੱਗਦਾ ਸੀ ਕਿ ਇਹ ਕੇਸ ਠੰਡੇ ਬਸਤੇ ਵਿੱਚ ਪਾਉਣਾ ਪੈਣਾ। ਸਕਾਟ ਨੇ ਜੈਕੀ ਦੀ ਦਿੱਤੀ ਸਾਰੀ ਜਾਣਕਾਰੀ ਰਿਪੋਰਟ ਵਿੱਚ ਜੋੜ ਦਿੱਤੀ। ਪੋਲੈਂਡ ਦੇ ਗਰੋਹ ਨੂੰ ਵੀ ਕਾਬੂ ਕਰ ਸਕੇ ਆ ਕਿ ਨਹੀਂ? ਜੈਕੀ ਨੇ ਪੁੱਛਿਆ। ਪੋਲੈਂਡ, ਰੋਮਾਨੀਆ ਤੇ ਲੰਡਨ ਦੇ ਬਹੁਤ ਬੰਦੇ ਫੜੇ ਗਏ। ਉਹਨਾਂ ਦੀ ਵੱਖ-ਵੱਖ ਪੁਲਿਸ ਅਫਸਰ ਜਾਂਚ ਪੜਤਾਲ ਕਰ ਰਹੇ ਆ। ਕੁਝ ਨੂੰ ਤਾਂ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਕੱਲ੍ਹ ਨੂੰ ਤੇਰਾ ਮਿੱਤਰ ਟੌਮ ਤੇ ਰੰਧਾਵਾ ਵੀ ਅਦਾਲਤ 'ਚ ਪੇਸ਼ ਕੀਤੇ ਜਾ ਰਹੇ ਆ। ਸਕਾਟ ਨੇ ਤੇਰਾ ਮਿੱਤਰ ਸੰਬੋਧਨ ਤੇ ਰਤਾ ਕੁ ਜ਼ੋਰ ਦਿੱਤਾ ਤੇ ਮੁਸਕਰਾ ਪਿਆ। ਨਾਲ ਹੀ ਜੈਕੀ ਵੀ ਮੁਸਕਰਾ ਪਈ। ਸਭ ਤੋਂ ਵੱਧ ਫਿਕਰ ਤਾਂ ਵਿਚਾਰੀਆਂ ਕੁੜੀਆਂ ਤੇ ਭੋਲੇ ਭਾਲੇ ਬੱਚਿਆਂ ਦਾ, ਜਿਨ੍ਹਾਂ ਦਾ ਭਵਿੱਖ ਇਹਨਾਂ ਨੇ ਬਰਬਾਦ ਕਰ ਦਿੱਤਾ। ਜੈਕੀ ਦਿਲੋਂ ਫਿਕਰਮੰਦ ਸੀ। ਜੈਕੀ ਉਹਨਾਂ ਦਾ ਖਿਆਲ ਕਰਨ ਲਈ ਮਨੋਵਿਗਿਆਨੀ ਤੇ ਸੋਸ਼ਲ ਸਰਵਿਸਿਜ਼ ਆਪਣਾ ਕੰਮ ਕਰ ਰਹੇ ਆ। ਆਪਾਂ ਤਾਂ ਉਹਨਾਂ ਦੀ ਬਹੁਤੀ ਮਦਦ ਨਹੀਂ ਕਰ ਸਕਦੇ। ਮਨੋਵਿਗਿਆਨੀ ਤੇ ਸੋਸ਼ਲ ਸਰਵਿਸਿਜ਼ ਵਾਲੇ ਇੱਕ ਹੱਦ ਤੱਕ ਹੀ ਮਦਦ ਕਰ ਸਕਦੇ ਆ। ਬੱਚਿਆਂ ਦੇ ਘਰੇਲੂ ਹਾਲਾਤ, ਉਹਨਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ, ਮਾਂ ਪਿਓ ਦਾ ਜੀਵਨ ਢੰਗ ਆਦਿ ਕਿੰਨਾ ਕੁ ਸਮਝਣਾ ਅਤੇ ਜਾਣਨਾ ਜ਼ਰੂਰੀ ਹੈ। ਇਹ ਸਭ ਕੁਝ ਲਈ ਸਰਕਾਰ ਉਨੀ ਸੁਹਿਰਦ ਨਹੀਂ। ਜਦੋਂ ਤੱਕ ਬੁਰਾਈ ਦੀ ਜੜ ਨੂੰ ਨਹੀਂ ਪੱਟਿਆ ਜਾਂਦਾ, ਬੁਰਾਈ ਫੇਰ ਜਨਮ ਲਵੇਗੀ। ਬੱਚੇ ਕਿਸੇ ਕਾਰਨ ਕਰਕੇ ਹੀ ਇਹਨਾਂ ਲੋਕਾਂ ਦੇ ਚੰਗਲ 'ਚ ਫਸੇ ਹੈ। ਉਹਨਾਂ ਕਾਰਨਾਂ ਨੂੰ ਦੂਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੈਕੀ ਗੰਭੀਰ ਸੀ ਤੇ ਐਨਾ ਤੇ ਸਕਾਟ ਉਸ ਨੂੰ ਧਿਆਨ ਨਾਲ ਸੁਣ ਰਹੇ ਸਨ। ਮੈਂ ਤਾਂ ਫੈਸਲਾ ਕਰ ਲਿਆ ਕਿ ਅੱਗੇ ਤੋਂ ਆ ਜਿਹੜੀ ਨਵੀਂ ਪਾਰਟੀ ਆ, ਫਿਊਚਰ ਪਾਰਟੀ, ਮੈਂ ਤਾਂ ਇਹਨਾਂ ਨੂੰ ਵੋਟ ਪਾਉਂ। ਇਹਨਾਂ ਦਾ ਪ੍ਰੋਗਰਾਮ ਮੈਨੂੰ ਚੰਗਾ ਲੱਗਿਆ। ਜੇ ਲੋਕਾਂ ਵਿੱਚ ਪੈਸੇ ਦੀ ਵੰਡ ਤਕਰੀਬਨ ਸਾਵੀਂ ਹੋਵੇ ਤਾਂ ਬਹੁਤ ਸਮੱਸਿਆਵਾਂ ਖਤਮ ਹੋ ਸਕਦੀਆਂ। ਐਨਾ ਬੋਲੀ। ਮਲਾਹਤ। ਜੈਕੀ ਨੇ ਆਪਦਾ ਹੱਥ ਕੱਢਿਆ ਤੇ ਐਨਾ ਵੱਲ ਵਧਾਇਆ। ਮੈਂ ਤਾਂ ਇਸ ਵਾਰ ਵੀ ਉਹਨਾਂ ਨੂੰ ਵੋਟ ਪਾਈ ਸੀ। ਜੈਕੀ ਨੇ ਪ੍ਰਸੰਨਤਾ ਜ਼ਾਹਰ ਕੀਤੀ। ਸਕਾਟ ਦੇ ਫੋਨ ਦੀ ਘੰਟੀ ਵੱਜੀ ਤਾਂ ਉਹ ਸਭ ਚੁੱਪ ਹੋ ਗਏ। 3 ਕੁ ਮਹੀਨੇ ਬਾਅਦ ਰੰਧਾਵੇ ਦੀ ਜ਼ਮਾਨਤ ਹੋ ਗਈ ਸੀ। ਉਸ ਦੀ ਉਮਰ ਤੇ ਉਸ ਦੀ ਸਿਹਤ ਬਾਰੇ ਉਸਦੇ ਵਕੀਲ ਨੇ ਕਾਫੀ ਵਧਾ ਚੜ੍ਹਾ ਕੇ ਗੱਲ ਕੀਤੀ ਤਾਂ ਜੱਜ ਉਸ ਨਾਲ ਸਹਿਮਤ ਹੋ ਗਿਆ। ਪ੍ਰੋਸਟੀਕਿਊਟਰ ਨੇ ਰੰਧਾਵੇ ਦੇ ਬੌਬ ਵਾਂਗ ਭੱਜਣ ਦਾ ਖਤਰਾ ਹੋਣ ਤੇ ਜ਼ੋਰ ਦਿੱਤਾ, ਪਰ ਜੱਜ ਨੇ ਉਸਦੇ ਪਾਸਪੋਰਟ ਨੂੰ ਜ਼ਬਤ ਕਰਨ ਤੇ ਸ਼ਹਿਰ ਤੋਂ ਬਾਹਰ ਨਾ ਜਾਣ ਤੇ ਪਾਬੰਦੀ ਲਾ ਕੇ ਜ਼ਮਾਨਤ ਮਨਜ਼ੂਰ ਕਰ ਲਈ। ਰੰਧਾਵਾ ਘਰ ਆ ਗਿਆ। 2-3 ਦਿਨ ਲੰਘ ਗਏ। ਇਹਨਾਂ ਦਿਨਾਂ ਵਿੱਚ ਉਸਦੀ ਬੌਬ ਨਾਲ ਵੀ ਗੱਲ ਹੋ ਗਈ ਸੀ। ਭਾਵੇਂ ਗੱਲਬਾਤ ਆਮ ਹੀ ਸੀ, ਬਹੁਤ ਚਤੰਨ ਸੀ। ਉਸਨੇ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਉਹਨਾਂ ਦਾ ਕੋਈ ਪਰਦਾ ਬੇਪਰਦ ਹੋ ਜਾਵੇ ਤੇ ਪੁਲਿਸ ਨੂੰ ਕੋਈ ਜਾਣਕਾਰੀ ਮਿਲੇ। ਰੰਧਾਵੇ ਨੂੰ ਮਿਲਣ ਲਈ ਨਾ ਤਾਂ ਸਿਮਰਨ ਆਈ ਸੀ ਤੇ ਨਾ ਹੀ ਬੱਚੇ। ਆਪਣੇ ਪੋਤੇ ਬੰਟੀ ਨਾਲ ਉਹਦਾ ਬਹੁਤ ਪਿਆਰ ਸੀ ਤੇ ਉਹ ਵੀ ਉਹਦੇ ਨਾਲ ਵਾਹਵਾ ਮੂੰਹ ਕਰਦਾ ਸੀ। ਰੰਧਾਵਾ ਉਸ ਨੂੰ ਸਭ ਤੋਂ ਵੱਧ ਉਡੀਕ ਰਿਹਾ ਸੀ। ਅਜੇ ਤੱਕ ਉਹ ਵੀ ਨਹੀਂ ਸੀ ਆਇਆ। ਬੋਲਦੀ ਨਹੀਂ। ਸਿਮਰਨ ਜਾਂ ਬੱਚੇ ਨਹੀਂ ਆਏ, ਕੀ ਗੱਲ ਹੈ? ਉਸਨੇ ਆਪਣੀ ਪਤਨੀ ਨੂੰ ਪੁੱਛਿਆ। ਪਤਾ ਨਹੀਂ। ਸਿਮਰਨ ਤਾਂ ਫੋਨ ਕਰਦੀ ਰਹਿੰਦੀ ਸੀ। ਨਿਆਣੇ ਵੀ ਕਦੇ-ਕਦੇ ਆ ਜਾਂਦੇ ਸੀ। ਉਸਨੇ ਸੰਖੇਪ ਜਿਹਾ ਜਵਾਬ ਦਿੱਤਾ। ਵੈਸੇ ਵੀ ਉਹ ਸੋਚ ਰਹੀ ਸੀ ਕਿ ਨੂੰਹ ਨੂੰ ਤਾਂ ਜ਼ਰੂਰ ਆਉਣਾ ਚਾਹੀਦਾ ਸੀ। ਸ਼ਨਿਚਰਵਾਰ ਦਾ ਦਿਨ ਸੀ। ਰੰਧਾਵੇ ਤੋਂ ਰਿਹਾ ਨਾ ਗਿਆ ਤੇ ਉਹ ਬੌਬ ਦੇ ਘਰ ਜਾ ਪਹੁੰਚਿਆ। ਬਾਹਰ ਚਮਕਦੀ ਧੁੱਪ ਸੀ ਤੇ ਧੁੱਪੇ ਬੈਠਣ ਲਈ ਸਿਮਰਨ ਨੇ ਬਾਹਰ ਕੁਰਸੀਆਂ ਰੱਖੀਆਂ ਸਨ। ਆਪ ਉਹ ਕੁਰਸੀ ਤੇ ਬੈਠੀ ਕੁਝ ਪੜ੍ਹ ਰਹੀ ਸੀ। ਕੁੜੀਆਂ ਆਪਣੇ ਕਮਰਿਆਂ ਵਿੱਚ ਸਨ ਤੇ ਬੰਟੀ ਗੁਆਂਢੀਆਂ ਦੇ ਮੁੰਡਿਆਂ ਨਾਲ ਗਾਰਡਨ ਵਿੱਚ ਫੁੱਟਬਾਲ ਖੇਡ ਰਿਹਾ ਸੀ। ਰੰਧਾਵੇ ਨੇ ਡੋਰਬੈਲ ਕੀਤੀ ਤਾਂ ਸਿਮਰਨ ਨੇ ਦਰਵਾਜ਼ਾ ਖੋਲ੍ਹਿਆ। ਹੈਲੋ ਡੈਡੀ, ਉਹ ਸਰਦ ਜਿਹੀ ਆਵਾਜ਼ ਵਿੱਚ ਬੋਲੀ ਤੇ ਦਰਵਾਜ਼ਾ ਖੋਲ੍ਹ ਕੇ ਇੱਕ ਪਾਸੇ ਹੋ ਗਈ। ਰੰਧਾਵਾ ਅੰਦਰ ਲੰਘ ਗਿਆ। ਉਹ ਵੀ ਗਾਰਡਨ ਵਿੱਚ ਚਲਾ ਗਿਆ। ਇਹ ਬੰਟੀ। ਉਸਨੇ ਬੰਟੀ ਨੂੰ ਚਾਹ ਨਾਲ ਬੁਲਾਇਆ। ਬੰਟੀ ਨੇ ਖੇਡਣਾ ਬੰਦ ਕਰ ਦਿੱਤਾ ਤੇ ਦੋਵੇਂ ਮੁੰਡੇ ਰੰਧਾਵੇ ਕੋਲ ਆ ਬੈਠੇ। ਉਹਨਾਂ ਨੇ ਉਸ ਨੂੰ ਜੱਫੀ ਪਾਈ ਤੇ ਰੰਧਾਵੇ ਨੇ ਉਸ ਨੂੰ ਜ਼ੋਰ ਨਾਲ ਆਪਣੇ ਨਾਲ ਘੁੱਟ ਲਿਆ। ਉਸਦੇ ਮਨ ਨੂੰ ਅਨੋਖਾ ਜਿਹਾ ਸਕੂਨ ਮਹਿਸੂਸ ਹੋਇਆ।
ਗਵਾਂਢੀਆਂ ਦਾ ਮੁੰਡਾ ਫਿਰ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ। ਡੈਡ, ਚਾਹ ਬਣਾਵਾਂ ਜਾਂ ਕੋਈ ਠੰਡਾ? ਸਿਮਰਨ ਨੇ ਪੁੱਛਿਆ। ਨਹੀਂ, ਕੋਈ ਲੋੜ ਨਹੀਂ। ਤੇ ਤੂੰ ਮੈਨੂੰ ਮਿਲਣ ਨਹੀਂ ਆਇਆ ਬੰਟੀ? ਬੰਟੀ ਨੇ ਰੰਧਾਵੇ ਵੱਲ ਵੇਖਿਆ, ਫਿਰ ਉਸਨੇ ਨੀਵੀਂ ਪਾ ਲਈ ਤੇ ਉਸਨੇ ਸਿਮਰਨ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਉਮੜ ਆਏ। ਇਹ ਕੀ ਪੁੱਤ, ਕੀ ਗੱਲ ਹੋਈ? ਰੰਧਾਵੇ ਨੇ ਫਿਕਰ ਨਾਲ ਕਿਹਾ। ਬੰਟੀ ਨੇ ਅੱਖਾਂ ਪੂੰਝੀਆਂ। ਉਹ ਚੁੱਪ ਬੈਠਾ ਸੀ। ਸਿਮਰਨ ਵੀ ਚੁੱਪਚਾਪ ਉਸ ਵੱਲ ਵੇਖਦੀ ਰਹੀ। ਬੰਟੀ, ਕੀ ਗੱਲ ਹੈ? ਹੁਣ ਤੂੰ ਵੱਡਾ ਹੋ ਗਿਆ ਤੇ ਰੋਣ ਵਾਲੀ ਕੀ ਗੱਲ ਹੋਈ? ਰੰਧਾਵੇ ਨੇ ਇੱਕ ਵਾਰੀ ਫੇਰ ਪੁੱਛਿਆ। ਦਾਦੂ, ਡੈਡੀ ਨੇ ਗੈਰੀ ਅੰਕਲ ਨੂੰ ਕਿਉਂ ਮਾਰਿਆ? ਤੇ ਨਾਲੇ ਡਰੱਗ? ਮੇਰੇ ਨਾਲ ਪੜ੍ਹਦੇ ਮੁੰਡਿਆਂ ਨੂੰ ਸਭ ਪਤਾ। ਉਹ ਮੈਨੂੰ ਬਹੁਤ ਚੜਾਉਂਦੇ ਰਹਿੰਦੇ ਆ, ਕੋਈ ਕਾਤਲ ਦਾ ਬੇਟਾ ਕਹਿੰਦਾ ਤੇ ਕੋਈ ਸਮਗਲਰ ਦਾ। ਇਹ ਕਿਉਂ ਕੀਤਾ ਉਹਨਾਂ ਨੇ? ਬੰਟੀ ਨੇ ਭਰੇ ਗਲੇ ਨਾਲ ਪੁੱਛਿਆ। ਇਸ ਵੇਲੇ ਕਈ ਸਕੂਲ ਦੇ ਕਈ ਮੁੰਡਿਆਂ ਦੇ ਚਿਹਰੇ ਉਸ ਦੀਆਂ ਅੱਖਾਂ ਸਾਹਮਣੇ ਆਏ, ਜਿਹੜੇ ਉਸ ਨੂੰ ਹਰ ਮੌਕੇ 'ਤੇ ਆਵਾਜ਼ੇ ਕੱਸਦੇ ਰਹਿੰਦੇ ਸਨ। ਰੰਧਾਵੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕੋਈ ਅਜਿਹਾ ਸਵਾਲ ਉੱਠੇਗਾ। ਉਸ ਨੂੰ ਕੋਈ ਜਵਾਬ ਨਹੀਂ ਸੀ ਸਮਝ ਆ ਰਿਹਾ। ਕੁਝ ਦੇਰ ਬਾਅਦ ਉਹ ਬੋਲਿਆ, ਬਸ ਮਾੜੀ ਕਿਸਮਤ ਸੀ। ਪਤਾ ਨਹੀਂ ਲੱਗਿਆ ਕਦੋਂ ਕਿਸਮਤ ਨੇ ਠੂਠਾ ਫੜਾ ਦਿੱਤਾ। ਬੰਟੀ ਨੂੰ ਇਸ ਦਾ ਕਿੰਨਾ ਕੁ ਯਕੀਨ ਆਇਆ ਜਾਂ ਕਿੰਨੀ ਕੁ ਸਮਝ ਆਈ, ਇਹ ਤਾਂ ਰੰਧਾਵੇ ਨੂੰ ਪਤਾ ਨਾ ਲੱਗ ਸਕਿਆ, ਪਰ ਉਸਦੇ ਆਪਣੇ ਅੰਦਰ ਇੱਕ ਹਲਚਲ ਜ਼ਰੂਰ ਪੈਦਾ ਹੋ ਗਈ ਸੀ। ਉਹ ਜਲਦੀ ਤੋਂ ਜਲਦੀ ਉੱਠ ਕੇ ਜਾਣਾ ਚਾਹੁੰਦਾ ਸੀ। ਦਾਦੂ, ਮੈਂ ਸਕੂਲ ਬਦਲਣਾ ਚਾਹੁੰਦਾ, ਦੂਰ ਜਾਣਾ ਚਾਹੁੰਦਾ, ਜਿੱਥੇ ਕਿਸੇ ਨੂੰ ਡੈਡ ਬਾਰੇ ਕੁਝ ਪਤਾ ਨਾ ਹੋਵੇ। ਮੈਂ ਇੱਥੇ ਨਹੀਂ ਰਹਿਣਾ, ਕਹਿ ਕੇ ਬੰਟੀ ਅੰਦਰ ਚਲਿਆ ਗਿਆ। ਰੰਧਾਵਾ ਉਸਦੀ ਜਾਂਦੇ ਦੀ ਪਿੱਠ ਦੇਖਦਾ ਰਹਿ ਗਿਆ। ਕੁਝ ਦੇਰ ਉਹ ਨੀਵੀਂ ਪਾਈ ਬੈਠਾ ਰਿਹਾ। ਫਿਰ ਉਸ ਨੂੰ ਸਿਮਰਨ ਦੀ ਆਵਾਜ਼ ਸੁਣਾਈ ਦਿੱਤੀ। ਡੈਡੀ, ਮੈਂ ਘਰ ਵੇਚਣਾ ਚਾਹੁੰਦੀ ਹਾਂ। ਜੇ ਤੁਸੀਂ ਰੱਖ ਸਕਦੇ ਹੋ ਤਾਂ ਮੈਨੂੰ ਅੱਧੇ ਪੈਸੇ ਦੇ ਦਿਓ, ਅੱਧ ਬੌਬ ਦਾ ਇਹਦੇ 'ਚ। ਮੈਂ ਬੱਚਿਆਂ ਨੂੰ ਨਾਲ ਲੈ ਕੇ ਦੂਰ ਜਾਣਾ ਚਾਹੁੰਦੀ ਹਾਂ। ਜੇ ਮਮ ਨੇ ਬੌਬ ਨੂੰ ਤੁਹਾਡੇ ਕੰਮਾਂ 'ਚ ਸ਼ਾਮਲ ਹੋਣ ਤੋਂ ਰੋਕਿਆ ਹੁੰਦਾ, ਅੱਜ ਮੈਨੂੰ ਇਕੱਲੀ ਨੂੰ ਨਾ ਰਹਿਣਾ ਪੈਂਦਾ ਤੇ ਨਾ ਹੀ ਬੱਚਿਆਂ ਨੂੰ ਲੋਕਾਂ ਦੇ ਤਾਨੇ ਸੁਣਨੇ ਪੈਂਦੇ। ਇਹ ਮੇਰਾ ਅਟੱਲ ਫੈਸਲਾ ਹੈ। ਰੰਧਾਵੇ ਦੇ ਸਿਰ ਜਿਵੇਂ 100 ਘੜਾ ਪਾਣੀ ਦਾ ਪੈ ਗਿਆ ਹੋਵੇ। ਬੌਬੀ ਨੂੰ ਤਾਂ ਉਹ ਪਹਿਲਾਂ ਹੀ ਖੋ ਚੁੱਕਿਆ ਸੀ। ਉਸ ਨੂੰ ਖੁਦ ਨੂੰ ਕੈਦ ਹੋਣ ਦਾ ਪੂਰਾ ਖਤਰਾ ਸੀ। ਬੱਚੇ ਤੇ ਸਿਮਰਨ ਵੀ ਚਲੇ ਗਏ ਤਾਂ ਉਸ ਕੋਲੇ ਬਾਕੀ ਕੀ ਬਚਿਆ? ਮਾਣ ਸਤਿਕਾਰ ਤਾਂ ਪਹਿਲਾਂ ਹੀ ਖਤਮ ਹੋ ਗਿਆ ਸੀ। ਉਸ ਦੀ ਜ਼ਮਾਨਤ ਹੋਣ ਬਾਅਦ ਵੀ ਚੰਦ ਕੁ ਬੰਦੇ ਉਸ ਨੂੰ ਮਿਲਣ ਆਏ। ਬਹੁਤਿਆਂ ਨੇ ਤਾਂ ਉਸ ਵੱਲ ਪਿੱਠ ਕਰ ਲਈ ਸੀ। ਚੰਗੇ ਤੇ ਸਾਊ ਬੰਦੇ ਪਹਿਲਾਂ ਹੀ ਉਸ ਨਾਲ ਕੋਈ ਨੇੜੇ ਦਾ ਰਿਸ਼ਤਾ ਰੱਖਣ ਤੋਂ ਕਤਰਾਉਂਦੇ ਸਨ। ਰੰਧਾਵੇ ਨੂੰ ਆਪਦਾ ਆਪ ਟਿੱਬਿਆਂ 'ਚ ਖੜੇ ਇਕੱਲੇ ਜੰਡ ਵਰਗਾ ਲੱਗ ਰਿਹਾ ਸੀ। ਸਿਮਰਨ, ਮੇਰੇ ਕੋਲ ਤਾਂ ਹੁਣ ਕਿੱਥੇ ਆ ਪੈਸੇ? ਹੁਣ ਮੇਰੀ ਗੱਲ ਸੁਣ, ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ। ਲੋਕ ਇਹੋ ਜਿਹੀਆਂ ਗੱਲਾਂ ਛੇਤੀ ਭੁੱਲ ਜਾਂਦੇ ਆ। ਤੂੰ ਬੱਚਿਆਂ ਨੂੰ ਸਮਝਾ ਤੇ ਘਰ ਵੇਚ ਕੇ ਕਿਧਰੇ ਜਾਣ ਵਾਲੀ ਗੱਲ ਭੁੱਲ ਜਾ। ਨਹੀਂ ਡੈਡ, ਇਹ ਨਹੀਂ ਹੋ ਸਕਦਾ। ਹੁਣ ਤੱਕ ਮੈਂ ਬੌਬ ਦੇ ਕਿਸੇ ਕੰਮ 'ਚ ਦਖਲ ਨਹੀਂ ਦਿੱਤਾ। ਹੁਣ ਮੈਂ ਆਪਦੇ ਢੰਗ ਨਾਲ ਜਿਉਣਾ ਤੇ ਆਪਦੇ ਢੰਗ ਨਾਲ ਬੱਚਿਆਂ ਨੂੰ ਪਾਲਣਾ। ਸਿਮਰਨ ਦੇ ਬੋਲਾਂ ਦੀ ਦ੍ਰਿੜਤਾ ਤੇ ਉਸ ਨੂੰ ਲਾਜਵਾਬ ਕਰ ਦਿੱਤਾ। ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਹੁਣ ਉਸ ਦੀ ਗੱਲ ਨਹੀਂ ਸੁਣੇਗੀ। ਉਹ ਚੁੱਪਚਾਪ ਆਪਣੇ ਨਡਾਲ ਹੋਏ ਸਰੀਰ ਨੂੰ ਚੱਕ ਕੇ ਪੈਰ ਘੜੀਸਦਾ ਆਪਦੇ ਘਰ ਵੱਲ ਨੂੰ ਚੱਲ ਪਿਆ। ਸਕਾਟ ਨੇ ਰੂਟੀਨ ਵਿੱਚ ਹੀ ਈਮੇਲ ਚੈੱਕ ਕੀਤੀ ਤਾਂ ਸਿਮਰਨ ਦੀ ਈਮੇਲ ਵੇਖ ਕੇ ਉਸ ਨੂੰ ਹੈਰਾਨੀ ਹੋਈ। ਈਮੇਲ ਪੜ੍ਹੀ ਤਾਂ ਹੋਰ ਵੀ ਹੈਰਾਨ ਹੋਇਆ। ਉਹ ਉਸ ਨੂੰ ਮਿਲਣਾ ਚਾਹੁੰਦੀ ਸੀ। ਸਕਾਟ ਸੋਚ ਰਿਹਾ ਸੀ ਕਿਉਂ। ਉਸ ਨੂੰ ਅਗਲੇ ਦਿਨ ਮਿਲਣ ਦਾ ਸਮਾਂ ਦਿੱਤਾ ਤੇ ਦਫ਼ਤਰ ਪਹੁੰਚਣ ਲਈ ਕਿਹਾ। 2-4 ਮਿੰਟਾਂ 'ਚ ਉਸਦੀ ਈਮੇਲ ਆ ਗਈ। ਉਸਨੇ ਬੇਨਤੀ ਕੀਤੀ ਕਿ ਉਸੇ ਦੇ ਘਰ ਮੀਟਿੰਗ ਕੀਤੀ ਜਾਵੇ। ਸਕਾਟ ਨੇ ਹਾਂ ਕਰ ਦਿੱਤੀ। ਮਿੱਥੇ ਸਮੇਂ ਸਕਾਟ ਐਨਾ ਨੂੰ ਨਾਲ ਲੈ ਕੇ ਸਿਮਰਨ ਨੂੰ ਮਿਲਣ ਚਲਾ ਗਿਆ। ਉਸ ਸਮੇਂ ਘਰ ਵਿੱਚ ਕੋਈ ਹੋਰ ਨਹੀਂ ਸੀ। ਉਹ ਉਹਨਾਂ ਨੂੰ ਡਰਾਇੰਗ ਰੂਮ ਵਿੱਚ ਲੈ ਗਈ। ਤੁਹਾਡੀ ਮਿਹਰਬਾਨੀ, ਤੁਸੀਂ ਮੇਰੀ ਬੇਨਤੀ ਮੰਨ ਲਈ। ਦੱਸੋ ਪਹਿਲਾਂ ਚਾਹ ਜਾਂ ਕੌਫੀ? ਸਕਾਟ ਨੇ ਨੋਟ ਕੀਤਾ। ਸਿਮਰਨ ਖੁਸ਼ ਲੱਗਦੀ ਸੀ ਤੇ ਠਰਮੇ ਨਾਲ ਗੱਲ ਕਰ ਰਹੀ ਸੀ। ਮਿਹਰਬਾਨੀ, ਪਰ ਅਸੀਂ ਡਿਊਟੀ 'ਤੇ ਹੋਣ ਕਰਕੇ ਤੁਹਾਡੇ ਕੋਲੋਂ ਕੁਝ ਵੀ ਖਾ ਪੀ ਨਹੀਂ ਸਕਦੇ, ਸਕਾਟ ਨੇ ਜਵਾਬ ਦਿੱਤਾ। ਤੁਸੀਂ ਦੱਸੋ, ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ? ਦੇਖੋ, ਮੈਂ ਤੁਹਾਨੂੰ ਸਾਰੀ ਗੱਲ ਸਪਸ਼ਟ ਦੱਸਣਾ ਚਾਹੁੰਦੀ ਹਾਂ ਤੇ ਮੇਰਾ ਖਿਆਲ ਹੈ ਤੁਸੀਂ ਯਕੀਨ ਕਰੋਗੇ ਤੇ ਕਾਨੂੰਨ ਵਿੱਚ ਰਹਿ ਕੇ ਹੋ ਸਕੇ ਤਾਂ ਮੇਰੀ ਮਦਦ ਵੀ ਕਰੋਗੇ। ਸਿਮਰਨ ਨੇ ਸੋਚੀ ਸਮਝੀ ਗੱਲ ਕਹੀ। ਹਾਂ ਜ਼ਰੂਰ, ਸਕਾਟ ਨੇ ਐਨਾ ਵੱਲ ਵੇਖਦਿਆਂ ਕਿਹਾ। ਜਿਸ ਦਿਨ ਤੁਸੀਂ ਮੇਰੇ ਫਾਦਰ ਇਨ ਲਾ ਨੂੰ ਗ੍ਰਿਫਤਾਰ ਕੀਤਾ, ਉਸ ਤੋਂ ਕੁਝ ਦੇਰ ਬਾਅਦ ਬੌਬ ਦਾ ਮੈਨੂੰ ਫੋਨ ਆਇਆ ਤੇ ਉਸਨੇ ਪਾਸਪੋਰਟ ਤੇ ਕੁਝ ਕੱਪੜੇ ਲੈ ਕੇ ਮੈਨੂੰ ਲੂਟਨ ਏਅਰਪੋਰਟ ਤੇ ਮਿਲਣ ਲਈ ਕਿਹਾ। ਮੈਂ ਉੱਥੇ ਗਈ ਵੀ ਤੇ ਉਸਨੂੰ ਉਹ ਚੀਜ਼ਾਂ ਦੇ ਆਈ। ਉਹ ਇੰਡੀਆ ਚਲਿਆ ਗਿਆ ਤੇ ਹੁਣ ਉੱਥੇ ਹੀ ਹੈ। ਮੈਂ ਆਪਣਾ ਗੁਨਾਹ ਕਬੂਲ ਕਰਦੀ ਹਾਂ। ਸਿਮਰਨ ਕੁਝ ਦੇਰ ਚੁੱਪ ਰਹੀ। ਜਦ ਉਸਨੇ ਨੀਵੀਂ ਚੱਕ ਕੇ ਸਕਾਟ ਵੱਲ ਵੇਖਿਆ ਤੇ ਉਹ ਥੋੜ੍ਹਾ ਜਿਹਾ ਸਿਰ ਹਿਲਾ ਕੇ ਅੱਗੇ ਬੋਲਣ ਦਾ ਇਸ਼ਾਰਾ ਕਰ ਰਿਹਾ ਸੀ। ਸਾਡਾ ਡਿਵੋਰਸ ਨਕਲੀ ਸੀ। ਮੈਨੂੰ ਬੌਬ ਨੇ ਕਿਹਾ ਤੇ ਮੈਂ ਸਾਈਨ ਕਰ ਦਿੱਤੇ। ਮੈਂ ਕਦੀ ਘੱਟ ਹੀ ਉਸ ਨੂੰ ਸਵਾਲ ਕੀਤਾ, ਪਰ ਹੁਣ ਉਹ ਡਿਵੋਰਸ ਪੱਕਾ ਹੈ। ਮੇਰੇ ਬੱਚੇ ਸਕੂਲ ਵਿੱਚ ਆਪਣੇ ਸਾਥੀ ਬੱਚਿਆਂ ਤੋਂ ਬੌਬ ਦੇ ਕਤਲ ਤੇ ਸਮਗਲਰ ਹੋਣ ਕਰਕੇ ਬਹੁਤ ਪਰੇਸ਼ਾਨ ਹੁੰਦੇ ਨੇ। ਮੈਂ ਘਰ ਵੇਚ ਕੇ ਕਿਧਰੇ ਹੋਰ ਘਰ ਖਰੀਦ ਕੇ ਰਹਿਣਾ ਚਾਹੁੰਦੀ ਹਾਂ। ਮੈਂ ਆਪਣੇ ਬੱਚਿਆਂ ਤੇ ਨਾ ਤੇ ਬੌਬ ਦਾ ਤੇ ਨਾ ਹੀ ਉਸਦੇ ਪਿਤਾ ਦਾ ਪਰਛਾਵਾਂ ਵੀ ਨਹੀਂ ਪੈਣ ਦੇਣਾ ਚਾਹੁੰਦੀ। ਮੈਂ ਉਹਨਾਂ ਨੂੰ ਇਮਾਨਦਾਰ ਤੇ ਚੰਗੇ ਸ਼ਹਿਰੀ ਬਣਾਉਣਾ ਚਾਹੁੰਦੀ ਹਾਂ। ਸਕਾਟ ਤੇ ਐਨਾ ਹੈਰਾਨੀ ਨੂੰ ਲੁਕਾ ਕੇ ਸੁਣਦੇ ਰਹੇ। ਉਹ ਦੋਵੇਂ ਖੁਸ਼ ਵੀ ਸਨ। ਸਿਮਰਨ ਨੇ ਆਪਦੀ ਗੱਲ ਖਤਮ ਕੀਤੀ ਤੇ ਸਭ ਕੁਝ ਸਪਸ਼ਟ ਕਰ ਦਿੱਤਾ ਤਾਂ ਸਕਾਟ ਨੇ ਜਵਾਬ ਦਿੱਤਾ, ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲੈਣਾ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਤੇ ਤੁਹਾਡੇ ਬੱਚੇ ਜਿੱਥੇ ਵੀ ਰਹੋ ਸੁਖੀ ਰਹੋ ਤੇ ਤੁਹਾਡੇ ਬੱਚੇ ਵੱਡੇ ਹੋ ਕੇ ਚੰਗੇ ਸ਼ਹਿਰੀ ਬਣਨਗੇ। ਗੁੱਡ ਲੱਕ। ਕਹਿੰਦੇ ਆ ਸਕਾਟ ਤੇ ਐਨਾ ਨੇ ਉਸ ਨਾਲ ਹੱਥ ਮਿਲਾਇਆ ਤੇ ਬਾਹਰ ਆ ਗਏ। ਐਨਾ ਮੇਰੇ ਖਿਆਲ ਵਿੱਚ ਰੰਧਾਵੇ ਨੂੰ ਤਾਂ ਸਜ਼ਾ ਮਿਲ ਗਈ ਹੈ, ਅਦਾਲਤ ਉਸ ਨੂੰ ਸਜ਼ਾ ਦਵੇ ਜਾਂ ਨਾ। ਬਿਲਕੁਲ, ਐਨਾ ਨੇ ਗੱਡੀ ਸਟਾਰਟ ਕਰਦਿਆਂ ਕਿਹਾ। ਰੰਧਾਵਾ ਨੀਵੀਂ ਜਿਹੀ ਕੁਰਸੀ ਤੇ ਸਿਰ ਸੁੱਟੀ ਡਰਾਇੰਗ ਰੂਮ ਵਿੱਚ ਬੈਠਾ ਸੀ। ਕੁਝ ਹੋਰ ਲੋਕ ਵੀ ਕਮਰੇ ਵਿੱਚ ਵਿਛੀਆਂ ਚਿੱਟੀਆਂ ਚਾਦਰਾਂ ਤੇ ਬੈਠੇ ਸਨ। ਇੱਕ ਮੇਜ਼ ਤੇ ਬੌਬ ਦੀ ਫੋਟੋ ਰੱਖੀ ਹੋਈ ਸੀ ਜਿਸ ਤੇ ਫੁੱਲਾਂ ਦੀ ਮਾਲਾ ਪਾਈ ਹੋਈ ਸੀ। ਉਸ ਵਿੱਚ ਬੌਬ ਹੱਸਦਾ ਤੇ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ। ਉਸ ਦੀ ਲਟਕਦੀ ਫੁੱਲਾਂ ਦੀ ਮਾਲਾ ਵਿੱਚੋਂ ਸ਼ਰਧਾਂਜਲੀ ਤੇ ਝਲਕਦਾ ਅਫਸੋਸ ਬੌਬ ਦੀ ਹੱਸਦੀ ਤਸਵੀਰ ਨਾਲ ਮੇਲ ਨਹੀਂ ਸੀ ਖਾਂਦਾ। ਨਾ ਹੀ ਕਮਰੇ ਤੇ ਘਰ ਵਿੱਚ ਛਾਇਆ ਮਾਤਮ ਇਸ ਤਸਵੀਰ ਨਾਲ ਮੇਲ ਖਾ ਰਿਹਾ ਸੀ। ਰੰਧਾਵੇ ਨੂੰ 8 ਸਾਲ ਦੀ ਸਜ਼ਾ ਹੋ ਗਈ ਸੀ ਤੇ ਟੌਮ ਨੂੰ ਉਮਰ ਕੈਦ। 1.5 ਸਾਲ ਤੋਂ ਰੰਧਾਵਾ ਜੇਲ੍ਹ ਵਿੱਚ ਬੰਦ ਸੀ। ਸਜ਼ਾ ਹੋਣ ਨਾਲ ਸਾਬਤ ਹੋ ਗਿਆ ਕਿ ਰੰਧਾਵਿਆਂ ਦੀ ਜਾਇਦਾਦ ਦਾ ਵੱਡਾ ਹਿੱਸਾ ਅਪਰਾਧ ਨਾਲ ਕਮਾਏ ਪੈਸਿਆਂ ਨਾਲ ਖਰੀਦਿਆ ਗਿਆ ਸੀ। ਨਵੇਂ ਬਣੇ ਕਾਨੂੰਨ ਅਨੁਸਾਰ ਸਰਕਾਰ ਨੇ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਅਦਾਲਤ ਵਿੱਚ ਕੇਸ ਕੀਤਾ ਹੋਇਆ ਸੀ। ਪਿਛਲੇ ਸਮੇਂ ਵਿੱਚ ਇਹ ਉਸ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਸੀ। ਅਜੇ ਫੈਸਲੇ ਨੂੰ ਦੇਰ ਲੱਗ ਜਾਣੀ ਸੀ ਤੇ ਇੰਡੀਆ ਤੋਂ ਹੀ ਬੌਬ ਵਕੀਲਾਂ ਰਾਹੀਂ ਇਸ ਕੇਸ ਨੂੰ ਲੜਨ ਦੀ ਤਿਆਰੀ ਕਰ ਰਿਹਾ ਸੀ। ਅਜੇ ਕੇਸ ਦੀ ਸੁਣਵਾਈ ਲਈ ਕੋਈ ਤਰੀਕ ਨਹੀਂ ਸੀ ਮਿਲੀ। ਇਹਨਾਂ ਫਿਕਰਾਂ ਤੋਂ ਮੁਕਤ ਹੋਣ ਦੀ ਉਮੀਦ ਤਾਂ ਰੰਧਾਵੇ ਨੂੰ ਅਜੇ ਨਹੀਂ ਸੀ ਬੱਝੀ। ਬਦਕਿਸਮਤੀ ਨੂੰ ਬੌਬ ਦੀ ਮੌਤ ਦੀ ਖਬਰ ਆ ਗਈ। ਇੱਕ ਦਿਨ ਪਹਿਲਾਂ ਹੀ ਅਦਾਲਤ ਨੇ ਉਸ ਨੂੰ ਬੌਬ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਲਈ 2 ਹਫ਼ਤੇ ਲਈ ਪਰੋਲ ਤੇ ਭੇਜਿਆ ਸੀ। ਉਹ ਇੱਕ ਦਿਨ ਪਹਿਲਾਂ ਹੀ ਘਰ ਆਇਆ। ਬੌਬ ਨੇ ਲੁਧਿਆਣੇ ਵਿੱਚ ਰਹਿਣਾ ਸੀ ਤੇ ਉਸਨੇ ਆਮਦਨ ਦਾ ਸਾਧਨ ਬਣਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਉਸਨੇ ਨਾ ਤਾਂ ਕੋਈ ਮਿਹਨਤ ਮਜ਼ਦੂਰੀ ਕਰਨੀ ਸੀ, ਨਾ ਕੋਈ ਹੱਟੀ ਭੱਠੀ ਦਾ ਕੰਮ। ਉਸਨੇ ਆਪਦੇ ਸੁਭਾਅ ਅਨੁਸਾਰ ਕੰਮ ਲੱਭਣਾ ਸੀ। ਇਹਨਾਂ ਦਿਨਾਂ 'ਚ ਜ਼ਮੀਨ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ। ਕਦੇ ਕਦੇ ਤਾਂ ਇੰਝ ਲੱਗਦਾ ਜਿਵੇਂ ਕੀਮਤਾਂ ਅਸਮਾਨ ਵਿੱਚ ਗਲੀ ਕਰਕੇ ਅਸਮਾਨ ਤੋਂ ਵੀ ਉੱਪਰ ਚਲੀਆਂ ਜਾਣਗੀਆਂ। ਲੁਧਿਆਣੇ ਸ਼ਹਿਰ ਵਿੱਚ ਵੀ ਹੋਰ ਸ਼ਹਿਰਾਂ ਵਾਂਗ ਬਹੁਤ ਸਾਰੇ ਭੂਮੀ ਗਰੋਹ ਉੱਠਣ ਲੱਗ ਪਏ। ਇਹਨਾਂ ਵਿੱਚੋਂ ਇੱਕ ਗਰੋਹ ਸੀ ਮੰਨਾ ਮਾਨ ਦਾ। ਜ਼ਮੀਨਾਂ ਜਾਂ ਕੋਠੀਆਂ ਦੀ ਮਾਲਕੀ ਸੰਬੰਧੀ ਬਹੁਤ ਝਗੜੇ ਪੈਦਾ ਹੁੰਦੇ। ਮੰਨਾ ਮਾਨ ਜਾਂ ਤਾਂ ਕਬਜ਼ਾ ਲੈਣ ਲਈ ਜਾਂ ਕਬਜ਼ਾ ਲੈਣ ਵਾਲਿਆਂ ਨੂੰ ਰੋਕਣ ਵਾਲੀ ਧਿਰ ਦੇ ਨਾਲ ਜਾ ਖੜਦਾ। ਬਹੁਤ ਵਾਰੀ ਝਗੜੇ ਵਾਲੀ ਜਾਇਦਾਦ ਨੂੰ ਕੌਡੀਆਂ ਦੇ ਭਾਅ ਖਰੀਦ ਲਿਆ ਜਾਂਦਾ ਤੇ ਦੂਜੀ ਧਿਰ ਨੂੰ ਚੁੱਪ ਕਰਾਉਣ ਲਈ ਕੁਝ ਪੈਸੇ ਦਿੱਤੇ ਜਾਂਦੇ। ਜੇ ਪੈਸੇ ਨਾਲ ਨਾ ਮੰਨਣ ਵਾਲੀ ਪਾਰਟੀ ਹੁੰਦੀ, ਬਦਮਾਸ਼ਾਂ ਦਾ ਟੋਲਾ ਉਹਨਾਂ ਨੂੰ ਇੰਨਾ ਡਰਾ ਦਿੰਦਾ ਕਿ ਅਗਲਾ ਚੁੱਪ ਕਰ ਜਾਂਦਾ ਤੇ ਆਪਣੀ ਜਾਨ ਬਚਾਉਣ ਲਈ ਤਰਲੇ ਕਰਦਾ। ਪੁਲਿਸ ਤੇ ਸਿਆਸੀ ਲੀਡਰ ਵੀ ਮੰਨਾ ਮਾਨ ਵਰਗੇ ਬੰਦਿਆਂ ਦੇ ਹੱਥ 'ਚ। ਬੌਬ ਦੀ ਜਾਣ ਪਛਾਣ ਤੇ ਹੌਲੀ ਹੌਲੀ ਦੋਸਤੀ ਮੰਨਾ ਮਾਨ ਨਾਲ ਹੋ ਗਈ। ਬੌਬ ਨੇ ਵੀ ਆਪਦਾ ਇੱਕ ਗਰੋਹ ਬਣਾ ਲਿਆ। ਲੋੜ ਪੈਣ ਤੇ ਮੰਨਾ ਤੇ ਉਹ ਇੱਕ ਦੂਜੇ ਦੀ ਮਦਦ ਕਰ ਦਿੰਦੇ। ਦਿਨਾਂ ਵਿੱਚ ਹੀ ਮੰਨੇ ਦੇ ਨਾਲ ਬੌਬ ਰੰਧਾਵੇ ਦਾ ਨਾਮ ਵੀ ਲੋਕਾਂ ਵਿੱਚ ਜਾਣਿਆ ਪਛਾਣਿਆ ਬਣ ਗਿਆ। ਨਾਂ ਦੇ ਨਾਲ ਹੀ ਬੌਬ ਕੰਮ ਤੋਂ ਲੈ ਕੇ ਲੋਕ ਅਣਜਾਣ ਨਹੀਂ ਸਨ ਰਹੇ। ਬੌਬ ਨੇ ਹੋਰ ਧੰਦੇ ਸ਼ੁਰੂ ਕਰ ਦਿੱਤੇ, ਜਿਵੇਂ ਹਵਾਲੇ ਦਾ ਕੰਮ। ਦਿਨਾਂ ਵਿੱਚ ਹੀ ਉਸਨੇ ਕਾਫੀ ਜਾਇਦਾਦ ਤੇ ਪੈਸਾ ਜਮ੍ਹਾਂ ਕਰ ਲਿਆ। ਇਹਨਾਂ ਗਰੋਹਾਂ ਦੇ ਆਪਣੇ ਅਸੂਲ ਸਨ। ਛੇਤੀ ਕੀਤਿਆਂ ਉਹ ਇੱਕ ਦੂਜੇ ਦੇ ਕੰਮ 'ਚ ਦਖਲ ਨਹੀਂ ਸਨ ਦਿੰਦੇ। ਜੇ ਕਿਤੇ ਇੱਕ ਹੀ ਜਾਇਦਾਦ ਲਈ 2 ਗਰੁੱਪਾਂ ਨੇ ਅੱਡੋ ਅੱਡ ਧਿਰਾਂ ਨਾਲ ਸੌਦਾ ਕਰ ਲਿਆ ਹੁੰਦਾ ਤਾਂ ਫਿਰ ਕਿਸੇ ਵਿਚੋਲੇ ਰਾਹੀਂ ਉਸ ਦਾ ਫੈਸਲਾ ਹੋ ਜਾਂਦਾ। ਲੜਾਈ ਝਗੜੇ ਨਾਲ ਤਾਂ ਕਈ ਵਾਰੀ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ। ਵਿਚੋਲੇ ਪੁਲਿਸ ਅਫਸਰ ਜਾਂ ਸਿਆਸੀ ਲੀਡਰ ਹੁੰਦੇ। ਬਹੁਤੀ ਵਾਰ ਤਾਂ ਉਹਨਾਂ ਤੋਂ ਹੀ ਪਤਾ ਲੱਗਦਾ ਕਿ ਦੂਜੀ ਧਿਰ ਨੇ ਫਲਾਣੀ ਪਾਰਟੀ ਨਾਲ ਗੰਢ ਧੁੱਪ ਕੀਤੀ ਹੈ। ਉਹੀ ਸਮਝੌਤਾ ਕਰਾਉਂਦੇ। ਕੇਕ ਦੇ ਲੋੜ ਅਨੁਸਾਰ ਹਿੱਸੇ ਕੀਤੇ ਜਾਂਦੇ ਤੇ ਹਰ ਕੋਈ ਆਪਦੇ ਹਿੱਸੇ ਦਾ ਕੇਕ ਖਾ ਕੇ ਘਰੇ ਚਲਿਆ ਜਾਂਦਾ। ਕਦੇ ਕਦੇ ਨਵੇਂ ਮੁੰਡੇ ਵੀ ਪੁਰਾਣੇ ਗੈਂਗਸਟਰਾਂ ਵਾਂਗ ਬਣਨ ਦਾ ਯਤਨ ਕਰਦੇ ਜਾਂ ਕਿਸੇ ਘਰ ਦੇ ਨੌਜਵਾਨ ਉਹਨਾਂ ਨਾਲ ਹੋਈ ਬੇਇਨਸਾਫੀ ਨੂੰ ਨਾ ਸਹਾਰਦੇ ਮਾਰਨ ਦੀ ਠਾਣ ਲੈਂਦੇ। ਮੌਤ ਦੀ ਖੇਡ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਆਊਟ ਹੋਣਾ ਪੈਂਦਾ। ਬੌਬ ਦੇ ਸੁਰੱਖਿਆ ਕਰਮੀ ਸਦਾ ਉਸ ਨਾਲ ਪਰਛਾਵੇਂ ਵਾਂਗ ਰਹਿੰਦੇ। ਬੌਬ ਨੂੰ ਪਤਾ ਸੀ ਕਿ ਉਸਦੇ ਬਹੁਤ ਦੁਸ਼ਮਣ ਸਨ ਜਿਨ੍ਹਾਂ ਦਾ ਰੰਗ ਰੂਪ ਵੀ ਉਸਨੂੰ ਪਤਾ ਨਹੀਂ। ਉਹ ਆਪਣੇ ਵੱਲੋਂ ਪੂਰਾ ਚਕੰਨਾ ਰਹਿੰਦਾ। ਇੱਕ ਦਿਨ ਘੁਮਾਰ ਮੰਡੀ ਉਹ ਦੰਦਾਂ ਦੇ ਡਾਕਟਰ ਕੋਲ ਗਿਆ। ਉਸਦੇ ਸੁਰੱਖਿਆ ਕਰਮੀ ਵੀ ਉਸਦੇ ਨਾਲ ਸਨ। ਡਾਕਟਰ ਦੀ ਕਲੀਨਿਕ ਦੇ ਐਨ ਬਾਹਰ ਉਹਨਾਂ ਨੇ ਕਾਰ ਖੜੀ ਕੀਤੀ। ਪਹਿਲਾਂ ਸੁਰੱਖਿਆ ਕਰਮੀ ਬਾਹਰ ਨਿਕਲੇ। ਉਹਨਾਂ ਨੇ ਆਸੇ-ਪਾਸੇ ਧਿਆਨ ਨਾਲ ਦੇਖਿਆ। ਸੜਕ 'ਤੇ ਕਈ ਕਾਰਾਂ ਮੋਟਰਸਾਈਕਲ ਖੜ੍ਹੇ ਸਨ। ਕਿਸੇ ਪਾਸੇ ਤੋਂ ਖਤਰੇ ਵਾਲੀ ਕੋਈ ਗੱਲ ਨਹੀਂ ਸੀ। ਜਲਦੀ ਨਾਲ ਬੌਬ ਕਲੀਨਿਕ ਦੇ ਅੰਦਰ ਚਲਿਆ ਗਿਆ ਤੇ ਇੱਕ ਸੁਰੱਖਿਆ ਕਰਮੀ ਵੀ ਨਾਲ ਗਿਆ। ਦੂਜਾ ਬਾਹਰ ਖੜ੍ਹ ਗਿਆ। ਡਰਾਈਵਰ ਕਾਰ 'ਚ ਬੈਠਾ ਸੀ। ਜਦੋਂ ਬੌਬ ਬਾਹਰ ਆਇਆ ਤਾਂ ਸਾਹਮਣੇ ਖੋਖੇ 'ਚ 2 ਮੁੰਡੇ ਬਾਹਰ ਨਿਕਲੇ ਤੇ ਉਹਨਾਂ ਨੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਉਹਨਾਂ ਦਾ ਸ਼ਿਕਾਰ ਬੌਬ ਬਣਿਆ ਤੇ ਫਿਰ ਸੁਰੱਖਿਆ ਕਰਮੀ। ਦੂਜਾ ਜ਼ਖਮੀ ਹੋ ਗਿਆ। ਨਾਲ ਹੀ ਖੜੇ ਮੋਟਰਸਾਈਕਲਾਂ 'ਤੇ ਉਹ ਦੌੜ ਗਏ। ਘੁਮਾਰ ਮੰਡੀ ਲੋਕਾਂ ਦਾ ਜੰਗਲ ਹੈ ਤੇ ਉਸ ਜੰਗਲ ਵਿੱਚ ਕਿਧਰੇ ਗਵਾਚ ਗਏ। ਬੌਬ ਤੇ ਉਸਦੇ ਸਾਥੀਆਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਹਨਾਂ ਨੇ ਬੌਬ ਤੇ ਉਸਦੇ ਇੱਕ ਸਾਥੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇੱਕ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ। ਸਾਰੇ ਸ਼ਹਿਰ 'ਚ ਬੌਬ ਦੇ ਕਤਲ ਦੀ ਖਬਰ ਫੈਲ ਗਈ। ਪੁਲਿਸ ਦੀਆਂ ਗੱਡੀਆਂ ਦੌੜਨ ਲੱਗੀਆਂ। ਬੌਬ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਤੇ ਨਜ਼ਦੀਕੀ ਦੋਸਤਾਂ ਵਿੱਚੋਂ ਕਿਸੇ ਨੇ ਬੌਬ ਦੀ ਮਾਂ ਨੂੰ ਫੋਨ ਕਰ ਦਿੱਤਾ। ਉਸ ਨੂੰ ਤਾਂ ਯਕੀਨ ਹੀ ਨਾ ਆਇਆ।
ਉਸਨੇ ਲੁਧਿਆਣੇ ਰਹਿੰਦੇ ਆਪਦੇ ਭਤੀਜੇ ਨੂੰ ਪੁੱਛਿਆ ਤਾਂ ਉਸਨੇ ਖਬਰ ਦੀ ਪੁਸ਼ਟੀ ਕੀਤੀ। ਬੌਬ ਦੀ ਮਾਂ ਲਈ ਦੁਨੀਆ ਵਿੱਚ ਜਿਹੜਾ ਮਾੜਾ ਮੋਟਾ ਚਾਨਣ ਦੀ ਲੀਕ ਬਾਕੀ ਸੀ ਉਹ ਵੀ ਹਨੇਰੇ ਵਿੱਚ ਬਦਲ ਗਈ। ਸਿਮਰਨ ਨੇ ਆਕਸਫੋਰਡ ਦੇ ਇਲਾਕੇ 'ਚ ਘਰ ਲੈ ਲਿਆ ਸੀ। ਘੰਟੇ ਦੀ ਵਾਟ ਸੀ। ਮਾਤਾ ਨੇ ਉਸਨੂੰ ਫੋਨ ਕੀਤਾ ਤਾਂ ਉਸਦੇ ਵੀ ਹੱਥ ਪੈਰ ਫੁੱਲਣ ਲੱਗੇ, ਪਰ ਉਸ ਅੱਗੇ ਬਹੁਤ ਜ਼ਿੰਮੇਵਾਰੀਆਂ ਵੀ ਆ ਖੜੀਆਂ। ਇਹਨਾਂ ਜ਼ਿੰਮੇਵਾਰੀਆਂ ਨੇ ਉਸਨੂੰ ਸੰਜਮ ਵਿੱਚ ਰਹਿਣ ਦਾ ਬਲ ਦਿੱਤਾ। ਉਹ ਬੱਚਿਆਂ ਨਾਲ 2 ਘੰਟੇ 'ਚ ਸੱਸ ਕੋਲੇ ਪਹੁੰਚ ਗਈ। ਉਸਨੂੰ ਵੇਖ ਕੇ ਸੱਸ ਨੇ ਧਾਹ ਮਾਰੀ ਤੇ ਰੰਧਾਵੇ ਨੂੰ ਬਦ ਅਸੀਸਾਂ ਦੇਣ ਲੱਗੀ। ਉਹ ਬੌਬ ਦੇ ਗਲਤ ਰਾਹ ਤੇ ਪੈਣ ਦੇ ਕਾਰਨ ਰੰਧਾਵੇ ਨੂੰ ਮੰਨਦੀ ਸੀ, ਪਰ ਅੱਜ ਪਹਿਲੀ ਵਾਰ ਉਸਨੇ ਮੂੰਹੋਂ ਕਿਹਾ ਸੀ। ਸਿਮਰਨ ਨੇ ਵਕੀਲ ਦੀ ਮਦਦ ਨਾਲ ਬੌਬ ਦਾ ਅੰਤਮ ਸੰਸਕਾਰ UK ਵਿੱਚ ਕਰਨ ਲਈ ਅਦਾਲਤ ਤੋਂ ਇਜਾਜ਼ਤ ਲੈਣ ਦੀ ਬੇਨਤੀ ਕੀਤੀ। ਲੁਧਿਆਣੇ ਵੀ ਉਸਨੇ ਬੌਬ ਦੇ ਸਰੀਰ ਨੂੰ ਇੰਗਲੈਂਡ ਭੇਜਣ ਦੇ ਪ੍ਰਬੰਧ ਕਰਨ ਲਈ ਕਹਿ ਦਿੱਤਾ। 2 ਹਫ਼ਤਿਆਂ ਦੀ ਭੱਜ ਦੌੜ ਦੇ ਸਿੱਟੇ ਵਜੋਂ ਬੌਬ ਦਾ ਤਬੂਤ ਲੰਡਨ ਪਹੁੰਚ ਗਿਆ ਤੇ ਅਗਲੇ ਦਿਨ ਰੰਧਾਵਾ ਵੀ ਘਰ ਆ ਗਿਆ। ਰੰਧਾਵਾ ਜਦ ਬੌਬ ਦੀ ਫੋਟੋ ਦੇਖਦਾ ਤਾਂ ਉਸਨੂੰ ਹੈਰੀ ਸਮਿਥ ਯਾਦ ਆ ਜਾਂਦਾ ਤੇ ਨਾਲ ਹੀ ਟੋਨੀ ਦੀ ਸ਼ਕਲ ਉੱਭਰ ਆਉਂਦੀ। ਰੰਧਾਵੇ ਨੂੰ ਟੋਨੀ ਤੇ ਗੁੱਸਾ ਨਾ ਆਉਂਦਾ ਤੇ ਨਾ ਹੀ ਬਦਲੇ ਦੀ ਜਵਾਲਾ ਬਲਦੀ। ਫਿਰ ਉਹ ਸੋਚਦਾ, ਗੁੱਸੇ ਦੇ ਬਦਲੇ ਲਈ ਤਾਂ ਸਰੀਰ ਵਿੱਚ ਤਾਕਤ ਦੀ ਲੋੜ ਹੁੰਦੀ ਹੈ ਤੇ ਉਸਦੇ ਸਰੀਰ ਵਿੱਚ ਤਾਂ ਭੋਰਾ ਵੀ ਜਾਨ ਨਹੀਂ ਸੀ ਰਹੀ। ਰੰਧਾਵਾ ਨਿਰਜਿੰਦ ਬੈਠਾ ਰਹਿੰਦਾ, ਮਾੜਾ ਮੋਟਾ ਖਾ ਪੀ ਲੈਂਦਾ, ਬਹੁਤ ਘੱਟ ਬੋਲਦਾ। ਕੋਈ ਹਾਂ ਦਾ ਨਾਰਾ ਮਾਰਨ ਆਉਂਦਾ ਤਾਂ ਰੰਧਾਵਾ ਗਿਣੇ ਚੁਣੇ ਸ਼ਬਦ ਬੋਲਦਾ। ਲੋਕੀ ਆਉਂਦੇ ਤੇ ਚਲੇ ਜਾਂਦੇ, ਰਾਹ ਵਿੱਚ ਜਾਂਦੇ ਆਪਸ ਵਿੱਚ ਗੱਲਾਂ ਕਰਦੇ। ਲੋਕ ਐਵੇਂ ਧਰਮਰਾਜ ਬਾਰੇ ਗੱਲਾਂ ਕਰਦੇ ਆ। ਕਿਹਨੇ ਦੇਖਿਆ ਉਹਨੂੰ? ਨਰਕ ਸੁਰਕ ਦਾ ਇੱਥੇ ਹੀ ਆ, ਬੰਦਾ ਇੱਥੇ ਹੀ ਕਰਦਾ ਤੇ ਇੱਥੇ ਹੀ ਭਰਦਾ। ਅੰਤਮ ਸੰਸਕਾਰ ਵਾਲੇ ਦਿਨ ਜਦੋਂ ਰੰਧਾਵਾ ਕਾਰ ਵਿੱਚ ਬੈਠਾ ਗੈਰੀ ਦੇ ਘਰ ਅੰਗੋਂ ਲੰਘਿਆ ਤਾਂ ਉਸਦੇ ਮਨ ਵਿੱਚ ਗੈਰੀ ਦੇ ਘਰ ਵੱਲ ਵੇਖਣ ਦਾ ਖਿਆਲ ਆਇਆ, ਪਰ ਉਸ ਵਿੱਚ ਹਿੰਮਤ ਨਾ ਪਈ। ਇਹ ਸਾਰਾ ਦਿਨ ਉਸ ਲਈ ਨਰਕ ਤੋਂ ਘੱਟ ਨਹੀਂ ਸੀ। 2 ਦਿਨ ਬਾਅਦ ਉਸਨੇ ਜੇਲ੍ਹ ਵਿੱਚ ਹਾਜ਼ਰੀ ਦੇਣੀ ਸੀ। ਸਿਮਰਨ ਬੱਚਿਆਂ ਨਾਲ ਉੱਥੇ ਹੀ ਰਹੀ। ਉਸਨੇ ਆਪਣੀ ਸੱਸ ਨੂੰ ਆਪਣੇ ਨਾਲ ਚੱਲਣ ਲਈ ਮਨਾ ਲਿਆ ਤੇ ਉਸਦੇ ਕੱਪੜਿਆਂ ਨੂੰ ਸੂਟਕੇਸ ਵਿੱਚ ਪਾ ਲਿਆ ਸੀ। ਜਦ ਦਾ ਰੰਧਾਵਾ ਆਇਆ ਸੀ ਉਸਦੀ ਪਤਨੀ ਨੇ ਉਸ ਨਾਲ ਇੱਕ ਵੀ ਬੋਲ ਸਾਂਝਾ ਨਹੀਂ ਸੀ ਕੀਤਾ। ਉਸਨੇ ਬਸ ਬੰਟੀ ਨਾਲ ਹੀ ਕੁਝ ਆਮ ਗੱਲਾਂ ਕੀਤੀਆਂ। ਸਿਮਰਨ ਨੇ ਰੰਧਾਵੇ ਦੇ ਜਾਣ ਲਈ ਟੈਕਸੀ ਬੁਲਾਈ ਸੀ ਜੋ 1 ਵਜੇ ਪਹੁੰਚ ਗਈ। ਹੁਣ ਤੱਕ ਸਿਮਰਨ ਨੇ ਵੀ ਸਾਰਾ ਸਮਾਨ ਸਾਂਭ ਕੇ ਗੱਡੀ 'ਚ ਰੱਖ ਲਿਆ ਸੀ। ਰੰਧਾਵਾ ਟੈਕਸੀ ਦੇ ਖੁੱਲ੍ਹੇ ਦਰਵਾਜ਼ੇ ਕੋਲੇ ਖੜਾ ਸੀ। ਉਸਨੇ ਨਜ਼ਰ ਭਰ ਕੇ ਘਰ ਨੂੰ ਵੇਖਿਆ, ਫਿਰ ਕੋਲ ਖੜੇ ਬੱਚਿਆਂ ਨੂੰ ਇੰਝ ਵੇਖਿਆ ਜਿਵੇਂ ਉਹ ਉਹਨਾਂ ਨੂੰ ਆਖਰੀ ਵਾਰੀ ਵੇਖ ਰਿਹਾ ਹੋਵੇ। ਡੈਡ, ਅਸੀਂ ਮਾਮਾ ਨੂੰ ਨਾਲ ਲੈ ਕੇ ਚੱਲੇ ਆਂ, ਇਹ ਸਾਡੇ ਨਾਲ ਰਹਿਣਗੇ, ਤੁਸੀਂ ਫਿਕਰ ਨਾ ਕਰਿਓ। ਸਿਮਰਨ ਨੇ ਬੱਚਿਆਂ ਬਾਅਦ ਉਸਨੂੰ ਹਲਕੀ ਜਿਹੀ ਵਿਦਾਇਗੀ ਜੱਫੀ ਪਾਉਂਦਿਆਂ ਕਿਹਾ। ਰੰਧਾਵਾ ਚੁੱਪ ਸੀ। ਇੱਕ ਗੇਟ ਵਿੱਚੋਂ ਦੀ ਟੈਕਸੀ ਬਾਹਰ ਨਿਕਲ ਗਈ ਤੇ ਦੂਜੇ ਵਿੱਚੋਂ ਦੀ ਸਿਮਰਨ ਦੀ ਕਾਰ। ਲੋਹੇ ਦਾ ਗੇਟ ਇੰਝ ਹੌਲੀ ਹੌਲੀ ਬੰਦ ਹੋ ਰਿਹਾ ਸੀ ਜਿਵੇਂ ਉਸਨੂੰ ਦੁਬਾਰਾ ਖੋਲ੍ਹਣ ਦੀ ਆਸ ਨਾ ਹੋਵੇ।